KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। ਸੋਮਵਾਰ ਦਾ ਦਿਨ ਹੈ, 25 ਮਈ ਹੈ, ਵਰ੍ਹਾ 2020 ਦਾ ਹੈ ਤੇ 11 ਜੇਠ ਵਾਹਿਗੁਰੂ 11 ਜੇਠ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਪੁਰਾਣੇ ਸਮੇਂ 'ਚ ਹੋ ਵੀ ਸਕਦੇ ਵੀ ਭਾਈ 12 ਸੀ, ਹੁਣ ਤਾਂ ਹਮ ਤੋਂ ਹਮਾਰੇ ਦੋ ਵਾਲਿਆਂ ਤੋਂ ਇੱਕ ਤੇ ਹੀ ਆ ਗਏ। ਬਾਡੀ ਦਾ ਖਿਆਲ ਰੱਖਣਾ ਪੈਂਦਾ, ਜਵਾਕ ਪਲਾਨ ਕਰਨਾ ਪੈਂਦਾ ਇਹਨਾਂ ਦੇਸ਼ਾਂ 'ਚ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੁੰਦੀ ਹੈ। ਜੇ ਜੇਠਾਂ ਦੀ ਗੱਲ ਸੁਣਦੀ ਹੈ ਨਾ, ਮੇਰੇ ਦਿਮਾਗ 'ਚ ਪਿੰਡ ਦੇ ਬੰਦੇ 2-3 ਆ ਜਾਂਦੇ, ਟਿਪੀਕਲ ਸਟਰਕਚਰ ਦਿਖਣ ਲੱਗ ਜਾਂਦਾ ਮੈਨੂੰ। ਇੱਕ ਦੇ ਲੱਤਾਂ ਤੇ ਵਾਲ ਬਹੁਤ ਸੀ, ਜਿਵੇਂ ਮੁੱਛਾਂ ਗੋਲ ਹੁੰਦੀਆਂ ਨਾ, ਉਹਦੇ ਖੁੱਚਾਂ ਦੇ ਵਾਲ ਐ ਨਾ ਐਨ ਗੋਲ ਹੋ ਕੇ ਛੱਲੇ ਬਣੇ ਹੁੰਦੇ ਸੀ। ਨਿੱਕਰ ਬਰਾਬਰ ਉਹ ਟੁੰਗ ਕੇ ਰੱਖਦਾ ਤੇ ਕਦੇ ਪਜਾਮਾ ਨਹੀਂ ਸੀ ਪਾਉਂਦਾ, ਸਿਰ ਨੰਗਾ ਕਰਕੇ ਪਰਨਾ ਬੰਨ੍ਹਦਾ ਤੇ ਬਸ ਐਡਾ ਫਿਟੜੀਆਂ ਦਾ ਫੇਰ ਸੀ। ਜਿੱਦਣ ਘਰੇ ਦੇਸੀ ਘਿਓ ਨਾ ਪੈਂਦਾ ਰੋਟੀ 'ਚ, ਦਾਲ ਸਬਜ਼ੀ 'ਚ, ਬਸ ਜਦੇ ਕਹਿੰਦਾ ਮੈਂ ਤਾਂ ਅੱਡ ਹੋਣਾ ਬਈ। ਪਟਵਾਰੀ ਦਰਾਂ 'ਚ ਬੈਠਾ ਹੁੰਦਾ, ਕਹਿੰਦਾ ਕੀ ਗੱਲ ਜਾਗਰਾ, ਗੱਲ ਕੀ ਹੋ ਗਈ? ਕਹਿੰਦਾ ਬਸ ਸਮਾਨ ਵੰਡਣਾ ਅੱਜ। ਕਹਿੰਦਾ ਗੱਲ ਤਾਂ ਦੱਸ ਫੇਰ ਵੀ ਕੀ ਹੋ ਗਈ? ਉਹ ਕਹਿੰਦਾ ਜਮਾ ਹੀ ਨਹੀਂ ਪੁੱਛਦੇ ਯਾਰ, ਐਵੇਂ ਮਾਰ ਲਏ ਬਰਾਬਰ ਦਾ। ਮੈਂ ਵੀ ਮਾਂ ਜਾਇਆ ਤੇ ਛੋਟਾ ਭਾਈ ਆਉਂਦਾ, ਉਹ ਬਾਹਰ ਗਦਾਮਾਂ 'ਚ ਲੱਗਿਆ ਹੋਇਆ ਸੀ, ਮਿਲਟਰੀ 'ਚ ਰਿਟਾਇਰ ਹੋ ਕੇ ਆਇਆ ਸੀ। ਰਿਟਾਇਰ ਹੋ ਕੇ ਜਦ ਆਇਆ ਫਿਰ ਰੌਲਾ ਪੈਂਦਾ ਸੀ। ਉਹ ਕਹਿੰਦਾ ਕੀ ਗੱਲ ਹੋ ਗਈ ਬੜੇ ਭਾਈ ਨੂੰ? ਜਗਰਾ ਗੱਲ ਕੀ ਹੋ ਗਈ? ਉਹ ਕਹਿੰਦਾ ਬਸ ਅੱਜ ਦੁਪਹਿਰੇ ਦੇਸੀ ਘਿਓ ਨਹੀਂ ਮਿਲਿਆ ਦਾਲ 'ਚ, ਦਾਲ ਦਾ ਪਾਤਾ। ਉਹ ਕਹਿੰਦਾ ਅੰਦਰ ਆ। ਅੰਦਰ ਕਿਉਂ, ਬਾਹਰ ਕਿਉਂ ਬੈਠਾ ਹੈ? ਅੰਦਰ ਉਹਨੂੰ ਬਿਠਾ ਕੇ ਕਹਿੰਦਾ ਬੈਠ ਮਾੜਾ ਜਾ। ਸੰਦੂਕ 'ਚੋਂ ਜਾਂਦਾ, ਆਪਣੀ ਰਾਗਟ ਆਪਣਾ ਕੱਢ ਕੇ ਲਿਆਉਂਦਾ, ਘਰ ਵਾਲੀ ਨੂੰ ਹਾਕ ਮਾਰ ਗਿਆ, ਰਾਮੋ ਲਿਆ ਦੇਸੀ ਘਿਓ ਪਾ ਕੇ। ਉਹ ਦਾਲ 'ਚ ਦੇਸੀ ਘਿਓ ਦੇ 3 ਚਮਚੇ ਪਾ ਲਏ ਉਹਦੀ। ਉਧਰੋਂ ਪੇਕ ਲਾਉਂਦਾ ਪਟਵਾਰੀ ਨੂੰ, ਅੰਦਰੋਂ ਹੀ ਬਿਲਡ 'ਚੋਂ ਕਹਿੰਦਾ ਪਟਵਾਰੀ ਜਾ ਬਈ ਸਾਡਾ ਹੋ ਗਿਆ ਕੰਮ। ਇਹੋ ਜਿਹੇ ਬੰਦੇ ਕਰੈਕਟਰ ਮੇਰੇ ਯਾਦ ਆ ਜਾਂਦੇ। ਅੱਜ ਦੀ ਲੋਕ ਸਭਾ ਦੇ ਵਿੱਚ ਇਹਨਾਂ ਦੀ ਵੀ ਗੱਲ ਚੱਲੂ, ਇਹਨਾਂ ਨੂੰ ਵੀ ਪਾ ਦਿਆਂਗੇ ਵਿੱਚੇ ਕਿਤੇ। ਆਪਾਂ ਕਿਹੜਾ ਲੈਣ ਜਾਣਾ, ਕੋਈ ਸਰੰਗੀ ਤੇ ਗਾਜ ਹੋਰ ਫੇਰ ਦਿਆਂਗੇ ਇੱਕ ਬੰਨਿਓ ਕਰਕੇ। ਬਾਈ ਜੀ ਨੇ ਬਹੁਤ ਵਧੀਆ ਇੱਕ ਕਹਾਣੀ ਭਗਤੇ ਭਾਈ ਕੇ ਤੋਂ ਲਿਖ ਕੇ ਲੋਕ ਸੱਤ ਚਰਚਾ ਭੇਜੀ ਹੈ। ਜੇ ਕਿਤੇ ਸਿੱਟ ਬਹੇਗੀ ਲਾ ਦਿਆਂਗੇ ਉਹਦਾ ਵੀ ਕੋਕਾ ਵਿੱਚ 5-7 ਮਿੰਟ ਦੀ ਸੁਣਾਊਂਗਾ। ਬੁੱਧਵਾਰ ਦਾ ਹਾਸਰਾ ਸੈੱਟ ਹੋ ਗਿਆ। ਸਵੇਰੇ ਬਾਈ ਜੱਗੀ ਗੁੱਸੇ ਨਾਲ ਗੱਲਾਂ ਕਰਦੇ ਬਲਰਾਜ ਬਰਾੜ ਨਾਲ। ਪੁਲਿਸ ਵਾਲੀ ਗੱਲ ਸੁਣਾਵਾਂਗੇ। ਪੁਲਿਸ ਧਾੜ ਅੱਜ ਕੱਲ੍ਹ ਪੰਜਾਬ 'ਚ ਤੁਰੀ ਫਿਰਦੀ ਆ। ਮੈਂ ਹਾਂ ਹਰਜੀਤ ਸਿੰਘ ਜੇ ਹੈ ਵੋ ਹੈ। ਇਹ ਮਸ਼ੀਨਰੀ ਤੋਂ ਅਸੀਂ ਦੁੱਧ ਦੇ ਸੜੇ ਪਾਣੀ ਨੂੰ ਫੂਕਾ ਮਾਰਦੇ ਆ। ਪਤਾ ਨਹੀਂ ਇਹਨਾਂ ਦਾ ਕਦ ਗੇਰ ਪੈ ਜਾਣਾ, ਕਦ ਇਹਨਾਂ ਨੇ ਆਹੂ ਲਾਉਣੇ ਸ਼ੁਰੂ ਕਰ ਦੇਣੇ। ਉੱਥੇ ਹੀ ਸਮਾਨ ਹੈ, ਉੱਥੇ ਹੀ ਕਾਸੇ ਖਾਂਦੇ ਨੇ, ਉੱਥੇ ਹੀ ਘੋਟਣੇ ਨੇ, ਉੱਥੇ ਇਹਨਾਂ ਦੇ ਲਾਟੂ ਨੇ, ਉੱਥੇ ਇਹਨਾਂ ਦੇ ਹੀਟਰ ਨੇ ਜਿਨ੍ਹਾਂ ਤੇ ਸ਼ਰਲਾ ਗਜਵਾਉਂਦੇ ਰਹੇ ਆ ਯੋਧਿਆਂ ਦਾ। ਸੋ ਉਹਨਾਂ ਦੀ ਗੱਲਬਾਤ ਅੱਜ ਬੁੱਧਵਾਰ ਨੂੰ ਪੁਲਿਸ ਦਾ ਜਿਹੜਾ ਤਸ਼ੱਦਦ ਪਿੰਡ 'ਚ ਕਿਵੇਂ ਹੁੰਦਾ ਸੀ ਉਹ ਸੁਣਾਊਂਗਾ। ਬੁੱਧਵਾਰ ਦੀ ਵੀ ਕਹਾਣੀ ਤੈਅ ਹੋ ਗਈ। ਚੱਲ ਹੁਣ ਜ਼ੋਰ ਨਹੀਂ ਪਾਊਂਗਾ। ਅਗਲੇ ਹਿੱਸੇ 'ਚ 12 ਤੋਂ 1 ਵਜੇ ਤੱਕ ਗੱਲ ਮੈਂ ਅੱਜ ਕਰਨੀ ਆ ਖਾਸ ਭਾਈਚਾਰੇ ਦੇ ਵਿੱਚ। ਉਹ ਤਾਂ ਅੱਜ ਤੂਫਾਨਾਂ ਦੇ ਸ਼ਾਹ ਸਵਾਰ ਦੀ ਵੀ ਗੱਲ ਚੱਲਣੀ ਆ, ਆਪਣੇ ਕਰਤਾਰ ਸਿੰਘ ਸਰਾਭੇ ਹੋਰਾਂ ਦੀ, ਉਹ ਵੀ ਕਰਨੀ ਆ। ਤੇ ਨਾਲ ਅਗਲੇ ਹਿੱਸੇ 'ਚ 12 ਤੋਂ 1 ਵਜੇ ਤੱਕ ਮੈਂ ਗੱਲ ਕਰਨੀ ਹੈ ਜਿਹੜੀਆਂ ਸੰਸਥਾਵਾਂ ਬਣੀਆਂ ਭਾਈਚਾਰੇ, ਕਿੰਨੀਆਂ ਕੁ ਭਲਾ ਧਾਰਮਿਕ ਸੰਸਥਾਵਾਂ ਹੋਣਗੀਆਂ, ਹਿਸਾਬ ਲਾਇਓ ਜਦ ਤੱਕ ਮੈਂ ਗੱਲ ਕਰੂੰਗਾ। ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੀਆਂ। ਉਹਨਾਂ ਦਾ ਅਤਾ ਪਤਾ, ਬਿਨਾਂ ਗੁਰਦੁਆਰੇ ਤੋਂ ਬਣੀਆਂ ਹੋਈਆਂ, ਕਿਹੜੇ ਕੰਮ ਕਰਦੀਆਂ, ਉਹ ਕੀ ਕਰਨ ਲੱਗੀਆਂ ਹੋਈਆਂ, ਕਿਹਨਾਂ ਨਾਲ ਜਾ ਰਹੀਆਂ, ਕੌਣ ਨੇ ਡਾਇਰੈਕਟਰ। ਇਸ ਤੇ ਕੁਛ ਗੱਲਬਾਤ ਮੈਂ ਅੱਜ ਤੁਹਾਨੂੰ ਕਰਨੀ ਚਾਹੁੰਦਾ। ਇਹ ਬਹੁਤ ਚਿਰ ਦਾ ਇੱਕ ਰੇੜਕਾ ਹੈ ਕਿ ਇਹ ਸਾਡੇ ਸ਼ਹੀਦਾਂ ਦੇ, ਸਾਡੇ ਧਾਰਮਿਕ ਨਾਂ ਤੇ ਜਿੰਨੀਆਂ ਵੀ ਇਹ ਬਣੀਆਂ ਹੋਈਆਂ ਜਿਹੜੀਆਂ ਨੇ ਸਭਾ ਸੁਸਾਇਟੀਆਂ, ਇਹ ਹੁਣ ਭਾਈਚਾਰੇ ਨੂੰ ਪਤਾ ਨਹੀਂ ਹੈ ਕੀ ਹੋ ਰਿਹਾ, ਕਿੱਥੇ ਹੋ ਰਿਹਾ। ਉਹਨਾਂ ਬਾਰੇ ਕੁਝ ਮੈਂ ਗੱਲ ਕਰਨੀ ਚਾਹੁੰਦਾ। ਤੇ ਨਾਲ 1 ਤੋਂ 2 ਵਜੇ ਤੱਕ ਕਰਤਾਰ ਸਿੰਘ ਸਰਾਭੇ ਦੀ ਮੈਂ ਗੱਲ। ਕਰਤਾਰ ਸਿੰਘ ਸਰਾਭਾ ਕੌਣ ਸੀ? ਕਰਤਾਰ ਸਿੰਘ ਸਰਾਭਾ ਰਹਿ ਕਿਉਂ ਗਿਆ? ਪੰਜਾਬ ਦੇ ਇਤਿਹਾਸ ਦੇ ਵਿੱਚੋਂ ਸਰਦਾਰ ਕਰਤਾਰ ਸਿੰਘ ਸਰਾਭਾ, ਉਹਦਾ ਨਾਂ ਕਿਉਂ ਨਹੀਂ? ਕਿਹੜੀ ਗੱਲ ਹੈ ਜਿਹੜੀ ਬੁੱਧੀਜੀਵੀਆਂ ਨੂੰ ਉਹਦੀ ਫਿੱਟ ਨਹੀਂ ਆਉਂਦੀ? ਬਦਕਿਸਮਤੀ ਇਹ ਹੈ ਕਿ ਸਿੱਖ ਸੋਚ ਵਾਲੇ ਬੁੱਧੀਜੀਵੀਆਂ ਨੇ ਕਿਤਾਬਾਂ ਨਾਲ ਲਿਖੀਆਂ 85 ਤੋਂ। ਜਿਹੜੇ ਨਾਸਤਿਕ ਸੋਚ ਵਾਲੇ ਬੁੱਧੀਜੀਵੀ ਸੀ, ਉਹਨਾਂ ਦੀ ਮਾਂ ਸੀ ਪੰਜਾਬੀ ਯੂਨੀਵਰਸਿਟੀ। ਉੱਥੋਂ ਨਿਕਲ ਕੇ ਜਿਹੜਾ ਉਹਨਾਂ ਨੇ ਸਾਡਾ ਸੱਤਿਆਨਾਸ਼ ਕੀਤਾ ਜਾਣ ਬੁੱਝ ਕੇ, ਉਸ ਤੇ ਮੈਂ ਅੱਜ ਗੱਲ ਕਰਨੀ ਚਾਹੁੰਦਾ। ਗਦਰੀ ਬਾਬੇ ਪਹਿਲਾਂ ਕਿੱਧਰੋਂ ਕਿੱਧਰ ਲਿਜਾ ਕੇ ਬਿਠਾਏ, ਜੋਸ਼ ਸੈਂਸਰੇ ਹਰੀਸ਼ਪੁਰੀ, ਉਹਨਾਂ ਨੇ ਜਿਹੜਾ ਕੁਛ ਕੀਤਾ। ਤੇ ਹੁਣ ਮੈਂ ਇਹ ਬੇਨਤੀ ਕਰੂੰ ਤੁਹਾਨੂੰ, ਮੇਰੇ ਤੇ ਨਾ ਸੁਣਿਓ, ਉਹਨਾਂ ਦੀਆਂ ਵੀ ਕਿਤਾਬਾਂ ਪੜ੍ਹਿਓ।
ਨਾਲ ਕਿਤਾਬ ਪੜ੍ਹਿਓ ਜਮੇਰ ਸਿੰਘ ਹੋਣਾ ਦੀ ਗਦਰੀ ਬਾਗੇ ਬਾਬੇ ਕੌਣ ਸੀ, ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ। ਫਿਰ ਦੇਖਿਓ ਕਿੱਥੇ ਆ ਕਿਤਾਬਾਂ ਆਈਆਂ ਨੂੰ 3 ਸਾਲ ਹੋ ਗਏ, ਹਲੇ ਤੱਕ ਚੈਲੰਜ ਨਹੀਂ ਹੋਇਆ ਸਰਦਾਰ ਜਮੇਰ ਸਿੰਘ। ਠੋਕ ਕੇ ਉਹਨੇ ਕਿਹਾ ਜਾਂ ਰਾਜਵਿੰਦਰ ਸਿੰਘ ਰਾਹੀ ਕਹਿੰਦਾ ਮੇਰੇ ਨਾਲ ਬਿਠਾਓ, ਦੁਨੀਆ ਦਾ ਜਿਹੜਾ ਮਰਜ਼ੀ ਹਾਲ ਬੁੱਕ ਕਰ ਲਿਓ, ਇਹ ਸਾਰੇ ਬੁੱਧੀਜੀਵੀ ਇਹਨਾਂ ਦੇ ਲਿਖਣ ਵਾਲੇ ਤੇ TV ਵਾਲੇ ਜਿਹੜੇ ਸੁਣਾਉਂਦੇ ਆ ਰਾਤ ਨੂੰ ਤੁਹਾਨੂੰ ਗੱਲਾਂ ਨਾ, ਅੱਧੇ ਘੰਟੇ 'ਚ ਇੱਕ ਖਬਰ। ਉਹ ਕਹਿੰਦਾ ਮੇਰੇ ਮੂਹਰੇ ਬਿਠਾਇਓ ਇਹਨਾਂ ਨੂੰ, ਮੇਰੇ ਮੂਹਰੇ ਤਾਂ ਬਿਠਾਓ। ਕੱਲਾ ਰਾਜਵਿੰਦਰ ਸਿੰਘ ਰਾਹੀ ਓਪਨਲੀ ਚੈਲੰਜ ਕਰਦਾ ਵੀ ਲਿਆਓ ਮੇਰੇ ਮੂਹਰੇ ਬਿਠਾਓ ਇਹਨਾਂ। ਸੱਚ ਵੱਲ ਉਂਗਲ ਨਹੀਂ ਹੋ ਸਕਦੀ ਇਹ ਗੱਲ। ਇਹ ਤਾਂ ਉਹਨਾਂ ਦੀ ਗੱਲਬਾਤ ਹੋਏਗੀ। ਕੋਸ਼ਿਸ਼ ਮੈਂ ਕੀਤੀ ਆ ਵੀਕਐਂਡ ਤੇ ਸਾਰੀ ਕਿਤਾਬ ਪੜ੍ਹਨ ਦੀ। ਜਿਹੜੀ ਕਰਤਾਰ ਸਿੰਘ ਸਰਾਭਾ ਦੀ ਕਿਤਾਬ ਆ ਨਾ, ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ, ਜਦ ਤੁਸੀਂ ਉਹਨੂੰ ਪੜ੍ਹਦੇ ਹੋ, ਜੇ ਨਾ ਗੱਚ ਭਰੇ ਅੱਧੇ ਘੰਟੇ ਬਾਅਦ ਦੇਖਿਓ ਵੀ ਪੰਜਾਬ ਦੇ ਉਸ ਮਹਾਨ ਯੋਧੇ ਨੇ ਕੀਤਾ ਕੀ ਤੇ ਉਹਦੀ ਕਹਾਣੀ ਕੀ ਹੈ। 19 ਵਰ੍ਹਿਆਂ ਦੀ ਉਮਰ ਦੇ ਵਿੱਚ, ਜਿਹ 'ਚ 2 ਵਰ੍ਹੇ ਅਮਰੀਕਾ ਰਿਹਾ, 5 ਮਹੀਨੇ ਪੰਜਾਬ ਰਿਹਾ, ਉਹਨੇ ਕੀ ਕੁਛ ਨਹੀਂ ਕੀਤਾ। ਜਿਹੜਾ ਉਹਨਾਂ ਦਾ ਜਿਹੜਾ ਸੰਗਰਾਮੀਆ ਜੀਵਨ ਆ ਬਾਹਰ ਜੇਲ੍ਹ ਤੋਂ ਪਹਿਲਾਂ, ਤੇ ਕਿਵੇਂ ਜੱਜ ਕਹਿੰਦਾ ਜਵਾਕ ਆ ਤੈਨੂੰ ਮੈਂ ਛੱਡ ਦਿੰਦਾ, ਤੇਰੇ ਹਾਲੇ ਦਾੜੀ ਨਹੀਂ ਲੂਈ ਨਹੀਂ ਉਤਰਦੇ। ਉਹ ਕਹਿੰਦਾ ਨਾ ਇਹ ਨਾ ਗੱਲ ਕਰ। ਉਹਦੀ ਅਸਲ ਕਹਾਣੀ ਹਿੰਦ ਵਾਸੀਓ ਰੱਖਣਾ ਯਾਦ, ਜਿਹੜਾ ਵਤਨ ਵਾਸੀਓ ਰੱਖਣਾ ਯਾਦ, ਸਾਨੂੰ ਉਹਨੂੰ ਹਿੰਦ ਵਾਸੀਓ ਬਣਾ ਕੇ ਕੀ ਉਹਦੇ 'ਚ ਬਣਾਇਆ, ਉਹ ਵੀ ਅੱਜ ਮੈਂ ਤੁਹਾਨੂੰ ਸੁਣਾਊਂਗਾ। ਜਮੇਰ ਸਿੰਘ ਦੀ ਜਵਾਨੀ ਸੁਣ ਕੇ ਦੇਖਿਓ ਕਹਿੰਦਾ ਕੀ ਆ ਉਹ, ਤੇ ਉਹਦੇ ਨਾਲ ਹੋਇਆ ਕੀ, ਕਿਵੇਂ ਹਰੀਸ਼ਪੁਰੀ ਭਾਈ ਹਰਭਜਨ ਸਿੰਘ ਚਵਿੰਡੇ ਤੋਂ ਸਾਰਾ ਸਮਾਨ ਲੈ ਕੇ ਜਾ ਕੇ ਕਿਵੇਂ ਉਹਦੇ ਸਰਦਾਰ ਚਵਿੰਡਾ ਜਿਹੜਾ ਆਪਣੀਆਂ ਕਿਤਾਬਾਂ 'ਚ ਮਨਫੀ ਕੀਤਾ, ਕਿਵੇਂ ਕੁਝ ਵੀ ਨਹੀਂ ਉਹਦਾ ਛਾਪਿਆ। ਜਿਹੜਾ ਜ਼ੁਲਮ ਕੀਤਾ, ਜਿਹਨੇ 5 ਮਹੀਨੇ ਇੱਕ ਪੇਪਰ ਦੀ ਸੰਪਾਦਕੀ ਕੀਤੀ, ਲਾਲਾ ਹਰਦਿਆਲ, ਉਹਨੂੰ ਕਿਵੇਂ ਗਦਰੀ ਬਾਬਿਆਂ ਦੇ ਸਿਰ ਤੇ ਬਿਠਾਉਂਦੇ ਨੇ ਲੋਕ। ਇਹਨਾਂ ਨੇ ਪਾਪ ਤੇ ਧਰੋਹ ਕਮਾਇਆ ਸਾਡੇ ਨਾਲ। ਅੱਜ ਮੈਂ ਤੁਹਾਨੂੰ ਗੱਲਾਂ ਸੁਣਾਊਂਗਾ ਤੇ ਮੈਂ ਨਹੀਂ ਕਹਿੰਦਾ ਤੁਸੀਂ ਕਿਤਾਬ ਉਹ ਪੜ੍ਹਨੀ ਆ ਪਲੀਜ਼। ਗਦਰੀ ਬਾਬੇ ਕੌਣ ਸੀ, ਤੇ ਨਾਲ ਜਿਹੜਾ ਕਰਤਾਰ ਸਿੰਘ ਸਰਾਭਾ, ਤੂਫਾਨਾਂ ਦਾ ਸ਼ਾਹ ਸਵਾਰ। ਇਹ ਗਲਤੀ ਕਿਸੇ ਦੀ ਨਹੀਂ, ਗਲਤੀ ਸਾਡੀ ਬਦਕਿਸਮਤੀ ਹੈ। ਸਾਡੇ ਬੁੱਧੀਜੀਵੀ ਜਿਹੜੇ ਸਿੱਖ ਥੌਟ ਦੇ ਸੀ, ਉਹਨਾਂ ਨੇ ਕਿਤਾਬਾਂ ਲਿਖੀਆਂ ਨਹੀਂ। ਸਰਦਾਰ ਜਗਜੀਤ ਸਿੰਘ ਨੇ ਇੱਕੋ ਹੀ ਕਿਤਾਬ ਉਹਨਾਂ ਬਾਰੇ ਲਿਖੀ ਆ, ਗਾਹਾਂ ਲਿਖਵਾਈਆਂ ਉਹਨਾਂ ਨੇ। ਪਰ ਜ਼ੁਲਮ ਇਹ ਹੋਇਆ ਕਿ ਸਾਡੇ ਸੰਘਰਸ਼ ਦੇ ਸਮੇਂ ਵੀ ਇਹਨਾਂ ਨੇ ਕਿਤਾਬਾਂ ਸਾਡੇ ਸਿਰ ਤੇ ਸਿੱਟੀਆਂ ਲਿਆ ਕੇ 85 ਤੋਂ ਬਾਅਦ ਜਦ ਘੱਲੂਘਾਰਾ ਦਾ ਨਤੀਜਾ ਵਾਪਰਿਆ, ਅਸੀਂ ਉਹੀ ਗੱਲਾਂ ਅਸੀਂ ਕਰਦੇ ਰਹੇ। ਨਾਲੇ ਕਿਸੇ ਇਨਕਲਾਬੀ ਦਾ ਸੰਗਰਾਮੀਏ ਨੂੰ ਲਿਖਣਾ, ਜਿਹੜਾ ਰਾਤ ਨੂੰ ਪੀ ਕੇ ਲੀਟਰ ਦਾਰੂ ਕ੍ਰੈਡ ਨਾਮੇ ਦੇ ਚੇਲੇ ਤੇ ਨਾਭੀ ਪੱਗਾਂ ਬੰਨ੍ਹ ਕੇ ਕਾਲੀਆਂ ਕਰਕੇ ਦਾੜੀਆਂ, ਉਹਨਾਂ ਨੇ ਕੀ ਲਿਖ ਲੈਣਾ। ਉਹਨੂੰ ਤਾਂ ਇਨਕਲਾਬੀ ਉਹ ਲਿਖ ਸਕਦਾ ਜਿਹਨੇ 24 ਸਾਲ ਅੰਡਰਗਰਾਊਂਡ ਦਾ ਜੀਵਨ ਬਤੀਤ ਕੀਤਾ। ਸਰਦਾਰ ਜਮੇਰ ਸਿੰਘ, ਉਹਨੂੰ ਪਤਾ ਹੁੰਦਾ ਕਿ ਕਿਵੇਂ ਜਿਹੜਾ ਅੰਡਰਗਰਾਊਂਡ ਹੋ ਕੇ ਵਿਚਰਨਾ, ਦੂਰੋਂ ਬਹਿ ਕੇ ਕਿਹਨੇ ਕੀ ਲਿਖ ਦੇਣਾ। ਤੁਹਾਡੀ ਆਪਣੀ ਅੰਤਰੀਵ ਹੈ ਇੱਕ ਲੇਖਕ ਦੀ, ਜਦ ਤੱਕ ਉਹ ਸਮਤਲ ਨਹੀਂ ਹੁੰਦੀ। ਭਜਨ ਬੰਦਗੀ ਵਾਲੇ ਦੇ ਲਿਖ ਸਕਦੇ ਨੇ। ਇਨਕਲਾਬੀ ਯੋਧਾ, ਸਰਗਰਮ ਯੋਧਾ, ਕੋਈ ਸਰਗਰਮੀਆਂ ਕਰਨ ਵਾਲੇ ਬੰਦੇ ਦੀਆਂ ਸੰਘਰਸ਼ ਦੇ ਉਸ ਸ਼ਾਨਮਤੇ ਇਤਿਹਾਸ ਨੂੰ ਸੰਘਰਸ਼ 'ਚ ਤੁਰਨ ਫਿਰਨ ਵਾਲੇ ਬੰਦੇ ਦੱਸ ਸਕਦੇ ਨੇ, ਉਹਨੂੰ ਲਿਖ ਸਕਦੇ ਨੇ। 1844 247 1550 ਆਉਂਦੇ ਨੰਬਰ ਹੈ। krpradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ ਲੋਕ 7 ਤੇ ਪਾਇਆ ਹੁੰਦਾ LOKSATTH ਲਿਖ ਕੇ, ਤੇ 604 440 6462 ਦਫ਼ਤਰ ਦਾ ਨੰਬਰ ਹੈ। ਵਪਾਰਕ ਵਾਧਿਆਂ ਲਈ ਇੱਥੇ ਵੀ ਫੋਨ ਕਰ ਸਕਦੇ ਹੋ, ਮੈਨੂੰ ਵੀ ਫੋਨ ਕਰ ਸਕਦੇ ਹੋ 604 729 1224 ਤੇ। ਫਿਰ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਨ ਤੋਂ ਬਾਅਦ ਵੀ ਫੋਨ ਕਰਕੇ ਦੱਸਦੇ ਹੋ ਬਾਈ ਜੀ ਪਵਾ ਦਿੱਤੀ। ਪਹਿਲਾਂ ਵੀ ਕਰਦੇ ਹੋ, ਬਾਅਦ 'ਚ ਵੀ ਕਰਦੇ ਹੋ। ਧੰਨਵਾਦ ਹੈ ਤੁਹਾਡਾ, ਜਿਉਂਦੇ ਵਸਦੇ ਰਹੋ। ਇਹੋ ਜਿਹੇ ਸਮੇਂ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਕਰਦੇ ਹੋ ਜਦ ਦੁਕਾਨ ਨਾ ਕੰਮ ਬੰਦ ਨੇ। ਨਵੇਂ ਵੀ ਖਾਸ ਤੌਰ ਤੇ ਸਰਦਾਰ ਗਰੇਵਾਲ ਹੋਣੀ, ਅਵਤਾਰ ਸਿੰਘ ਸਿੰਧ ਹੋਣੀ, ਖੇਲਾ ਬ੍ਰਦਰ, ਜਿਨ੍ਹਾਂ ਨੇ ਹੁਣ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ 604 440 6462 info@krpradio.com ਇਹ ਜਿਹੜੀ ਈਮੇਲ ਹੈ, ਇੱਥੇ ਤੁਸੀਂ ਦਫ਼ਤਰ ਨੂੰ ਈਮੇਲ ਭੇਜ ਸਕਦੇ ਹੋ। 604 729 1224 harjeet.g@krpradio.com ਇਹ ਮੇਰੀ ਈਮੇਲ ਹੈ। ਫੇਸਬੁੱਕ ਤੇ ਹਰਜੀਤ ਸਿੰਘ ਗਿੱਲ ਨਾਲ ਹੈ। ਮੈਂ ਤਾਂ ਬਸ ਮੈਂ ਜੋਗੀ ਹੀ ਰਹਿ ਜਾਂਦੀ, ਮਿਲੀਏ ਕਦੇ ਤਾਂ ਦਿਲ ਤੋਂ ਤੂੰ ਹੀ ਤੂੰ ਹੋ ਕੇ। ਮੈਂ ਤਾਂ ਬਸ ਮੈਂ ਜੋਗੀ ਹੀ ਰਹਿ ਜਾਂਦੀ, ਮਿਲੀਏ ਕਦੇ ਤਾਂ ਦਿਲ ਤੋਂ ਤੂੰ ਹੀ ਤੂੰ ਹੋ ਕੇ। ਸੌਣ ਸਾਂਭ ਕੇ ਰੱਖਿਆ ਨੈਣੀ ਜੋਗੀਆਂ ਨੇ, ਸੌਣ ਸਾਂਭ ਕੇ ਰੱਖਿਆ ਨੈਣੀ ਜੋਗੀਆਂ ਨੇ। ਵਰਨ ਦੀ ਖਾਤਰ ਮਿਲ ਜਾ ਇਸ਼ਕ ਦੀ ਜੂਹ ਹੋ ਕੇ। ਤੇਰਿਆਂ ਬੋਲਾਂ ਵਿੱਚ ਤਾਂ ਫੁੱਲ ਨੇ ਚੇਤਰ ਦੇ, ਤੇਰਿਆਂ ਬੋਲਾਂ ਵਿੱਚ ਤਾਂ ਫੁੱਲ ਨੇ ਚੇਤਰ ਦੇ। ਵਸ ਹੋ ਮੈਂ ਤਾਂ ਸਾਂਵਲਾ ਬਣੀ,
ਬਰੂ ਹੋ ਕੇ। ਕਾਲ ਵਰਗੀਆਂ ਚੁੱਪਾਂ ਨੇ ਬੁੱਲ ਮੀਟੇ ਨੇ, ਕਾਲ ਵਰਗੀਆਂ ਚੁੱਪਾਂ ਨੇ ਬੁੱਲ ਮੀਟੇ ਨੇ, ਕਰਦੇ ਬੁੱਤ ਜਿਉਂਦੇ ਮਿੱਤਰਾ ਰੂਹ ਹੋ ਕੇ, ਕੋਈ ਕਰਦੇ ਬੁੱਤ ਜਿਉਂਦੇ ਮਿੱਤਰਾ ਰੂਹ ਹੋ ਕੇ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ 11:26 ਹੋ ਗਏ। ਸਾਰਿਆਂ ਦਾ ਧੰਨਵਾਦ ਹੈ ਜਿੱਥੇ ਵੀ ਬੈਠੇ ਹੋ। ਸੋਮਵਾਰ ਦਾ ਦਿਨ, ਹਫ਼ਤੇ ਦੀ ਸ਼ੁਰੂਆਤ ਹੈ। ਖਬਰਾਂ ਦੁਨੀਆ ਦੀਆਂ ਸੁਣਾਉਣਾ ਤੁਹਾਨੂੰ, ਤੇ ਨਾਲ ਹੀ ਦੱਸਦਾ ਕਿ ਦੁਨੀਆ 'ਚ ਕੀ ਹੋ ਰਿਹਾ ਹੈ। ਅਮਰੀਕਾ ਵਾਲੇ ਪਾਸੇ ਸਭ ਤੋਂ ਪਹਿਲਾਂ ਵਧਾਈਆਂ, ਅੱਜ ਮੈਮੋਰੀਅਲ ਡੇ ਹੈ ਅਮਰੀਕਾ 'ਚ। ਸਾਡਾ ਆਪਣਾ ਦੇਸ਼ ਹੈ, ਭਾਈਚਾਰਾ ਸਾਡਾ ਬਹੁਤ ਵੱਡੀ ਗਿਣਤੀ 'ਚ ਵੱਸਦਾ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਕੌਮ ਹੈ ਸਾਡੀ, ਉੱਥੇ ਗੁਰੂ ਪਾਤਸ਼ਾਹ ਕਿਰਪਾ ਕਰੇ। ਖਾਸ ਤੌਰ ਤੇ ਗੋਲਡਨ ਸਟੇਟ ਦੇ ਵਿੱਚ ਸਾਡਾ, ਕੈਲੀਫੋਰਨੀਆ 'ਚ, ਨਿਊਯਾਰਕ, ਸਾਰੇ ਹੀ ਨੇ। ਇੱਕ ਦਿਨ ਜਾਰਜੀਆ ਤੋਂ ਸ਼ਾਇਦ ਘੋਤਲਾ ਸਾਹਿਬ ਜਿਨ੍ਹਾਂ ਨੇ ਦੱਸਿਆ ਸੀ ਬਦਾਮ ਮੈਂ ਪਾ ਕੇ ਪੀਣਾ, ਉਹ ਕਹਿੰਦੇ ਮੇਰੇ ਯਾਦ ਹੈ, ਲਿਖ ਕੇ ਭੇਜਿਆ ਉਹਨਾਂ ਨੇ ਮੈਨੂੰ, ਕੋਤਰਾ ਸਾਹਿਬ ਹੀ ਨੇ। ਉਹ ਕਹਿੰਦੇ ਮੈਂ ਮੈਕਸੀਕੋ ਤੋਂ ਐਲੇ ਟੱਪਿਆ, ਆ ਗਿਆ ਇਲੀਗਲ। ਮੈਂ ਉਹਨਾਂ ਨਾਲ ਪੜ੍ਹਿਆ, ਮੈਂ ਕਿਹਾ ਦਾਤਿਆ ਤੇਰੀ ਕਿੱਡੀ ਕਿਰਪਾ ਹੈ, ਅਸੀਂ ਕਿੱਥੋਂ ਆਏ ਤੇ ਕਿੱਥੇ ਬੈਠੇ। ਉਹ ਕਹਿੰਦੇ ਮੈਂ ਅਮਰੀਕਾ ਆ ਕੇ ਮੈਕਸੀਕੋ ਤੋਂ ਇਲੀਗਲ ਟੱਪਿਆ, ਐਲੇ ਤੋਂ ਕਿ ਮੇਰੇ ਕੋਲ $2 ਕਿਸੇ ਤੋਂ ਫੜ ਕੇ, ਮੇਰਾ ਖਿਆਲ ਸ਼ਾਇਦ ਉਹਨਾਂ ਨੇ ਕਿਹਾ, ਮੈਂ ਫਲਾਈਟ ਲਈ। ਉਹ ਕਹਿੰਦਾ ਮੈਂ ਜਾਰਜੀਆ ਡਾਊਨ ਟਾਊਨ ਦੇ ਵਿੱਚ, ਜਿਹੜੇ ਸੂਬੇ 'ਚੋਂ ਜਾਰਜੀਆ 'ਚ ਰਹਿੰਦੇ ਨੇ ਹੁਣ, ਸ਼ਾਇਦ ਅਟਲਾਂਟਾ 'ਚ ਰਹਿੰਦੇ ਨੇ ਸ਼ਾਇਦ, ਜਾਂ ਉਹ ਕਹਿੰਦੇ ਬਈ 6 ਮਿਲੀਅਨ ਦਾ ਮੈਂ ਹੁਣ ਘਰ ਲਿਆ ਤੇ 100 ਬੰਦਾ ਮੇਰੇ ਕੋਲ ਕੰਮ ਕਰਦਾ। ਇਸ ਤੋਂ ਉੱਪਰ ਦੀ ਕੀ ਹੋ ਜਾਏ। ਮੈਮੋਰੀਅਲ ਡੇ ਦੀਆਂ ਵਧਾਈਆਂ ਤੁਹਾਨੂੰ ਵੱਡਿਓ। ਚੜ੍ਹਦੀ ਕਲਾ 'ਚ ਤੁਸੀਂ ਰਹੋ, ਕੌਮ ਚੜ੍ਹਦੀ ਕਲਾ 'ਚ ਰਹੇ। ਵਾਸ਼ਿੰਗਟਨ DC 'ਚ ਖਾਲਸੇ ਪਰਚਮ ਝੂਲਦੇ ਰਹਿਣ। ਦੁਸ਼ਟ ਨੂੰ ਦੁਸ਼ਟ ਕਹਿਣ ਦੀ ਜ਼ਰੂਰਤ ਸਾਡੇ 'ਚ ਹੋਵੇ। ਕੌਮ ਦੇ ਲਈ ਅਸੀਂ ਖੜਦੇ ਰਹੀਏ। ਇਹ ਦੇਸ਼ ਜਿਹੜਾ ਦੁਨੀਆ ਦੇ ਵਿੱਚ ਜਿੰਨੇ ਵੀ ਸ਼ਾਸਕ ਹੋਏ ਆ, ਉਹਨਾਂ ਨੇ ਧੱਕੇ ਦੇ ਨਾਲ ਤਰੱਕੀਆਂ ਕੀਤੀਆਂ ਨੇ, ਇਹਦੇ 'ਚ ਸ਼ੱਕ ਕੋਈ ਨਹੀਂ। ਪਰ ਜੇ ਜਿਨਪਿੰਗ ਵਰਗਾ ਦੁਨੀਆ ਦੀ ਸੁਪਰ ਪਾਵਰ ਬਣ ਗਿਆ, ਬਣਾਊ ਕੀ ਦੁਨੀਆ ਦਾ ਇਹ ਵੇਖ। ਜਿੱਥੇ ਮਰੇ ਬੰਦੇ ਉਹਨੇ ਬਿਠਾ ਕੇ ਥੱਲੇ ਹਸਪੀਟਲਾਂ ਦੇ ਲਾ ਭੱਠੀਆਂ ਸਾੜ ਤੇ। ਐਟਲੀਸਟ ਫੇਰ ਵੀ ਜੇ ਤਰੱਕੀ ਅਮਰੀਕਾ ਦੀ ਕਿਤੇ ਹੁੰਦੀ ਆ, ਫੇਰ ਵੀ ਮਨੁੱਖੀ ਕਦਰਾਂ ਕੀਮਤਾਂ ਖੂਹ 'ਚ ਤਾਂ ਹਰ ਸ਼ਾਸਕ 'ਚ ਪੈਣੀਆਂ। ਚਾਹੇ ਅਫਗਾਨਿਸਤਾਨ 'ਚ ਕੋਈ ਮਰ ਜਾਵੇ, ਚਾਹੇ ਇਰਾਕ 'ਚ ਮਰ ਜਾਵੇ, ਸੀਰੀਆ 'ਚ ਮਰ ਜਾਵੇ, ਆਪਣੇ ਆਪਣੇ ਦੇਸ਼ਾਂ ਦੇ ਹਰ ਜਗ੍ਹਾ ਗਾਉਂ ਨੇ। ਹੁਣ ਭਾਰਤ ਵਾਲੇ ਆਪਣਿਆਂ ਨੂੰ ਤਾਂ ਰੋਟੀ ਨਹੀਂ ਖਵਾ ਹੁੰਦੀ, ਅਫਗਾਨਿਸਤਾਨ ਨੂੰ ਵਸਾਉਣ ਨੂੰ ਫਿਰਦੇ ਆ, ਬਲੋਚਿਸਤਾਨ 'ਚ ਤੁਰੇ ਫਿਰਦੇ। ਸੋ ਆਪਣਾ ਆਪਣਾ ਕੰਮ ਹੈ। ਜੇ ਤੁਸੀਂ ਕਹੋ ਵੀ ਇਸ ਤਰ੍ਹਾਂ ਕਦੇ ਵੀ ਨਹੀਂ ਹੋਣਾ, ਵੀ ਇਹ ਤਰੱਕੀ ਯਾਫਤਾ ਜਿਹੜੇ ਮੁਲਕ ਨੇ ਉਹ ਧੱਕਾ ਨਹੀਂ ਕਰਨਗੇ। ਧੱਕੇ ਤਾਂ ਹੁੰਦੇ ਨੇ, ਦੁਨੀਆ ਦੇ ਵਿੱਚ ਹੁੰਦੇ ਰਹਿਣੇ ਆ। ਬੇਗਮਪੁਰਾ ਸ਼ਹਿਰ ਕੋ ਨਾਓ, ਉਹ ਤਾਂ ਜਿਸ ਦਿਨ ਹੋਏਗਾ, ਉਹ ਤਾਂ ਜੇ ਉਸ ਕਨਸੈਪਟ ਤੇ ਦੁਨੀਆ ਚੱਲੇਗੀ, ਕਿਸ ਦਿਨ ਬਰਾਬਰਤਾ ਦੀ ਗੱਲ ਹੋਊ। ਤੇ ਇੱਕ ਬੁੱਧੀਜੀਵੀ ਵੀਕਐਂਡ ਤੇ ਮੇਰੇ ਨਾਲ ਬਹਿਸ ਪਿਆ, ਉਹ ਕਹਿੰਦਾ ਬਾਕੀ ਵੀ ਲੋਕ ਯਾਰ ਭਾਰਤ 'ਚ ਵੱਸਦੇ ਨੇ, ਸਿੱਖਾਂ ਨੂੰ ਕੀ ਤੰਗੀ ਹੈ। ਮੈਂ ਕਿਹਾ ਫਿਰ ਤਾਂ ਤੂੰ ਗੁਰੂਆਂ ਤੋਂ ਵੀ ਪਿੱਠ ਮੋੜੀ ਬੈਠਾ। ਗੁਰੂ ਨਾਨਕ ਪਾਤਸ਼ਾਹ ਨੂੰ ਬਾਬਰ ਨਾਲ ਵੀ ਕੋਈ ਤੰਗੀ ਨਹੀਂ ਸੀ। ਮੈਂ ਕਿਹਾ ਗੁਰੂ ਘਰ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਰਹੇ ਅਕਬਰ ਹੋਣੀ। ਜਹਾਂਗੀਰ ਦੀ ਗੁਰੂ ਅਰਜਨ ਪਾਤਸ਼ਾਹ ਨਾਲ ਵੀ ਕੋਈ ਰੌਲਾ ਨਹੀਂ ਸੀ, ਨਾ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਰੌਲਾ ਸੀ। ਨਰੰਗੇ ਦਾ, ਸੰਤ ਬਾਬਾ ਜਰਨੈਲ ਸਿੰਘ ਦੇ ਕਹਿਣ ਨੂੰ, ਨਰੰਗੇ ਦਾ ਕਿਹੜਾ ਕੋਈ ਦਸਮ ਪਿਤਾ ਨਾਲ ਰੌਲਾ ਸੀ। ਗੱਲ ਤਾਂ ਇਹ ਕਿ ਖਾਲਸਾਈ ਜਿਹੜੀ ਬਰਾਬਰਤਾ ਦੀ ਗੱਲ ਹੈ, ਜਾਂ ਫਾਰੈਸਟਰ ਲੋਕਾਂ ਦੇ ਬਾਰੇ ਪਤਾ ਕਰਦਾ ਫਿਰਦਾ ਸੀ ਆਖਰੀ 18ਵੀਂ ਸਦੀ ਦੇ ਆਖਰੀ ਦਹਾਕੇ ਦੇ ਵਿੱਚ, 19ਵੀਂ ਸਦੀ ਦੇ ਆਖਰੀ 1880 ਦੀ ਗੱਲ ਉਹ ਦੱਸਦਾ ਹੈ ਕਿ ਨਿਹੰਗ ਸਿੰਘ ਮੂਹਰੇ ਤੁਰਿਆ ਆਵੇ ਤੇ ਰਾਜਸਥਾਨ ਦੇ ਬੀਕਾਨੇਰ ਦੇ ਏਰੀਏ ਦੇ ਵਿੱਚ, ਤਾਂ ਉਹ ਕਹਿੰਦਾ ਵੀ ਕੌਣ ਹੈ, ਮਾਲਕ ਕੌਣ ਹੈ। ਵਰਸ਼ਾ ਕਹਿੰਦੇ ਉੱਪਰ ਨੂੰ ਚੱਕਦਾ ਅਸਮਾਨ ਵੱਲ। ਉਹ ਕਹਿੰਦਾ ਇਹਦਾ ਠੀਕ ਹੈ, ਰੱਬ ਮਾਲਕ ਹੈ, ਇੱਥੇ ਕਿਹਦਾ ਨੌਕਰ ਹੈ। ਵਰਸ਼ਾ ਪੁੱਠਾ ਕਰਕੇ ਧਰਤੀ 'ਚ ਗੱਡਤਾ। ਉਹ ਕਹਿੰਦਾ ਇੱਥੇ ਦੇ ਮਾਲਕ ਅਸੀਂ ਆ। ਇਹੀ ਗੱਲ ਹੈ।
ਉਹ ਰਹਿੰਦੇ ਹੋਣ, ਚਾਹੇ ਦੁਨੀਆ ਜਿੰਨੀ ਮਰਜ਼ੀ ਰਹਿੰਦੀ ਹੋਵੇ, ਦੁਨੀਆ 'ਚ ਜਿੱਥੇ ਮਰਜ਼ੀ ਰਹਿੰਦੇ ਹੋਵੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਰਸੀ ਹੋਈ ਬਰਸਾਈ ਹੋਈ ਕੌਮ ਇਹ ਧੱਕਾ ਨਹੀਂ ਹੋਣ ਦਿੰਦੀ ਕਿਸੇ ਨਾਲ। ਬਰਾਬਰਤਾ ਦੀ ਗੱਲ, ਸਾਡੀਆਂ ਜੰਗਾਂ ਦੇ ਵਿੱਚੋਂ ਜੇ ਰੂਹਾਨੀਅਤ ਮੁੱਕ ਜੂ, ਸਾਡੀਆਂ ਜੰਗਾਂ ਨਹੀਂ ਉਹ ਰਹਿਣੀਆਂ। ਸਾਡੀ ਜੰਗ ਦੇ ਵਿੱਚ ਰੂਹਾਨੀਅਤ ਅਸਲ, ਤਾਂ ਹੀ ਅਸੀਂ ਜ਼ਾਲਮ ਦੇ ਖਿਲਾਫ ਖੜਦੇ ਹਾਂ, ਨਿਤਾਣੇ ਦੇ ਨਾਲ ਖੜਦੇ ਹਾਂ। ਇਹਦੇ 'ਚੋਂ ਸਰਦਾਰ ਸਰਾਭਾ, ਇਹਦੇ 'ਚੋਂ ਗਦਰੀ ਬਾਬੇ ਨੇ, ਇਹੀ ਹੈ। ਔਰ ਸਾਡੇ ਖਾਕੀ ਕੁੜਤੇ ਪਜਾਮੇ ਵਾਲੇ ਬਾਬਿਆਂ ਨੇ PhD'ਆਂ ਨਹੀਂ ਕੀਤੀਆਂ, ਉਹਨਾਂ ਨੇ ਲੈਨਨ ਥੋੜ੍ਹਾ ਪੜ੍ਹਿਆ ਸੀ, ਉਹਨਾਂ ਨੂੰ ਘਰੋਂ ਮਿਲੀਆਂ ਸੀ ਗੱਲਾਂ। ਉਹਨਾਂ ਨੂੰ ਚੱਕ ਕੇ ਧਰਮ ਨਿਰਪੱਖਤਾ ਨੂੰ, ਉਹਨਾਂ ਨੂੰ ਧਰਮ ਤੋਂ ਭਜਾ ਦਿੱਤਾ, ਕਿਉਂਕਿ ਲਿਖਣ ਵਾਲਿਆਂ ਨੇ ਆਪਣੀ ਮਰਜ਼ੀ। ਠੱਲ ਦਿਆਂਗੇ ਹੁਣ, ਫਿਕਰ ਨਾ ਕਰ। ਤੇ ਇਹ ਮੈਮੋਰੀਅਲ ਡੇ ਅੱਜ, ਵਧਾਈਆਂ ਅਮਰੀਕਾ ਵਾਲਿਆਂ ਨੂੰ, ਸਾਰਿਆਂ ਨੂੰ, ਜਿਉਂਦੇ ਵਸਦੇ ਰਹੋ, ਤਰੱਕੀਆਂ ਰਹੋ। ਸਾਡਾ ਤਾਂ ਸਟੇਸ਼ਨ ਹੀ ਅਮਰੀਕਾ ਦਾ, ਤੇ ਇਹਦੇ ਕਰਕੇ ਨਜ਼ਾਰੇ ਲੈਣੇ ਆ। ਫਰੀਡਮ ਹੈ ਜਿਹੜੀ ਗੱਲ ਕਹਿ ਸਕਦੇ ਆ, ਇਹ ਤੇ ਕਹਿ ਸਕਦੇ। ਇੱਧਰਲੇ ਪਾਸੇ ਜਦ ਬੰਦਾ ਬੱਸ 'ਚ ਪੈ ਲੈਂਦਾ ਹੈ, ਬੋਲਣਾ ਹਟ ਜਾਂਦਾ ਹੈ। ਕੀ ਕਰਾਂਗੇ ਜਦ ਇਹ ਜਦ ਛਿੱਕੂ ਲੱਗ ਜਾਵੇ, ਬੰਦਾ ਬੋਲ ਨਾ ਸਕੇ, ਇਹ ਜਿਹੇ ਰੇਡੀਓ ਨਾਲ ਕਰਾਂਗੇ ਕੀ? ਬੜਾ ਕਈ ਵਾਰ ਮਨ ਦੇ ਵਿੱਚ ਹੁੰਦਾ ਬਈ ਇਹਦੇ ਤੇ ਸਿੱਖੇ, ਇਹਦੇ ਜੋਗੇ ਹੀ ਆ ਅਸੀਂ ਤਾਂ, ਮੈਨੂੰ ਲੱਗਦਾ। ਤੇ ਸੋ ਵਧਾਈਆਂ ਸਾਰਿਆਂ ਨੂੰ ਮੈਮੋਰੀਅਲ ਡੇ ਦੀ। ਕਰੋਨਾ ਵਾਇਰਸ ਦੀ ਗੱਲ ਕਰੀਏ, ਕੁਬੈਕ ਦੇ ਵਿੱਚ 4000 ਤੋਂ ਵੱਧ ਮੌਤਾਂ ਹੋ ਗਈਆਂ। ਤੇ ਇਹ ਵੱਡੀ ਜਿਹੜੀ ਮੁਸ਼ਕਲ ਹੈ ਕੁਬੈਕ ਦੇ ਵਿੱਚ, ਹੁਣ ਖੋਲਣ ਦੀ ਗੱਲ ਚੱਲ ਰਹੀ ਹੈ। ਮੈਂ ਇਹ ਵੇਖਿਆ ਜਦ ਹੁਣ ਤੁਸੀਂ ਆਪਣੇ ਵੀ ਲੋਕਡਾਊਨ ਜਿਹੜਾ ਖੁੱਲ ਰਿਹਾ, ਨਹੀਂ ਗੱਲ ਬਣਦੀ ਉਹ ਦੋ ਸੋਸ਼ਲ ਡਿਸਟੈਂਸ ਦੀ ਗੱਲ ਕਾਹਨੂੰ ਬਣਦੀ ਹੈ? ਲਾ ਦੋ ਸਟੈਪ, ਲਿਖ ਦਿਓ, ਕਿਹੜਾ ਸਟੈਪਾਂ ਤੇ ਵੇਖਦਾ ਹੈ? ਫੋਨ ਤਾਂ ਕੰਨ 'ਚ ਫਸਾਇਆ ਹੁੰਦਾ, ਸਟੈਪ ਕਿਹੜਾ ਦੇਖਦਾ? 6 ਫੁੱਟ ਤੇ ਖੜ ਜਾਓ। ਹੁਣ ਆਇਲ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ, ਠੀਕ ਹੈ, ਕੈਸ਼ ਆਊਟ ਤੇ ਖੜ ਜਾਓਗੇ 6 ਫੁੱਟ ਤੇ। ਹੁਣ ਤੁਰੇ ਫਿਰਦੇ ਹੋ ਤੁਸੀਂ ਸਟੋਰ ਦੇ ਵਿੱਚ, ਕੋਈ ਮੂਹਰ ਦੀ ਲੰਘ ਗਿਆ, ਕੋਈ ਪਿੱਛੇ ਦੀ ਲੰਘ ਗਿਆ, ਕੋਈ ਇੱਧਰ ਦੀ ਲੰਘ ਗਿਆ, ਕੋਈ ਉੱਧਰ ਦੀ, ਕਿੱਥੇ 6 ਫੁੱਟ ਤੁਸੀਂ ਕਰੋਗੇ ਜੀ? ਉਹ ਤਾਂ 6 ਫੁੱਟ ਦੇ ਪਿੰਜਰੇ 'ਚ ਤੁਰਨਾ ਫਿਰਨਾ ਵੀ ਨੇੜੇ ਨਾ ਕੋਈ ਆ ਜਾਏ। ਚੈੱਕਆਊਟ ਤੇ 6 ਫੁੱਟ ਤੇ ਖੜਾ ਦੋ। ਜਦ ਬੰਦਾ ਆਇਲ ਦੇ ਵਿੱਚ ਫਿਰਦਾ, ਤੁਰਿਆ ਲਾਈਨਾਂ ਦੇ ਵਿੱਚ, ਕੋਲ ਦੀ ਲੰਘ ਗਿਆ ਕੋਈ, ਕਿਵੇਂ ਤੁਸੀਂ ਪਿੱਛੇ ਨੂੰ ਉਧਰੋਂ ਤੁਸੀਂ ਤੁਰੇ, ਉਹਨੇ ਸਮਾਨ ਚੱਕਿਆ ਹੈ, ਆਲੇ ਦੁਆਲੇ ਗੈਲਣਾ ਫਸਾਈਆਂ ਕੁੰਡਿਆਂ 'ਚ, ਹੱਥਾਂ ਦਿਆਂ 'ਚ, ਤੇ ਫੋਨ ਕੰਨ 'ਚ ਫਸਾਇਆ, ਤੇ ਕਿਹੜਾ 6 ਫੁੱਟ ਦੇਖਦਾ? ਉਹ ਤਾਂ ਖਹਿ ਕੇ ਲੰਘਦਾ ਨਾਲ ਦੀ। ਉਹ ਕੰਮ ਤਾਂ ਆਪਣਾ ਬੱਤ ਹੀ ਹੈ, ਠੀਕ ਹੈ, ਪਰ ਅਸਲ ਤੁਸੀਂ ਜਦ ਇਹਦੀ ਜਦ 'ਚ ਆਉਂਦੇ ਹੋ, ਜਦ ਕੋਈ ਖੰਘਦਾ, ਖੰਘਣ ਵੇਲੇ ਜਦ ਤੁਸੀਂ ਨੇੜੇ ਆ ਗਏ, ਬਸ ਕੋਸ਼ਿਸ਼ ਕਰੋ ਜਿਹੜਾ ਵਧੀਆ ਆਪਣਾ ਮਾਸਕ ਹੈ, ਜੇ ਨਹੀਂ ਵੀ ਖਰੀਦਣਾ ਘਰੇ ਬਣਵਾ ਲਓ, 2-4 ਧੋ ਲਓ ਹਰ ਰੋਜ਼ ਲਈ, ਤੇ ਚੌੜੇ ਬਣਾਇਓ ਜਿਹੜੇ ਨੱਕ ਤੋਂ ਲੈ ਕੇ ਠੋਡੀ ਤੱਕ ਆਉਣ। ਨਹੀਂ ਤਾਂ ਹਰਜਾਬ ਭੰਗਲ ਨੇ ਜਿਹੜੀ ਸੁਣਾਈ ਸੀ ਉਹ ਜੀ ਗੱਲ ਹੋ ਜਾਂਦੀ। ਸੋ ਇਹ ਸਵਾਰ ਕੇ ਮੂੰਹ ਢੱਕ ਕੇ ਆਪਣੇ ਆਪ ਨੂੰ ਰੱਖੋ। ਬਾਕੀ ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ, ਜਦ ਕੋਈ ਹੋਣਾ ਮਿੱਤਰੋ ਬਚ ਨਹੀਂ ਕੋਈ ਸਕਦਾ, ਪਰ ਕੋਸ਼ਿਸ਼ ਰੱਖੋ। ਉਹ ਦੇਖਿਆ ਉਹਨਾਂ ਨੇ ਰੇਡਸ ਕੀਤੀਆਂ ਜਿੱਥੇ ਪਟਾਕੇ ਚਲਾਉਂਦੇ ਸੀ ਬਰੈਂਪਟਨ ਦੇ ਵਿੱਚ, ਕਿਹੜਾ ਕਾਲਜ ਆ ਉਹਦੇ ਆਲੇ ਦੁਆਲੇ ਦੇ ਪਲਾਜ਼ਿਆਂ 'ਚ, ਜਿੱਥੇ 350 ਕਾਰ ਫੜੀ, ਪੀਲ ਪੁਲਿਸ ਨੇ ਰੇਡ ਕੀਤੀ ਹੈ। ਤੇ ਜਿੱਥੇ ਪਟਾਕੇ ਚਲਾਉਂਦੇ ਸੀ, ਜਿਹੜੇ ਕਹਿੰਦੇ ਨੇ ਸਵੇਰੇ $70 ਸਰਾਣੇ ਪੈ ਹੁੰਦੇ ਨੇ, ਆ ਚਾਹ ਵੇਖ ਲੈ ਫਲਾਣੀ ਦੇ ਲਹੂ ਵਰਗੀ ਆ, ਜਵਾਈ ਆ ਅਸੀਂ ਟਰੂਡੋ ਦੇ। ਕੋਈ ਨਾ ਦੁਖੀ ਹੁੰਦੇ ਸੀ ਪਿੱਛੇ ਜੇ, ਉਹ ਕਹਿੰਦਾ ਸੱਦੇ ਵੀ ਟਰੂਡੋ ਨਹੀਂ ਨੇ, ਫਿਰ ਟਰੂਡੋ ਨੂੰ ਕਹਿਣਗੇ ਜੇ ਉਹਦੇ ਜਵਾਈ ਆ ਤਾਂ ਫਿਰ ਉਹ 'ਚ ਤੰਗੀ ਵੀ ਕੋਈ ਚੀਜ਼ ਦੀ ਨਹੀਂ ਹੋਣੀ ਚਾਹੀਦੀ। ਸੱਦੇ ਵੀ ਉਹਨੇ, 20 ਬਿਲੀਅਨ ਦੀ ਇੰਡਸਟਰੀ ਵੀ ਉਹਨੇ ਬਣਾਈ ਹੋਈ ਹੈ। ਤੇ ਗਾਂ ਜਿਹੜਾ ਤੋਰੀ ਫੁਲਕਾ ਖਸਮ ਖਾਸ ਚੇਲਿਆਂ ਬਾਲਕਿਆਂ ਨੂੰ ਮਿਲਿਆ ਹੋਇਆ, ਤੇ ਉਹਦੀ ਤਾਂ ਫਿਰ ਗੱਲ ਫਾਇਦਾ ਹੀ ਪੂਰਾ। ਐਵੇਂ ਤਾਂ ਨਹੀਂ ਸੋਨੇ ਦੀਆਂ ਟੂਟੀਆਂ ਲੱਗਦੀਆਂ। ਸੋ ਇਹ ਜਿਹੜੀ ਗੱਲ ਚੱਲ ਰਹੀ ਹੈ ਕਿ ਡਿਸਟੈਂਸ ਦੀ, ਤੇ ਨਾਲ ਨਾਲ ਬੈਨੀਫਿਟ ਮਿਲ ਰਹੇ ਨੇ, ਬੈਨੀਫਿਟ ਲੈ ਲਏ ਲੋਕਾਂ ਨੇ ਬਹੁਤ, 40-40 ਹਜ਼ਾਰ ਬਹੁਤਾਂ ਨੇ ਲਿਆ, ਸਾਰੇ ਲੈ ਰਹੇ ਨੇ, ਲੈਣ ਵੀ ਲਈਏ ਵੀ ਕਿਉਂ ਨਾ, ਜਦ ਸਾਨੂੰ ਬਿਲੀਅਨਸ ਮੋੜਨੇ ਨੇ ਤਾਂ ਮੋੜਨੇ ਵੀ ਅਸੀਂ ਉਹਨੇ, ਜਿਹੜਾ ਕੋਈ ਐਲੀਜੀਬਲ ਹੁੰਦਾ ਲੈ ਲਓ ਬਸ, ਇਹਦੇ 'ਚ ਕੋਈ ਉਹਦੇ 'ਚ ਨਹੀਂ। ਪਰ ਐ ਨਾ ਹੋਵੇ ਵੀ ਤੁਸੀਂ ਕੰਮ ਵੀ ਕਰੀ ਜਾਓ, ਪੈਸੇ ਵੀ ਲੈ ਲਓ, ਡਬਲ ਕੰਮ ਨਾ ਕਰੇ। ਉਸ ਦਿਨ ਆਪਾਂ ਗੱਲ ਕੀਤੀ ਸੀ, ਅਲੱਗ-ਅਲੱਗ ਕਿਸਮ ਦੇ ਵਿਚਾਰ ਆਏ ਸੀ। ਸੋ ਇਹ ਕੁਬੈਕ ਦੇ ਵਿੱਚ ਇਹ ਗੱਲ ਹੋਈ ਹੈ। ਇੱਕ BC ਦੇ ਵਿੱਚ 2 ਜਣੇ ਮਰੇ ਨੇ, ਜੈਨੀਟਾ ਰੋਬਿਨਸਨ 91 ਸਾਲ ਦੀ, ਤੇ ਹਾਵਰਡ ਰੋਬਿਨਸਨ 94 ਸਾਲ।
ਲੌਂਗ ਟਰਮ ਕੇਅਰ ਦੇ ਵਿੱਚ ਉਹ ਰਹੇ। ਅਪ੍ਰੈਲ 'ਚ ਉਹਨਾਂ ਦੀ ਡੈਥ ਹੋਈ ਹੈ। 65 ਸਾਲ ਵਿਆਹੁਤਾ ਜੀਵਨ, 68 ਸਾਲ ਵਿਆਹੁਤਾ ਜੀਵਨ ਉਹਨੇ ਬਤੀਤ ਕੀਤਾ ਤੇ ਐਜਮੌਂਟ ਵਿਲੇਜ ਜਿਹੜੀ ਨਾਰਥ ਵੈਨਕੂਵਰ ਦੇ ਵਿੱਚ ਦੋਨੇ ਮਰੇ ਸੀ ਤੇ 4 ਦਿਨਾਂ ਦੇ ਫਰਕ ਤੇ ਆਪਸ ਵਿੱਚੋਂ ਇਹ ਮਰ ਗਏ। ਗੱਲ ਇਹ ਹੈ ਕਿ ਕੇਅਰ ਹੋਮ ਦੇ ਵਿੱਚ ਜਦ ਇਹ ਰਹਿੰਦੇ ਨੇ ਜਾ ਕੇ ਹਾਲਾਤ ਜਿਹੜੇ ਨੇ ਉਹ ਸੌਖੇ ਨਹੀਂ ਹੈ, ਬੜਾ ਔਖਾ ਹੈ। ਕਈ ਜਿਨ੍ਹਾਂ ਕੋਲ ਪੈਸੇ ਨੇ ਉਹ ਤਾਂ 5-4 ਹਜ਼ਾਰ ਮਹੀਨੇ ਦਾ ਦੇ ਕੇ ਫਿਰ ਰੱਖਦੇ ਆ ਬਜ਼ੁਰਗਾਂ ਨੂੰ ਬਹੁਤ ਵਧੀਆ। ਜਿਹੜਾ 1200-1400 ਵਾਲਾ ਕੰਮ ਹੈ ਉਹਦੇ 'ਚ ਤਾਂ ਆਪਾਂ ਨੂੰ ਪਤਾ ਹੀ ਹੈ ਤੇ ਵੱਧ ਬਜ਼ੁਰਗਾਂ ਦੀ ਇਹ 'ਚ ਮੌਤ ਹੋਈ ਹੈ। ਬਜ਼ੁਰਗਾਂ ਦੀ ਗੱਲ ਯਾਦ ਆ ਗਈ, ਸਾਡੇ ਬਜ਼ੁਰਗ ਡੈਲਟਾ ਦੇ ਸਹੇੜਾ ਸਾਹਿਬ ਦਾ ਦੀ ਬੋਡੀ ਵੀਕਐਂਡ ਤੇ ਲੱਭ ਗਈ ਹੈ। ਨੌਡਲ ਬੇ 91 ਹਾਈਵੇ ਟੱਪ ਕੇ ਉਹ ਜਿੱਥੇ 17 ਦੇ ਨੇੜੇ ਨੇ, ਕਹਿੰਦੇ ਉੱਥੇ ਉਹਨਾਂ ਦੀ ਬੋਡੀ ਮਿਲੀ ਹੈ 9 ਦਿਨਾਂ ਬਾਅਦ। ਬਹੁਤ ਮਾੜੀ ਗੱਲ ਹੋਈ ਹੈ, ਭਾਈਚਾਰਾ ਦੁੱਖ 'ਚ ਹੈ ਬਹੁਤ। ਨਿੱਜੀ ਤੌਰ ਤੇ ਅਦਾਰੇ ਵੱਲੋਂ ਮੈਂ ਆਪ ਦੁੱਖ ਦਾ ਪ੍ਰਗਟਾਵਾ ਕਰਦਾ ਸੰਘੇੜਾ ਪਰਿਵਾਰ ਨਾਲ। ਬਹੁਤ ਮਾੜਾ ਹੋਇਆ। ਬਜ਼ੁਰਗਾਂ ਤਾਂ 4 ਕਣੀਆਂ ਨਹੀਂ ਸਿਰ ਤੇ ਪੈਣੀਆਂ ਚਾਹੀਦੀਆਂ। ਮੀਂਹ ਕਣੀ 'ਚ ਕਿਵੇਂ ਗਏ, ਕਿਵੇਂ ਡਿੱਗ ਪਏ, ਸਾਰੀਆਂ ਚੀਜ਼ਾਂ ਫੇਲ ਹੋ ਗਈਆਂ। ਡਰੋਨ ਨੇ ਜੀ, ਉਹ ਜਹਾਜ਼ ਨੇ ਜੀ, ਉਹ ਸਰਵੀਲੈਂਸ ਕੈਮਰੇ ਨੇ ਜੀ, ਫਿਰ ਇਉਂ ਦੇਖ ਲੈਂਦੇ ਹੁਣ ਕਿੰਨੇ ਕੈਮਰੇ ਹੋਣਗੇ ਨੌਡਲ ਦੇ ਉੱਪਰ, ਥਾਂ ਥਾਂ ਤੇ ਕੈਮਰੇ ਆ। ਕਿੰਨੇ ਕੈਮਰੇ ਨੇ ਐਲੈਕਸ ਫਰੇਜ਼ਰ ਤੇ। ਬਸ ਮੂਸਾ ਭੱਜਿਆ ਮੌਤ ਤੋਂ ਅੱਗੇ, ਮੌਤ ਖੜੀ ਜਦ ਲਿਖੀ ਹੋਈ ਹੈ। ਹੁਣ ਇਹਦੇ 'ਚੋਂ ਇੱਕ ਸਬਕ ਹੈ ਸਾਰਿਆਂ ਲਈ। ਡਿਮੈਂਸ਼ੀਆ ਜਦ ਦੱਸਤਾ ਡਾਕਟਰਾਂ ਨੇ ਜਾਂ ਡਿਪਰੈਸ਼ਨ ਆ, ਮਨੋਰੋਗ ਹੈ, ਬਿਲਕੁਲ ਬਜ਼ੁਰਗ ਇਕੱਲੇ ਨਹੀਂ ਘਰੋਂ ਜਾਣੇ ਚਾਹੀਦੇ, ਬਿਲਕੁਲ ਨਹੀਂ ਜਾਣੇ ਚਾਹੀਦੇ। ਚਾਹੇ ਉਹ ਘੱਟ ਭੁੱਲਣ ਵੱਧ ਭੁੱਲਣ, ਇਹ ਤਾਂ ਗੱਲਾਂ ਹੀ ਅਲੱਗ ਨੇ। ਨਾਲ ਲਿਜਾਓ, ਹੱਥ ਨੇ ਮੱਥਾ ਟਿਕਾ ਕੇ ਲਿਆਓ, ਨਹੀਂ ਆ ਨਾਲ ਜਾਓ, ਛੱਡ ਕੇ ਆਓ ਇੱਕ ਫੈਸਿਲਿਟੀ 'ਚ, ਨਾਲ ਜਾ ਕੇ ਈਵਨਿੰਗ 'ਚ ਲੈ ਕੇ ਆਓ, ਨਹੀਂ ਘਰੇ ਰਹਿਣ। ਬਸ ਪਤਾ ਇੱਕ ਦਿਨ ਆਪਾਂ ਕਮਰੇ 'ਚ ਬੰਦ ਹੋਣਾ ਹੈ। ਆਪਣੀ ਉਮਰ ਨੇ ਜਿਉਂ-ਜਿਉਂ ਅਸੀਂ ਸਰੀਰ ਡਾਊਨ ਹੋਣੇ ਨੇ, ਭੁੱਖਾਂ ਘਟਣੀਆਂ ਨੇ, ਸਰੀਰ ਪਤਲੇ ਹੋਣੇ ਨੇ, ਵਜ਼ਨ ਘਟਣੇ ਨੇ, ਫਿਰ ਆਰਾਮ ਨਾਲ ਰਹੋ, ਆਪਣਾ ਜ਼ਿੰਦਗੀ ਦਾ ਸੈੱਟ ਕਰੋ। ਕਿਤਾਬਾਂ ਪੜ੍ਹੋ ਜੇ ਕੋਈ ਪੜ੍ਹ ਸਕਦਾ, ਨਹੀਂ ਪੜ੍ਹ ਸਕਦਾ ਰੱਬ ਕਰੋ। ਰੇਡੀਓ ਚੱਲਦੇ ਨੇ 24 ਘੰਟੇ, ਮਤਲਬ ਕੁਰਸੀ ਤੇ ਬਹਿ ਜਾਓ, ਬੈੱਡ ਤੇ ਪੈ ਜਾਓ, ਬੈੱਡ ਵਧੀਆ ਲੈ ਆਓ। ਸੇਵਾ ਨੂੰ ਕੇਅਰ ਹੋਮ ਘਰੇ ਆਉਂਦੀਆਂ, ਕੇਅਰ ਹੋਮ ਵਾਲੀਆਂ ਲੜਕੀਆਂ ਘਰੇ ਆਉਂਦੀਆਂ ਨੇ। ਨਹੀਂ ਤਾਂ ਜੇ 2-4 ਸਾਲ ਕੁਛ ਲੱਗ ਜਾਣਗੇ, 4 ਪੈਸੇ ਉਹਨਾਂ ਦੇ ਦਿੱਤੇ ਹੋਏ ਨੇ, ਇਹਨਾਂ ਨੇ ਕਰਕੇ ਦਿੱਤੇ, ਹੱਥ ਨਾ ਘੁੱਟਿਓ। ਇਹ ਜਾਂ ਫਿਰ ਜੇ ਪੋਸੀਬਿਲਿਟੀ ਹੈ ਤੇ ਪੰਜਾਬ ਦੇ ਵਿੱਚ ਜੇ ਤੁਹਾਡਾ ਸੈਟਅਪ ਆ, ਕੋਈ ਭੈਣ ਭਾਈ ਆ ਪੰਜਾਬ ਦੇ ਵਿੱਚ, ਉਹ ਜਾਂ ਫਿਰ ਉੱਥੇ ਤੁਹਾਡੇ ਪਰਿਵਾਰ ਦਾ ਕੋਈ ਜੀ, ਜੇ ਨਹੀਂ ਤਾਂ ਕੋਈ ਉਹ ਪਰਿਵਾਰ ਹੈ ਜਿਹੜਾ ਤੁਹਾਡੇ ਬਾਪੇ ਨੂੰ ਸਾਂਭ ਸਕਿਓ। ਕੈਮਰੇ ਸ਼ੈਮਰੇ ਲੱਗ ਜਾਂਦੇ ਨੇ, ਫਿਰ ਉਹ ਜ਼ਿੰਦਗੀ ਦੇ 2-4 ਸਾਲ ਇੱਥੇ ਨਾਲੋਂ ਉੱਥੇ ਵਧੀਆ ਨੇ। ਪਰ ਫਿਰ ਉੱਤੇ ਪੋਤੀਆਂ ਦੋਤੀਆਂ ਤੇ ਉਹ ਕਰਦੀਆਂ ਨੇ, ਫਿਰ ਰਹਿਣ ਮਾਪੇ ਕੋਲ ਹੀ ਤੁਹਾਡੇ। ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਭੇਜੋ, ਜੇ ਨਹੀਂ ਸਾਂਭ ਸਕਦੇ ਕੇਅਰ ਹੋਮਾਂ ਨਾਲੋਂ, ਫਿਰ ਉਹ ਆਪਣੇ ਘਰ 'ਚ ਰਾਜੇ ਨੇ, ਤੁਰੇ ਫਿਰਨ ਆਪਣੇ ਘਰ ਦੇ ਵਿੱਚ, ਜੱਦੀ ਪੁਸ਼ਤੀ ਘਰ 'ਚ। ਉਹ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਡਿਸਾਈਡ ਕਰਨੀਆਂ ਪੈਣੀਆਂ। ਬਹੁਤ ਫਾਈਨ ਲਿਸਟ ਹੈ ਜਿਹੜੀ ਤੁਹਾਡੀ ਉਮਰ ਹੁੰਦੀ ਹੈ, ਪਰ ਢਿੱਲੇ ਬਜ਼ੁਰਗਾਂ ਨੂੰ ਘਰੋਂ ਨਾ ਨਿਕਲਣ ਦਿਓ। ਬਸ ਗੱਡੀ 'ਚ ਲੈ ਜਾਓ, ਟੈਕਸੀ ਕਰ ਦਿਓ ਯਾਰ, 12, 14, 15 ਡਾਲਰ ਦੀ ਟੈਕਸੀ 'ਚ ਜਾਣ। ਉਹ ਮੈਨੂੰ ਪਤਾ ਬਜ਼ੁਰਗ ਮਰਜ਼ੀ ਕਰਦੇ ਜਾਣ ਦੀ ਖੁਦ, ਮੈਨੂੰ ਨਹੀਂ ਲੋੜ, ਮੈਨੂੰ ਨਹੀਂ ਹੈ। ਹੁਣ ਇਹਨਾਂ ਦੇ ਸਾਰਾ ਜੇਬ 'ਚ ਪਾਇਆ ਅਸੀਂ ਲਿਖ ਕੇ ਪਰਿਵਾਰ ਨੇ, ਫੋਨ ਨੰਬਰ, ਐਡਰੈਸ, ਪਰ ਤੁਰੇ ਜਾਂਦੇ ਬਜ਼ੁਰਗ ਨੂੰ ਕਿਹੜਾ ਘੇਰ ਕੇ ਕੋਈ ਕਹਿੰਦਾ ਵੀ ਮਿਲਿਆ ਮੈਂ ਤੇਰਾ ਐਡਰੈਸ ਦੇਖਾਂ, ਕਿੱਧਰ ਨੂੰ ਤੁਰੇ ਜਾਂਦੇ। ਦੁਨੀਆ ਹੀ ਤੁਰੀ ਫਿਰਦੀ ਹੈ ਸੜਕ ਤੇ, ਕਿਹਦੇ ਕੋਲ ਸਮਾਂ ਇੱਥੇ ਰੋਕ ਕੇ ਪੁੱਛਣ ਦਾ ਵੀ ਤੁਸੀਂ ਠੀਕ ਹੋ? ਜਾਂ ਤਾਂ ਉਹ ਜਿਹੇ ਹਾਲਾਤ 'ਚ ਪਏ ਹੁਣ, ਡਿੱਗ ਪਏ ਹੁਣ ਸਾਈਡ ਬਾਗ ਤੇ, ਕਿਤੇ ਲੋਕ ਰੁਕ ਜਾਂਦੇ। ਤੁਰੇ ਜਾਂਦੇ ਬਜ਼ੁਰਗ ਦਾ ਕਿਵੇਂ ਪਤਾ ਲੱਗ ਜਾਏ? ਬਹੁਤ ਮਾੜੀ ਗੱਲ ਹੋਈ ਹੈ, ਬਹੁਤ ਜ਼ਿਆਦਾ ਅਤ ਮਾੜੀ ਗੱਲ ਹੋਈ। ਭਾਈਚਾਰਾ ਸਾਰਾ ਸਦਮੇ 'ਚ ਹੈ। 11:43 ਜੀ। ਤੇ ਇੱਕ ਹੋਰ ਵੀਕਐਂਡ ਤੇ ਹੋਇਆ ਮੈਂਗ ਵੈਨਜੂ, ਜਿਹੜੀ ਚੀਫ ਫਾਈਨੈਂਸ਼ੀਅਲ ਅਫੀਸਰ ਆ ਵਾਵੇ ਦੀ, ਉਹਨੇ ਜਿਹੜੀ ਸਾਡੀ ਡਾਊਨਟਾਊਨ ਵੈਨਕੂਵਰ ਦੀ ਕੋਰਟ ਬਿਲਡਿੰਗ ਆ BC ਸੁਪਰੀਮ ਕੋਰਟ ਦੀ, ਉਹਦੇ ਬਾਹਰ ਇੱਕ ਪੋਰਟਰੇਟ ਬਣਵਾਈ ਹੈ ਜਿਸ 'ਚ ਉਹਦੇ ਸਾਰੇ ਨੇੜੇ ਦੇ ਯਾਰ ਦੋਸਤ ਤੇ ਨਾਲ ਸੀਨੀਅਰ ਉਹਦੇ ਅਫੀਸਰ ਕੰਪਨੀ ਦੇ, ਉਹਦੇ ਨਾਲ ਇਹ ਪੋਰਟਰੇਟ ਕੀ ਹੈ, ਕੋਰਟ ਡਿਸੀਜ਼ਨ ਤੋਂ ਪਹਿਲਾਂ ਮੈਨੂੰ
ਇਹ ਲੱਗਦੀ ਹੈ ਵੀ ਪ੍ਰੀ ਮੈਚੁਰ ਵਿਕਟਰੀ ਦਾ ਇੱਕ ਸੁਨੇਹਾ, ਕਿਉਂਕਿ ਬਾਹਲੇ ਦੋਸ਼ ਉਹਦੇ ਤੇ ਸਿੱਧ ਨਹੀਂ ਹੋ ਰਹੇ। ਮੈਨੂੰ ਲੱਗਦਾ ਇਹਦੇ ਵਿੱਚੋਂ ਬਰੀ ਹੋਣਾ ਮਨਜ਼ੂਰ ਨੇ। ਸਾਡੇ ਬੰਦੇ 2 ਉੱਥੇ ਫੜੇ ਹੋਏ ਨੇ, ਮਾਈਕਲ ਸਪੈਬਰ ਤੇ ਕੈਨੇਡੀਅਨ ਤੇ ਦੂਜਾ ਫਾਰਮਰ ਕੈਨੇਡੀਅਨ ਡਿਪਲੋਮੈਟ ਆ ਮਾਈਕਲ ਕੋਬਰਿਕ। ਇਹ ਜ਼ਿਆਦਾਤਰ ਇਹ ਹੁੰਦਾ ਵੀ ਜਿੱਥੋਂ ਲੋਕ ਅੰਬੈਸੀ ਚੋਂ ਰਿਟਾਇਰ ਹੁੰਦੇ ਆ, ਜ਼ਿਆਦਾਤਰ ਉਸ ਦੇਸ਼ ਦੇ ਵਿੱਚੋਂ ਬਿਜ਼ਨਸ ਦੇ ਤੌਰ ਤੇ ਇੱਕ ਐਸੋਸੀਏਸ਼ਨ ਸੈੱਟ ਕਰਦੇ। ਤੁਸੀਂ ਦੇਖਿਓ ਨਵੀਂ ਦਿੱਲੀ ਦੀ ਅੰਬੈਸੀ ਚੋਂ ਜਿੰਨੇ ਰਿਟਾਇਰ ਹੁੰਦੇ ਆ ਅੰਬੈਸਡਰ ਸਾਡੇ, ਉਹ ਉੱਥੇ ਹੀ ਸੈਟਲ ਹੋ ਜਾਂਦੇ। ਤੁਸੀਂ ਪੜ੍ਹਿਓ ਕਿਸੇ ਤੇ ਉੱਥੇ ਕੈਨੇਡੀਅਨਸ ਦੇ ਬਿਜ਼ਨਸ ਉੱਥੇ ਲਿਜਾਣੇ, ਉੱਥੇ ਦੇ ਬੰਦਿਆਂ ਨੂੰ ਕੈਨੇਡੀਅਨ ਆ ਕੇ ਸੈੱਟ ਬਿਜ਼ਨਸ ਕਰਨਾ। ਉਹਦਾ ਕਾਰਨ ਕਿਉਂਕਿ ਉਹਨਾਂ ਦੇ ਸੰਬੰਧ ਬਣ ਜਾਂਦੇ ਆ, ਉੱਥੇ ਰਹਿੰਦੇ ਆ, ਸੰਬੰਧਾਂ ਦੇ ਵਿੱਚੋਂ ਅੱਗੇ ਕਰ ਲੈਂਦੇ ਆ। ਸੋ ਇਹ ਦੋਨਾਂ ਦੀ ਰਿਹਾਈ ਹੋ ਜਾਵੇ ਤੇ ਵੰਜੂ ਦਾ ਮੈਨੂੰ ਲੱਗਦਾ ਜਿਹੜਾ ਛੁੱਟਣਾ ਲਗਭਗ ਤੈਅ ਹੈ। ਜਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ, ਫੋਟੋਆਂ ਚੱਲ ਰਹੀਆਂ ਤੇ ਜਿਹੜੀ ਇਹ 'ਚ ਕਹਾਣੀ ਚੱਲ ਰਹੀ ਹੈ ਉਹ ਇਹ ਹੈ ਕਿ ਬੈਂਕਸ ਨੇ, ਗਵਰਨਮੈਂਟ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਟੂਡੈਂਟਸ ਲੋਨ ਨੇ ਉਹਦੀ ਰੀਪੇਮੈਂਟ ਜਿਹੜੀ ਨਹੀਂ ਹੋਣੀ, ਪਰ ਬੈਂਕਾਂ ਕਿਤੇ ਨਾ ਕਿਤੇ ਆਪਣੇ ਸਟੂਡੈਂਟਸ ਤੋਂ ਉਹ ਪੈਸੇ ਮੰਗ ਰਹੀਆਂ ਨੇ। ਇਹ ਕਹਾਣੀ ਬਾਰਬਰਾ ਹੀਵਿਟ ਨੇ ਦਿੱਤੀ, ਜਿਹੜੇ ਹਿਊਟ ਨੇ ਦਿੱਤੀ, ਜਿਹਨੇ PhD ਕੀਤੀ ਹੈ ਤੇ ਉਹ ਹੁਣ ਪ੍ਰੋਫੈਸਰ ਲੱਗੀ ਹੋਈ ਹੈ। ਉਸ ਨੂੰ ਜਦ ਬੈਂਕ ਨੇ ਦੱਸਿਆ ਤੇਰਾ ਸਕੋਰ ਖਰਾਬ ਹੋ ਜੂ, ਉਹਦੇ ਕਹਿਣ ਨੂੰ ਪੰਜਾਬੀਆਂ ਨੇ ਤੇਰਾ ਰਿਕਾਰਡ ਖਰਾਬ ਹੋ ਜੂ, ਪੈਸੇ ਧੇਲਾ ਮੋੜ ਦੇ। ਉਹ ਫਿਰ ਉਸਨੇ ਮਿਨਿਸਟਰੀ ਨਾਲ ਗੱਲ ਕੀਤੀ ਵੀ ਇਹ ਕਿ ਤੁਸੀਂ ਕਿਹਾ ਪੇਮੈਂਟਾਂ ਅੱਗੇ ਪੈ ਜਾਣਗੀਆਂ। ਮੈਂ ਹੈਰਾਨ ਸਾਂ ਉਸਦੀ ਕਹਾਣੀ ਪੜ੍ਹਦੇ ਵੀ PhD ਕੀਤੀ ਤੇ ਲੋਨ ਸਾਡੇ ਜਵਾਕਾਂ ਨੂੰ ਆਪਾਂ ਡਿਗਰੀਆਂ ਕਰਾ ਕੇ ਦਿੰਦੇ ਹਾਂ ਬਿਨਾਂ ਲੋਨ ਤੋਂ। ਇਹਨਾਂ ਨੂੰ ਹੋਰ ਕੀ ਚਾਹੀਦਾ? ਬੱਚਿਆਂ ਨੂੰ ਬਿਨਾਂ ਕਰਜ਼ੇ ਤੋਂ ਜ਼ਿੰਦਗੀ ਸ਼ੁਰੂ ਕਰਨੀ, ਸਿਰ ਤੇ ਛੱਤ ਹੈ, ਆਪਣਾ ਫਿਰ ਵਧੀਆ ਸਾਰ ਲੈਣ, ਇਹ ਬਹੁਤ ਜ਼ਰੂਰੀ ਹੈ। ਸੋ ਇਸ ਦੇ ਲਈ ਵੀ ਇਹ ਹੁਣ ਪਲੀਜ਼ ਖਿਆਲ ਰੱਖਿਓ ਜਿਨ੍ਹਾਂ ਨੂੰ ਇਹ ਕਰਨਾ ਆਪਾਂ, ਜਿਨ੍ਹਾਂ ਦੇ ਲੋਨ ਜਿਹੜੇ ਨੇ ਅੱਗੇ ਹੋਏ ਤਾਂ ਉਸਦੇ ਲਈ ਤੁਹਾਨੂੰ ਖਿਆਲ ਰੱਖਣਾ ਪੈਣਾ ਕਿ ਬੈਂਕ ਕਿਤੇ ਤੁਹਾਡਾ ਰੈਕਡ ਵਗੈਰਾ ਨਾ ਖਰਾਬ ਕਰ ਦੇਣ, ਬੇਕਨ ਪੁਆਇੰਟ ਨਾ ਖਰਾਬ ਹੋਣ। ਹਾਂਗਕਾਂਗ ਦੇ ਵਿੱਚ ਬਹੁਤ ਵੱਡੇ ਇਸ਼ੂ ਚੱਲ ਰਹੇ ਨੇ। ਹਾਂਗਕਾਂਗ ਜਿਹੜੀ 1 country 2 system ਹੈ, 1997 ਦੇ ਵਿੱਚ ਆਜ਼ਾਦ ਹੋਇਆ ਉਹ। ਅੱਜ ਜਿਹੜੀ ਗੱਲ ਸਰਦਾਰ ਸਾਹਬੇ ਦੀ ਬੜੀ ਹਾਂਗਕਾਂਗ ਨਾਲ ਜੁੜਦੀ ਹੈ। ਸਾਡੇ ਲਈ ਮੁਕੱਦਸ ਧਰਤੀ ਆ। ਉੱਥੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ 1908 ਦੇ ਵਿੱਚ ਹਾਂਗਕਾਂਗ 'ਚ ਹੈ, ਜਿੱਥੋਂ ਸਾਰੇ ਇਕੱਠੇ ਹੋ ਕੇ ਸ਼ਿਪ ਜਿਹੜੇ ਜਾਂਦੇ ਸੀ ਗਦਰੀ ਯੋਧੇ ਹਾਂਗਕਾਂਗ ਪਹੁੰਚਦੇ। ਹਾਂਗਕਾਂਗ ਤੋਂ ਇੱਕ ਸ਼ਿਪ ਫਿਰ ਨਾਰਥ ਅਮਰੀਕਾ ਲਈ ਟੱਕਦਾ। 3 ਹਫ਼ਤੇ ਸਰਦਾਰ ਸਰਾਭਾ ਜਿਹੜਾ 1912 ਦੇ ਵਿੱਚ ਉੱਥੇ ਹਾਂਗਕਾਂਗ ਰਿਹਾ। ਹਾਂਗਕਾਂਗ ਦੀ ਅੱਜ ਮੈਂ ਗੱਲ ਕਰ ਰਿਹਾ ਸਾਂ ਤਾਂ ਇਸ ਦੇ ਬਾਰੇ ਹੁਣ ਉੱਥੇ ਕੀ ਹੈ, ਸਿਸਟਮ ਦੋਨੇ ਦੇਸ਼ਾਂ ਦਾ ਅਲੱਗ ਹੈ ਤੇ 50 ਸਾਲਾਂ ਨੂੰ 2047 'ਚ ਉਹਨੇ ਚੀਨ ਦਾ ਹਿੱਸਾ ਬਣਨਾ। ਕਲੋਨੀ ਸੀ ਬ੍ਰਿਟਿਸ਼ ਦੀ, ਤਾਂ ਹੀ ਸਾਡੇ ਬਜ਼ੁਰਗ ਉੱਥੇ ਭੇਜੇ, ਉੱਥੇ ਦੀ ਮਿਲਟਰੀ ਤੇ ਉੱਥੇ ਪੁਲਿਸ ਦੇ ਵਿੱਚ ਸਨ। ਚਾਹੀ ਗੁਰਦੁਆਰਾ ਸਾਹਿਬ ਉੱਥੇ ਬਣਾਇਆ ਪਹਿਲਾਂ। ਉਸ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ ਸਰਦਾਰ ਭਗਵਾਨ ਸਿੰਘ ਪ੍ਰੀਤਮ, ਜਿਨ੍ਹਾਂ ਦੀ ਗੱਲ 'ਚ ਬਹੁਤ ਜੋਸ਼ ਸੀ, ਗੱਲਬਾਤ ਕਰਨੀ ਤੇ ਬਵਾਣੀਆਂ ਕਹਾਣੀਆਂ ਜਿਹੜੀਆਂ ਪੁੱਤ ਸਪੁੱਤ ਕਰਦੇ ਆਏ ਨੇ ਉਹ ਸੁਣਾਉਂਦੇ ਰਹੇ। ਤੇ ਜਿੱਥੇ ਚੜ੍ਹਦੀ ਵਰੇਸ ਦੇ ਸਰਦਾਰ ਸਰਾਭੇ ਦੇ ਉਹਨਾਂ ਦੀ ਛਾਪ ਜਿਹੜੀ ਐਡੀ ਹੋਈ ਤੇ ਬਸ ਉੱਥੋਂ ਗੱਲਾਂ ਉਹਦੇ ਤੈਅ ਕਰ ਦਿੱਤੀਆਂ ਕਿ ਮੈਂ ਕੀ ਕਰਨਾ। ਸਰਦਾਰ ਭਗਵਾਨ ਸਿੰਘ ਪ੍ਰੀਤਮ ਗਦਰੀ ਯੋਧਿਆਂ ਦੇ ਵਿੱਚੋਂ ਇੱਕ ਯੋਧੇ ਸਨ, ਜਿਨ੍ਹਾਂ ਨੇ ਸਰਕਾਰ ਤੋਂ ਫਿਰ ਜ਼ਿੰਦਗੀ, ਸਰਕਾਰ ਤੋਂ ਰਿਆਇਤਾਂ ਲੈ ਕੇ ਆਖਰੀ ਜ਼ਿੰਦਗੀ ਕੱਢੀ। ਸਰਦਾਰ ਭਖਨੇ ਨੂੰ ਕਹਿੰਦੇ ਰਹੇ ਕਿਉਂ ਕੁੱਬੇ ਹੋਈ ਜਾਂਦੇ, ਲੈ ਲਓ ਸਰਕਾਰਾਂ ਤੋਂ ਹੁਣ ਕੁਛ, ਆਜ਼ਾਦੀ ਆ ਗਈ। ਪਰ ਸਰਦਾਰ ਭਖਨੇ ਕਹਿੰਦੇ ਅਸੀਂ ਇਹ ਆਜ਼ਾਦੀ ਨਹੀਂ ਕਹੀ ਸੀ ਜਿਹੜੀ ਇਹ ਆਜ਼ਾਦੀ। ਭਗਵਾਨ ਸਿੰਘ ਪ੍ਰੀਤਮ ਉਹਨਾਂ ਨੇ ਆਖਰੀ ਉਮਰ 'ਚ ਫਿਰ ਕਲੀਨ ਸ਼ੇਵਨ ਹੋ ਕੇ ਉਹ ਅੰਮ੍ਰਿਤਸਰ ਦੇ ਵਿੱਚ ਕੈਰੋਂ ਨੇ ਉਹਨਾਂ ਨੂੰ ਜਾਇਦਾਦ ਦੇਤੀ, ਕੋਠੀਆਂ ਪਾਤੀਆਂ, ਉੱਥੇ ਉਹ ਰਹਿੰਦੇ ਰਹੇ। ਤਾਂ ਹੁਣ ਪਰਿਵਾਰ ਪਤਾ ਨਹੀਂ ਕਿੱਥੇ। ਇਹ ਸਰਦਾਰ ਭਗਵਾਨ ਸਿੰਘ ਪ੍ਰੀਤਮ ਦੀ ਜ਼ਿੰਦਗੀ ਦੀ ਗੱਲ ਆ। ਇੱਕੋ ਇੱਕ ਗਦਰੀ ਦੇਸ਼ ਭਗਤ ਗਦਰੀ ਬਾਬੇ ਹੋਏ ਨੇ ਜਿਨ੍ਹਾਂ ਨੇ ਸਰਕਾਰ ਤੋਂ ਸਹੂਲਤਾਂ ਨੇ, ਬਾਕੀ ਕਿਸੇ ਨੇ ਨਾ ਸਰਦਾਰ ਚਮਿੰਡੇ ਨੇ, ਨਾ ਸਰਦਾਰ ਗੁੱਜਰਵਾਲ ਨੇ। ਮਤਲਬ
गल की उन्हां योधियां दी 4000 के करीब इत्थों मुड़े सी उस समय जब गए सी 1914 च। गल्लां करनियां राम सिंह धलेता सब तो अमीर बंदा वैनकूवर का, जिहदियां सब तो बड़ा रीयल्टर सब तो बड़ी जायदाद सी सरदार राम सिंह धलेता ने इत्थे अज डॉलर लैके दिखा तां किसी तो जेब चों कढ़ा के जिन्ने अमीर तुरे फिरदे सब कुछ छड्ड गए। यार दोस्त नूं लिख के कहंदे जे कोई बचा मैनूं दे दी नहीं चक। ते उस तो बाद जिहड़ी गल मैं कर रहा सा हांगकांग दी, हांगकांग दे विच जिहड़ी टूर सिस्टम आ हुण की कर रहे ने वो, पहला तां उन्हां ने हुण देश एक सिस्टम दो ने उन्हां नूं रियायतां दित्तियां होईयां ने, कह की रहे ने कर की रहे ने। पहला तां उन्हां ने ये कीती भी तुहानूं जिहड़े इत्थे दे अपराधी ने उन्हां नूं असीं लैके जाणा चीन दी जेल੍ਹਾਂ 'ਚ, जिहदे लई उन्हां ने तरथल्ली मचाई रखी। जिहड़ी सरकार आ हांगकांग दी वो पपट गवर्नमेंट आ जिनपिंग दी, कनेडा अपने चीन दी। हांगकांग का जो लाइफ स्टाइल आ वो ब्रिटिश टाइप है। उत्थों जिवें जिवें अपने देश चों 1947 च गए ने, इत्थों 97 च गए ने। ते देश अलग सी। चीन ने 2000 साल उहदे ते राज कीता। चीन हांगकांग चीन का हिस्सा नहीं है, समझियो इस गल नूं। हांगकांग एक सॉवरन कंट्री सी जिसते 2000 साल इन्हां ने राज किया, क्योंकि बहुत स्ट्रेटेजिक जगह उस खिते दे लई पोर्ट। उस तो बाद ब्रिटिशर ने उहदे ते राज किया, फिर ओपीयम वार हुई चाइना दे नाल जद उन्होंने देश अंडर किया। 1.5 सदी उत्थे राज किया उन्होंने, जान बड़े छड्ड गए जद 1847 दे विच शायद वार लगी है। पहली तो दो उत्थे वार होईयां वड्डियां जिहड़ियां चीन नाल होईयां, ते पहली च कल्ले सी, दूजी वार दूजी च फ्रेंच भी नाल सी उन्हां दे। ते ਉਹ ਹੁਣ ਕੀ ਕਰਦੇ, ਪਹਿਲਾਂ ਤਾਂ ਕਹਿੰਦੇ ਅਸੀਂ ਇੱਥੋਂ ਲਿਜਾ ਕੇ ਉੱਥੇ ਉਹਨਾਂ ਨੂੰ ਅਸੀਂ ਕਰਨਾ ਹੈ ਟਰਾਈ। ਉਹ ਕਹਿੰਦੇ ਨੋ ਬਿਲਕੁਲ ਨਹੀਂ ਜਾ ਸਕਦੇ, ਉਹ ਕੇਸ ਉਹ ਲੈਣਾ ਪਿਆ ਲਾ ਵਾਪਸ। ਹੁਣ ਨਵਾਂ ਲਾ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਲਾ, ਉਹਦੇ ਵਿੱਚੋਂ ਕਹਿੰਦੇ ਵੀ ਜਿਹੜਾ ਵੀ ਇੱਥੇ ਬਾਹਰਲਾ ਬੰਦਾ ਆਇਆ ਜਾਂ ਇੱਥੇ ਮੁਜ਼ਾਹਰੇ ਕੀਤੇ ਜਾਂ ਦੇਸ਼ ਦੇ ਖਿਲਾਫ ਗੱਲ ਕੀਤੀ, ਉਹਨਾਂ ਤੇ ਕੇਸ ਅਸੀਂ ਪਾਵਾਂਗੇ, ਪਰਚਾ ਦਰਜ ਕਰਾਵਾਂਗੇ। ਉਹ ਐਂ ਕਹਿੰਦੇ ਆ। ਤੇ ਹੁਣ खड़कदी बहुत है पुलिस के नाल। वीकेंड ते एतवार नूं फेर खड़की है बहुत ज़्यादा। ये सौखा नहीं। हुण 2047 तक जिहड़ा बड़ा उत्थे फर्क पैना है, याद रखियो तुसीं। ते आखिरी जिहड़ा हांगकांग दा लास्ट जिहड़ा ब्रिटिश गवर्नर सी, क्रिस पैटन सी उहदा नाम, उन्हें भी ये गल लिखी है, कहना बई ये जिहड़ा ये देश है ये चीन दे थल्ले, इनू किवें दुनिया दा वैस्ट दा बहुत इंटरस्ट है हांगकांग नू सॉवरन रखण लई। चीन दे मुੱਢ बहणगे जे वो हांगकांग नू कायम रखणगे। जिनपिंग दा जोर चले वो हड़प जे हांगकांग नू दिनां च। हांगकांग दे सिपाही उत्थे फिरन हुण करोना वायरस के चक्कर दे विच तैयार सी, मिलटरी बरूहां ते खड़ी सी भी असीं बनना अंदर जाके कंट्रोल असीं कर, पर नहीं होण दिता उहने। बहुत वड्डा इशू है हांगकांग दा जिहड़ा 1997 दे विच हो गया, 2047 दे विच इह होना। 1841 दे विच ब्रिटेन ते चाइना दी जिहड़ी इह संधि हुई, फस्ट ओपीयम वार जिहड़ी खत्म हुई सी 1841 च, क्योंकि ब्रिटिशर जिहड़े ने वो समगल कर रहे सी अफीम चीन दे विच। ते 1839 दे विच लड़ाई चल पई। ते उस तो बाद फिर हुण इह जिहड़ा कोशिश चीन दी ये है भी हांगकांग कंट्रोल च ना हो, कंट्रोल च होवे। हांगकांग कंट्रोल नहीं हो रहा। उत्थे दी पीढ़ी चीन दे विच नहीं बसना चाहुंदी, जाके चीन दे सिस्टम च जीव नहीं सकते। वो एक सॉवरन नेशन के तौर पर जिउए ने। साडा भाईचारा भी बहुत बसदा। हांगकांग दा सिखां नाल बहुत वड्डा संबंध है। साडा गदरी बाबियां दी जिहड़ी जू रही है हांगकांग,
ਸਾਰੇ ਦੇਸ਼ ਦੇ ਜਹਾਜ਼ ਸਮੁੰਦਰੀ ਹਾਂਗਕਾਂਗ ਜਾ ਕੇ ਵੜਦੇ। ਪਿਨਾਗ ਸਿੰਗਾਪੁਰ ਪਿਨਾਗ ਦਾ ਰੂਟ ਕਲਕੱਤੇੋਂ ਚਾਹੇ ਮਦਰਾਸ ਤੋਂ ਹਾਂਗਕਾਂਗ ਜਾਂਦੇ। ਹਾਂਗਕਾਂਗ ਦੀ ਧਰਤੀ ਤੇ ਸਾਡੇ ਵੱਡਿਆਂ ਦੀਆਂ ਪੈੜਾਂ ਨੇ। ਹਾਂਗਕਾਂਗ ਜਿਹੜਾ ਇਹਨਾਂ ਤੋਂ ਮੁਕਤ ਰਹਿਣਾ ਚਾਹੀਦਾ, ਰਹੇਗਾ ਜਾਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਮਾਂ ਹਲੇ 47 ਕਦ ਹੈ, ਹਲੇ 20 ਹੈ, 27 ਸਾਲ ਨੇ। ਇੱਥੇ ਤਾਨਾਸ਼ਾਹ ਰਸ਼ੀਆ ਵਰਗੇ ਖਖੜੀਆਂ ਕਰੇਲੇ ਹੋ ਗਏ ਜਿਹੜੇ ਨੇ 16 17 ਦੇਸ਼ਾਂ ਤੁਰੇ ਫਿਰਦੇ ਨੇ। ਕੁਛ ਨਹੀਂ ਪਤਾ ਕੀ ਹੋਣਾ। ਇੱਕ ਜਾਪਾਨ ਦੇ ਨਾ ਜਰਮਨ ਲੇਖਕ ਨੇ ਕਿ ਲਿਖਿਆ, ਉਹ ਕਹਿੰਦਾ ਤਾਜ ਜਿਹੜੇ ਨੇ ਨਾ ਕਰਾਉਨ ਨੇ ਜਿਹੜੇ ਸੜਕਾਂ ਤੇ ਰੁਲੇ ਫਿਰਦੇ ਹੁੰਦੇ ਨੇ, ਕੋਈ ਸਮਾਂ ਆ ਜਾਂਦਾ ਉਸ ਸਮੇਂ ਕੌਮਾਂ ਦਾ ਜ਼ੋਰ ਹੈ ਜਿਹੜਾ ਚੱਕ ਕੇ ਸਿਰ ਤੇ ਰੱਖ ਗਿਆ ਰਹਿ ਗਿਆ ਜਿਹੜਾ ਰਹਿ ਗਿਆ। ਮੇਰੇ ਨਾਲ ਹੁਣ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਹਰਦੀਪ ਸਿੰਘ ਨਿੱਜਰ ਨੇ। ਗੁਰਦੁਆਰਾ ਸਾਹਿਬ ਦੇ ਵਿੱਚ ਵੀਕਐਂਡ ਤੇ ਇੱਕ ਘਟਨਾ ਹੋਈ ਹੈ ਜਿਹਦੇ ਬਾਰੇ ਉਹ ਗੱਲਬਾਤ ਕਮਿਊਨਿਟੀ ਨੂੰ ਦੱਸਣਾ ਚਾਹੁੰਦੇ ਨੇ। ਉਹ ਕੀ ਹੋਈ ਹੈ ਉਹਨਾਂ ਦੀ ਜ਼ੁਬਾਨੀ ਸੁਣਦੇ ਆ, ਕਾਰਨ ਕੀ ਹੋਇਆ ਉਹਦੇ ਵਿੱਚ ਉਹ ਦੱਸਣਗੇ। ਨਿੱਜਰ ਸਾਹਿਬ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਆਪ ਜੀ ਦੇ ਸਰੋਤਿਆਂ ਤੇ ਆਪ ਜੀ ਨੂੰ। ਅੱਛਾ ਵੀਰ ਜੀ, ਕੀ ਗੱਲਬਾਤ ਕੀ ਹੋਈ ਆ ਵੀਕਐਂਡ ਤੇ? ਕੋਈ ਮੈਨੂੰ ਇਹ ਪਤਾ ਲੱਗਿਆ ਵੀ ਗੁਰਦੁਆਰਾ ਸਾਹਿਬ 'ਚ ਝਗੜਾ ਹੋਇਆ, ਉਹ ਕਿਹੜੀ ਗੱਲ ਦਾ ਹੋਇਆ, ਕੀ ਹੋਇਆ ਜੀ? ਇਹ ਜੀ ਆਪਣੇ ਭਾਜੀ 22 ਮਈ ਨੂੰ ਦੁਪਹਿਰ ਨੂੰ 4-5 ਵਜੇ ਦੇ ਤਕਰੀਬਨ ਆਪਣੇ 4-5 ਬੰਦੇ ਆਏ ਤੇ ਉਹਨਾਂ ਨੇ ਆ ਕੇ ਮਤਲਬ ਆਪਾਂ ਬੈਠੇ ਉਹਨਾਂ ਨੂੰ ਜਲ ਪਾਣੀ ਪੁੱਛਿਆ ਤੇ ਉਹਨਾਂ ਨੂੰ ਕਿਹਾ ਵੀ ਜਲ ਪਾਣੀ ਛਕੂਗੇ ਤੇ ਆਪਾਂ ਨੂੰ ਨਹੀਂ ਸੀ ਪਤਾ ਉਹਨਾਂ ਦਾ। ਪਹਿਲਾਂ ਆਪਾਂ ਨੂੰ ਫੋਨ ਆਇਆ ਸੀਗਾ ਵੀ ਆਪਾਂ ਤੁਹਾਡੇ ਦਰਸ਼ਨ ਕਰਨੇ ਆ ਤੇ ਆਪਾਂ ਕਿਹਾ ਵੀ ਆ ਜਾਓ ਗੁਰੂ ਘਰ। ਕੌਣ ਸੀ ਜੀ ਉਹਦੇ ਵਿੱਚ? ਇੱਕ ਖਾਲਸਾ ਦੀਵਾਨ ਸੁਸਾਇਟੀ ਤੋਂ ਐਬਸਪੋਰਟ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ, ਸਾਡੇ ਉਹਨਾਂ ਯੋਧਿਆਂ ਗਦਰੀ ਬਾਬਿਆਂ ਨੇ ਜਿਹੜੀਆਂ ਸੰਸਥਾਵਾਂ ਬਣਾਈਆਂ, ਉਹਨਾਂ ਦੇ ਜਨਰਲ ਸਕੱਤਰ ਆਪਣੇ ਵੀਰ ਤੇਜਿੰਦਰ ਸਿੰਘ ਹੈਪੀ ਗਿੱਲ ਉਹ ਸੀਗਾ ਜੀ, ਤੇ ਆਪਣੇ ਮਲਕੀਤ ਸਿੰਘ ਸੀਗਾ ਤੇ ਕਨਵਰ ਸਿੰਘ ਸੀਗਾ ਤੇ ਨਾਲ ਸਰਤਾਜ ਸਿੰਘ ਸੀਗਾ ਜੀ। ਇਮੀਗ੍ਰੇਸ਼ਨ ਵਕੀਲ ਆ ਤੇ ਇਹ ਆਪਣੇ ਇਮੀਗ੍ਰੇਸ਼ਨ ਦਾ 3 ਵੀਰ ਕੰਮ ਕਰਦੇ ਕੰਸਲਟੈਂਟ। ਹਾਂਜੀ, ਤੇ ਇਹ ਆਏ ਤੇ ਸਾਡੇ ਅਸੀਂ ਆਪਣੇ ਕਾਰ ਸੇਵਾ ਚੱਲ ਰਹੀ ਸੀਗੀ ਮੇਨ ਹਾਲ ਦੇ ਵਿੱਚ। ਰੂਫਿੰਗ ਦੀ ਤੇ 10 ਦੀ ਸੇਵਾ ਵਾਲੀ ਟੀਮ ਸਾਰੀ ਲੱਗੀ ਹੋਈ ਸੀ ਤੇ ਸਾਡੇ ਮੈਨੇਜਰ ਨੇ ਆ ਕੇ ਮੈਨੂੰ ਦੱਸਿਆ ਵੀ ਉਹ ਆ ਗਿਆ, ਸਿੰਘ ਮਿਲਣਾ ਚਾਹੁੰਦੇ ਆ। ਮੈਂ ਚਲੋ ਸਕੈਪਲ ਤੋਂ ਉੱਤਰ ਕੇ ਥੱਲੇ ਗਿਆ, ਉਹਨਾਂ ਨਾਲ ਗੱਲਬਾਤ ਕੀਤੀ, ਹਾਊਸ ਦੇ ਵਿੱਚ ਆ ਕੇ ਜਲ ਪਾਣੀ ਪੁੱਛਿਆ ਤੇ ਉਹਨਾਂ ਨੂੰ ਤੇ ਬੈਠਾ ਤੇ ਜਦ ਸਾਡੇ ਸਿਕਿਉਰਟੀ ਗਾਰਡ ਤੇ ਗੁਰੂ ਘਰ ਦੇ ਵਿੱਚ ਸਾਡੇ ਨਾਲ ਹਰ ਸਮੇਂ ਸੇਵਾਵਾਂ ਕਰਦੇ ਨੌਜਵਾਨ ਵੀਰ ਉਹ ਵੀ 1-2 ਆ ਗਏ ਤੇ ਉਹਨਾਂ ਨਾਲ ਗੱਲ ਕਰਨੀ ਚਾਹੀ ਤੇ ਉਹਨੇ ਕਿਹਾ ਵੀ ਆਪਣਾ ਫੋਨ ਦਿਓ ਸਾਡੇ ਸਿਕਿਉਰਟੀ ਗਾਰਡ ਨੂੰ। ਉਹਨਾਂ ਨੇ ਆਪਣਾ ਫੋਨ ਉਹਨਾਂ ਨੂੰ ਦੇ ਦਿੱਤਾ ਤੇ ਜਦੋਂ ਉਹਨਾਂ ਨੇ ਫੋਨ ਦਿੱਤਾ ਤੇ ਉਹਦਾ ਫੋਨ ਦੇਖ ਕੇ ਆਪਣੇ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਦੇ ਸਾਡੇ ਸਰਮੌਰ ਸੰਸਥਾ ਦੇ ਜਨਰਲ ਸਕੱਤਰ ਉਹਨਾਂ ਨੇ ਫੋਨ ਫੜਿਆ ਤੇ ਮੈਨੂੰ ਬੜਾ ਔਤ ਲੱਗਾ ਬਾਈ ਜੀ। ਮੈਂ ਉਹਨਾਂ ਨੂੰ ਕਿਹਾ ਵੀ ਇਹ ਤਰੀਕਾ ਤੁਹਾਡਾ ਬੜਾ ਗਲਤ ਆ ਤੇ ਸਾਡੇ ਵਰਕਰ ਤੇ ਜਾਂ ਸਾਡੇ ਸੇਵਾਦਾਰਾਂ ਦਾ ਇਸ ਤਰ੍ਹਾਂ ਦਾ ਫੋਨ ਫੜਨਾ ਬੜੀ ਗਲਤ ਗੱਲ ਹੈ। ਤੇ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਗਾਲੀ ਗਲੋਚ ਹੋਇਆ ਤੇ ਮੈਂ ਉਹਨਾਂ ਨੂੰ ਪੁਲਿਸ ਨੂੰ ਕਾਲ ਕਰ ਦਿੱਤੀ। ਚਲੋ ਪੁਲਿਸ ਆ ਗਈ ਤੇ ਸਾਡੇ ਜਿਹੜੇ ਸੇਵਾਦਾਰ ਆ ਉਹਨਾਂ ਤੇ ਉਹਨੀ ਐਲੀਗੇਸ਼ਨ ਇਹ ਲਾਇਆ ਵੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਸੰਸਥਾ ਆ ਉਹਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵਾਲੇ ਵੀਰ ਵੀ ਆ ਜਾਂ ਹੋਰ ਆ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇ ਗੁਰੂ ਮਹਾਰਾਜ ਜਾਣਦੇ ਆ ਵੀ ਕੀ ਚੱਲ ਰਿਹਾ ਜਾਂ ਕਿਸੇ ਦੀ ਕੀ ਭਾਵਨਾ ਹੋ ਸਕਦੀ ਹੈ। ਤੇ ਉਹ ਧੋਖਾ ਧੜੀ ਦਾ ਜਿਹੜਾ ਮਾਮਲਾ ਆ ਉਹ ਕੋਈ ਸੀਗਾ ਸਪੋਰਟ ਤੇ ਆਪਣੇ ਫੇਸਬੁੱਕ ਤੇ ਕਿਸੇ ਨੇ ਪਾ ਦਿੱਤੀ ਪੋਸਟ, ਉਹਦੇ ਸੰਬੰਧ ਵਿੱਚ ਉਹ ਗੁਰਦੁਆਰਾ ਸਾਹਿਬ ਆਏ। ਉਹਨਾਂ ਨੇ ਸਾਡੇ ਸੇਵਾਦਾਰਾਂ ਤੇ ਜਾਂ ਸਾਡੇ ਸਿਕਿਉਰਟੀ ਗਾਰਡ ਤੇ ਇਹ ਨਿਸ਼ਾਨਾ ਬਿੰਨਿਆ ਵੀ ਸ਼ਾਇਦ ਇਹ ਬੰਦਿਆਂ ਨੇ ਪਾਈ। ਉਹਦੇ ਕਾਰਨ ਕਰਕੇ ਮੰਨ ਲਓ ਉਹਨੇ ਗਾਲੀ ਗਲੋਚ ਕੀਤਾ ਤੇ ਮੰਨ ਲਓ ਪੁਲਿਸ ਸੱਦਣੀ ਪਈ ਕਿਉਂਕਿ ਆਪਾਂ ਨਹੀਂ ਚਾਹੁੰਦੇ ਇਹ ਸਾਡੀ ਸਾਂਝੀ ਸੰਗਤੀ ਸੰਸਥਾ ਵਾ। ਤੇ ਦਾਸ ਨੇ ਆਪ ਪੁਲਿਸ ਨੂੰ ਖੁਦ ਫੋਨ ਕੀਤਾ ਵੀ ਮਤਲਬ ਇਹ ਸਾਡੇ ਆਫਿਸ ਦੇ ਵਿੱਚ ਹੋ ਰਿਹਾ। ਚਲੋ ਪੁਲਿਸ ਆਈ,
ਪੁਲਿਸ ਨੇ ਉਹਨਾਂ ਨੂੰ ਘਰੇ ਭੇਜ ਦਿੱਤਾ। ਤੇ ਆਪਣੇ ਦੁੱਖ ਦੀ ਗੱਲ ਇਹ ਹੈ, ਇੱਕ ਸੰਸਥਾ ਦਾ, ਉਹ ਵੀ ਖਾਲਸਾ ਦੀਵਾਨ ਸੁਸਾਇਟੀ ਦਾ ਜਨਰਲ ਸਕੱਤਰ ਹੋਵੇ, ਉਹ ਪੁਲਿਸ ਵਾਲਿਆਂ ਨੂੰ ਦੇਖ ਕੇ ਚੋਰੀ ਦੇਣੀ ਭੱਜ ਜਾਵੇ। ਠੀਕ ਹੈ ਜੀ, ਉਹ ਬੜੀ ਅੱਧ ਘਟਨਾ ਨਿੰਦਣਯੋਗ ਹੈ ਜੀ। ਉਹਨੂੰ ਇਹੋ ਜਿਹੇ ਵੀਰ ਨੂੰ ਅਸੀਂ ਪ੍ਰਬੰਧਕ ਹਾਂ, ਜੇ ਉਹਨਾਂ ਨੂੰ ਕੋਈ ਗੱਲਬਾਤ ਸੀ ਸਾਡੇ ਨਾਲ ਗੱਲ ਪਿਆਰ ਨਾਲ ਕਰਦੇ, ਉਹ ਚਲ ਗਏ। ਤੇ ਉਹਦੇ ਕਰਕੇ ਇਹ ਸੱਜਣਾ ਨੇ ਸਾਡੇ ਸਿਕਿਉਰਿਟੀ ਤੇ ਸੇਵਾਦਾਰਾਂ ਤੇ ਸ਼ੱਕ ਕੀਤਾ ਤੇ ਇਹ ਜਿਹੜੀ ਸਾਰੀ ਇਸ ਨੂੰ ਇਹ ਚੜ੍ਹ ਕੇ ਗੁਰੂ ਘਰ ਆਏ। ਫਿਰ ਦੂਸਰੇ ਦਿਨ ਐਤਵਾਰ ਅਸੀਂ ਸ਼ਨੀਵਾਰ ਸ਼ਾਮ ਨੂੰ ਆਪਣੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਸੱਦੀ ਦਾਸ ਨੇ ਵੀ, ਕਿਉਂਕਿ ਦਾਸ ਕੋਈ ਫੈਸਲਾ ਨਹੀਂ ਇਕੱਲਾ ਲੈ ਸਕਦਾ, ਕਿਉਂਕਿ ਕੱਲ੍ਹ ਨੂੰ ਸਾਨੂੰ ਸੰਗਤਾਂ ਦੇ ਵੀ ਤੇ ਸਾਡੇ ਸੇਵਾਦਾਰਾਂ ਨੇ ਫੈਸਲਾ ਕੀਤਾ ਤੇ ਇਹਨਾਂ ਚੌਹਾਂ ਬੰਦਿਆਂ ਨੂੰ ਬੈਨ ਕੀਤਾ ਜਾਵੇ ਮਤਲਬ ਫੈਸਲੇ ਦੇ ਵਿੱਚ। ਤੇ ਉਹ ਫੈਸਲਾ ਹੋ ਗਿਆ ਤੇ ਅਸੀਂ ਕਿਹਾ ਵੀ ਠੀਕ ਆ। ਉਸ ਤੋਂ ਬਾਅਦ ਇਹ ਵੀਰ ਸਾਡੇ ਨਾਲ ਕੱਲ੍ਹ ਸੰਡੇ ਨਹੀਂ ਦਿਨੇ ਸੰਪਰਕ ਕੀਤਾ। ਇਹਨਾਂ ਨੇ ਮਾਫੀਨਾਮਾ ਲਿਖਤੀ ਮਾਫੀਨਾਮਾ ਮੰਗਿਆ ਸਾਡੇ ਨਾਲ। ਇਹਨਾਂ ਚੋਂ 2 ਬੰਦਿਆਂ ਨੇ, ਨਾ ਕਿ 4 ਨੇ। ਅੱਛਾ, ਜਿਹੜੇ ਨਾਲ ਇੱਕ ਜਤਿੰਦਰ ਸਿੰਘ ਹੈਪੀ ਗਿੱਲ ਨੂੰ ਤਾਂ ਅਸੀਂ ਜਾਣਦੇ ਹਾਂ, ਹੋਰ ਕਿਹੜੇ ਕਿਹੜੇ ਬੰਦੇ ਸੀ? ਇੱਕ ਕੌਣ ਸੀ? ਮਲਕੀਤ ਸਿੰਘ ਤੁਸੀਂ ਕਿਹਾ? ਹਾਂਜੀ, ਇੱਕ ਕਨਵਰ ਸਿੰਘ ਸੀਗਾ ਜੀ, ਇੱਕ ਕਨਵਰ ਸਿੰਘ ਸੀਗਾ। ਹਾਂਜੀ। ਅੱਛਾ ਜੀ, ਤੇ ਚੌਥਾ? ਸਰਤਾਜ ਸਿੰਘ। ਹਾਂਜੀ, ਸਰਤਾਜ ਸਿੰਘ। ਅੱਛਾ, ਮੈਨੂੰ ਇਹ ਦੱਸਿਓ ਬਈ ਇਹ ਤੁਹਾਡੇ ਤੇ ਇਹਨੇ ਗੁਰਦੁਆਰਾ ਸਾਹਿਬ ਤੇ ਕਿਉਂ ਸ਼ੱਕ ਕੀਤੀ ਵੀ ਤੁਸੀਂ ਉਹ WhatsApp ਤੇ ਤੁਰੀ ਫਿਰਦੀ ਹੈ ਜਿਹਦੇ ਵਿੱਚ ਇਹਨਾਂ ਦੀ ਲਿਖਿਆ ਹੋਇਆ ਵੀ ਇਹ ਬੰਦੇ ਸੱਦਦੇ ਆ, ਇਸ ਤਰ੍ਹਾਂ ਸੱਦਦੇ ਆ ਇੰਡੀਆ ਤੋਂ, ਉਹੀ ਪੋਸਟ ਆ, ਉਸ ਦੀ ਗੱਲ ਕਰਦੇ ਹੋ ਤੁਸੀਂ? ਹਾਂਜੀ ਹਾਂਜੀ, ਸਾਡੇ ਤੇ ਨਹੀਂ। ਅੱਛਾ, ਤਾਂ ਤੁਹਾਡੇ ਲਈ ਕਿਉਂ ਕਿਹਾ ਉਹਨਾਂ ਨੇ? ਜਿਹੜੇ ਮੰਨ ਲਓ ਸਾਡੇ ਇੱਥੇ ਗੁਰੂ ਘਰ ਸੇਵਾ ਕਰਦੇ ਸਿੰਘ ਜਾਂ ਸਾਡੇ ਸਿਕਿਉਰਿਟੀ ਗਾਰਡ, ਉਹਨਾਂ ਤੇ ਸ਼ੱਕ ਕਰਦੇ ਸੀਗੇ। ਤੇ ਮੈਂ ਇਹ ਗੱਲ ਕਹੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆ ਜਾਓ, ਜੇ ਸਾਡੇ ਸੇਵਾਦਾਰ ਜਾਂ ਸਾਡੇ ਸਿਕਿਉਰਿਟੀ ਗਾਰਡ ਇੱਦਾਂ ਦੀ ਕੋਈ ਹਰਕਤ ਕਰਨਗੇ, ਅਸੀਂ ਜ਼ਿੰਮੇਵਾਰ ਹਾਂ। ਵੈਸੇ ਅਸੀਂ ਵੀ ਮਹਾਰਾਜ ਦੀ ਹਜ਼ੂਰੀ ਚ ਜਾਣ ਨੂੰ ਤਿਆਰ ਹਾਂ ਵੀ ਅਸੀਂ ਇਹੋ ਜਿਹੀਆਂ ਘਟੀਆਂ ਹਰਕਤਾਂ ਨਹੀਂ ਕਰਦੇ। ਤੇ ਮੰਨ ਲਓ ਇੰਨਾ ਕੁ ਅਸੀਂ ਦਮ ਰੱਖਦੇ ਹਾਂ ਵੀ ਅਸੀਂ ਮੂੰਹ ਤੇ ਗੱਲ ਕਰ ਸਕਦੇ ਹਾਂ। ਤੇ ਗੁਰੂ ਪਾਤਸ਼ਾਹ ਦਾ ਏਡਾ ਕੁ ਥਾਪੜ ਸਾਡੇ ਤੇ ਹੈਗਾ। ਤੇ ਅੱਛਾ ਜੀ, ਫੇਰ ਕੀ ਹੋਇਆ? ਫਿਰ ਜੋ ਮੰਨ ਲਓ ਆਪਸ ਵਿੱਚ ਮੰਨ ਲਓ ਇਹਨਾਂ ਨੇ, ਮੈਂ ਕਿਹਾ ਵੀ ਨਹੀਂ ਤੁਸੀਂ ਫੋਨ ਕਰ ਸਕਦੇ, ਤੇ ਗਾਲੀ ਗਲੋਚ ਹੋਇਆ ਤੇ ਫਿਰ ਆਪਾਂ ਨੂੰ ਪੁਲਿਸ ਸੱਦਣੀ ਪਈ। ਤੇ ਉਸ ਤੋਂ ਬਾਅਦ ਸਾਡੀ ਜਦੋਂ ਮੈਨੇਜਮੈਂਟ ਦੀ ਮੀਟਿੰਗ ਹੋਈ ਉਹਦੇ 'ਚ ਇਹਨਾਂ ਨੂੰ ਬੈਨ ਕਰਨ ਦਾ ਮਤਾ ਪਾਸ ਹੋਇਆ। ਫਿਰ ਕੱਲ੍ਹ ਉਹਦੇ ਸੱਜਣ ਵੀਰ ਕਹਿੰਦੇ ਵੀ ਉਹ ਮਾਫੀ ਮੰਗਣਾ ਚਾਹੁੰਦੇ ਆ ਤੇ ਆਪਾਂ ਕਿਹਾ ਵੀ ਗੁਰੂ ਸਾਹਿਬ ਜੀ ਦਾ ਫਰਮਾਨ ਵੀ ਆ, ਜੇ ਕੋਈ ਚੱਲ ਕੇ ਆਉਂਦਾ ਤੇ ਸਾਨੂੰ ਉਹਨੂੰ ਗੱਲ ਨਾਲ ਲਾਉਣਾ ਚਾਹੀਦਾ। ਤੇ ਹਰਦੀਪ ਸਿੰਘ ਜਾਂ ਆਉਣ ਕੀ ਹੁੰਦਾ, ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਵਿੱਚ ਦਿੱਤਾ। ਤੇ ਦਾਸ ਨੇ ਉੱਥੇ ਇਕੱਲੇ ਨੇ ਕੋਈ ਫੈਸਲਾ ਫੇਰ ਵੀ ਨਹੀਂ ਸੁਣਾਇਆ। ਮੈਂ ਕਿਹਾ ਤੁਸੀਂ ਲਿਖਤੀ ਰੂਪ ਵਿੱਚ ਆਪਣਾ ਇਹ ਦੇ ਜਾਓ, ਅਸੀਂ ਆਪਣੀ ਦੁਬਾਰਾ ਮੈਨੇਜਮੈਂਟ ਦੀ ਮੀਟਿੰਗ ਸੱਦਾਂਗੇ, ਉਹਦੇ ਵਿੱਚ ਇਹ ਤੁਹਾਡਾ ਜਿਹੜਾ ਮਾਫੀਨਾਮਾ ਪੱਤਰ ਆ ਇਸ 'ਤੇ ਵਿਚਾਰ ਕੀਤੀ ਜਾਵੇਗੀ। ਜੇ ਉਹ ਸਾਡੀ ਸਾਰੀ ਮੈਨੇਜਮੈਂਟ ਕਮੇਟੀ ਚਾਹਵੇਗੀ ਵੀ ਤੁਹਾਨੂੰ ਮਾਫੀ ਦਿੱਤੀ ਜਾਵੇ ਤੇ ਦਿੱਤੀ ਜਾ ਸਕਦੀ ਆ। ਤੇ ਇਹ ਹਰਦੀਪ ਸਿੰਘ ਦੀ ਜਾਂ ਕਿਸੇ ਦੀ ਵੀ ਤੁਹਾਡੇ ਨਾਲ ਜਾਂ ਕਿਸੇ ਦੇ ਨਾਲ ਕੋਈ ਇੱਦਾਂ ਦੀ ਦੁਸ਼ਮਣਬਾਜ਼ੀ ਜਾਂ ਵਿਰੋਧਤਾ ਨਹੀਂ ਹੈਗੀ। ਤੇ ਮਤਲਬ ਤੁਸੀਂ ਗੁਰੂ ਦੇ ਚਰਨਾਂ ਵਿੱਚ ਆਏ ਤਾਂ ਮੇਰੇ ਵੱਲੋਂ ਕੋਈ ਗੱਲ ਨਹੀਂ, ਪਰ ਮੈਨੂੰ ਇਹ ਮੈਨੇਜਮੈਂਟ ਦੇ ਸਿਸਟਮ ਦੇ ਵਿੱਚ ਵੀ ਹੋਣਾ ਪੈਣਾ, ਕਿਉਂਕਿ ਅਸੀਂ ਮਤਾ ਪਾ ਚੁੱਕੇ ਹਾਂ। ਠੀਕ। ਉਸ ਤੋਂ ਬਾਅਦ ਕੱਲ੍ਹ ਰਾਤੀ ਮੈਂ ਤਕਰੀਬਨ ਚਲ ਗਿਆ ਆਪਣੇ 8:30 ਵਜੇ ਘਰ ਨੂੰ ਚਲ ਗਿਆ। ਸਵੇਰ ਦੇ ਆਏ ਹੋਏ ਸੀਗੇ, ਸੇਵਾਵਾਂ ਚੱਲ ਰਹੀਆਂ ਸੀਗੀਆਂ। ਤੇ ਜਦੋਂ ਮੈਂ ਘਰ ਹਜੇ ਪਹੁੰਚੇ ਸੀਗਾ, ਉਦੋਂ ਮੈਨੂੰ ਮਗਰੇ ਫੋਨ ਆ ਗਿਆ ਵੀ ਇੱਥੇ ਲੜਾਈ ਹੋ ਪਈ। ਤੇ ਮੈਂ ਅੱਛਾ ਜੀ ਵੀ ਪਤਾ ਨਹੀਂ ਕੀ ਗੱਲ ਹੋ ਗਈ। ਤੇ ਮੈਂ ਕਿਹਾ ਸਾਰਿਆਂ ਦਾ ਬਚਾਅ ਆ, ਕਹਿੰਦੇ ਬਚਾਅ ਆ ਬਈ ਮਤਲਬ ਬਈ ਇੱਕ ਮੁੰਡਾ ਸਟੂਡੈਂਟ ਹੈ ਤੇ ਦੂਸਰਾ ਜਿਹੜਾ ਬੰਦਾ ਆ ਇਹਨਾਂ ਦੇ ਨਾਲ ਚੌਥਾ ਬੰਦਾ ਉਹਦੇ ਨਾਲ ਲੜ ਪਿਆ। ਤੇ ਚਲੋ ਉਹਨਾਂ ਨੇ ਜਿਹੜਾ ਤੇ ਕਿਸੇ ਨੇ ਪੁਲਿਸ ਕਾਲ ਕਰ ਦਿੱਤੀ। ਕਾਫੀ ਲੋਕਾਂ ਦਾ ਇਕੱਠ ਹੋਇਆ ਇੱਥੇ, ਕਾਫੀ ਮਤਲਬ 7-8 ਗੱਡੀਆਂ ਪੁਲਿਸ ਦੀਆਂ ਆ ਗਈਆਂ। ਪੁਲਿਸ ਨੇ ਉਸ ਵੀਰ ਨੂੰ ਤੇ ਉਹਦੇ ਭਾਈ ਨੂੰ ਉਹਨਾਂ ਨੂੰ ਕਿਹਾ ਤੁਸੀਂ ਗੁਰਦੁਆਰੇ ਨਹੀਂ ਆ ਸਕਦੇ, ਉਹਨਾਂ ਨੂੰ ਬੈਨ ਕਰ ਦਿੱਤਾ। ਇਹ ਜਿਹੜੇ 4 ਬੰਦੇ ਆਏ ਸੀ ਉਹਨਾਂ ਚੋਂ ਕਿਸੇ ਨੇ ਫੇਰ ਝਗੜਾ ਕੀਤਾ? 4 ਚੋਂ? ਹਾਂਜੀ। ਕਿਹਨੇ? ਇਹ ਆਪਣੇ ਗੁਰਕਨਵਰ ਸਿੰਘ ਨੇ। ਹਾਂਜੀ। ਅੱਛਾ, ਓਕੇ। ਹਾਂਜੀ। ਤੇ ਉਹਨਾਂ ਨੇ ਕੀਤਾ ਤੇ ਪੁਲਿਸ ਸੱਦਣੀ ਪਈ ਤੇ ਪੁਲਿਸ ਨੇ
ਆਪਣੇ ਕੈਮਰਿਆਂ ਦੀ ਫੁਟੇਜ ਵਗੈਰਾ ਦੇਖ ਲਈ ਆ ਤੇ ਆਪਣੇ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਨੇ ਉਹਨਾਂ ਨੂੰ ਘਰੇ ਭੇਜ ਦਿੱਤਾ ਵੀ ਤੁਸੀਂ ਗੁਰੂ ਘਰ ਨਹੀਂ ਆਉਣਾ ਹੈਗਾ, ਵੀ ਅਸੀਂ ਟਰੈਵਲ ਕਰਦੇ ਹਾਂ। ਤੇ ਜਿਹੜਾ ਦੂਸਰਾ ਵੀਰ ਦੇ ਨਾਲ ਵੀ ਲੜਾਈ ਹੋਈ ਤੇ ਉਹਨੂੰ ਵੀ ਘਰੇ ਭੇਜ ਦਿੱਤਾ। ਇਹ ਜੇ ਘਟਨਾ ਵਾਪਰੀ। ਪਰ ਗੱਲ ਮੈਨੂੰ ਨਿੱਜਰ ਸਾਹਿਬ ਇਸ ਗੱਲ ਦਾ ਸਮਝ ਨਹੀਂ ਆਉਂਦੀ। ਚਲੋ WhatsApp ਤੇ ਕੋਈ ਚੀਜ਼ ਵਾਇਰਲ ਹੋ ਗਈ, ਮੈਂ ਉਹ ਵਾਇਰਲ ਹੋਈ ਚੀਜ਼ ਤਾਂ ਕਿਸੇ ਬਾਰੇ ਕੋਈ ਕੁਛ ਪਾ ਸਕਦਾ, ਪਰ ਤੁਹਾਨੂੰ ਆ ਕੇ ਕਹਿਣ ਦਾ ਕੀ ਸੰਬੰਧ ਆ? ਮੈਨੂੰ ਇਹ ਨਹੀਂ ਸਮਝ ਲੱਗ ਰਹੀ। ਉਹ ਤੁਹਾਡੇ ਮੁੰਡੇ ਤੇ ਕਿਉਂ ਸ਼ੱਕ ਕੀਤੀ? ਕੋਈ ਇਹਦੇ ਨਾਲ ਤਾਰ ਜੁੜਦੀ ਹੈ, ਇਹਦੇ ਨਾਲ ਲੜਿਆ, ਉਹ ਕਾਰਨ ਕੀ ਸੀ? ਇਹ ਜੀ ਫੇਸਬੁੱਕ ਤੇ ਪਹਿਲਾਂ ਪਾਈ ਗਈ ਸੀਗੀ। ਅੱਛਾ। ਕੋਈ ਬੰਦਾ ਜੋਗਿੰਦਰ ਸਿੰਘ ਸਭਰਾ, ਪਤਾ ਨਹੀਂ ਸਮਰਾਵਾਂ ਆ, ਉਹ ਬੰਦੇ ਦੇ ਨਾਂ ਤੇ ਕੀਰਤਨੀ, ਉਹਦੀ ID ਤੇ ਲਿਖਿਆ ਕੀਰਤਨੀ ਜਥਾ ਕੁਛ ਵੀ, ਉਹਦੇ ਨਾਂ ਤੇ ਇਹ ਪਾਈ ਗਈ ਸੀ ਤੇ ਗਾਹਾਂ ਇਹ ਵਾਇਰਲ ਹੁੰਦੀ ਹੁੰਦੀ ਸੋਸ਼ਲ ਮੀਡੀਆ ਤੇ ਆਈ। ਉਹਦਾ ਕਾਰਨ ਜਿੱਦਾਂ ਜਿਹੜੇ ਸਾਡੇ ਸਿਕਿਉਰਿਟੀ ਗਾਰਡ ਆ, ਉਹ ਤੁਸੀਂ ਸਾਰਾ ਮੀਡੀਆ ਵੀ ਜਾਣਦਾ, ਉਹਨਾਂ ਦਾ ਨਾਂ ਹੈਗਾ ਚਰਨਜੀਤ ਸਿੰਘ ਸੁੱਜੋਂ, ਉਹ ਲੇਖਕ ਵੀ ਆ ਤੇ ਆਪਣੇ ਉਹ ਲਿਖਤਾਂ ਲਿਖਦੇ ਵੀ ਆ, ਮਤਲਬ ਉਹਨਾਂ ਦੀ ਬਿਲਕੁਲ। ਚਰਨਜੀਤ ਸਿੰਘ ਸੁੱਜੋਂ ਨਾਲ ਲੜਾਈ ਹੋਈ ਹੈ? ਉਹਨਾਂ ਦਾ ਟੈਲੀਫੋਨ ਲੈ ਕੇ ਉਹਨਾਂ ਤੇ ਸ਼ੱਕ ਕਰਦੇ ਸੀਗੇ ਵੀ ਓਕੇ, ਉਹ ਟੈਲੀਫੋਨ ਅਸੀਂ ਚੈੱਕ ਕਰਨਾ ਤੁਹਾਡਾ, ਉਹਨਾਂ ਨੂੰ ਕਹਿੰਦੇ। ਅੱਛਾ, ਠੀਕ। ਹਾਂਜੀ। ਤੇ ਦੋ ਸਾਡੇ ਹੋਰ ਇੱਥੇ ਸੇਵਾਦਾਰ ਸਿੰਘ ਹੁੰਦੇ ਸਾਡੇ ਨਾਲ ਹੀ ਗੁਰੂ ਘਰ ਅਣਤੱਕ ਸਾਡੇ ਨਾਲ ਸੇਵਾਵਾਂ ਕਰਾਉਂਦੇ, ਉਹਨਾਂ ਤੇ ਉਹਨਾਂ ਨੇ ਸ਼ੱਕ ਜ਼ਾਹਰ ਕੀਤੀ ਸੀਗੀ ਤੇ ਅਸੀਂ ਕਿਹਾ ਸੀ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਬੈਠ ਕੇ ਅਰਦਾਸ ਕਰ ਲੈਂਦੇ, ਜੇ ਇਹਨਾਂ ਨੇ ਪੋਸਟ ਪਾਈ ਜਾਂ ਪਵਾਈ ਆ ਵੀ ਗੁਰੂ ਸਾਹਿਬ ਦੇ ਦੇਣਦਾਰ ਹੋਣਗੇ। ਪਰ ਉਹ ਗੱਲ ਇੱਥੇ ਵੱਧ ਗਈ ਜਦੋਂ ਉਹਦਾ ਫੋਨ ਲੈ ਕੇ ਉਹ ਆਪਣੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਸਾਹਿਬ ਦੇਖਣ ਲੱਗ ਪਏ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਹਾਡੇ ਕੋਲ ਕੋਈ ਹੱਕ ਨਹੀਂ ਗਾ ਵੀ ਸਾਡੇ ਸਿਕਿਉਰਿਟੀ ਗਾਰਡ ਦਾ ਤੁਸੀਂ ਲਾਏ ਆਪਣੇ ਫੋਨ ਲੈ ਕੇ ਜਾਂ ਸਾਡੇ ਸੇਵਾਦਾਰਾਂ ਦਾ ਫੋਨ ਲੈ ਕੇ ਚੈੱਕ ਕਰੋ। ਬਿਲਕੁਲ ਪੁਲਿਸ ਤੋਂ ਬਿਨਾਂ ਕੋਈ ਹੱਥ ਨਹੀਂ ਲਾ ਸਕਦਾ, ਇਹ 'ਚ ਕੋਈ ਸ਼ੱਕ ਨਹੀਂ। ਇਹ ਸੁੱਜੋ ਸਾਹਿਬਾਂ ਨੂੰ ਆਇਆ ਨੂੰ ਸਾਲ ਕੁ ਹੋਇਆ, ਮੈਂ ਤਾਂ ਕਿ ਇਹਨਾਂ ਨੂੰ ਕਾਨੂੰਨ ਦਾ ਮੈਂ ਕਿਹਾ ਪਤਾ ਨਹੀਂ ਗਾ ਵੀ ਤੁਸੀਂ ਕਿਸੇ ਦਾ, ਇਹ ਤਾਂ ਹੱਕ ਹੀ ਨਹੀਂ ਗਾ ਕਿਸੇ ਦਾ ਫੋਨ ਤੁਸੀਂ ਲੈ ਕੇ ਦੇਖ ਸਕੋ। ਤੇ ਉਹ ਵੀਰ ਮਤਲਬ ਆਪਸ ਵਿੱਚ ਫਿਰ ਮਤਲਬ ਗੁੱਸੇ ਹੋ ਗਏ, ਮਤਲਬ ਗਾਲੀ ਗਲੋਚ ਕਰਨ ਲੱਗ ਪਏ ਤੇ ਸਾਨੂੰ ਫਿਰ ਪੁਲਿਸ ਸੱਦਣੀ ਪਈ। ਇਹ ਕਾਰਨ ਹੋਇਆ ਜੀ। ਤੇ ਫਿਰ ਹੁਣ ਆਖਰ ਦੇ ਵਿੱਚ ਇਹ ਆ ਵੀ ਤੁਸੀਂ ਇਸ ਨੂੰ ਜਿਹੜਾ ਕੀਤਾ, ਜਿਹੜਾ ਉਹਨਾਂ ਨੇ ਲਿਖਤੀ ਮਾਫੀਨਾਮਾ ਭੇਜਿਆ, ਉਹਦੇ ਤੇ ਵਿਚਾਰ ਕੀਤੀ ਹੈ ਹਾਲੇ ਤੱਕ ਕਿ ਨਹੀਂ? ਨਹੀਂ ਜੀ, ਕੱਲ ਸ਼ਾਮੀ ਸਾਡੇ ਕੋਲ ਉਹ ਤਕਰੀਬਨ ਸਾਡੇ ਕੋਲੋਂ 8 ਵਜੇ ਉਹ ਗਏ ਆ ਜੀ। ਇਹ 8:30 ਪੌਣੇ 9 ਦੀ ਘਟਨਾ ਦੁਬਾਰਾ ਵਾਪਰ ਗਈ ਆ। 1 ਘੰਟਾ ਵੀ ਨਹੀਂ ਉਹਨਾਂ ਵੀਰਾਂ ਨੇ ਪੈਣ ਦਿੱਤਾ ਵੀ ਜੀ ਮਾਫੀਨਾਮੇ ਤੇ, ਹਨਾ। ਤੇ ਮੈਂ ਜਦੋਂ ਮਾਫੀਨਾਮਾ ਹੋ ਗਏ ਤੇ ਮੈਂ ਘਰ ਨੂੰ ਚਲ ਗਿਆ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣੀ ਮੈਨੇਜਮੈਂਟ ਦੀ ਮੀਟਿੰਗ ਸੱਦਾਂਗੇ, ਉਹਦੇ ਵਿੱਚ ਜੋ ਫੈਸਲਾ ਹੋਊਗਾ ਤੁਹਾਨੂੰ ਦੱਸ ਦਿਆਂਗੇ ਵੀ ਅਸੀਂ ਉਹਨਾਂ ਦੇ ਸੁਹਿਰਦ ਕਰਾਂਗੇ। ਤੇ ਭਾਈ ਉਹਨੇ ਮਾਫੀਨਾਮਾ ਮੰਗ ਲਿਆ ਵੀ ਜੇ ਗੁਰੂ ਦੀ ਚਰਨ ਛੰਦ ਦੇ ਵਿੱਚ ਆਉਂਦਾ ਉਹਨੂੰ ਮਾਫ ਕੀਤਾ ਜਾਂਦਾ। ਇਹ ਸਾਡਾ ਸਿੱਖੀ ਦਾ ਸਿਧਾਂਤ ਵੀ ਤੇ ਮਾਰਗਦਰਸ਼ਕ ਵੀ ਹੈਗਾ ਤੇ ਪਰ ਇਹ ਮੈਂ ਇਕੱਲਾ ਨਹੀਂ ਕਰ ਸਕਦਾ। ਸਾਡੀ ਜਦੋਂ ਮਾਫੀਨਾਮਾ ਮੰਗਿਆ ਉਹਦੇ ਵਿੱਚ ਸਾਡੇ ਜਨਰਲ ਸਕੱਤਰ ਭੁਪਿੰਦਰ ਸਿੰਘ ਹੋਠੀ ਜੀ, ਗੁਰਮੀਤ ਸਿੰਘ ਤੂਰ ਜੀ ਤੇ ਸਾਡੇ ਸਿਕਿਉਰਿਟੀ ਗਾਰਡ ਤੇ ਉਹਨਾਂ ਦੇ ਨਾਲ ਵੀ ਮਤਲਬ 1-2 ਸਿੰਘ ਆਏ ਸੀਗੇ। ਸਾਰਿਆਂ ਨੇ ਬੈਠ ਕੇ ਉਹ ਗੱਲਬਾਤ ਲੈ ਕੇ ਮਤਲਬ ਇਹ ਮਾਫੀਨਾਮਾ ਮੰਗਿਆ ਸੀਗਾ ਵੀ ਅਸੀਂ ਕਿਹਾ ਸੀ ਕਮੇਟੀ ਦੇ ਵਿੱਚ ਵਿਚਾਰਾਂਗੇ, ਕਿਉਂਕਿ ਹਜੇ ਕਮੇਟੀ ਦੀ ਮੀਟਿੰਗ ਤਾਂ ਅੱਜ ਜਾਂ ਕੱਲ੍ਹ ਨੂੰ ਕਰਦੇ, ਜਦਕਿ ਆਹ ਘਟਨਾ ਮਗਰੇ ਅੱਧੇ ਘੰਟੇ ਬਾਅਦ ਹੀ ਵਾਪਰ ਗਈ ਜੀ। ਠੀਕ ਹੈ ਵੀਰ ਜੀ, ਧੰਨਵਾਦ। ਧੰਨਵਾਦ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਪਾਰਕ ਸੰਦੇਸ਼ ਬਾਅਦ ਜਤਿੰਦਰ ਸਿੰਘ ਗਿੱਲ ਉਹਨਾਂ ਨਾਲ ਮੈਂ ਸੰਪਰਕ ਕਰ ਰਿਹਾ, ਮੇਰੇ ਨਾਲ ਹੋਲ ਤੇ ਨੇ, ਉਹਨਾਂ ਤੋਂ ਪੁੱਛ ਰਿਹਾ ਵੀ ਇਹ ਕੀ ਘਟਨਾ ਹੋਈ। ਦੋਨੇ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰੀ ਡੈਲਟਾ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ, ਪਹਿਲਾਂ ਤਾਂ ਸ਼ੁੱਕਰਵਾਰ ਦੀ ਗੱਲ ਹੈ, ਉਸ ਤੋਂ ਬਾਅਦ ਰਾਤ ਫਿਰ ਜਿਹੜੀ ਕੁਛ ਖਬਰਾਂ ਆਈਆਂ ਨੇ ਵੀ ਨਾਈਫ ਉੱਥੇ ਦਿਖਾਇਆ ਗਿਆ। ਫਿਰ ਪੁਲਿਸ ਦੀਆਂ 7 ਗੱਡੀਆਂ ਆਈਆਂ ਤੇ ਇਹ 4 ਜਣੇ ਜਿਨ੍ਹਾਂ 'ਚ ਜਤਿੰਦਰ ਸਿੰਘ ਗਿੱਲ ਮੇਰੇ ਨਾਲ ਨੇ, ਹੁਣ ਉਹ ਜਨਰਲ ਸਕੱਤਰ ਨੇ ਆਪਣੇ ਐਬਸਫੋਰਡ ਵਾਲੇ ਖਾਲਸਾ ਦੀਵਾਨ ਸੁਸਾਇਟੀ, ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ, ਪਹਿਲਾ ਗੁਰਦੁਆਰਾ, ਪੁਰਾਣਾ ਨਹੀਂ ਸੌਰੀ ਇਤਿਹਾਸਕ ਗੁਰਦੁਆਰਾ, ਉਸ ਦੇ ਤੇ ਨਾਲ ਤਨਵਰ ਸਿੰਘ ਹੋਣੀ, ਮਲਕੀਤ ਸਿੰਘ, ਸਰਤਾਜ ਸਿੰਘ, ਇਹ 4 ਨਾਂ ਨੇ ਜਿਹੜੇ ਮੁੱਖ ਸੇਵਾਦਾਰ ਨਿੱਜਰ ਸਾਹਿਬ ਦੱਸ ਕੇ ਗਏ ਨੇ। ਹੁਣ ਜਤਿੰਦਰ ਸਿੰਘ ਗਿੱਲ ਉਹਨਾਂ ਤੋਂ ਪੁੱਛਦੇ ਆ ਇਹਨਾਂ ਦਾ ਜਿਹੜਾ ਉਸ ਤੇ ਕੀ ਕਹਿਣਾ।
ਜੀ ਧੰਨਵਾਦ ਤੁਹਾਡਾ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਡੇ ਸਰੋਤਿਆਂ ਦਾ ਤੇ ਮੈਨੇਜਮੈਂਟ ਦਾ, ਜਿਹੜਾ ਤੁਸੀਂ ਇਹ ਗੱਲ ਰੱਖਣ ਦਾ ਮੈਨੂੰ ਮੌਕਾ ਦਿੱਤਾ। ਜਿਹੜਾ ਇਹ ਬਾਕੀ ਕੀ ਗੱਲ ਹੋਈ ਗੱਲ ਕਰਦੇ, ਇਹ ਹੋਇਆ ਕਿ ਸਾਡੀ ਇੱਕ ਪੋਸਟ ਪਾਈ ਗਈ, ਜਿਹੜੇ ਬੰਦਿਆਂ ਨੇ ਮੇਰੀ ਪੋਸਟ ਪਾਈ ਗਈ ਉਹਦੇ ਉੱਪਰ ਲਿਖਿਆ ਗਿਆ ਵੀ ਇਹ ਠੱਗ ਨੇ, ਏਦਾਂ ਨੇ, ਹਨਾ। ਮੈਂ ਉਹ ਬੰਦਿਆਂ ਨੂੰ ਕਦੇ ਜ਼ਿੰਦਗੀ ਦੇ ਵਿੱਚ ਮਿਲਿਆ ਵੀ ਨਹੀਂ, ਟਹਿਲ ਸਿੰਘ ਉਹਨਾਂ ਨੂੰ। ਮੈਨੂੰ ਉਹਦੇ ਬੰਦੇ ਬਾਰੇ ਕੋਈ ਪਤਾ ਨਹੀਂ, ਨਾ ਮੈਂ ਜੁਝਾਰ ਸਿੰਘ ਨੂੰ ਕਦੇ ਮਿਲਿਆ, ਨਾ ਮੈਨੂੰ ਉਹਨਾਂ ਦੇ ਕੋਈ ਪਰਿਵਾਰ ਬਾਰੇ ਪਤਾ, ਹਨਾ। ਉਦਣ ਉੱਥੇ ਗੁਰਦੁਆਰੇ ਗਏ ਤਾਂ ਮੈਂ ਤਾਂ ਕੁਦਰਤੀ, ਜਿਵੇਂ ਉਹਨਾਂ ਨੇ ਕਿਹਾ ਵੀ ਆਪਾਂ ਚੱਲ ਕੇ ਗੱਲ ਕਰ ਲੈਂਦੇ ਹਾਂ, ਹਨਾ। ਉੱਥੇ ਇੱਕ ਸਿੰਘ ਸੀ, ਮੈਂ ਤਾਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ, ਮੈਨੂੰ ਤਾਂ ਪਤਾ ਨਹੀਂ ਸੀ, ਨਾਂ ਵੀ ਨਹੀਂ ਸੀ ਇਹਨਾਂ ਦੇ ਕਿਸੇ ਦੇ ਪਤਾ। ਉਹ ਇੱਕ ਸਿੰਘ ਨੂੰ ਇੱਕ ਨੇ ਬੇਨਤੀ ਕਰੀ ਵੀ ਭਾਈ ਆਹ ਫੋਨ ਦੇ ਵਿੱਚ ਸਾਨੂੰ ਤੇਰੇ ਤੇ ਸ਼ੱਕ ਆ। ਉਹਨੇ ਸਿੰਘ ਨੇ ਤਾਂ ਜਦੀ ਫੋਨ ਫੜਾ ਦੇਣਾ ਵੀ ਜੇ ਸ਼ੱਕ ਆ ਕੱਢ ਲਓ, ਕੋਈ ਚੱਕਰ ਨਹੀਂ। ਉਹਨੇ ਤੇ ਕੋਈ ਉਹਨੂੰ ਇਤਰਾਜ਼ ਨਹੀਂ ਹੋਇਆ ਤੇ ਉਹਨੇ ਤਾਂ ਫੋਨ ਵੀ ਦਿਖਾਤਾ ਸੀ। ਉਹ ਫੋਨ ਮੈਨੂੰ ਫੜਾ ਕੇ ਤੇ ਉਹ ਆਰਾਮ ਨਾਲ ਬਹਿ ਵੀ ਗਿਆ ਸੀ। ਉਹਦੇ ਤੇ ਪ੍ਰਧਾਨ ਸਾਹਿਬ ਨੇ ਥੋੜਾ ਜਿਹਾ ਇਤਰਾਜ਼ ਕਰਿਆ ਤੇ ਇਤਰਾਜ਼ ਕਰਨ ਤੋਂ ਬਾਅਦ ਕੀ ਹੋਇਆ ਵੀ ਉੱਥੇ ਉਹ ਨਾਲ ਇੱਕ ਮੁੰਡਾ ਹੋਰ ਸੀ, ਕੋਈ ਗੁਰਕਮਲ ਸੀਗਾ ਜੀ। ਉਹ ਇਹਨਾਂ ਦਾ ਪੁਰਾਣਾ ਕੋਈ ਸੀਗਾ ਆਪਸ ਵਿੱਚ ਲਿਹਾਜੀ। ਉਹ ਇਹਨਾਂ ਨੂੰ ਮੰਦਾ ਚੰਗਾ ਵੀ ਬੋਲਣ ਲੱਗ ਗਿਆ, ਗਾਲਾਂ ਵੀ, ਤੁਸੀਂ ਏਦਾਂ ਮੁੰਡੇ ਮਰਵਾਏ ਨੇ ਇੰਡੀਆ ਦੇ ਵਿੱਚ, ਫਲਾਨਾ ਕਹਿਣ ਲੱਗ ਗਿਆ। ਉਹ ਆਪਣੇ ਨਿੱਜਰ, ਉਹਨਾਂ ਨੂੰ ਨਿੱਜਰ ਸਾਹਿਬ ਨੂੰ ਕਹਿਣ ਲੱਗ ਗਿਆ ਉਹ ਵੀ ਤੁਸੀਂ ਜਿਹੜਾ ਤੁਹਾਡੇ ਨਾਲ ਗਿਆ ਸੀ ਲਏ ਨੇ। ਸੁਣਿਓ ਮੇਰੀ ਗੱਲ ਸੁਣਿਓ, ਤੁਹਾਡੇ ਨਾਲ ਜਿਹੜਾ ਗਿਆ ਸੀ ਮੁੰਡਾ ਗੁਰਕਮਲ ਸਿੰਘ। ਹਾਂਜੀ। ਅੱਛਾ, ਤੁਹਾਡੇ ਨਾਲ ਕੌਣ ਕੌਣ ਗਏ ਸੀ? ਇੱਕ ਤੁਸੀਂ ਸੀ, ਹੋਰ ਕੌਣ ਸੀ ਤੁਹਾਡੇ ਨਾਲ? ਮੇਰੇ ਨਾਲ ਨਹੀਂ ਉੱਥੇ ਉਹ ਗਏ ਹੈਗੇ, ਮੈਂ ਤਾਂ ਇਕੱਲਾ ਹੀ ਗਿਆ। ਨਹੀਂ, ਜਿਹੜੇ ਇਹ ਕਹਿੰਦੇ ਨੇ ਤਨਵਰ ਸਿੰਘ, ਮਲਕੀਤ ਸਿੰਘ, ਤਨਵਰ ਸਿੰਘ, ਸਰਤਾਜ ਸਿੰਘ, ਉੱਥੇ ਬੈਠੇ ਸੀ ਜਦੋਂ ਮੈਂ ਆਇਆ, ਹਨਾ। ਇਹ ਦਫ਼ਤਰ 'ਚ ਬੈਠੇ ਸੀ ਉੱਥੇ। ਤੁਸੀਂ ਇਹਨਾਂ ਚ ਜਾਣਦੇ ਹੋ ਕਿਸੇ ਨੂੰ? ਮਲਕੀਤ ਸਿੰਘ ਨੂੰ ਮੈਂ ਮਿਲਿਆ ਇੱਕ ਦੋ ਵਾਰੀ ਤੇ ਮੈਂ ਤਾਂ ਉਹਨੂੰ ਸਰਤਾਜ ਸਿੰਘ ਨੂੰ ਫੋਨ ਕਰਿਆ ਸੀਗਾ। ਨਹੀਂ, ਸਰਤਾਜ ਸਿੰਘ ਨੂੰ ਵੀ ਜਾਣਦੇ ਹੋ? ਕਿਹਨੂੰ ਜੀ? ਸਰਤਾਜ ਸਿੰਘ? ਨਹੀਂ, ਮੈਂ ਨਹੀਂ ਜਾਣਦਾ ਉਹਨੂੰ। ਕੌਣ? ਅੱਛਾ, ਓਕੇ। ਉਹ ਵੀ ਉਹ ਲਿਖਿਆ ਹੋਇਆ ਵੀ ਨਾਲ। ਨਹੀਂ, ਉੱਥੇ ਇਹ ਗੱਲਾਂ ਕਰਨ ਲੱਗ ਗਏ ਤੇ ਆਸ ਵਿੱਚ, ਤੇ ਉਹਨੇ ਇਹਦੇ ਤੇ ਪ੍ਰਧਾਨ ਸਾਹਿਬ ਤੇ ਕਾਫੀ ਇਲਜ਼ਾਮ ਲਾਏ ਵੀ ਇਹਨਾਂ ਨੇ ਜੀ ਮੁੰਡੇ ਮਰਵਾਏ ਆ, ਇਹਨਾਂ ਨੇ ਆਹ ਪੈਸੇ ਖਾਧੇ ਆ, ਉੱਥੋਂ ਖਾਧੇ ਆ ਉਹ ਇਹਨਾਂ ਨੂੰ। ਤੇ ਪ੍ਰਧਾਨ ਸਾਹਿਬ ਨੇ ਉਹਨੂੰ ਜਿੰਦਾ ਲਾ ਕੇ ਇਹਨਾਂ ਨੇ ਉਹ ਜਿਹੜੇ ਬੰਦੇ ਅੰਦਰ 10-15 ਸੀਗੇ, ਗ੍ਰਾਂਤੀ ਸਿੰਘ ਸੀ, ਕਮੇਟੀ ਵਾਲੇ ਸੀ, ਤੇ ਇਹਨਾਂ ਨੇ ਫੋਨ ਕਰ ਲਿਆ ਪੁਲਿਸ ਨੂੰ। ਤੇ ਇਹਨਾਂ ਨੇ ਪੁਲਿਸ ਨੂੰ ਫੋਨ ਕਰਿਆ ਤੇ ਇਹਨਾਂ ਦੀ ਅੰਗਰੇਜ਼ੀ ਇੰਨੀ ਜ਼ਿਆਦਾ ਨਹੀਂ ਸੀਗੀ ਤੇ ਉਹ ਪੁਲਿਸ ਵਾਲੇ ਸਮਝ ਨਾ ਪਾਉਣ। ਇਹਨੇ ਗੇਟ ਕੋਲੇ ਖੜ ਕੇ ਹੱਥੋਂ ਪਾਈ ਕਰਨ ਦੀ ਟਰਾਈ ਕਰੀ, ਇੱਕ ਮੁੰਡੇ ਨਾਲ ਉਹਦਾ ਗਲਾ ਵੀ ਫੜਨ ਦੀ ਟਰਾਈ ਕਰੀ ਪ੍ਰਧਾਨ ਸਾਹਿਬ ਨੇ। ਤੇ ਉਦੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਜਿੰਦਾ ਮੂਹਰਲਾ ਲਾ ਕੇ ਤੇ ਅੰਦਰ 10-15 ਬੰਦਿਆਂ ਨੂੰ ਬੰਦ ਕਰਤਾ ਤੇ ਮੂਹਰੇ ਬੰਦੇ ਆਪਦੇ ਖੜਾ ਲਏ। ਉੱਥੇ ਪੁਲਿਸ ਆ ਗਈ ਤੇ ਪੁਲਿਸ ਨੂੰ ਵੀ ਫੋਨਾਂ ਕਰੀਆਂ। ਉਹਦੇ ਵਿੱਚ ਗੱਲ ਇਹ ਆ ਵੀ ਉਹ ਗੱਲ ਕੁਛ ਵੀ ਨਹੀਂ ਸੀ, ਉਹਨੂੰ ਵਧਾਇਆ ਗਿਆ ਪ੍ਰਧਾਨ ਸਾਹਿਬ ਵੱਲੋਂ। ਜੇ ਇਹ ਉੱਥੇ ਉਹਦੀ ਗੱਲ ਨੂੰ ਕੋਈ ਸੁਣ ਲੈਂਦੇ, ਕੋਈ ਜਦੋਂ 4 ਬੰਦੇ ਕਿਸੇ ਕਮੇਟੀ ਦੇ ਏਡੇ ਅਹੁਦੇਦਾਰ ਬੰਦੇ ਕੋਲ ਜਾਂਦੇ ਆ ਤਾਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਾਂ ਉਹਨਾਂ ਦੀ ਪੁਲਿਸ ਸੱਦਣੀ ਚਾਹੀਦੀ ਆ। ਕੋਈ ਸੈਂਸ ਨਹੀਂ ਬਣਦੀ। ਫੋਨ ਵੀ ਉਹਨੇ ਦਿਖਾਤਾ ਸੀ ਸਿੰਘ ਨੇ ਤੇ ਗੱਲ ਵੀ ਨਿਬੜ ਗਈ ਸੀ। ਇਹਨਾਂ ਨੇ ਉਹ ਆਪਦਾ ਜਿਵੇਂ ਕਹਿੰਦੇ ਵੀ ਇਹਨਾਂ ਦੀ ਪਰਸਨਲ ਗੱਲ ਲੱਗਦੀ ਸੀ, ਉਹ ਪੁਰਾਣੀ ਰੰਜਿਸ਼ ਜਿਹੜੀ ਇਹਨਾਂ ਨੇ ਇੱਕ ਦੂਜੇ ਨਾਲ ਕੱਢੀ। ਕੋਈ ਮਨਦੀਪ ਸਿੰਘ ਪੁਲਿਸ ਨੂੰ ਫੜਾਇਆ, ਇੱਥੇ ਪਤਾ ਨਹੀਂ ਗਵਾਹੀ ਮੁੱਕ ਰਿਹਾ ਤੂੰ, ਉਹਦੇ ਵਿੱਚ ਤੇਰੇ ਪੈਸੇ ਲੈਣੇ ਸੀ, ਤੂੰ ਇੰਨੇ ਪੈਸੇ ਲੈ ਲਏ, 3-4 ਇੱਥੇ ਮੁੰਡੇ ਗੁਰਦੁਆਰੇ 'ਚ ਪੱਕੇ ਕਰਾ ਲਿਆ। ਇਹੋ ਜਿਹਾ ਇਹਨਾਂ ਦਾ ਕੋਈ ਰੌਲਾ ਸੀਗਾ। ਅੱਛਾ, ਜਿਹੜੇ ਜਦ ਤੁਸੀਂ ਗਏ ਹੋ, ਉਹ ਪ੍ਰਧਾਨ ਸਾਹਿਬ ਕਹਿੰਦੇ ਨੇ ਵੀ ਸਾਡੇ ਹਰਪ੍ਰੀਤ ਸਿੰਘ ਜਿਹੜਾ ਸਾਡੇ ਨਾਲ ਸੁੱਜੋ ਆ ਮੁੰਡਾ, ਸੌਰੀ, ਉਹਦਾ ਫੋਨ ਫੜਿਆ ਤੁਸੀਂ ਫੋਨ ਫੜਿਆ ਸੀ? ਉਹ ਮੈਂ ਨਹੀਂ ਫੜਿਆ, ਮੈਨੂੰ ਤਾਂ ਫੜਾਇਆ ਗਿਆ। ਮੈਨੂੰ ਤਾਂ ਦੂਜੇ ਸਿੰਘ ਨੇ ਫੜਾਇਆ ਵੀ ਆ, ਦੇਖੀ ਫੋਨ। ਕਿਵੇਂ ਗਈ ਉਹ ਜਿਹੜੀ ਪੋਸਟ ਆ ਉਹ ਤੇ ਟਹਿਲ ਸਿੰਘ ਦਾ ਨਾਂ ਆ, ਤੁਹਾਡਾ ਨਾਂ ਹੈ ਤੇ ਨਾਲ ਮਲਕੀਤ ਸਿੰਘ ਦਾ ਨਾਂ ਹੈ, ਉਹ ਤੁਹਾਡੀ ਸ਼ੱਕ ਇਹਨਾਂ ਤੇ ਕਿਵੇਂ ਗਈ? ਜਿਵੇਂ ਉਹ ਜਿਹੜੀ ਪੋਸਟ ਆ ਉਹਦੇ ਵਿੱਚ ਜਿਹੜੇ ਬੰਦਿਆਂ ਦੇ ਨਾਂ ਨੇ, ਮੈਂ ਤਾਂ ਉਹ ਬੰਦਿਆਂ ਨੂੰ ਵੀ, ਟਹਿਲ ਸਿੰਘ ਨੂੰ ਮੈਂ ਜ਼ਿੰਦਗੀ 'ਚ ਹੀ ਨਹੀਂ ਮਿਲਿਆ। ਤੇ ਮੈਨੂੰ ਉਹ ਪੋਸਟ ਦਾ ਸਮਝ ਆ ਜਿਹੜੀ ਆ ਸ਼ੱਕ ਜਾਣ ਦੀ ਗੱਲ ਆ, ਉਹ ਤਾਂ ਇਹਨਾਂ ਨੂੰ ਆਪਸ ਵਿੱਚ ਹੀ ਪਤਾ ਹੋਣਾ। ਹਜੇ ਤਾਂ ਇਹਨਾਂ ਨਾਲ ਗੱਲ ਜਿਹੜੀ ਆ ਉਹ ਕਰਨ ਹੀ ਲੱਗੇ ਸੀ, ਜਾਨੂੰ ਇਹਨਾਂ ਨੇ ਉਹਨੂੰ ਰੌਲਾ ਪਾ ਲਿਆ। ਉਸ ਤੋਂ ਬਾਅਦ ਉਹ ਪਲੀਜ਼ ਪੰਜਾਬੀ 'ਚ ਕੁੜੀ ਗੱਲ ਕਰਨ ਲੱਗ ਗਈ ਤੇ ਇਹ ਉੱਥੋਂ ਇਹ ਆਪਸ ਵਿੱਚ ਜਿਹੜਾ ਜਾਨੂੰ ਪੁਲਿਸ ਆ ਗਈ, ਇਹਨਾਂ ਨੇ ਗੇਟ ਖੋਲਿਆ। ਮੈਂ ਆਪਦਾ ਸ਼ੂ ਪਾ ਕੇ ਮੈਂ ਤੁਰਿਆ, ਕੋਈ ਗੱਲ ਨਹੀਂ ਹੋਈ, ਨਾ ਮੈਂ ਪੁਲਿਸ ਨਾਲ ਗੱਲ ਕਰੀਏ ਨਾ ਮੈਂ ਇਹਨਾਂ ਨਾਲ ਕਰੀਏ।
ਨਾ ਹੀ ਮੈਂ ਦੂਜੇ ਬੰਦੇ ਨਾਲ ਬਸ। ਗਈ, ਕਿਉਂਕਿ ਨਾ ਮੈਂ ਕਿਸੇ ਨਾਲ ਗਿਆ ਸੀ ਨਾ ਮੈਂ ਆਇਆ। ਅੱਛਾ ਅੱਛਾ ਗਿੱਲ ਸਾਹਿਬ, ਇੱਕ ਦੱਸਿਓ, ਇੱਕ ਇਹਦੀ ਗੱਲ ਦੀ ਜਿਹੜੀ ਧੁਰਾ ਉਹ ਇਹ ਆ ਵੀ ਲੋਕਾਂ ਨੇ ਆਰਗੇਨਾਈਜੇਸ਼ਨਾਂ ਬਣਾਈਆਂ ਨੇ, ਉਹਨਾਂ ਤੇ ਬੰਦੇ ਸੱਦ ਰਹੇ ਨੇ, ਰੌਲਾ ਇਸ ਗੱਲ ਦਾ ਪਿਆ ਹੋਇਆ। ਇੱਕ ਨਾਮ ਰਸ ਸਿੱਖ ਸੇਵਾ ਸੁਸਾਇਟੀ ਆ, ਤੁਸੀਂ ਜਾਣਦੇ ਹੋ ਉਹ ਕਿਹੜੀ ਹੈ? ਨਹੀਂ ਮੈਨੂੰ ਨਹੀਂ ਪਤਾ ਜੀ, ਨਾ ਮੈਂ ਉਹਦਾ ਕੋਈ ਮੈਂਬਰ ਹਾਂ, ਨਾ ਉਹਦੇ ਬਾਰੇ ਕੋਈ ਪਤਾ। ਓਕੇ, ਨਾਮ ਰਸ ਸਿੱਖ ਸੇਵਾ ਸੁਸਾਇਟੀ 18 ਮਾਰਚ ਦੀ ਰਜਿਸਟਰਡ ਹੋਈ ਆ, 3:45 ਵਜੇ ਦੀ। ਉਹਦੇ ਡਾਇਰੈਕਟਰਾਂ ਦੀ ਇਨਫੋਰਮੇਸ਼ਨ 'ਚ ਜਤਿੰਦਰ ਸਿੰਘ ਗਿੱਲ ਨੇ 2937 ਫਲੈਗਮੈਨ ਪਲੇਸ ਐਬਸਪੋਰਟ। ਇਹ ਤੁਸੀਂ ਮੈਂ ਤਾਂ ਡਾਇਰੈਕਟਰ ਉਹਦਾ, ਮੈਨੂੰ ਤਾਂ ਨਾਮ ਹੀ ਨਹੀਂ ਪਤਾ ਨਹੀਂ ਉਹਦਾ। 18 ਮਾਰਚ ਨੂੰ ਨਹੀਂ ਸੁਣੋ, ਇੱਕ ਮਿੰਟ ਸੁਣੋ ਆਹ ਜਿਹੜੀ 2937 ਫਲੈਗਮੈਨ ਪਲੇਸ, ਇੱਥੇ ਤੁਸੀਂ ਰਹਿੰਦੇ ਹੋ? ਮੈਂ ਇੱਥੇ ਰਹਿਣਾ, ਪਰ ਮੈਂ ਇਹਦੇ ਬਾਰੇ ਇਨਕੁਆਇਰੀ ਕਰ ਲੂੰ। ਮੈਨੂੰ ਇਹ ਤੁਹਾਡੇ ਬਿਨਾ ਤੁਹਾਡੇ ਦਸਤਕਾਂ ਤੋਂ ਬਿਨਾ ਡਾਇਰੈਕਟਰ ਕਿਵੇਂ ਬਣ ਗਏ ਫਿਰ ਤੁਸੀਂ ਇਹ ਸੁਸਾਇਟੀ ਦੇ? ਮੈਂ ਕਹਿੰਦਾ ਜੀ ਮੈਨੂੰ ਉੱਥੇ ਦਸਤਕ ਦਿਖਾਉਣ ਵੀ ਮੈਂ ਡਾਇਰੈਕਟਰ ਜਿੱਥੇ ਬਣਿਆ ਹੋਇਆ। ਓਕੇ, ਮੈਂ ਨਹੀਂ ਡਾਇਰੈਕਟਰ, ਮੇਰਾ ਪ੍ਰੂਫ, ਜੇ ਕਿਸੇ ਨੇ ਕਿਹਾ ਵੀ ਮੇਰਾ ਨਾਂ ਪਾਇਆ ਹੈ ਤਾਂ ਮੈਨੂੰ ਪ੍ਰੂਫ ਦਿਓ। ਓਕੇ, ਜਿਹੜੇ ਮੇਰੇ ਕੋਲ ਪੇਪਰ ਨੇ, ਸੁਣ ਲਓ, ਤੁਸੀਂ ਕਲੀਅਰ ਕਰ ਦਿਓ ਆਪਣਾ ਵਕੀਲ ਕਰਕੇ। BC ਰਜਿਸਟਰੀ ਤੇ ਆਨਲਾਈਨ ਸਰਵਿਸ, BC ਸਿੱਖ ਸੁਸਾਇਟੀ ਸਮਰੀ, ਨਾਮਰਸ ਸਿੱਖ ਸੇਵਾ ਸੁਸਾਇਟੀ 18 ਮਾਰਚ 2020 ਨੂੰ 3:45 ਵਜੇ ਰਜਿਸਟਰਡ ਹੋਈ ਹੈ। ਜਤਿੰਦਰ ਸਿੰਘ ਗਿੱਲ 2937 ਫਲੈਗਮੈਨ ਪਲੇਸ ਐਬਸਪੋਰਟ। ਦੂਜੇ ਡਾਇਰੈਕਟਰ ਨੇ ਮਲਕੀਤ ਸਿੰਘ 749 128 ਸਟਰੀਟ ਸਰੀ। ਤੀਜੇ ਡਾਇਰੈਕਟਰ ਨੇ ਸਰਤਾਜ ਸਿੰਘ 104। ਸੁਣੋ ਮੈਂ ਨਹੀਂ ਭੇਜਣੀ, ਤੁਸੀਂ ਲਵਾਓ ਆਪਣੇ ਵਕੀਲ ਰਾਹੀਂ। ਸੁਣੋ ਮੇਰੀ ਗੱਲ ਸੁਣੋ। ਇਹ ਅੱਜ ਤੱਕ ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਆ, ਤੁਸੀਂ ਇਹ ਕਲੀਅਰ ਕਰ ਲਿਓ, ਫਰਾਡ ਬਹੁਤ ਹੋ ਰਹੇ ਨੇ। ਕਦੇ ਵੀ ਜਦ ਕੋਈ ਰਜਿਸਟਰੀ ਕਰਨੀ ਆ, ਕੋਈ ਆਨਲਾਈਨ, ਕੋਈ ਸੁਸਾਇਟੀ ਦੀ, ਕੋਈ ਕਾਰਪੋਰੇਸ਼ਨ ਦੀ, ਸਰਦਾਰ ਜੀ ਬਿਨਾਂ ਕਿਸੇ ਤੁਹਾਡੇ ID ਤੋਂ ਤੁਹਾਨੂੰ ਰਜਿਸਟਰ ਨਹੀਂ ਹੋ ਸਕਦੇ। ਤੁਸੀਂ ਐ ਕਿਵੇਂ ਰਜਿਸਟਰ ਹੋ ਜਾਓਗੇ? ਜਾਂ ਤਾਂ ਤੁਹਾਡੀ ID ਚੋਰੀ ਹੋ ਗਈ, ਜਾਂ ਤਾਂ ਤੁਹਾਡੀ ID ਚੋਰੀ ਹੋਈ ਆ, ਜਾਂ ਤੁਸੀਂ ਹੋ, ਇਹਨੂੰ ਕਨਫਰਮ ਕਰੋ। ਤੁਹਾਡੇ ਰੇਡੀਓ ਸਟੇਸ਼ਨ ਤੇ ਮੈਂ ਆ ਕੇ ਕਲੀਅਰ ਕਰ ਦੂੰ ਜਿੱਦਣ ਮੈਨੂੰ ਪਤਾ ਲੱਗ ਗਿਆ ਵੀ ਇਹ ਸੁਸਾਇਟੀ ਕਿਹੜੀ ਆ, ਕਿਹਨੇ ਬਣਾਈ ਆ। ਇਹ ਤੁਹਾਡੇ ਨਾਲ ਮੇਰਾ ਵਾਅਦਾ। ਹਾਂ, ਮੈਂ ਤੁਹਾਨੂੰ ਦੱਸ ਦਿੰਦਾ ਵੀ ਨਾਮ ਰਸ ਸਿੱਖ ਸੇਵਾ ਸੁਸਾਇਟੀ ਜਿਹੜੇ ਆ ਤੁਹਾਡੇ ਕੋਲੇ ਉਹ ਭੇਜੋ ਮੈਨੂੰ, ਇਹਦੇ ਬਾਰੇ ਮੈਨੂੰ ਭੇਜ ਦਿਓ, ਮੈਂ ਉਹਦਾ ਪਤਾ ਕਰ ਲੈਣਾ। ਹਾਂ, ਇਹਦੇ ਤੇ ਤੁਹਾਡਾ ਡਾਇਰੈਕਟਰ ਤੁਸੀਂ ਤਿੰਨੇ ਹੀ, ਮਲਕੀਤ ਸਿੰਘ ਜਿਹੜਾ ਤੁਸੀਂ ਕਹਿੰਦੇ ਹੋ, ਜੁਝਾਰ ਸਿੰਘ ਦਾ ਮੈਨੂੰ ਪਤਾ ਨਹੀਂ। ਸੁਣ ਲਓ ਮੇਰੀ ਗੱਲ ਹੁਣ, ਮੇਰੀ ਇੱਕ, ਮੈਂ ਤੁਹਾਡੇ ਭਲੇ ਦੀ ਗੱਲ ਕਰਦਾ। ਤੁਹਾਨੂੰ ਨਾ ਪਤਾ ਹੋਵੇ ਤੁਹਾਡੀ ID ਚੋਰੀ ਹੋ ਸਕਦੀ ਹੈ। ਤੁਸੀਂ ਜਨਰਲ ਸੈਕਟਰੀ ਹੋ ਇੱਕ ਬਹੁਤ ਵੱਡੀ ਸੁਸਾਇਟੀ ਦੇ, ਕੱਲ ਨੂੰ ਕੋਈ ਤੁਹਾਡੇ ਦਸਤਕਾਂ ਤੇ ਉੱਥੋਂ ਪੇਪਰ ਭੇਜ ਕੇ ਇੰਡੀਆ ਤੋਂ ਬੰਦੇ ਮੰਗਾ ਲਵੇ, ਆਪਣੇ ਤੁਹਾਡੀ ID ਨਾ ਚੋਰੀ ਹੋਵੇ, ਖਿਆਲ ਰੱਖੋ। ਜੁਝਾਰ ਸਿੰਘ ਹਜੂਰੀ ਰਾਗੀ ਨੇ ਗੁਰਦੁਆਰਾ ਆਪਣੇ ਮੇਨ ਦਰਬਾਰ ਸਾਹਿਬ ਦੇ। ਜੁਝਾਰ ਸਿੰਘ ਦਾ ਭਾਈ ਆ ਮਲਕੀਤ ਸਿੰਘ ਜਿਹੜਾ ਇਹਦੇ ਚ ਡਾਇਰੈਕਟਰ ਹੈ, ਤੇ ਨਾਲ ਆ ਸਰਤਾਜ ਸਿੰਘ। ਜੁਝਾਰ ਸਿੰਘ ਹੋਣੀ ਇੱਥੇ ਆਏ ਨੇ ਕਿਸੇ ਦੇ, ਇੱਥੇ ਆ ਕੇ ਉਹ ਕੀਰਤਨ ਵੀ ਕਰਕੇ ਗਏ ਨੇ। ਇਹ ਡਾਇਰੈਕਟਰੋਂ ਤੁਸੀਂ ਤਿੰਨੇ ਹੀ ਮੈਂ ਤੁਹਾਨੂੰ ਹੁਣੇ ਹੀ, ਮੈਨੂੰ WhatsApp ਕਰਿਓ, ਮੈਂ ਤੁਹਾਨੂੰ ਹੁਣੇ ਹੀ ਇਹ ਪੇਪਰ ਭੇਜਦਾ, ਤੁਹਾਡਾ ਨਾਂ ਆ ਇਹਦੇ ਤੇ। ਇਹਨੂੰ ਪਲੀਜ਼ ਅੱਜ ਇਹ ਵਕੀਲ ਨਾਲ ਕਰਕੇ ਇਹਨੂੰ ਚੈੱਕ ਕਰਾਓ ਹੁਣੇ। ਮੈਂ ਕਰਾ ਲੈਣਾ ਜੀ, ਹੁਣੇ ਕਰਾ ਲੈਣਾ। ਹਾਂ ਠੀਕ ਹੈ, ਮੈਂ ਚੈੱਕ ਕਰਾ ਲੈਣਾ, ਤੇ ਜੇ ਕੋਈ ਹੋਰ ਲੱਗਿਆ ਉਹ ਮੈਨੂੰ ਦੱਸ ਦਿਓ। ਸ਼ੋਰ ਜੀ, ਸ਼ੋਰ, ਦੱਸਦਾ। ਓਕੇ, ਹਾਂਜੀ, ਤੇ ਇਹ ਮੈਂ ਚੈੱਕ ਕਰਾ ਕੇ ਤੁਹਾਨੂੰ ਦੱਸ ਦਿੰਦਾ। ਓਕੇ ਜੀ ਗਿੱਲ ਸਾਹਿਬ, ਧੰਨਵਾਦ। ਦੁਨੀਆ ਦੇ ਵਿੱਚ ਲੋਕ ਜਿਹੜਾ ਸੁਣਦੇ ਹੋ, ਜਦ ਕੋਈ ਸਭਾ ਸੁਸਾਇਟੀ ਰਜਿਸਟਰਡ ਹੁੰਦੀ ਹੈ, ਕੋਈ ਇਨਕਾਰਪੋਰੇਸ਼ਨ ਰਜਿਸਟਰਡ ਹੁੰਦੀ ਹੈ, ਜਿਹੜੀ ਡੂਇੰਗ ਬਿਜ਼ਨਸ ਐਜ਼ ਐਂਟਰਪ੍ਰਾਈਜ਼ਸ ਹੈ, ਉਹ ਰਜਿਸਟਰਡ ਹੁੰਦੀ ਹੈ, ਤਾਂ ਉਹਦੇ ਤੇ ਕਾਪੀ ਤੁਹਾਡੀ ID ਦੀ ਲੱਗਦੀ ਹੈ। ਮੈਂ ਅੱਜ ਆਪਣੇ ਨਾਂ ਲਿਮਟਿਡ ਆਪਣੀ ਕੋਈ ਕੰਪਨੀ ਇਨਕਾਰਪੋਰੇਸ਼ਨ ਭੇਜਣਾ, ਮੇਰਾ ਸਭ ਤੋਂ ਪਹਿਲਾਂ ਲਾਇਸੈਂਸ ਚਾਹੀਦਾ, ਮੇਰਾ ਐਡਰੈਸ ਚਾਹੀਦਾ। ਇਹ ਨਾਮਰਸ ਸਿੱਖ ਸੇਵਾ ਸੁਸਾਇਟੀ 'ਚ ਜਤਿੰਦਰ ਸਿੰਘ ਗਿੱਲ ਡਾਇਰੈਕਟਰ ਨੇ, ਮਲਕੀਤ ਸਿੰਘ ਡਾਇਰੈਕਟਰ ਨੇ, ਤੇ ਸਰਤਾਜ ਸਿੰਘ ਡਾਇਰੈਕਟਰ ਨੇ। ਹੁਣ ਇਹ ਜਿਹੜੀਆਂ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਦੀ ਗੱਲ ਹੈ ਜਿੱਥੋਂ ਇਹ ਜਿਹੜਾ ਚੱਲਿਆ ਹੋਇਆ ਆਪਣਾ ਜਿਹੜਾ ਵਿਵਾਦ ਚੱਲਿਆ ਇਹ ਵੀ ਫਰਜ਼ੀ ਕੰਪਨੀ ਬਣਾਈਆਂ ਹੋਈਆਂ ਜਥੇਬੰਦੀਆਂ, ਉਹਨਾਂ ਤੋਂ ਬੰਦੇ ਆ ਰਹੇ ਨੇ। ਸਿੱਖ ਚਾਈਲਡ ਕਲਚਰਲ ਐਂਟਰਟੇਨਮੈਂਟ ਸੁਸਾਇਟੀ, ਇਹਦੇ ਡਾਇਰੈਕਟਰਾਂ ਦੀ ਲਿਸਟ ਆ ਮੇਰੇ ਕੋਲ। ਉਹਦੇ ਬਾਅਦ ਮਤਲਬ ਬਹੁਤ ਨਾਂ ਨੇ। ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਇਹ ਚੱਲ ਰਹੀ ਹੈ 140 40 24 ਐਵਨਿਊ, ਇਹਦੇ ਡਾਇਰੈਕਟਰਾਂ ਦੇ ਤੁਸੀਂ ਆਨਲਾਈਨ ਆਏ, ਮੈਂ ਨਹੀਂ, ਕੋਈ ਵੀ ਕੱਢ ਸਕਦਾ ਹੈ। ਕਿਸੇ ਵੀ ਬਾਬਾ ਦੀਪ ਸਿੰਘ ਸਿੱਖ ਸੁਸਾਇਟੀ, ਇਹਦੇ 'ਚ ਜਿਹੜੇ ਅਲੱਗ ਡਾਇਰੈਕਟਰ ਨੇ, ਐਬਸਫੋਰਡ ਦੇ ਤਿੰਨੇ ਡਾਇਰੈਕਟਰ ਨੇ ਇਹਦੇ 'ਚ। ਮਤਲਬ ਇਹ ਜਾਂ ਤਾਂ ਜਥੇਬੰਦੀਆਂ ਹੋਣ ਵੀ ਜਿਹੜੀਆਂ ਕੋਈ
ਪਬਲਿਕ 'ਚ ਇਹਨਾਂ ਦਾ ਨਾਂ ਹੋਵੇ, ਕੋਈ ਸੇਵਾ ਕਰ ਰਹੀਆਂ ਹੋਣ। ਹੁਣ ਆ ਜਿਹਦੇ ਲਈ ਕਹਿ ਕੇ ਗਏ ਨੇ ਜਤਿੰਦਰ ਸਿੰਘ ਹੋਣੀ ਵੀ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਇਹਦਾ ਡਾਇਰੈਕਟਰ ਹੈ ਨਾ, ਕਹਿੰਦੇ ਮੈਂ ਕਿਤੇ ਦਸਤਖਤ ਕੀਤੇ ਨੇ, ਫੇਰ ਤਾਂ ਜ਼ੁਲਮ ਹੋ ਜੂ। ਇਸ ਤਰ੍ਹਾਂ ਤਾਂ ਕਰ ਕਰਕੇ ਲੋਕ ਫਰਾਡ ਸਾਰੇ ਤੁਰ ਜਾਣਗੇ ਤੇ ਕੱਲ ਨੂੰ ਮੇਰੀ ਉਹ ਕੰਪਨੀ ਦੇ ਥੱਲੇ ਮੈਂ ਬੈਂਕਰਪਸੀ ਕਰਕੇ $1 ਬਿਲੀਅਨ ਛਕ ਜੂ ਤੇ ਉਹਦੇ ਬਾਅਦ ਜਦ ਮੈਨੂੰ ਪੁਲਿਸ ਆ ਕੇ ਕਹੂ ਜਾਂ ਕਾਰਡ ਵਾਲੇ ਕਹਿਣਗੇ, ਮੈਂ ਕਹੂੰਗਾ ਮੇਰੀ ਤਾਂ ਕੰਪਨੀ ਹੈ ਨਹੀਂ ਸੀ। ਇਹਦਾ ਮਤਲਬ ਜੇ ID ਚੋਰੀ ਹੋਈ ਹੈ ਇਹਦੇ ਚੈੱਕ ਹੋਣਾ ਚਾਹੀਦਾ। ਪਰ ਇਹ ਤਿੰਨੇ ਹੀ ਬੰਦੇ ਜਿਹੜੇ ਉਹ ਚਾਰੇ ਉੱਥੇ ਗਏ ਨੇ, ਉਹਨਾਂ 'ਚ ਜਤਿੰਦਰ ਸਿੰਘ ਗਿੱਲ, ਮਲਕੀਤ ਸਿੰਘ ਤੇ ਸਰਤਾਜ ਸਿੰਘ, ਤਿੰਨੇ ਹੀ ਇਹਦੇ 'ਚ ਡਾਇਰੈਕਟਰ ਨੇ। ਤੇ ਜਤਿੰਦਰ ਸਿੰਘ ਹੋਣੀ ਕਹਿ ਗਏ ਨੇ, ਕਹਿੰਦੇ ਮੈਂ ਮਲਕੀਤ ਸਿੰਘ ਨੂੰ ਨਹੀਂ ਜਾਣਦਾ, ਮੈਂ ਤਾਂ ਉੱਥੇ ਮੇਰਾ ਨਾਂ ਸੀ, ਮੈਂ ਤਾਂ ਗਿਆ। ਇਹਦੇ 'ਚ ਉਹ ਡਾਇਰੈਕਟਰ ਨੇ ਮਲਕੀਤ ਸਿੰਘ ਹੋਣੀ। ਸਰਤਾਜ ਸਿੰਘ ਵੀ ਇਹ 'ਚ ਡਾਇਰੈਕਟਰ ਹੈ। ਇੱਕ ਇਹਦਾ ਨਾਂ ਹੈ ਨਾਮ ਰਸ ਸਿੱਖ ਸੇਵਾ ਸੁਸਾਇਟੀ। ਇਹਦਾ ਡਿਲੀਵਰੀ ਐਡਰੈਸ ਹੈ 746 128, ਜਿਹੜਾ ਐਡਰੈਸ ਹੈ ਮਲਕੀਤ ਸਿੰਘ ਦਾ। ਇਹ ਤਾਂ ਜਨਤਕ ਹੈ, BC ਰਜਿਸਟਰੀ ਤੇ ਆਨਲਾਈਨ ਕਿਸੇ ਰਾਹੀਂ ਤੁਸੀਂ ਕੱਢ ਲਓ। ਮਤਲਬ ਮੇਰੇ ਕਹਿਣ ਦਾ ਇਹ ਜਿਹੜਾ ਕੁਛ ਹੋ ਰਿਹਾ ਉਹਦੇ ਤੇ ਇਹੀ ਮੈਂ ਗੱਲ ਸ਼ੁਰੂ 'ਚ ਕੀਤੀ ਸੀ ਵੀ ਇਹ ਤਾਂ ਬਹੁਤ ਲੰਮੀ ਲਿਸਟ ਹੈ। 350 ਦੇ ਕਰੀਬ ਸਿੱਖ ਸੁਸਾਇਟੀਆਂ ਰਜਿਸਟਰਡ ਹੋਈਆਂ ਇਹਨਾਂ ਸਰੀ 'ਚ ਲੋਕੋ, 350 ਦੇ ਕਰੀਬ। ਇਹ ਹੋ ਕੀ ਰਿਹਾ, ਕੀ ਕਰਾਂਗੇ ਆਪਾਂ? ਇਹ ਜਿਹੜੀਆਂ ਜਥੇਬੰਦੀਆਂ ਹੋਈਆਂ ਨੇ ਇਹਨਾਂ 'ਚ ਕੀ ਪਤਾ ਲੱਗੂ ਅਸੀਂ ਕਿਹਦੀ? ਏਕਜੋਤ ਸਿੰਘ ਕਲਚਰਲ ਸੇਵਾ ਸੁਸਾਇਟੀ, ਗੁਰਸਿੱਖ ਟੈਂਪਲ ਐਂਡ ਸਿੱਖ ਹੈਰੀਟੇਜ ਮਿਊਜ਼ੀਅਮ ਸੁਸਾਇਟੀ, ਗੁਰਮਤਿ ਐਜੂਕੇਸ਼ਨ ਸੈਂਟਰ ਸਿੱਖ ਸੁਸਾਇਟੀ, ਗੁਰਸ਼ਬਦ ਐਜੂਕੇਸ਼ਨ ਸਿੱਖ ਸੇਵਾ ਸੁਸਾਇਟੀ, ਨਾਮ ਰਸ ਸਿੱਖ ਸੇਵਾ ਸੁਸਾਇਟੀ, ਬਾਬਾ ਦੀਪ ਸਿੰਘ ਸਿੱਖ ਸੁਸਾਇਟੀ। ਮਤਲਬ ਇਹਦੇ 'ਚ ਇੱਕ ਰਿਜ਼ਰਵ ਕਰਾਇਆ ਹੋਇਆ ਨਾਂ ਜਿਹੜਾ ਏਕਜੋਤ ਸਿੱਖ ਕਲਚਰ ਸੇਵਾ ਸੁਸਾਇਟੀ। ਹੁਣ ਕੀ ਹੋ ਕੀ ਰਿਹਾ? ਜਿਹੜੀ ਉਹ ਪੋਸਟ ਸ਼ੁਰੂ ਹੋਈ ਹੈ, ਉਹ ਪੋਸਟ ਦਾ ਕੋਈ ਕਾਰਨ ਹੋਵੇ, ਉਹਦਾ ਪੋਸਟ ਜਿਹੜੀ ਚੱਲੀ ਆ ਜਿਹਦੇ ਤੇ ਟਹਿਲ ਸਿੰਘ ਦਾ ਨਾਂ ਹੈ, ਨਾਲ ਇਹਨਾਂ ਦੀ ਫੋਟੋ ਹੈ ਜਤਿੰਦਰ ਸਿੰਘ ਗਿੱਲ ਦੀ ਦਾੜੀ ਵਾਲੀ। ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਦਾੜੀ ਰੱਖੀ ਹੈ, ਪਹਿਲਾਂ ਦਾੜੀ ਇਹਨਾਂ ਦੀ ਕੱਟੀ ਹੁੰਦੀ ਸੀ, ਹੁਣ ਦਾੜੀ ਰੱਖੀ ਹੋਈ। ਨਾਲ ਜੁਝਾਰ ਸਿੰਘ ਰਾਗੀ ਦੀ ਫੋਟੋ ਹੈ ਜਿਹੜੇ ਦਰਬਾਰ ਸਾਹਿਬ ਦੇ ਰਾਗੀ ਨੇ। ਮੈਨੂੰ ਇਹ ਪਤਾ ਲੱਗਿਆ ਵੀ ਮਲਕੀਤ ਸਿੰਘ ਹੋਣੀ ਜੁਝਾਰ ਸਿੰਘ ਰਾਗੀ ਦੇ ਭਾਈ ਨੇ। ਸਰਤਾਜ ਸਿੰਘ ਨਾਲ ਇਹ ਚਾਰੇ ਬੰਦੇ ਗਏ ਨੇ। ਜਤਿੰਦਰ ਸਿੰਘ ਗਿੱਲ ਕਹਿ ਰਹੇ ਨੇ ਵੀ ਮੈਂ ਮਲਕੀਤ ਸਿੰਘ ਤੇ ਸਰਤਾਜ ਸਿੰਘ ਨੂੰ ਜਾਣਦਾ ਨਹੀਂ। ਨਾਮ ਰਸ ਸਿੱਖ ਸੇਵਾ ਸੁਸਾਇਟੀ 'ਚ ਤਿੰਨੇ ਡਾਇਰੈਕਟਰ ਨੇ। ਗਾਂ ਉਹ ਕਹਿ ਰਹੇ ਨੇ ਮੈਨੂੰ ਤਾਂ ਪਤਾ ਹੀ ਨਹੀਂ, ਮੇਰੇ ਇਹ ਕੰਪਨੀ ਦਾ ਮੈਂ ਡਾਇਰੈਕਟਰ ਹਾਂ। ਇਸ ਤਰ੍ਹਾਂ ਕੰਪਨੀਆਂ ਜਿਹੜੀਆਂ ਰਜਿਸਟਰਡ ਤੇ ਸਿੱਖ ਸੇਵਾ ਸੁਸਾਇਟੀਆਂ ਜਿਹੜੀਆਂ ਇਸ ਤਰ੍ਹਾਂ ਰਜਿਸਟਰਡ ਨਹੀਂ ਹੁੰਦੀਆਂ BC ਸੁਸਾਇਟੀਆਂ 'ਚ, ਜਾਂ ਜਿਹੜੇ ਸੁਸਾਇਟੀਆਂ 'ਚ ਰਜਿਸਟਰਡ ਹੋਏ ਨੇ ਡਾਇਰੈਕਟਰ ਨੇ, ਉਹ ਪਲੀਜ਼ ਮੈਨੂੰ ਕੋਈ ਫੋਨ ਕਰਕੇ ਸਮਝਾ ਦਿਓ ਉਹਦਾ ਪ੍ਰੋਸੈਸ ਕੀ ਹੁੰਦਾ, ਕਿਵੇਂ ਰਜਿਸਟਰਡ ਸੁਸਾਇਟੀ ਹੁੰਦੀ। ਗੁਰੂ ਘਰ ਕੀ ਹੋਇਆ, ਉਹ ਦੋਨੇ ਵਰਸ਼ਨ ਮੈਂ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੈਂ ਤਾਂ ਉੱਥੇ ਗਿਆ ਸੀ, ਮੇਰੇ ਨਾਲ ਧੱਕਾ ਹੋਇਆ। ਆਪਣੇ ਹਰਦੀਪ ਸਿੰਘ ਨਿੱਜਰ ਉਹਨਾਂ ਨੇ ਆਪਣੀ ਸਿਚੁਏਸ਼ਨ ਦੱਸਤੀ, ਪਰ ਜਿਹੜੀ ਮੈਂ ਰਿਸਰਚ ਆਪਣੇ ਵੱਲੋਂ ਕੀਤੀ ਆ ਨਾਮ ਰਸ ਸਿੱਖ ਸੇਵਾ ਸੁਸਾਇਟੀ ਦੀ ਗੱਲ ਮੈਂ ਕਰਦਾ, ਜਿਸ 'ਚ ਡਾਇਰੈਕਟਰ ਜਤਿੰਦਰ ਸਿੰਘ ਗਿੱਲ ਨੇ, ਜਿਸ 'ਚ ਮਲਕੀਤ ਸਿੰਘ ਜਿਹੜੇ ਨੇ ਉਹ ਡਾਇਰੈਕਟਰ ਨੇ 2 ਨੰਬਰ, 3 ਨੰਬਰ ਡਾਇਰੈਕਟਰ ਨੇ ਸਰਤਾਜ ਸਿੰਘ। ਤੇ ਸਰਤਾਜ ਸਿੰਘ ਦਾ ਜਿਹੜਾ ਐਡਰੈਸ ਹੈ 140/40/24 ਵਾਲਾ, ਉਹੀ ਐਡਰੈਸ ਆ ਜਿਹੜਾ ਹੈ ਉਹ ਦਸਮ ਗ੍ਰੰਥ ਵਾਲੀ ਜਿਹੜੀ ਸੇਵਾ ਸੁਸਾਇਟੀ ਆ ਉਹਦਾ ਐਡਰੈਸ ਹੈ। ਸੋ ਇਹ ਹੁਣ ਰੱਬ ਜਾਣੇ ਜਿਹੜਾ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਆ ਉਹਦਾ ਸੇਮ ਐਡਰੈਸ ਆ ਜਿਹੜਾ ਸਰਤਾਜ ਸਿੰਘ ਦਾ ਐਡਰੈਸ ਆ, ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ। ਇਹਦੇ ਨਾਲ ਹੀ ਮੈਂਬਰ ਫੰਡਡ ਸੁਸਾਇਟੀ ਪੰਜਾਬੀ ਕਲਾਸ 129/75/84 ਐਵਨਿਊ ਜਿਹੜਾ ਇਹ ਐਡਰੈਸ ਹੈ, ਉਹਦੇ ਡਾਇਰੈਕਟਰ। ਹੁਣ ਇਹ 'ਚ ਦੇਖਿਓ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਦਾ ਜਿਹੜਾ ਐਡਰੈਸ ਹੈ 140/40/24 ਐਵਨਿਊ, ਇਸ ਸੁਸਾਇਟੀ ਦੇ ਜਿਹੜੇ ਡਾਇਰੈਕਟਰ ਨੇ ਇਹਨਾਂ 'ਚ ਸਰਤਾਜ ਸਿੰਘ ਦਾ ਨਾਂ ਨਹੀਂ ਹੈ। ਪਰ ਜਿਹੜਾ ਨਾਮ ਰਸ ਸਿੱਖ ਸੇਵਾ ਸੁਸਾਇਟੀ ਆ ਉਹਦੇ 'ਚ ਡਾਇਰੈਕਟਰ ਦਾ ਨਾਂ ਸਰਤਾਜ ਸਿੰਘ ਹੈ ਤੇ ਉਹਦਾ ਐਡਰੈਸ ਆ ਜਿਹੜਾ 140/40/24 ਐਵਨਿਊ। ਜਿਹੜਾ ਦਸਮ ਗ੍ਰੰਥ ਸੁਸਾਇਟੀ ਦਾ ਐਡਰੈਸ ਹੈ ਉਹਦਾ 140/40 ਹੈ ਐਡਰੈਸ 24 ਐਵਨਿਊ। ਸਰਤਾਜ ਸਿੰਘ ਦਾ ਵੀ ਐਡਰੈਸ 140/40/24 ਆ, ਪਰ ਸਰਤਾਜ ਸਿੰਘ ਇਸ ਦੇ ਡਾਇਰੈਕਟਰ ਨਹੀਂ ਹੈਗੇ ਆਪਣੇ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ। ਸੋ ਇਹ ਦੋਨੇ ਜਥੇਬੰਦੀਆਂ ਇਹਦਾ ਮਤਲਬ ਇੰਟਰਕਨੈਕਟਡ ਨੇ ਜਦ ਐਡਰੈਸ ਇੱਕ ਹੈ। ਜਾਂ ਤਾਂ ਸਰਤਾਜ ਸਿੰਘ ਨੇ ਇਹ ਐਡਰੈਸ ਜਨਤਕ ਕਰਕੇ 140/40/24 ਦਾ ਪਤਾ ਵੀ ਇੱਕ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਆ ਉਹਦਾ ਚੱਕ ਕੇ ਆਪਣਾ ਐਡਰੈਸ ਦੇਤਾ, ਜਾਂ ਉਹਨਾਂ ਦਾ ਐਡਰੈਸ ਇਹ ਆ। 2 ਗੱਲਾਂ ਨੇ। ਓਕੇ ਜੀ, ਕੁਛ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਦੇਣੀ ਚਾਹੁੰਦਾ, ਫੇਰ ਦਿਓ ਸਾਹਿਬ ਤੁਹਾਨੂੰ ਲੈਣਾ ਮੈਂ, ਪਲੀਜ਼ 1 ਮਿੰਟ ਵੇਟ ਕਰਿਓ, ਕਲੀਅਰ ਕਰ ਦਵਾਂ ਮੈਂ। ਨਾਮ ਰਸ ਸਿੱਖ ਸੇਵਾ ਸੁਸਾਇਟੀ
ਜੀ ਜਤਿੰਦਰ ਸਿੰਘ ਗਿੱਲ ਡਾਇਰੈਕਟਰ ਨੇ, ਮਲਕੀਤ ਸਿੰਘ ਗਿੱਲ ਜਿਹੜੇ ਡਾਇਰੈਕਟਰ ਨੇ, ਤੇ ਸਰਤਾਜ ਸਿੰਘ ਡਾਇਰੈਕਟਰ ਨੇ। 2937 ਫਲੈਗਮੈਨ ਪਲੇਸ ਜਿਹੜੀ ਦੱਸਿਆ ਜਤਿੰਦਰ ਸਿੰਘ ਉਹਨਾਂ ਨੇ, ਉਹਦਾ ਐਡਰੈਸ ਆ, ਉਹ ਮੰਨ ਗਏ ਨੇ। ਉਹਦੇ ਬਾਅਦ ਇੱਕ ਸਿੱਖ ਚਾਈਲਡ ਕਲਚਰਲ ਇੰਟਰਟੇਨਮੈਂਟ ਸੁਸਾਇਟੀ ਹੈ ਜੀ, ਜਿਹਦੇ ਵਿੱਚ ਇੱਕ ਬਲਜੀਤ ਸਿੰਘ ਉਹਦੇ ਡਾਇਰੈਕਟਰ ਨੇ, ਤੇ ਉਹਦੇ ਮਲਕੀਤ ਸਿੰਘ ਵੀ ਡਾਇਰੈਕਟਰ ਨੇ, ਤੇ ਉਹਦੇ ਸਰਤਾਜ ਸਿੰਘ ਵੀ ਡਾਇਰੈਕਟਰ ਨੇ। ਇਹ ਆ ਸਿੱਖ ਚਾਈਲਡ ਕਲਚਰਲ ਇੰਟਰਟੇਨਮੈਂਟ ਸੁਸਾਇਟੀ। ਉਸ ਤੋਂ ਬਾਅਦ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਹੈ। ਹੁਣ ਮੈਂ ਅੱਗੇ ਜਾ ਕੇ ਦੇਖਿਆ, ਉਹ ਤਾਂ ਸੌਰੀ ਪਹਿਲਾਂ 3 ਨੇ। ਉਹਦੇ ਵਿੱਚ ਵੀ ਬਲਜੀਤ ਸਿੰਘ ਡਾਇਰੈਕਟਰ ਨੇ, ਮਲਕੀਤ ਸਿੰਘ ਡਾਇਰੈਕਟਰ ਨੇ, ਸਰਤਾਜ ਸਿੰਘ ਡਾਇਰੈਕਟਰ। ਬਲਜੀਤ ਸਿੰਘ ਉਹਨਾਂ ਬਾਰੇ ਇਹ ਪਤਾ ਲੱਗਿਆ ਕਿ ਉਹ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਉਹਨਾਂ ਦੀ ਸਪਾਂਸਰਸ਼ਿਪ ਤੇ ਆਏ ਨੇ, ਤੇ ਹੁਣ ਉਹ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ। ਪਹਿਲੀ ਸੁਸਾਇਟੀ ਵੇਲੇ, ਹੋਣ ਵਾਲੀ ਸੁਸਾਇਟੀ ਤੇ ਨਹੀਂ, ਆਪਣੇ ਇਹਨਾਂ ਦੇ ਨਿੱਜਰ ਉਹਨਾਂ ਦੇ ਨਹੀਂ, ਇਦੋਂ ਪਹਿਲਾਂ ਆਏ ਨੇ, ਜਿਹੜਾ ਮੈਨੂੰ ਲਿਖ ਕੇ ਭੇਜਿਆ। ਮਲਕੀਤ ਸਿੰਘ ਹੋਣੀ ਨੇ ਜਿਹੜੇ, ਉਹ ਵੀ ਇੱਥੇ ਆਏ ਨੇ ਵਰਕ ਪਰਮਿਟ ਤੇ, ਜਿਹੜੇ ਜੁਝਾਰ ਸਿੰਘ ਹਜੂਰੀ ਰਾਗੀ ਦੇ ਬ੍ਰਦਰ ਨੇ। ਸਰਤਾਜ ਸਿੰਘ ਬਾਰੇ ਵੀ ਇਹ ਲਿਖਿਆ ਕਿ ਉਹ ਮਲਕੀਤ ਸਿੰਘ ਉਹਨਾਂ ਦੇ ਰਿਸ਼ਤੇਦਾਰ ਨੇ, ਬ੍ਰਦਰ ਇਨ ਲਾ ਲਿਖਿਆ ਹੋਇਆ। ਸੋ 1 ਤੇ 2 ਦੋਵਾਂ ਦੇ ਵਿੱਚ ਸੇਮ ਨੇ। ਜਿਹੜੀ 2 ਹੋ ਗਈਆਂ। ਦਸਮ ਗ੍ਰੰਥ ਦੀ ਜਿਹੜੀ ਸੇਵਾ ਸੁਸਾਇਟੀ ਹੈ 140-40-24 ਐਵਨਿਊ, ਉਹਦੇ ਵਿੱਚ ਵੀ ਬਲਜੀਤ ਸਿੰਘ ਡਾਇਰੈਕਟਰ ਨੇ, ਮਲਕੀਤ ਸਿੰਘ ਡਾਇਰੈਕਟਰ ਨੇ, ਸਰਤਾਜ ਸਿੰਘ ਡਾਇਰੈਕਟਰ ਨੇ। 3 ਹੋ ਗਈਆਂ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜਿਹੜੀ ਸੁਸਾਇਟੀ ਹੈ, ਉਹਦੇ ਵਿੱਚ ਮੋਸਟਲੀ ਉਹਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਸੁਸਾਇਟੀ ਆ, ਉਹਦੇ ਵਿੱਚ ਕੁਲਵਿੰਦਰ ਸਿੰਘ ਗਿੱਲ ਦਾ ਸੇਮ ਐਡਰੈਸ ਆ ਜਿਹੜਾ ਜਤਿੰਦਰ ਸਿੰਘ ਗਿੱਲ ਦਾ, 2937 ਫਲੈਗਮੈਨ ਪਲੇਸ ਐਬਸਫੋਰਡ। ਉਸ ਤੋਂ ਬਾਅਦ ਸਤਿੰਦਰਪਾਲ ਸਿੰਘ ਗਰੇਵਾਲ ਡਾਇਰੈਕਟਰ ਨੇ, ਸੁਖਵਿੰਦਰ ਸਿੰਘ ਫੰਗੂੜਾ ਡਾਇਰੈਕਟਰ ਨੇ, ਹਰਜੀਤ ਸਿੰਘ ਡਾਇਰੈਕਟਰ ਨੇ, ਸਾਹਲਦੀਪ ਸਿੰਘ ਡਾਇਰੈਕਟਰ ਨੇ, ਸਕੱਤਰ ਸਿੰਘ ਡਾਇਰੈਕਟਰ ਨੇ। ਸੋ 3 ਦੇ ਵਿੱਚ ਪਹਿਲੀਆਂ 'ਚ 3 ਡਾਇਰੈਕਟਰ ਨੇ। ਚੌਥੀ ਜਿਹੜੀ ਹੈ ਬਾਬਾ ਦੀਪ ਸਿੰਘ ਸਿੱਖ ਸੁਸਾਇਟੀ, ਉਹਦੇ ਵਿੱਚ ਜਿਹੜਾ ਜਤਿੰਦਰ ਸਿੰਘ ਗਿੱਲ ਉਹਨਾਂ ਦਾ ਐਡਰੈਸ ਆ 2937 ਫਲੈਗਮੈਨ ਪਲੇਸ, ਉਹੀ ਐਡਰੈਸ ਹੈ। ਉਹਦੇ ਵਿੱਚ ਕੁਲਵਿੰਦਰ ਸਿੰਘ ਗਿੱਲ ਦਾ ਨਾਮ ਹੈ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਇਹ ਜਥੇਬੰਦੀਆਂ ਕੰਮ ਨਹੀਂ ਕਰਦੀਆਂ ਹੋਣਗੀਆਂ, ਜਾਂ ਇਹ ਗਲਤ ਨੇ। ਜਿਹੜੀਆਂ ਇੱਥੇ ਦੇ ਲਾ ਮੁਤਾਬਕ ਰਜਿਸਟਰਡ ਹੋਈਆਂ ਨੇ, ਕੋਈ ਜਿੰਨੀਆਂ ਮਰਜ਼ੀ ਰਜਿਸਟਰਡ ਕਰ ਲਓ, ਜਿੰਨੇ ਮਰਜ਼ੀ ਡਾਇਰੈਕਟਰ ਬਣ ਜਾਓ, ਇਹਦੇ ਵਿੱਚ ਕੁਛ ਗਲਤ ਨਹੀਂ। ਪਰ ਇਨਫੋਰਮੇਸ਼ਨ ਜਿੱਥੋਂ ਰੌਲਾ ਪਿਆ, ਜਿਹੜੇ ਬੰਦਿਆਂ ਦੇ ਨਾਂ ਦੀ ਪੋਸਟ ਪਈ, ਉਹ ਬੰਦੇ ਜਿਹੜਾ ਜਾ ਕੇ ਲੜਨ ਲੱਗੇ ਸਰੀ ਗੁਰਦੁਆਰਾ ਸਾਹਿਬ, ਉਹਨਾਂ ਦੇ ਵਿੱਚੋਂ ਜਿਹੜੀ ਸਰਚ ਹੋਈ ਤਾਂ ਇਹ 4 ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸੁਸਾਇਟੀਆਂ ਰਜਿਸਟਰਡ ਹੋਈਆਂ ਨੇ, ਇੰਟਰਕਨੈਕਟਡ ਨੇ। 3 ਦੇ ਤਾਂ ਡਾਇਰੈਕਟਰ ਜਿਹੜੇ ਨੇ ਇੱਕੋ ਹੀ ਨੇ। ਪਹਿਲੀ ਦੇ ਨਾਮਰਾਜ ਸਿੱਖ ਸੇਵਾ ਸੁਸਾਇਟੀ ਦੇ, ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਦੇ, ਸਿੱਖ ਚਾਈਲਡ ਕਲਚਰ ਇੰਟਰਟੇਨਮੈਂਟ ਸੁਸਾਇਟੀ ਦੇ, ਜਿਹੜੇ ਮਲਕੀਤ ਸਿੰਘ ਤੇ ਸਕੱਤਰ ਸਿੰਘ, ਮਲਕੀਤ ਸਿੰਘ ਤੇ ਸਰਤਾਜ ਸਿੰਘ। ਸੋ ਇਹ ਜਿਹੜਾ ਤੇ ਬਲਜੀਤ ਸਿੰਘ ਵੀ ਨੇ 1-2 ਨੰਬਰ 'ਚ, ਪਹਿਲੀ 'ਚ ਨਹੀਂ ਹੈਗੇ ਉਹ। ਦਿਓਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਜੀ ਤੁਹਾਡਾ ਮੈਨੂੰ ਲੱਗਦਾ ਕੋਈ ਰੇਡੀਓ ਤੇ ਚੱਲਦੀ ਆ, ਤੁਹਾਡਾ ਜਦੋਂ ਤੁਸੀਂ ਐਡਸ ਵਗੈਰਾ ਦਿੰਦੇ ਹੋ, ਉਹ ਚੱਲਦੀਆਂ ਨਹੀਂ ਹੈਗੀਆਂ। ਮੈਂ ਤਾਂ ਦੱਸ ਦੂੰਗਾ ਕਿਉਂਕਿ ਤੁਹਾਡੀ ਆਵਾਜ਼ ਕੋਈ ਮੁਸ਼ਕਲ ਹੈ ਜੀ। ਹਾਂ ਠੀਕ ਹੋ ਰਿਹਾ ਜੀ। ਦੇਖੋ, ਮੈਂ ਕੋਈ ਇਸ ਤਰ੍ਹਾਂ ਮੈਂ ਜਿਹੜੀ ਗੱਲਬਾਤ ਦੋਨਾਂ ਤਰ੍ਹਾਂ ਦੀ ਸੁਣੀ ਆ, ਤੇ ਮੈਂ ਇਹਦੇ ਵਿੱਚ ਇਹੀ ਗੱਲ ਦੇਖਣਾ ਚਾਹੁੰਦਾ ਵੀ ਜਿਹੜੀ ਗੱਲ ਕਹੀ ਆ ਤੁਸੀਂ ਸਾਰੀ ਸਪਸ਼ਟ ਕੀਤੀ ਆ, ਵੀ ਜੇ ਜਤਿੰਦਰ ਸਿੰਘ ਹੁਣੀ ਇਹੀ ਰਿਕਾਰਡਿੰਗ ਦੁਬਾਰਾ ਸੁਣ ਲੈਣਾ ਨਾ, ਜਿਹੜੀ ਸਾਰੀ ਗੱਲਬਾਤ ਵਿੱਚ ਜਿਹੜੀ ਹਰਦੀਪ ਸਿੰਘ ਨਿੱਜਰ ਦੱਸ ਕੇ ਗਏ ਆ, ਤੇ ਮੈਨੂੰ ਲੱਗਦਾ ਵੀ ਜਤਿੰਦਰ ਸਿੰਘ ਹੁਣਾਂ ਨੂੰ, ਮੈਨੂੰ ਲੱਗਦਾ ਜੇ ਹਾਜ਼ਰ ਨਾਜ਼ਰ ਹੋ ਕੇ ਦੁਬਾਰਾ ਗੁਰੂ ਮਹਾਰਾਜ ਸਾਹਮਣੇ ਹੋ ਜਾਣ, ਤਾਂ ਮੈਨੂੰ ਲੱਗਦਾ ਵੀ ਗੁਰੂ ਮਹਾਰਾਜ ਮੋਰੇ ਸ਼ਾਇਦ ਇਹ ਜੇ ਹੁਣ ਇਹਨਾਂ ਦੇ ਮੁਤਾਬਿਕ ਸਹੀ ਆ, ਤਾਂ ਮੰਨ ਲਓ ਉੱਥੇ ਬੇਸ਼ੱਕ ਝੂਠਾ ਸਹੁੰ ਖਾ ਸਕਦੇ ਜਾਂ ਖੜ ਕੇ, ਪਰ 1 ਮਿੰਟ ਦੇ ਮਤਲਬ 10 ਮਿੰਟਾਂ ਦੇ ਵਿੱਚ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਉਹ ਸਿੱਧ ਝੂਠੇ ਹੋ ਜਾਂਦੇ ਆ। ਵੀ ਜਿਹੜੀ ਇਹ ਗੱਲਬਾਤ ਖੁਦ ਮੈਂ ਆਪਣਾ ਜਨਰਲੀ ਖਿਆਲ ਦੱਸ ਰਿਹਾ, ਉਹ ਤਾਂ ਦੱਸ ਰਿਹਾ ਕਿਉਂਕਿ ਜਿਹੜੀ ਇਹਨੇ ਗੱਲ ਕੀਤੀ ਆ ਸਾਰੀ, ਉਹਦੇ ਵਿੱਚ 2 ਚੀਜ਼ਾਂ। ਇੱਕ ਜਿਹੜੀ ਤੁਸੀਂ ਇਨਫੋਰਮੇਸ਼ਨ ਦੱਸੀ ਆ BC ਜਿਹੜੀ ਨਾਮ ਰਸ ਜਿਹੜੀ ਤੁਸੀਂ ਦੱਸੀ ਆ ਉਹਦੇ ਬਾਰੇ, ਉਹਦੇ ਵਿੱਚ ਇਹਨਾਂ ਬੰਦਿਆਂ ਦੇ ਸੰਬੰਧ ਜੁੜਦੇ ਆ ਆਪਸ ਵਿੱਚ, ਮਲਕੀਤ ਸਿੰਘ ਤੇ ਇਹਨਾਂ ਦਾ ਜਤਿੰਦਰ ਸਿੰਘ ਗਿੱਲ ਤੇ ਸਰਤਾਜ ਸਿੰਘ। ਦੈਟ ਮੀਨਸ ਇਹ 3 ਬੰਦੇ ਬੇਸ਼ੱਕ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਪਤਾ ਨਹੀਂ, ਇਹਦਾ ਮਤਲਬ ਇਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨੋਨ ਆ, 3 ਜਾਣਦੇ ਆ। ਇਹ ਸਿੱਧਾ ਸ਼ਾਇਦ ਹੁੰਦਾ ਇਹ ਝੂਠ ਬੋਲਣਾ ਇਹਨਾਂ ਦੀ ਆਪਣੀ ਮਰਜ਼ੀ, ਇਹ ਅਦਾਲਤ ਜਾਂ ਕਿਸੇ ਵੀ ਕੋਰਟ ਨੇ ਝੱਟ ਸਿੱਧ ਕਰ ਦੇਣਾ। ਤੇ ਉਸ ਤੋਂ ਅਗਲਾ ਆ ਬਈ ਇਹ ਕਹਿੰਦੇ ਮੈਂ ਇਕੱਲਾ ਗਿਆ ਉੱਥੇ, ਨਹੀਂ ਇਹ ਸਾਰੇ ਜੇ ਜਾਣਦੇ ਤੇ ਗਏ ਵੀ ਇਕੱਠੇ ਆ। ਇਹ ਵੀ ਸਪਸ਼ਟ ਗੱਲ ਹੁੰਦੀ। ਮੈਂ ਜਨਰਲੀ ਜਿਹੜੀ ਆਮ ਤੌਰ ਤੇ ਜੋ ਕੋਰਟ 'ਚ ਹੁੰਦੀ, ਮੈਂ ਉਸ ਹਿਸਾਬ ਨਾਲ ਜੱਜ ਕਰਦਾ ਤੁਹਾਡੀ ਸੁਣੀ ਗੱਲ।
ਤੇ ਉਸ ਤੋਂ ਬਾਅਦ ਜੇ ਨਹੀਂ ਕਿ ਹੱਥੋਂ ਪਾਈ ਕੀਤੀ ਆ ਫਿਰ ਇਹਨੀ ਮਾਫੀ ਕਿਉਂ ਮੰਗੀ, ਜਿਹੜੀ ਉਹ ਕਹਿੰਦੇ ਲਿਖਤੀ ਰੂਪ ਦੇ ਵਿੱਚ 2 ਬੰਦੇ ਮਾਫੀ ਮੰਗ ਕੇ ਗਏ ਆ ਸਾਨੂੰ, ਫਿਰ ਜੇ ਉਹ ਇਹਨਾਂ ਨੇ ਕੋਈ ਅਟੈਕ ਕੀਤਾ ਫਿਰ ਇਹਨੇ ਮਾਫੀ ਕਿਹੜੀ ਖੁਸ਼ੀ 'ਚ ਮੰਗੀ ਆ? ਦੈਟ ਮੀਨਸ ਇਹ ਜਤਿੰਦਰ ਸਿੰਘ ਹੁਣੀ ਆਪਣੀ ਇੱਕ ਗਲਤੀ ਨੂੰ ਲੁਕਾਉਣ ਦੇ ਮੈਂ ਇਸ ਕਰਕੇ ਇਹਨਾਂ ਨੇ ਕਰਨਾ ਵੀ ਕਿਉਂਕਿ ਇਹਨਾਂ ਦਾ ਨੁਕਸਾਨ ਇਹਦੇ ਵਿੱਚ ਹੋ ਸਕਦਾ ਕਿ ਉਹ ਹੋਰ ਗਲਤੀਆਂ ਹੋਰ ਝੂਠ ਬੋਲ ਰਹੇ ਆ। ਕੈਨੇਡਾ ਦੇ ਵਿੱਚ ਗਲਤੀ ਕਰਨ ਦੇ ਨਾਲੋਂ ਝੂਠ ਬੋਲਣਾ ਵੱਡਾ ਕ੍ਰਾਈਮ ਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਜਿਹੜਾ ਅੱਗੇ ਆਪਣੇ ਇੰਦਰਜੀਤ ਸਿੰਘ ਰਿਆਤ ਆ ਉਹਨਾਂ ਨੇ ਸਜ਼ਾ ਝੂਠ ਬੋਲਣ ਕਰਕੇ ਵੱਧ ਭੁਗਤੀ ਸੀਗੀ, ਕਿਉਂਕਿ ਜਦੋਂ ਤੁਸੀਂ ਗਲਤ ਇਨਫੋਰਮੇਸ਼ਨ ਦਿੰਦੇ ਆ ਕਿਸੇ ਚੀਜ਼ ਨੂੰ। ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਕਹੇ ਜਿਹੜੀ ਗੱਲ ਬਈ ਆ, ਜੇ ਇਹਨਾਂ ਦੀ ਕੋਈ ਹਾਲੇ ਵੀ ਹੈਗੀ ਗੱਲਬਾਤ, ਇਹਨਾਂ ਨੂੰ ਲੱਗਦਾ ਇਹਨਾਂ ਨੂੰ ਜੇ ਲੱਗਦਾ ਵੀ ਮਾੜੇ ਮੋਟੇ ਗੁਰੂ ਘਰ ਦੇ ਸੇਵਕ ਹੈਗੇ ਆ ਤੇ ਆਪਣਾ ਇਹਨਾਂ ਨੂੰ ਸਮਝ ਲੈਣਾ ਚਾਹੀਦਾ, ਬੈਠ ਸਮਝ ਕੇ ਫੈਸਲਾ ਕਰ ਲੈਣਾ ਚਾਹੀਦਾ ਵੀ ਇਹ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਕਈ ਵਾਰੀ ਬੰਦੇ ਕੋਲੋਂ। ਪਰ ਆਹ ਜਿਹੜੇ ਝੂਠ ਇਹ ਆਪਣੀ ਕਈਆਂ ਗੱਲਾਂ ਦੇ ਵਿੱਚ ਆਪ ਹੀ ਫਸ ਗਏ ਆ, ਕਿਉਂਕਿ ਅਦਰਵਾਈਜ਼ ਪੁਲਿਸ ਦੇ ਕੋਲ ਸਾਰਾ ਕੁਝ ਉਹਨਾਂ ਕੋਲ ਲਿਖਤੀ ਪਏ ਆ। ਤੇ ਮੇਰੇ ਖਿਆਲ ਦੇ ਨਾਲ ਸੁਸਾਇਟੀਆਂ ਨੂੰ ਵੀ ਬਹੁਤ ਸਾਰੀਆਂ ਬਣੀਆਂ ਬਿਨਾਂ ਸ਼ੱਕ ਕੋਈ ਨਾ ਕੋਈ ਹੁੰਦੇ ਤਾਂ ਹੈਗੇ ਕਾਲੇ ਮਾਲੇ, ਕਿਉਂਕਿ ਹੁਣ ਥੋੜ੍ਹਾ ਚਲੋ ਚੀਜ਼ਾਂ ਵਿਜ਼ੀਬਲ ਜ਼ਿਆਦਾ ਹੋਣ ਲੱਗ ਪਈਆਂ। ਪਰ ਆਹ ਘਟਨਾਕ੍ਰਮ ਤੋਂ ਜਤਿੰਦਰ ਸਿੰਘ ਗਿੱਲ ਤੇ ਇਹਨਾਂ ਦੇ ਦੂਜੇ ਸਾਥੀਆਂ ਨੂੰ ਜ਼ਰੂਰ, ਨਾਲੇ ਇਮੀਗ੍ਰੇਸ਼ਨ ਵਾਲਾ ਵਿੱਚ, ਕਿਉਂਕਿ ਇਹ ਸਾਰਾ ਇੱਕ ਕਾਲਾ ਮਾਲਾ ਜਿਹੜਾ ਤੁਸੀਂ ਕਹਿੰਦੇ ਇਮੀਗ੍ਰੇਸ਼ਨ ਵਾਲਾ ਵੀ ਆ ਉਹ, ਕਿਉਂਕਿ ਚਲੋ ਇਹ ਨਹੀਂ ਉਹ ਤਾਂ ਨੋ ਡਾਊਟ ਜਦੋਂ ਤੁਸੀਂ ਮੰਗਾਉਂਦੇ ਆ ਕਿਸੇ ਨੂੰ ਕੰਸਲਟੈਂਟ ਦੀ ਲੋੜ ਪੈਂਦੀ ਆ, ਪਰ ਇੱਕ ਇਹ ਲੜੀਆਂ ਤਾਂ ਕੜੀਆਂ ਤਾਂ ਤੁਸੀਂ ਜਿਹੜੀ ਇਨਫੋਰਮੇਸ਼ਨ ਦੱਸੀ ਆ ਉਹ ਸਪਸ਼ਟ ਆਉਂਦੀਆਂ ਆ। ਇਹਦੇ ਵਿੱਚ ਤਾਂ ਮੈਨੂੰ ਲੱਗਦਾ ਜਤਿੰਦਰ ਹੁਣੀ ਜੇ ਕੱਲ੍ਹ ਨੂੰ ਆ ਕੇ ਤੁਹਾਡੀ ਰੇਡੀਓ ਤੇ ਦੁਬਾਰਾ ਕਹਿਣ ਨਹੀਂ ਮੈਂ ਹੁਣ ਜਾਣਦਾ ਇਹਨਾਂ ਨੂੰ, ਤੇ ਫਿਰ ਇਹਨਾਂ ਲਈ ਬੜਾ ਨਮੋਸ਼ੀ ਵਾਲਾ ਕੰਮ ਹੋਣਾ। ਤੇ ਇਹਨਾਂ ਨੂੰ ਮੇਕ ਸ਼ੋਰ ਕਰ ਲੈਣਾ ਚਾਹੀਦਾ ਵੀ ਸਰਤਾਜ ਸਿੰਘ ਨੂੰ ਕਹਿੰਦੇ ਮੈਂ ਜਾਣਦਾ ਤੱਕ ਨਹੀਂ। ਦਿਓਲ ਸਾਹਿਬ ਕਿਵੇਂ ਰਜਿਸਟਰਡ ਹੋ ਜੂ ਸੁਸਾਇਟੀ ਲਿਆ, ਮੈਨੂੰ ਭੇਜੋ ਆਪਣਾ ਨਾਮ, ਮੈਂ ਰਜਿਸਟਰਡ ਕਿਵੇਂ ਕਰਾ ਦਾਂਗਾ ਬਿਨਾਂ ਆਈਡੀ ਤੋਂ, ਤੁਹਾਡੀ ਤੋਂ ਕਿਵੇਂ ਰਜਿਸਟਰਡ ਹੋ ਜੂ ਮੈਨੂੰ ਦੱਸੋ। ਤੁਸੀਂ ਦੇਖੋ ਮੈਨੂੰ ਤਾਂ ਪਤਾ ਉਸ ਚੀਜ਼ ਦਾ, ਦੇਖੋ ਮੈਨੂੰ ਤਾਂ ਪਤਾ, ਪਰ ਇਹਨਾਂ ਦੇ ਕਹਿਣਾ ਵਾਂਗੂ ਆ ਵੀ ਇਹ ਝੂਠ ਬੋਲ ਕੇ ਇਹਨਾਂ ਨੇ ਆਪਣੀ ਗੱਲ ਤੋਂ ਆਪ ਹੀ ਫਸ ਜਾਣਾ। ਮੈਂ ਤਾਂ ਕਿਉਂਕਿ ਆਪਾਂ ਭਲੇ ਦੀ ਗੱਲ ਕਰ ਰਹੇ ਇਹਨਾਂ ਦੇ ਦੀ, ਮੈਂ ਤਾਂ ਗੱਲ ਕਰ ਰਿਹਾ। ਬਿਲਕੁਲ ਕਿਉਂਕਿ ਅਸੀਂ ਇਸ ਤਰੀਕੇ ਨਹੀਂ ਵੀ ਕੋਈ ਇੱਕ ਸੁਸਾਇਟੀ ਨੂੰ ਸਹੀ ਤੇ ਦੂਜੀ ਨੂੰ ਗਲਤ ਕਰਨਾ। ਅਸੀਂ ਕਹਿੰਦੇ ਵੀ ਜੇ ਇਹਨਾਂ ਨੇ ਕਿਸੇ ਝੂਠ ਦੇ ਡਰ ਤੋਂ ਮੰਨ ਲਓ ਗਲਤ ਗੱਲ ਕਰ ਦਿੱਤੀ ਤਾਂ ਉਹਨੂੰ ਠੀਕ ਕਰਨ ਦਾ ਇੱਕ ਵਿਅਕਤੀ ਕੋਲ ਸਮਾਂ ਹੁੰਦਾ। ਜਿੱਦਾਂ ਉਹਨੇ ਕਿਹਾ ਵੀ ਜੇ ਕੋਈ ਮਾਫੀ ਮੰਗ ਕੇ ਬੰਦੇ ਆਪਣਾ, ਚਲੋ ਬੰਦਿਆਂ ਕੋਲੋਂ ਨਾ ਮਾਫੀ ਮੰਗੇ, ਗੁਰੂ ਪਾਤਸ਼ਾਹ ਕੋਲ ਜੇ ਕੋਈ ਗੁਰੂ ਘਰ ਦੇ ਆਪਣੇ ਨੂੰ ਸੇਵਾਦਾਰ ਸਮਝਦੇ ਉੱਥੇ ਜਾ ਕੇ ਹਾਜ਼ਰ ਨਾਜ਼ਰ ਹੋ ਕੇ ਮਾਫੀ ਦੁਆਰਾ ਮੰਗ ਲੈਣ ਤਾਂ ਮੇਰੇ ਖਿਆਲ ਨਾਲ ਕੋਈ ਏਡਾ ਮਸਲਾ ਨਹੀਂ ਹੈਗਾ। ਤੇ ਇਸ ਚੀਜ਼ ਦਾ ਉਹ ਇਹਨਾਂ ਦਾ ਉਹਦੇ ਵਿੱਚ ਭਲਾ ਆ, ਤੇ ਅਦਰਵਾਈਜ਼ ਇਹਨਾਂ ਦੀ ਗੱਲਾਂ ਦਾ ਇਹ ਆਪ ਵੀ ਉਹਦੇ ਵਿੱਚ ਫਸ ਚੁੱਕੇ ਆ। ਤੇ ਮੈਨੂੰ ਲੱਗਦਾ ਜਿੱਦਾਂ ਇੱਕ ਝੂਠ ਬੋਲਦਾ ਬੰਦਾ ਕਈ ਹੋਰ ਝੂਠ ਪੈਦਾ ਕਰ ਲੈਂਦਾ, ਉਸ ਚੀਜ਼ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ। ਇਵਨ ਰਿਕਾਰਡਿੰਗ ਤੁਹਾਡੇ ਕੋਲ ਹੁੰਦੀ ਆ, ਮੁੜ ਕੇ ਦੁਬਾਰਾ ਸੁਣ ਲੈਣ ਆਪਣੀਆਂ ਗੱਲਾਂ ਬਾਤਾਂ ਨਹੀਂ ਕੀ ਕਿਹਾ। ਧੰਨਵਾਦ ਜੀ। ਓਕੇ ਧੰਨਵਾਦ ਜੀ। ਵਪਾਰਕ ਸੰਦੇਸ਼ ਮੁੜ ਕੇ ਆਉਣਾ ਜੀ। ਤੁਸੀਂ ਡਾਇਰੈਕਟਰ ਹੋ ਪਿੰਡ ਕੰਮ ਉਹਦੇ, ਦੇਖੋ ਮੈਂ ਇਹਦੇ 'ਚ ਫਿਰ ਵੀ ਕਹਾਂ ਪਲੀਜ਼ ਮੈਂ ਕਲੀਅਰ ਕਰਾਂ, ਮੈਂ ਅੱਜ ਸੇਵਾ ਸੁਸਾਇਟੀ ਬਣਾ ਦੇਵਾਂ, ਕੋਈ ਜਿੰਨੀਆਂ ਮਰਜ਼ੀ ਬਣਾ ਲਓ, ਮੈਨੂੰ ਇਹ 'ਚ ਕੋਈ ਨਹੀਂ। ਤੁਸੀਂ ਕਾਨੂੰਨ ਮੁਤਾਬਕ ਬਣਾ ਰਹੇ ਹੋ, ਠੀਕ ਬਣਾ ਰਹੇ ਹੋ। ਤੁਸੀਂ ਆਪਰੇਸ਼ਨਲ ਕੀਤੀ ਆ ਨਹੀਂ ਕੀਤੀ, ਜਨਤਕ ਕੰਮ ਕਰਦੇ ਹੋ ਨਹੀਂ ਕਰਦੇ, ਇਹ ਵੀ ਕੋਈ ਗਾਈਡਲਾਈਨ ਨਹੀਂ। ਪਰ ਇਹ ਨਾ ਕਹੋ ਵੀ ਮੈਂ ਮਲਕੀਤ ਸਿੰਘ ਤੇ ਸਰਤਾਜ ਸਿੰਘ ਨੂੰ ਜਾਣਦਾ ਨਹੀਂ ਸੀ। ਤੁਸੀਂ ਇੱਕ ਸੁਸਾਇਟੀ ਦੇ ਡਾਇਰੈਕਟਰ ਹੋ ਇਕੱਠੇ, ਫਿਰ ਕਹਾਂ ਉਹ ਬੰਦਿਆਂ ਨੇ ਜਿਹੜੀਆਂ ਅਲੱਗ ਸੁਸਾਇਟੀਆਂ ਬਣਾਈਆਂ ਨੇ ਉਹਨਾਂ ਦੇ ਡਾਇਰੈਕਟਰ ਨੇ, 3 ਅਲੱਗ-ਅਲੱਗ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਨੇ ਉਹ ਮਲਕੀਤ ਸਿੰਘ ਤੇ ਸਰਤਾਜ ਸਿੰਘ। ਮੈਂ ਅਗਲੇ ਕਾਲਰ ਲਾਈਨਾਂ ਜੀ, ਸਰ ਚਰਨਜੀਤ ਸਿੰਘ ਲਾਈਨ ਨੰਬਰ 4। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਚਰਨਜੀਤ ਸਿੰਘ ਜੀ। ਹਾਂਜੀ ਭਾਜੀ। ਤੁਸੀਂ ਚਰਨਜੀਤ ਸਿੰਘ ਸੁੱਜੋ? ਹਾਂਜੀ ਮੈਂ ਚਰਨਜੀਤ ਸਿੰਘ ਸੁੱਜੋ ਬੋਲਦਾ ਜੀ। ਹਾਂਜੀ ਦੱਸੋ ਵੀਰ ਜੀ, ਜਿਹੜੀ ਸਾਰੀ ਗੱਲ ਹੋਈ ਹੈ ਤੁਹਾਡੇ ਨਾਲ ਹੋਈ ਹੈ, ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਵੀ ਕੀ ਹੋਇਆ? ਹਾਂਜੀ ਬਿਲਕੁਲ ਭਾਜੀ। ਦੇਖੋ ਇਹ ਨਾ ਸ਼ੁੱਕਰਵਾਰ ਦੀ ਗੱਲ ਆ ਤੇ ਮੇਰੀ ਰਾਤ ਦੀ ਜੌਬ ਹੁੰਦੀ, ਜਿੱਦਾਂ ਮੈਂ ਨਾ ਦਿਨੇ ਸੌ ਜਾਂਦਾ ਹਨਾ, ਜਦੋਂ ਸ਼ਾਮ ਜੀ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੁੰਦਾ ਪਹਿਲਾਂ, ਤੇ ਉੱਥੇ ਨਾ ਜਿੱਦਾਂ 4-5 ਜਣੇ ਆਏ ਤੇ ਸਾਡੇ ਉਹ ਮੀਟਿੰਗ ਰੂਮ 'ਚ ਬੈਠ ਗਏ ਹਨਾ। ਤੇ ਚਲੋ ਮੈਨੂੰ ਉੱਥੇ ਪਤਾ ਲੱਗਾ ਵੀ ਇਹ ਭਾਜੀ ਨਾਲ ਗੱਲਬਾਤ ਕਰਨ ਆਏ ਸਾਡੇ ਪ੍ਰਧਾਨ ਸਾਹਿਬ ਨਾਲ ਨਾ, ਤੇ ਮੈਂ ਪ੍ਰਧਾਨ ਸਾਹਿਬ ਕੋਲ ਗਿਆ, ਮੈਂ ਕਿਹਾ ਵੀ ਕੀ ਗੱਲ ਹੋ ਗਈ? ਉਹ ਕਹਿੰਦੇ ਮੈਨੂੰ ਪਤਾ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਭਾਜੀ ਬਲਜੀਤ ਸਿੰਘ ਜਿਹੜੇ ਰਾਗੀ ਹੈ ਤੇ ਉਹ ਸਾਡੇ ਕੋਲ ਨਾ ਉੱਪਰ ਲੈਣ ਚੱਲ ਗਏ। ਉਹ ਕਹਿੰਦੇ ਵੀ ਬਹਿ ਕੇ ਗੱਲ ਕਰਨੀ। ਪ੍ਰਧਾਨ ਸਾਹਿਬ ਕਹਿੰਦੇ ਵੀ ਮੈਂ ਤਾਂ ਕੰਮ ਕਰਦਾ ਕੰਸਟਰਕਸ਼ਨ ਦਾ, ਉੱਪਰ ਚੜੇ ਹੋ ਸੀਗੇ ਨਾ, ਤੇ ਉਹ ਕਹਿੰਦੇ ਨਹੀਂ ਬਹਿ ਕੇ ਗੱਲ ਕਰਦੇ। ਅਸੀਂ ਕਿਹਾ ਚਲੋ ਠੀਕ ਆ। ਅਸੀਂ ਬੜੇ ਵਧੀਆ ਕਮਰੇ 'ਚ ਗਏ ਤੇ ਪ੍ਰਧਾਨ ਸਾਹਿਬ ਨੇ ਜਾਂਦਿਆਂ ਨੇ ਫਤਿਹ ਬੁਲਾਈ। ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਚਾਹ ਪਾਣੀ ਜਲ ਪਾਣੀ ਕੋਈ ਛਕਣਾ? ਉਹਨਾਂ ਸਾਰਿਆਂ ਨੇ ਕਿਹਾ ਕਹਿੰਦੇ ਨਹੀਂ ਛਕਣਾ। ਬਿਲਕੁਲ ਬੜੇ ਚੰਗੇ ਸਲੀਕੇ ਨਾਲ ਆਪਾਂ ਬੈਠੇ ਸੀਗੇ ਨਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇਹਨਾਂ 'ਚੋਂ ਆਪਣੇ ਗੁਰਕਮਰ ਤੇ ਆਪਣੇ ਮਲਕੀਤ ਸਿੰਘ ਤੇ ਜਤਿੰਦਰ ਸਿੰਘ ਗਿੱਲ, ਇਹਨਾਂ ਨੇ ਕਿਹਾ ਤੇ ਨਾਲ ਸਰਤਾਜ ਸਿੰਘ ਸੀਗੇ। ਉਹ ਕਹਿੰਦੇ ਵੀ ਸਾਨੂੰ ਤੁਹਾਡੇ ਤੇ ਸ਼ੱਕ ਆ 35-37, ਕਹਿੰਦੇ ਸਾਨੂੰ ਫੋਨ ਚੈੱਕ ਕਰਾਓ।
ਤੁਸੀਂ ਦੱਸੋ ਵੀ ਫੋਨ ਕਿਸੇ ਦਾ ਕੋਈ ਚੈੱਕ ਨਹੀਂ ਕਰ ਸਕਦਾ। ਮੇਰੇ ਮਨ ਸਾਫ਼ ਸੀਗਾ, ਮੈਂ ਚਾਹੁੰਦਾ ਸੀਗਾ ਵੀ ਚਲੋ ਯਾਰ ਜੇ 2-4 ਗੁਰਸਿੱਖ ਆਏ, ਕਿੰਨੇ ਸੋਹਣੇ ਆਏ ਨਾ, ਸਰੂਪ ਆ ਇਹਨਾਂ ਦੇ, ਵੀ ਜੇ ਮੇਰੇ ਫੋਨ ਦਿਖਾਉਣ ਨਾਲ ਸ਼ੱਕ ਦੂਰ ਹੁੰਦੀ, ਮੈਨੂੰ ਕੀ ਤਰ੍ਹਾਂ ਜਦੋਂ ਮੈਂ ਸੱਚਾ ਹੈ ਨਾ। ਮੈਂ ਉਸੇ ਟਾਈਮ ਉਸੇ ਪਲ ਦੇ ਵਿੱਚ ਵੀਡੀਓ 'ਚ ਸਾਰਾ ਸਾਡੇ ਕੋਲ ਰਿਕਾਰਡ ਆ, ਮੈਂ ਫੋਨ ਇਹਨਾਂ ਨੂੰ ਫੜਾ ਦਿੱਤਾ ਔਰ ਇਹਨਾਂ ਨੇ ਫੋਨ ਬਿਲਕੁਲ ਖੋਲ ਕੇ, ਮੈਂ ਲੌਕ ਖੋਲ ਕੇ ਦੇ ਦਿੱਤਾ, ਇਹਨਾਂ ਨੇ ਸਰਚ ਕੀਤਾ ਸਾਰਾ। ਉਹ ਤੋਂ ਬਾਅਦ ਕਹਿੰਦੇ ਭਾਈ ਸਾਹਿਬ ਸੌਰੀ, ਕਹਿੰਦੇ ਵੀ ਤੁਸੀਂ ਬਿਲਕੁਲ ਸੱਚੇ ਆ, ਤੁਸੀਂ ਸਹੀ ਆ। ਮੈਂ ਕਿਹਾ ਭਾਜੀ ਵੀ ਗੱਲ ਹੁਣ ਇੱਥੇ ਖਤਮ ਨਹੀਂ ਹੁੰਦੀ, ਸਾਨੂੰ ਪਤਾ ਕੋਈ ਫੋਨ ਫੜਾ ਨਹੀਂ ਸਕਦਾ। ਮੈਂ ਕਿਹਾ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਣਾ, ਵੀ ਮੈਂ ਇਹ ਕਹਿਣਾ ਵੀ ਸੱਚੇ ਪਾਤਸ਼ਾਹ ਜੇ ਮੈਂ ਤੁਹਾਡੇ ਵਿਰੁੱਧ ਲਿਖਿਆ ਤਾਂ ਛੱਡੋ, ਤੁਹਾਨੂੰ ਸ਼ੱਕ ਹੋ ਗਿਆ ਵੀ ਨਹੀਂ ਲਿਖਿਆ, ਕਲੀਅਰ ਹੋ ਗਿਆ। ਜੇ ਮੈਂ ਕਿਸੇ ਤੋਂ ਲਿਖਾਇਆ ਵੀ ਹੋਵੇ, ਜੇ ਮੈਂ ਸ਼ਹਿ ਵੀ ਦਿੱਤੀ ਹੋਵੇ, ਜੇ ਮੈਨੂੰ ਤੁਹਾਨੂੰ ਵਿਚਾਰਾਂ ਦਾ ਮੈਨੂੰ ਪਿੰਡ ਦਾ ਵੀ ਪਤਾ ਹੋਵੇ ਤੁਹਾਡਾ, ਤੇ ਮੈਨੂੰ 2 ਜਾਣੇ ਦਾ, ਜਤਿੰਦਰ ਸਿੰਘ ਗਿੱਲ, ਸਰਤਾਜ ਸਿੰਘ ਦਾ ਮੈਨੂੰ ਨਾਂ ਵੀ ਨਹੀਂ ਸੀ ਪਤਾ, 2 ਨੂੰ ਜ਼ਰੂਰ ਮੈਂ ਜਾਣਦਾ ਸੀਗਾ ਗੁਰੂ ਘਰ ਆਉਣ ਕਰਕੇ, ਮਲਕੀਤ ਸਿੰਘ ਸਿੱਧੂ ਤੇ ਗੁਰਕਮਰ ਸਿੰਘ ਹਨਾ। ਮੈਂ ਕਿਹਾ ਵੀ ਉਹ ਕਹਿੰਦੇ ਨਹੀਂ ਕਹਿੰਦੇ ਵੀ, ਮੈਂ ਕਿਹਾ ਨਹੀਂ ਤੁਸੀਂ ਮੇਰੇ ਤੇ ਇਲਜ਼ਾਮਬਾਜ਼ੀ ਲਾ ਰਹੇ ਐਡੀ ਵੱਡੀ ਹਨਾ, ਵੀ ਮੈਂ ਦਿਨ ਰਾਤ ਇੱਥੇ ਰਹਿਣਾ, ਮੇਰੀ ਇਹ ਸੋਚ ਨਹੀਂ ਨਾ, ਇਹ ਸਾਡੀ ਲੜਾਈ ਆ, ਸਾਡੀ ਲੜਾਈ ਬਹੁਤ ਵੱਡੀ ਆ, ਸਾਡੀ ਆਪਣੇ ਭਰਾਵਾਂ ਨਾਲ ਲੜਨਾ, ਇੱਕ ਦੂਜੇ ਦੀ ਦੁਸ਼ਮਣ, ਮੈਂ ਕਿਹਾ ਚੰਗੀ ਗੱਲ ਨਹੀਂ ਆ ਨਾ। ਚਲੋ ਮੈਂ ਤਾਂ ਇਹਨਾਂ ਗੱਲਾਂ ਨੂੰ ਸੋਚਦਿਆਂ ਹੋਇਆ ਵੀ ਯਾਰ ਜੇ ਮੇਰੇ ਫੋਨ ਦੇਣ ਤੇ ਇਹਨਾਂ ਦਾ ਮਸਲਾ ਹੱਲ ਹੁੰਦਾ, ਆਪਾਂ ਕਾਹਨੂੰ ਇਹਨਾਂ ਦੇ ਮਨ 'ਚ ਵੀ ਸ਼ੱਕ ਰਹੂਗੀ, ਗੱਲਾਂ ਕਰਦੇ ਫਿਰਨਗੇ ਹਨਾ। ਜਦੋਂ ਸਾਰੀ ਗੱਲ ਪਤਾ ਹੋ ਗਈ ਆ, ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਵੀ ਸਾਡੇ ਬੰਦੇ ਨੇ ਵੀ ਤੁਸੀਂ ਜਿੱਦਾਂ ਫੋਨ ਚੈੱਕ ਕਰਾਇਆ, ਪ੍ਰਧਾਨ ਸਾਹਿਬ ਨੇ ਕਿਹਾ ਵੀ ਇੱਦਾਂ ਤੁਸੀਂ ਚੈੱਕ ਨਹੀਂ ਕਰ ਸਕਦੇ ਹਨਾ। ਅੱਛਾ ਉਹ ਔਖੇ ਹੋ ਗਏ ਹਨਾ। ਉਸ ਤੋਂ ਬਾਅਦ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਹਨਾ, ਗੰਦੀ। ਸਭ ਤੋਂ ਪਹਿਲਾਂ ਵੀਡੀਓ 'ਚ ਹੈਗਾ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਨਾ। ਅਸੀਂ ਇਹਨੂੰ ਫਿਰ ਵੀ ਮੈਂ ਜੱਫਾ, ਮੈਂ ਹੱਥ ਜੋੜਦਾ, ਮੇਰੇ ਵੀਡੀਓ 'ਚ ਵੀ ਹੱਥ ਜੋੜੇ ਹੋਈ ਆ। ਮੈਂ ਕਿਹਾ ਭਾਈ ਸਾਹਿਬ ਪਹਿਲੀ ਤਾਂ ਗੱਲ ਇਹ, ਆਪਾਂ ਗੁਰੂ ਘਰ ਕਿੰਨੀ ਨਿਮਰਤਾ ਨਾਲ ਆਉਣੇ ਆ, ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਇੱਥੇ ਉੱਠਣਾ ਬੈਠਣਾ ਬੋਲਣਾ ਚੱਲਣਾ ਆਪਾਂ ਕਿਵੇਂ ਆ। ਆਪਾਂ ਜੇ ਬਾਹਰ ਗਲਤੀਆਂ ਕਰਦੇ ਤਾਂ ਗੁਰੂ ਘਰ ਆਪਾਂ ਬਖਸ਼ਾਉਣੇ ਆ ਨਾ, ਜੇ ਆਪਾਂ ਇੱਥੇ ਗਲਤੀਆਂ ਕਰਾਂਗੇ ਆਪਾਂ ਬਖਸ਼ਾਵਾਂਗੇ ਕਿੱਥੇ ਹਨਾ। ਆਪਾਂ ਘਰੋਂ ਕਿੰਨੀ ਸ਼ਰਧਾ ਨਾਲ ਆਉਣੇ ਆ ਨਾ, ਤੇ ਕਿੰਨੀ ਸ਼ਰਧਾ ਨਾਲ ਅਸੀਂ ਮੱਥਾ ਟੇਕਦੇ, ਸਾਡੇ 'ਚ ਕਿੰਨੇ ਚੰਗੇ ਮਤਲਬ ਖਿਆਲ ਹੁੰਦੇ, ਤਾਂ ਹੀ ਮਹਾਰਾਜ ਸਾਨੂੰ ਲੈ ਕੇ ਆਉਂਦੇ ਹਨਾ। ਵੀ ਜੇ ਤੁਸੀਂ ਏਦਾਂ ਦੀ ਭਾਵਨਾ ਨਾਲ ਲੈ ਕੇ ਆਉਣਾ ਸੀ, ਤੁਸੀਂ ਲੜਨਾ ਨਹੀਂ ਸੀਗਾ, ਤੇ ਤੁਹਾਨੂੰ ਗੁਰੂ ਘਰ ਆਉਣ ਦੀ ਲੋੜ ਨਹੀਂ ਸੀ, ਸਾਨੂੰ ਫੋਨ ਕਰ ਲੈਂਦੇ ਹਨਾ, ਸਾਨੂੰ ਸੱਦ ਲੈਂਦੇ ਕਿੱਥੇ ਬਾਹਰ, ਉੱਥੇ ਤੁਸੀਂ ਜੋ ਗੱਲ ਕਰਨੀ ਸਾਡੇ ਨਾਲ ਉੱਥੇ ਗੱਲਬਾਤ ਕਰ ਲੈਂਦੇ ਹਨਾ। ਤੇ ਕਹਿਣ ਦਾ ਮਤਲਬ ਇਹਨਾਂ ਨੇ ਇੰਨੀ ਕੁ ਸਾਡੇ ਨਾਲ ਮਤਲਬ ਬਦਤਮੀਜ਼ੀਆਂ ਗੱਲਾਂ ਕੀਤੀਆਂ। ਤੇ ਅਸੀਂ ਦੇਖੋ ਇੱਕ ਗੁਰੂ ਘਰ ਦੇ ਪ੍ਰਬੰਧ ਸੇਵਾਦਾਰ ਹਨਾ, ਅਸੀਂ ਵੀ ਇਹਨਾਂ ਨੂੰ ਉਸ ਭਾਸ਼ਾ 'ਚ ਜਵਾਬ ਦਿੰਦੇ, ਵਾਹਿਗੁਰੂ ਜਾਣਦਾ ਵੀ ਸਾਨੂੰ ਸੋਭਾ ਰਹਿੰਦਾ ਵੀ ਸਾਡੇ ਤਾਂ ਇਹਨਾਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਹਨਾ, ਕਿਉਂਕਿ ਉਹਨਾਂ ਨੇ ਵੀ ਗਾਲ ਕੱਢੀ, ਅਸੀਂ ਵੀ ਗਾਲਾਂ ਕੱਢ ਦਿੱਤੀਆਂ। ਦੂਜੀ ਗੱਲ ਪਰ ਜੀ ਇਹ ਦਲੇਰੀ, ਬੰਦੇ ਦੀ ਦਲੇਰੀ ਦਾ ਨਾ ਇਹਨਾਂ ਗਾਲਾਂ ਤੋਂ ਨਹੀਂ ਪਛਾਣਿਆ ਜਾਂਦਾ। ਸਭ ਤੋਂ ਬੁਜ਼ਦਿਲ ਬੰਦਾ ਹੁੰਦਾ ਜਿਹੜਾ ਗਾਲਾਂ ਕਰਦਾ, ਕਿਉਂਕਿ ਉਹ ਦਲੇਰ ਭਾਜੀ ਹੁੰਦਾ ਜਿਹਦੇ ਸਹਿਣ ਸ਼ਕਤੀ ਆ। ਬੁਜ਼ਦਿਲ ਇਹ ਹੁੰਦਾ ਜਿਹੜਾ ਵਿਚਾਰਾ ਗੱਲਾਂ ਸਹਿ ਨਹੀਂ ਸਕਿਆ, ਕਿਉਂਕਿ ਮੈਨੂੰ ਇਹਨਾਂ ਦੀ ਹਾਲਤ ਦੇਖ ਕੇ ਲੱਗਦੀ ਵਿਚਾਰੇ ਘਬਰਾਏ। ਪਤਾ ਮੈਨੂੰ ਹੁਣ ਪਤਾ ਲੱਗਾ ਇਹਨਾਂ ਨੇ ਪਹਿਲਾਂ ਕਿੰਨਿਆਂ ਤੇ ਇਲਜ਼ਾਮਬਾਜ਼ੀ ਲਾਈ ਆ। ਇੱਕ ਮੁੰਡਾ ਇਹਨਾਂ ਨੇ ਸੱਦਿਆ ਸੀ ਸੰਦੀਪ ਸਿੰਘ, ਉਹਦੇ ਤੇ ਇਲਜ਼ਾਮਬਾਜ਼ੀ ਲਾਈ ਆ। ਇੱਕ ਰਣਜੀਤ ਸਿੰਘ ਸੰਧੂ ਤੇ ਲਾਈ ਆ, ਫਿਰ ਇੱਕ ਹੋਰ ਰਣਜੀਤ ਸਿੰਘ ਭਾਜੀ ਆ ਉਹਨਾਂ ਤੇ ਲਾਈ ਆ, ਫਿਰ ਉਸ ਤੋਂ ਬਾਅਦ ਇੱਕ ਮਲਕੀਤ ਸਿੰਘ ਫੌਜੀ ਆ ਉਹਨਾਂ ਤੇ ਲਾਈ ਆ। ਜਾਣੀ ਇਹਨਾਂ ਦਾ ਮਨ ਸਟੇਬਲ ਨਹੀਂ। ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਇੱਕ ਪੁਲਿਸ ਕੋਲ ਜਾਂਦੇ। ਮੈਂ ਵੀ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਪਹਿਲਾਂ ਤੁਸੀਂ ਪੁਲਿਸ ਕੋਲ ਜਾਓ, ਮੇਰੇ ਖਿਲਾਫ ਕੰਪਲੇਂਟ ਦਿਓ ਤੁਸੀਂ ਹਨਾ, ਤੁਸੀਂ ਲੀਗਲ ਤਰੀਕੇ ਨਾਲ ਜਾਓ। ਤੇ ਤੁਸੀਂ ਸਿੱਧਾ ਆ ਕੇ ਸਾਡੇ ਗਲ ਪੈ ਗਏ, ਅਸੀਂ ਫਿਰ ਵੀ ਤੁਹਾਡਾ ਭਾਈਬੰਦੀ ਕੀਤੀ ਵੀ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਹਨਾ। ਉਸ ਤੋਂ ਬਾਅਦ ਭਾਜੀ ਇਹ ਚੱਲ ਗਏ, ਚਲੋ ਅਸੀਂ ਪੁਲਿਸ ਸੱਦ ਲਈ ਉਸਰੇ ਹਨਾ, ਅਸੀਂ ਨਹੀਂ ਕੋਈ ਹੱਥੋਂ ਪਾਈ ਇਹਨਾਂ ਨੇ ਕੀਤੀ, ਤੇ ਇਹ ਪੁਲਿਸ ਸੱਦ ਲਈ ਤੇ ਪੁਲਿਸ ਨੇ ਆ ਕੇ ਸਾਰਿਆਂ ਦੀ ਮਤਲਬ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਇਹਨੇ ਚੱਲ ਗਏ ਸੀ ਆਪਾਂ ਆਪਣੇ ਘਰੇ ਭਾਜੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਾ ਕੇ ਨਾ ਦੂਜੇ ਦਿਨ ਇਹਨਾਂ ਨੇ ਆ ਕੇ ਸਾਨੂੰ ਫੋਨ ਬਹੁਤ ਆਉਣ ਲੱਗਿਆ ਵੀ ਅਸੀਂ ਮਾਫੀ। You're listening to 1550 AM KRPI Ferndale. ਅਸੀਂ ਇਹ ਗੱਲਾਂ 'ਚ ਪੈਣਾ ਨਹੀਂ ਚਾਹੁੰਦੇ, ਸਾਡੀ ਲੜਾਈ ਵੱਡੀ, ਅਸੀਂ ਉਹਦੇ 'ਚ ਲੜਨਾ ਸੀ। Ownership of this station. ਅੱਛਾ ਇਹਨਾਂ ਨੇ ਭਾਜੀ ਵਿੱਚ ਬੰਦੇ ਪਾ ਕੇ ਬਲਜੀਤ ਸਿੰਘ ਦਾ ਫੋਨ ਆਇਆ, ਕਹਿੰਦਾ ਭਾਜੀ ਜਿੱਦਾਂ ਤੁਸੀਂ ਕਹੋਗੇ। ਮੈਂ ਕਿਹਾ ਚਲੋ ਅਸੀਂ ਕੌਣ ਹੁੰਦੇ ਆ ਨਾ, ਮਹਾਰਾਜ ਬਖਸ਼ਾਉਣ ਵਾਲਾ ਹਨਾ, ਤੇ ਚਲੋ ਉਹ ਇੱਥੇ ਆ ਜਾਣ ਕੋਈ ਗੱਲ ਨਹੀਂ। ਉਹ ਬੜੇ ਵਧੀਆ ਆਏ, ਬੜੇ ਚੰਗੇ ਤਰੀਕੇ ਨਾਲ ਆਏ, ਆਪਾਂ ਐਵੇਂ ਉਹਨਾਂ ਨੂੰ ਕਹੀਏ ਹਨਾ 3 ਜਣੇ। ਤੇ ਮਹਾਰਾਜ ਦੀ ਹਜ਼ੂਰੀ 'ਚ ਪਹਿਲਾਂ ਅਸੀਂ ਕਿਹਾ ਸਭ ਤੋਂ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਣਾ, ਉੱਪਰ ਮਹਾਰਾਜ ਦੇ ਹਨਾ, ਉੱਥੇ ਆਪਾਂ ਮਹਾਰਾਜ ਤੋਂ ਬਖਸ਼ਾਉਣੀ। ਤੇ ਇਹ ਵੀ ਕਹਿਣਾ ਵੀ ਅੱਗੇ ਤੋਂ ਅਸੀਂ ਇਹੋ ਜਿਹੀ ਗਲਤੀ ਨਹੀਂ ਕਰੂਗੇ ਕੋਈ ਵੀ ਧਿਰ ਦੋਵੇਂ ਹਨਾ। ਚਲੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗਏ, ਉੱਥੇ ਜਾ ਕੇ ਬਲਜੀਤ ਸਿੰਘ ਨੇ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਸਾਡੇ ਜਿਹੜੇ ਆਪਸ ਮਨ ਮੁਤਾਬਕ ਸੀਗੇ ਉਹ ਸਾਡੇ ਮਿਟ ਗਏ, ਅੱਗੇ ਵਾਸਤੇ ਕਿਰਪਾ ਕਰਿਓ ਵੀ ਅਸੀਂ ਭਰਾਵਾਂ ਵਾਂਗ ਮਿਲ ਕੇ ਰਹੀਏ। ਅਸੀਂ ਥੱਲੇ ਆ ਗਏ। ਉਸ ਤੋਂ ਬਾਅਦ ਅਸੀਂ ਮਿਲ ਕੇ ਲਿਖਿਆ, ਅਸੀਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੜ੍ਹਿਆ ਵੀ ਹਾਂ ਸਾਰਾ ਕੁਝ ਲਿਖਿਆ ਵੀ ਅਸੀਂ ਗਲਤੀ ਮੰਨਦੇ ਸੀ, ਜੋ ਗਾਲੀ ਗਲੋਚ ਕੀਤਾ ਜਾਂ ਅਸੀਂ ਬੁਰਾ ਭਲਾ ਗਿਆ ਨਾ, ਉਹ ਸਾਰਾ ਲਿਖਣ ਤੋਂ ਬਾਅਦ ਫਿਰ ਇਹਨਾਂ ਨੇ ਸਾਈਨ ਕੀਤੇ ਆ। ਮੈਂ ਕਿਹਾ ਦੇਖੋ ਤੁਸੀਂ ਸਾਈਨ ਕੀਤੇ, ਨਾਲ ID ਨੰਬਰ ਵੀ ਚਾਹੀਦੇ ਨਾ, ਉਹ ਇਹਨਾਂ ਨੇ ID ਦਿੱਤੀਆਂ ਨਾ। ਤੇ ਉਹ ਤੋਂ ਬਾਅਦ ਭਾਜੀ ਬੜੇ ਵਧੀਆ ਇਹਨਾਂ ਨੇ ਜੱਫੀਆਂ ਪਾ ਕੇ, ਮੇਰਾ ਖਿਆਲ ਭਾਜੀ ਮਲਕੀਤ ਸਿੰਘ ਜਿਹੜੇ ਸਿੱਧੂ ਆ ਤੇ ਗੁਰਕਰਮ ਸਿੰਘ, ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਹੱਥ ਜੋੜਿਆ ਤੇ ਮਾਫੀਆਂ ਮੰਗੀ ਹਨਾ। ਚਲੋ ਸਾਨੂੰ ਵੀ ਸ਼ਰਮ ਆਉਂਦੀ ਸੀ ਯਾਰ, ਸਾਡੇ ਗੁਰਸਿੱਖ ਭਰਾ ਕੋਈ ਨਹੀਂ, ਜੇ ਤੁਸੀਂ ਚੰਗਾ ਮਾੜਾ ਮੋੜਿਆ ਸਾਡਾ ਕੁਛ ਨਹੀਂ ਹੈ ਹਨਾ, ਅਸੀਂ ਨਹੀਂ ਇਹ ਗੱਲਾਂ 'ਚ ਪੈਂਦੇ ਵੀ ਸਾਨੂੰ ਗਾਲ ਕਿਉਂ ਕੱਢੀ ਜਾਂ ਕੱਢਦੀ, ਤਾਂ ਚਲੋ ਕੋਈ ਗੱਲ ਨਹੀਂ, ਉਹਦਾ ਕੋਈ ਹੱਲ ਨਹੀਂ ਹੋਣਾ ਨਾ। ਉਹ ਤੋਂ ਬਾਅਦ ਭਾਜੀ ਅਜੇ ਘੰਟਾ ਨਹੀਂ ਪਿਆ,
ਉਸ ਤੋਂ ਬਾਅਦ ਭਾਜੀ ਉਸੇ ਗਰਾਊਂਡ ਦੇ ਵਿੱਚ ਇੰਨੀ ਦਹਿਸ਼ਤ ਨਾਲ ਦੋ ਗੱਡੀਆਂ ਆਈਆਂ। ਉਹਦੇ 'ਚ ਇੱਕ 'ਚ ਗੁਰਕਮਰ ਸਿੰਘ ਸੀਗਾ ਤੇ ਦੂਜੇ 'ਚ ਉਹਦਾ ਭਰਾ ਜਸ਼ਨਪ੍ਰੀਤ ਸਿੰਘ ਤੇ ਇੱਕ ਦਿਲਪ੍ਰੀਤ ਸਿੰਘ ਜੀ। ਭਾਜੀ ਗੱਡੀਆਂ ਗਰਾਊਂਡ ਦੇ ਵਿੱਚ ਬੜੀ ਬਦਮਾਸ਼ੀ ਟਾਈਪ 'ਚ ਘੁਮਾਈਆਂ। ਮੈਨੂੰ ਕਿਸੇ ਨੇ ਦੱਸਿਆ, ਮੈਂ ਪ੍ਰਸ਼ਾਦਾ ਛਕਦਾ ਸੀ, ਪ੍ਰਸ਼ਾਦਾ ਵਿੱਚ ਹੀ ਛੱਡ ਕੇ ਮੈਂ ਚੱਲ ਗਿਆ। ਮੈਂ ਕਿਹਾ ਵੀ ਜ਼ਰੂਰੀ ਹੈ ਕੋਈ ਲੜਨਾ ਪਵੇ ਹੈ ਨਾ। ਮੈਂ ਜਦੋਂ ਇਹ ਗਰਾਊਂਡ ਦੀ ਆਪਣੇ ਜਿਹੜੀ ਗਰਾਊਂਡ ਆ ਉੱਧਰ ਨੂੰ ਗਏ ਨਾ ਗੁਰੂ ਘਰ ਦੇ ਅੰਦਰ ਹੀ, ਮੈਂ ਮਗਰ ਭੱਜਿਆ। ਮੈਂ ਕਿਹਾ ਯਾਰ ਕੀ ਗੱਲ ਹੋਈ? ਉਹ ਮੈਨੂੰ ਬੁਰੇ ਤਰੀਕੇ ਨਾਲ ਜਿਹਾ ਜਵਾਬ ਦਿੱਤਾ, ਕਹਿੰਦੇ ਤੂੰ ਕੀ ਲੈਣਾ ਏਦਾਂ ਫਲਾਨਾ ਹੈ ਨਾ। ਚਲੋ ਉਹਨਾਂ ਨੇ ਫਿਰ ਮੁੜ ਕੇ ਗੱਡੀ ਘੁਮਾਈ। ਫਿਰ ਸਾਡੇ ਪਰਲੇ ਗੇਟ ਤੋਂ ਲੈ ਕੇ ਜਿਹੜਾ ਹਾਫ ਗੇਟ ਉੱਥੇ ਤੱਕ ਏਦਾਂ ਗੋਲ ਘੁਮਾਈ ਜਾਣੇ। ਜਿੰਨੇ ਸਾਡੇ ਸਾਹਮਣੇ ਸੁੱਖ ਆਸਣ ਕਰਦੇ ਆ ਭਾਜੀ ਹੋਣੇ, ਹੋਰ ਸਾਰੇ ਸੰਗਤ ਉਹ ਸਾਰੀ ਦੇਖ ਰਹੀ ਵੀ ਕੀ ਹੋ ਰਿਹਾ। ਉਹ ਤੋਂ ਬਾਅਦ ਇੱਕ ਹੋਰ ਗੱਡੀ ਆਉਂਦੀ ਆ ਜਿਹਦੇ ਵਿੱਚ ਸਾਡੇ ਸੈਕਟਰੀ ਸਾਹਿਬ ਸੀ ਤੇ ਪ੍ਰਭ ਮੇਲ ਸਿੰਘ ਵਗੈਰਾ, ਉਹ ਦੋਵੇਂ ਜਣੇ ਗੱਡੀ 'ਚ ਆਉਂਦੇ। ਜਦੋਂ ਉਹਨਾਂ 'ਚ ਉਤਰਦਾ ਆ ਤੇ ਗੁਰਕਮਲ ਸਿੰਘ ਨੇ ਜਿੱਦਾਂ ਗੱਡੀ 'ਚ ਉਤਰਿਆ, ਉਹਨੇ ਆਪਣੇ ਹੱਥ 'ਚ ਜਿੱਦਾਂ ਨਾ ਛੁਰੀ ਫੜੀ ਸੀ ਨਾ, ਨਾਈਫ ਫੜਿਆ ਸੀ। ਉਹ ਭਾਜੀ ਲੈ ਕੇ ਭੱਜਣ ਲੱਗਾ ਤੇ ਉਹਨੂੰ ਸਾਡੇ ਸੈਕਟਰੀ ਸਾਹਿਬ ਨੇ ਹੋਠੀ ਜੱਫਾ ਪਾ ਲਿਆ। ਉਹਦਾ ਭਰਾ ਜਿੱਦਾਂ ਉਹਨੂੰ ਪੈਣ ਲੱਗਾ, ਜਸ਼ਨਦੀਪ ਸਿੰਘ ਤੇ ਦਿਲਪ੍ਰੀਤ ਸਿੰਘ, ਮੈਂ ਉਹਨਾਂ ਨੂੰ ਰੋਕਿਆ। ਮੈਂ ਕਿਹਾ ਨਾ, ਉਹਨੇ ਮੇਰੇ ਨਾਲ ਵੀ ਗਾਲੀ ਗਲੋਚ ਕੀਤੀ ਆ। ਆਪਾਂ ਫਿਰ ਵੀ ਗੁੱਸਾ ਨਹੀਂ ਕੀਤਾ। ਫਿਰ ਭੁਪਿੰਦਰਜੀਤ ਸਿੰਘ ਕੋਲ ਖੜਾ ਸੀ, ਉਹਨੂੰ ਸਮਝਾਉਣ ਲੱਗਾ ਵੀ ਤੂੰ ਇਹਦੇ ਨਾਲ ਕਿਉਂ ਲੜਦਾ, ਵੀ ਇਹਦੀ ਤਾਂ ਡਿਊਟੀ ਆ, ਮੈਂ ਤਾਂ ਤੈਨੂੰ ਲੜਾ ਨਹੀਂ ਸਕਦਾ ਨਾ, ਰੋਕ ਹੀ ਸਕਦਾ ਆ। ਤੇ ਤੁਸੀਂ ਦੇਖੋ ਭਾਜੀ ਉਹ ਬੰਦੇ ਨੇ ਇੰਨੀਆਂ ਮਤਲਬ ਬੁਰਾ ਭਲਾ ਮੈਨੂੰ ਕਿਹਾ ਤੇ ਮੈਂ ਫਿਰ ਹੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਗੁੱਸੇ 'ਚ ਕੋਈ ਗੱਲ ਨਹੀਂ। ਮੈਂ ਕਿਹਾ ਮੇਰਾ ਕਸੂਰ ਤਾਂ ਤੂੰ ਲੜਦਾ ਤਾਂ ਉਹਨਾਂ ਨਾਲ। ਉਸ ਤੋਂ ਬਾਅਦ ਭਾਜੀ ਅਸੀਂ ਪੁਲਿਸ ਸੱਦ ਲਈ। ਜਦੋਂ ਪੁਲਿਸ ਸੱਦ ਲਈ ਉਹ ਤੋਂ ਗੁਰਕਮਲ ਸਿੰਘ ਤਾਂ ਭੱਜ ਗਿਆ ਵੀ ਇਹਨਾਂ ਨੇ ਫੋਨ ਕਰ ਦਿੱਤਾ ਨਾ। ਉਸ ਤੋਂ ਬਾਅਦ ਫਿਰ ਇਹ ਵਾਪਸ ਆ ਗਏ। ਉਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਦਾ, ਜਦੋਂ ਇਹਨਾਂ ਨੇ ਜਿੱਦਣ ਇਹ ਘਟਨਾ ਵਾਪਰੀ ਉੱਧਰ ਜਤਿੰਦਰ ਸਿੰਘ ਜਿਹੜੇ ਗਿੱਲ ਵਾ ਨਾ ਸੈਕਟਰੀ ਸਾਹਿਬ, ਉਹ ਭਾਜੀ ਭੱਜ ਗਏ। ਤੁਸੀਂ ਦੇਖੋ ਉੱਧਰ ਪੁਲਿਸ ਆ ਗਈ, ਸਾਡੇ ਅਸੀਂ ਬਿਆਨ ਦੇਣ ਲੱਗ ਗਏ ਸੀਗੇ, ਉਹਨੂੰ ਸਾਨੂੰ ਪਤਾ ਨਹੀਂ ਲੱਗਾ, ਉਹ ਭੱਜ ਗਏ। ਸਾਡੇ ਕੋਲ ਸਾਰਾ ਵੀਡੀਓ 'ਚ ਹੈਗਾ ਆ ਨਾ। ਹੁਣ ਕਹਿੰਦਾ ਮਤਲਬ ਵੀ ਇਹ ਭਾਜੀ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਸਾਡੇ ਕੋਲ ਆਏ ਆ, ਫੋਨ ਫੜਾਉਣ ਦਾ ਮੇਰਾ ਫਰਜ਼ ਨਹੀਂ ਸੀ। ਮੈਂ ਸੋਚੀ ਯਾਰ ਕਿੰਨੇ ਸੋਹਣੇ ਸਰੂਪ ਆਚਾਰਾਂ ਦੇ ਨੇ, ਗੁਰਸੁਖਾ ਪ੍ਰਕਾਸ਼ ਦਾਰੇ ਆ ਨਾ ਵਿਚਾਰੇ, ਚਲੋ ਕਿਸੇ ਟੈਨਸ਼ਨ 'ਚ ਲੱਗਦੇ। ਜੇ ਮੇਰੇ ਫੋਨ ਦੇ ਨਾਲ ਇਹਨਾਂ ਦੀ ਟੈਨਸ਼ਨ ਦੂਰ ਹੁੰਦੀ, ਮੇਰਾ ਕੀ ਹੁਣ ਕੀ ਚੱਲ ਗਿਆ। ਮੇਰਾ ਫੋਨ ਜਦੋਂ ਮਰਜ਼ੀ ਕੋਈ ਚੈੱਕ ਕਰ ਲਵੇ, ਪਰ ਇਹ ਦੇਣਾ ਨਹੀਂ, ਕੋਈ ਦੇ ਨਹੀਂ ਸਕਦਾ, ਇਹ ਕੋਈ ਕਾਨੂੰਨ ਨਹੀਂ ਹੈਗਾ। ਪਰ ਜਿੱਥੇ ਭਾਜੀ ਭਾਈਬੰਦੀ ਹੋਣ ਨਾ, ਉੱਥੇ ਅਸੀਂ ਇਹਦੀ ਆਕੜ ਵੀ ਨਹੀਂ ਦਿਖਾ ਸਕਦੇ ਹੈ ਨਾ। ਸੋ ਮੇਰੇ ਕਹਿਣ ਦਾ ਮਤਲਬ ਇਹ ਸਾਨੂੰ ਹੋਇਆ ਵੀ ਇੱਕ ਚੋਰੀ, ਇੱਕ ਸੀਨਾ ਚੋਰੀ। ਜਿਹੜੇ ਬੰਦੇ ਸ਼ਾਮ ਨੂੰ ਭਾਜੀ ਐਗਰੀਮੈਂਟ ਕਰਕੇ ਗਲਤੀ ਮੰਨ ਕੇ ਜਾਣ, ਉਸ ਤੋਂ ਬਾਅਦ ਉਸੇ ਗੁਰੂ ਘਰ ਦੇ ਵਿੱਚ ਬਦਮਾਸ਼ੀ ਟੈਪ ਦੇ ਵਿੱਚ ਤੇ ਉਹ ਭਾਜੀ ਏਦਾਂ ਦੀ ਹਰਕਤ ਕਰਨ ਵੀ ਅਸੀਂ ਤਾਂ ਬਹੁਤ ਇਸ ਲਈ ਸ਼ਰਮਿੰਦੇ ਆ ਨਾ ਕਿ ਲੋਕਾਂ ਨੇ ਤੇ ਗੁਰੂ ਘਰ ਜਦੋਂ ਸੁਣੋ ਮੇਰੀ ਗੱਲ ਪਲੀਜ਼। ਹੁਣ ਤੁਸੀਂ ਗੱਲ ਕਰ ਲਈ, ਮੈਨੂੰ ਐਂ ਦੱਸਿਓ ਵੀ ਜਿਨ੍ਹਾਂ ਨੇ ਅਰਦਾਸ ਕੀਤੀ ਬਲਜੀਤ ਸਿੰਘ, ਉਹ ਕੌਣ ਨੇ ਜਿਨ੍ਹਾਂ ਨੇ ਅਰਦਾਸ ਕੀਤੀ? ਉਹ ਗੁਰਦੁਆਰਾ ਸਾਹਿਬ 'ਚ ਨੇ ਜਾਂ ਉਹ ਵੀ ਬਾਹਰ ਨੇ? ਨਹੀਂ ਭਾਜੀ, ਉਹ ਬਲਜੀਤ ਸਿੰਘ ਰਾਗੀ ਸੀਗੇ ਪਹਿਲਾਂ ਹਨਾ, ਹੁਣ ਤਾਂ ਮੇਰੇ ਖਿਆਲ ਸ਼ਾਇਦ ਡਰਾਈਵਰ ਹੀ ਕਰਦੇ ਆ ਤੇ ਉਹ ਸੀ, ਪਰ ਉਹ ਨਹੀਂ ਆ ਕੇ ਲੜੇ ਹਨਾ, ਆਪਾਂ ਐਵੇਂ ਕਹੀਏ। ਹਾਂਜੀ ਓਕੇ, ਪਰ ਵੈਸੇ ਉੱਥੇ ਮੌਜੂਦ ਸੀਗੇ ਉਹ ਇਹਨਾਂ ਦੇ ਨਾਲ ਡਾਇਰੈਕਟਰ ਨੇ ਇੱਕ ਸਿੱਖ ਚਾਈਲਡ ਕਲਚਰਲ ਐਂਟਰਟੇਨਮੈਂਟ ਸੁਸਾਇਟੀ 'ਚ, ਇਹਨਾਂ ਦੇ ਨਾਲ ਉਹ ਡਾਇਰੈਕਟਰ ਨੇ ਜਿਹੜੇ ਤੁਸੀਂ ਕਹਿੰਦੇ ਹੋ ਅਰਦਾਸ। ਚਲੋ ਧੰਨਵਾਦ ਤੁਹਾਡਾ। ਤੁਸੀਂ ਇਹਦੇ 'ਚ ਅੱਛਾ ਫਿਰ ਪੁਲਿਸ ਨੇ ਜਦ ਹੁਣ ਗੁਰਕਮਲ ਸਿੰਘ ਤੇ ਜਸ਼ਨਪ੍ਰੀਤ ਉਹਨਾਂ 'ਚੋਂ ਕਿਸੇ ਨੂੰ ਅਰੈਸਟ ਕੀਤਾ ਜਦ ਉਹਨੇ ਜਿਹਨੇ ਚਾਕੂ ਗੁਰਕਮਲ ਨੇ ਇਹਦੇ ਪਿੱਛੇ ਲੈ ਕੇ ਭੱਜੇ ਭੁਪਿੰਦਰ ਸਿੰਘ ਹੋਟੀ ਪਿੱਛੇ? ਨਹੀਂ ਜੀ, ਉਹ ਪ੍ਰਭ ਮੇਲ ਸਿੰਘ ਸੀਗਾ, ਉਹਦੇ ਜਿੱਦਾਂ ਉਹਦੇ ਨਾਲ ਇਹਨਾਂ ਦੀ ਕੋਈ ਪ੍ਰੋਬਲਮ ਚੱਲਦੀ ਹੋਊਗੀ। ਮੈਨੂੰ ਜਿੱਦਾਂ ਉੱਥੇ ਪਤਾ ਲੱਗਾ ਕੱਲ, ਉਹ ਕਹਿੰਦੇ ਵੀ ਜਿੱਦਾਂ ਇਕੱਠੇ ਦੋਵੇਂ ਭਰਾ ਵਰਗਾ ਪਿਆਰ ਸੀਗਾ ਇਹਨਾਂ ਦਾ ਤੇ ਇੱਕ ਨੇ ਜਿੱਦਾਂ ਕੇਸ ਕਤਲ ਕਰਾ ਲਿਆ। ਉਹ ਜਿੱਦਾਂ ਆਪਾਂ ਸਮਝਾਉਂਦੇ ਹਾਂ ਇੱਕ ਦੂਜੇ ਨੂੰ ਵੀ ਕਿਉਂ ਕਤਲ ਕਰਾਇਆ, ਉੱਥੋਂ ਇਹਨਾਂ ਦੀ ਕੋਈ ਆਪਸ ਵਿੱਚ ਔਖੇ ਹੋ ਗਿਆ ਨਾ ਤੇ ਉੱਥੋਂ ਵੀ ਇਹਨਾਂ ਦਾ ਕੰਮ ਆਪਸ ਵਿੱਚ ਵੱਧ ਗਿਆ। ਜੀ ਠੀਕ ਹੈ ਸੁਜਨ ਜੀ, ਠੀਕ ਹੈ, ਥੈਂਕ ਯੂ। ਹਾਂਜੀ ਠੀਕ ਹੈ ਭਾਜੀ। ਹਾਂਜੀ ਸਰ ਧਰਮ ਸਿੰਘ ਜੀ, ਲਾਈਨ ਨੰਬਰ 5। ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ। ਹਾਂਜੀ ਭਾਜੀ, ਗੱਲ ਸੁਣ ਰਹੇ ਸੀਗੇ ਆਪਣੇ ਸੁੱਜੋਂ ਸਾਹਿਬ ਦੀ ਵੀ ਸੁਣੀ। ਬਹੁਤ ਜਿਹੜੀ ਇਹ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਦੁਖਦਾਇਕ ਹੀ ਹੁੰਦੀ ਆ ਹਮੇਸ਼ਾ, ਪਰ ਜਿਹੜੀਆਂ ਸੁਸਾਇਟੀਆਂ ਰਜਿਸਟਰਡ ਹੋ ਰਹੀਆਂ ਨੇ, ਇਹ ਬਹੁਤ ਦਿਨਾਂ ਤੋਂ ਸਾਡੇ ਵਿੱਚ ਵੀ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ, ਇਹ ਕੌਮ ਦਾ ਨੁਕਸਾਨ ਬਹੁਤ ਕਰ ਰਹੀਆਂ ਨੇ। ਪ੍ਰਚਾਰਕ ਹੋਣਾ ਬਹੁਤ ਵਧੀਆ ਗੱਲ ਆ, ਸਤਿਕਾਰਯੋਗ ਆ ਗੱਲ, ਜਿਹੜੇ ਵੀ ਕੌਮ ਦਾ ਪ੍ਰਚਾਰ ਕਰਦੇ ਨੇ। ਪਰ ਵੀਰ ਜੀ ਅੱਜ ਕੱਲ੍ਹ ਦੁਕਾਨਦਾਰੀ ਬਿਜ਼ਨਸਮੈਨੀ ਵੱਧ ਗਈ ਆ ਪ੍ਰਚਾਰਕਾਂ ਨਾਲੋਂ। ਇਹ ਜਿਹੜਾ ਹੁਣ ਸਿੱਖ ਕੌਮ ਦੇ ਗੁਰਦੁਆਰਿਆਂ ਦੇ ਨਾਂ ਥੱਲੇ ਇਸ ਤਰ੍ਹਾਂ ਦੀਆਂ ਸਿਮਿਲਰ ਇੱਕ ਧੰਦਾ ਬਣ ਗਿਆ ਜੀ। ਇਸ ਧੰਦੇ ਨੂੰ ਜੇ ਨਾ ਰੋਕਿਆ ਗਿਆ, ਦੁਕਾਨਦਾਰ ਕਿਸਮ ਦੇ ਸਿੱਖ ਜਿਹੜੇ ਲੋਕ ਨੇ ਉਹ ਸਿੱਖੀ ਦਾ ਪਹਿਰਾਵਾ ਪਾ ਕੇ ਗੁਰਦੁਆਰਿਆਂ ਦੀ ਰਾਹਦਾਰੀ ਦੇ ਥਰੂ ਇੱਥੇ ਆ ਕੇ ਐਸਟੈਬਲਿਸ਼ ਹੋ ਰਹੇ ਨੇ। ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕੌਮ ਦਾ ਬਹੁਤ ਨੁਕਸਾਨ ਕੀਤਾ ਤੇ ਇੱਥੇ ਵੀ ਕਰ ਰਹੇ ਨੇ ਤੇ ਕਰਨਗੇ, ਵੱਧ ਕਰਨਗੇ। ਇਸ ਚੀਜ਼ ਨੂੰ ਸਾਨੂੰ ਇਕੱਠੇ ਹੋ ਕੇ ਨੱਥ ਪਾਉਣ ਦੀ ਲੋੜ ਆ ਵੀ ਜਿਹੜੀਆਂ ਬਿਨਾਂ ਮਤਲਬ ਤੋਂ ਗੁਰੂ ਗ੍ਰੰਥ ਸਾਹਿਬ ਕਿਸੇ ਦੇ
ਜੱਦੀ ਜਾਇਦਾਦ ਨਹੀਂ ਬਣ ਸਕਦੇ। ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਜਿਹੜੀਆਂ ਸੁਸਾਇਟੀਆਂ ਰਜਿਸਟਰ ਹੋ ਰਹੀਆਂ ਨੇ ਬਿਨਾਂ ਮਤਲਬ ਤੋਂ, ਤੇ ਬੰਦੇ ਮੰਗਾ ਰਹੇ ਨੇ, ਇਮੀਗ੍ਰੇਸ਼ਨ ਦਾ ਫਰਾਡ ਹੋ ਰਿਹਾ ਵਾ, ਇਹਦੇ ਲਈ ਕੌਮ ਨੂੰ ਇਕੱਠਿਆਂ ਹੋ ਕੇ ਗੱਲ ਕਰਨੀ ਹੈ। ਜਿਹੜੀਆਂ ਸਾਡੀਆਂ ਮੇਨ ਸੁਸਾਇਟੀਆਂ ਨੇ ਇਹਨਾਂ ਨੂੰ ਵੀ ਬੇਨਤੀ ਆ ਵੀ ਇਕੱਠੇ ਹੋ ਕੇ ਗੱਲ ਕਰੋ ਤੇ ਜਿਹੜਾ ਬਿਜ਼ਨਸ ਆ, ਜਿਹੜਾ ਧੰਦਾ, ਇਹ ਬੰਦ ਕਰਵਾਈਏ ਜੀ। ਧੰਨਵਾਦ। ਧੰਨਵਾਦ ਜੀ। ਮੈਂ ਬੇਨਤੀ ਕਰਦਾ ਜਿਹੜੇ ਸਥਾਪਿਤ ਗੁਰਦੁਆਰਾ ਸਾਹਿਬ ਨੇ ਪੁਰਾਣੇ, ਉਹਨਾਂ ਨੂੰ ਇਕੱਠੇ ਹੋ ਕੇ ਸਰਕਾਰ ਨੂੰ ਕਹਿਣਾ ਚਾਹੀਦਾ, BC ਸੁਸਾਇਟੀ ਵਾਲਿਆਂ ਨੂੰ, ਵੀ ਭਾਈ ਇਹ ਕੰਮ ਆ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਇਹ ਤਾਂ ਪਤਾ 5-7 ਦਾ ਕੀ ਪਤਾ ਕਿੰਨੀਆਂ ਨੇ। ਹੁਣ ਤੁਸੀਂ 3 ਜਣੇ 3 ਜਗ੍ਹਾ 4 ਸੁਸਾਇਟੀਆਂ ਦੇ ਵਿੱਚ 4, ਹੁਣ ਜਿਹੜਾ ਜੇ ਇੱਕੋ ਐਡਰੈਸ ਹੈ ਆਪਣੇ ਨਾਮਰਾ ਸਿੱਖ ਸੇਵਾ ਸੁਸਾਇਟੀ ਦੇ ਜਤਿੰਦਰ ਸਿੰਘ ਗਿੱਲ 2937 ਫਲੈਗਮੈਨ ਪਲੇਸ ਐਬਸਪੋਰਟ, ਉਹ ਨਾਮਰਾ ਸਿੱਖ ਸੇਵਾ ਸੁਸਾਇਟੀ ਦੇ ਡਾਇਰੈਕਟਰ ਨੇ। ਉਸੇ ਐਡਰੈਸ ਤੇ ਹੁਣ ਮੈਨੂੰ ਨਹੀਂ ਪਤਾ ਕੁਲਵਿੰਦਰ ਸਿੰਘ ਕੌਣ ਗਿੱਲ ਨੇ, ਉਹਨਾਂ ਦੇ ਭਰਾ ਨੇ ਜਾਂ ਨਹੀਂ, ਉਹਨਾਂ ਦਾ ਵੀ ਸੇਮ ਐਡਰੈਸ ਹੈ 2937 ਫਲੈਗਮੈਨ ਪਲੇਸ ਐਬਸਪੋਰਟ। ਉਹ ਬਾਬਾ ਦੀਪ ਸਿੰਘ ਸਿੱਖ ਸੁਸਾਇਟੀ ਦੇ ਮੈਂਬਰ ਨੇ। ਅੱਛਾ, ਉਸ ਤੋਂ ਬਾਅਦ ਜਿਹੜੇ ਨਾਮਰਸ ਦੇ ਵਿੱਚ ਨੇ ਮਲਕੀਤ ਸਿੰਘ ਤੇ ਸਰਤਾਜ ਸਿੰਘ, ਉਹੀ ਸਿੱਖ ਚਾਈਲਡ ਕਲਚਰਲ ਐਂਟਰਟੇਨਮੈਂਟ ਸੁਸਾਇਟੀ ਦੇ ਡਾਇਰੈਕਟਰ ਨੇ। ਉਹੀ ਅੱਗੇ ਜਾ ਕੇ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ 'ਚ ਐਡਰੈਸ ਨੇ, 140-40-24 ਐਵਨਿਊ ਜਿਹੜਾ ਐਡਰੈਸ ਹੈ ਉਹੀ ਸਰਤਾਜ ਸਿੰਘ ਦਾ ਐਡਰੈਸ ਆ, ਮੇਲਿੰਗ ਐਡਰੈਸ, ਡਿਲੀਵਰੀ ਐਡਰੈਸ। ਸੋ ਇਹ 3 ਦੇ ਵਿੱਚ ਇਹ ਤਿੰਨੇ ਹੀ ਜਿਹੜੇ ਨੇ ਮਤਲਬ ਮਲਕੀਤ ਸਿੰਘ, ਸਰਤਾਜ ਸਿੰਘ ਡਾਇਰੈਕਟਰ ਨੇ। ਬਲਜੀਤ ਸਿੰਘ ਹੋਣਾ ਜਿਨ੍ਹਾਂ ਨੇ ਅਰਦਾਸ ਕੀਤੀ, ਉਹ ਵੀ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਦੇ ਵਿੱਚ ਡਾਇਰੈਕਟਰ ਨੇ, ਜਿਹੜੇ ਗੁਰਦੁਆਰਾ ਸਾਹਿਬ ਦੀ ਸਪਾਂਸਰਸ਼ਿਪ ਤੇ ਆਏ ਨੇ। ਹੁਣ ਉਹ ਜਿਹੜੇ ਨੇ ਵਰਕ ਪਰਮਿਟ ਤੇ। ਆਉਣ ਬਣਾਓ ਜਿਵੇਂ ਕੁਛ ਮਰਜ਼ੀ ਬਣਾਓ, ਪਰ ਇਸ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਇਹ ਸੁਸਾਇਟੀਆਂ ਬਣ ਲੱਗ ਗਈਆਂ। ਕੱਲ ਨੂੰ ਜਦ ਕੁਛ ਗਲਤ ਹੋਣਾ, ਮੈਂ ਨਹੀਂ ਕਹਿੰਦਾ ਗਲਤ ਕਰਦੇ ਨੇ, ਪਰ ਜੇ ਕੱਲ ਨੂੰ ਕੁਝ ਗਲਤ ਹੋਇਆ, ਜਿਵੇਂ ਗੁਰਦੁਆਰਾ ਸਾਹਿਬ ਜਿਹੜੀਆਂ ਸਥਾਪਿਤ ਉਹਨਾਂ 'ਚ ਵੀ ਕੁਛ ਗਲਤ ਹੁੰਦਾ, ਜਿਵੇਂ ਇਹਦੇ 'ਚ ਆ ਗਲਤ ਹੋਇਆ, ਜਿਵੇਂ ਸੱਜੋਂ ਨਹੀਂ ਦੱਸ ਕੇ ਗਏ ਨੇ, ਤੁਸੀਂ ਕਹਿੰਦੇ ਹੋ ਗਲਤੀ ਨਹੀਂ ਕੀਤੀ, ਫਿਰ ਤੁਸੀਂ ਗਲਤੀ ਤੇ ਸਾਈਨ ਕਰਦੇ ਹੋ। ਆਥਣੇ ਤੁਸੀਂ ਉਹ ਆ ਕੇ ਪਾਰਕਿੰਗ 'ਚ ਗੱਡੀਆਂ ਘੁਮਾਉਂਦੇ ਹੋ, ਤੁਸੀਂ ਹੱਥ 'ਚ ਚਾਕੂ ਲੈ ਕੇ ਕਿਸੇ ਦੇ ਪਿੱਛੇ ਭੱਜਦੇ ਹੋ। ਭੁਪਿੰਦਰ ਸਿੰਘ ਹੋਟੀ ਮਤਲਬ ਮੇਨ ਸੁਸਾਇਟੀ ਦੇ ਸੀਨੀਅਰ ਮੈਂਬਰ ਨੇ, ਸਟੇਟ ਸੈਕਟਰੀ ਨੇ, ਉਹਨਾਂ ਨੇ ਜੱਫੀ ਪਾ ਕੇ ਉਸ ਨੂੰ ਫੜਿਆ। ਇਹ ਹਲੇ ਵੀ ਆਪਸ ਵਿੱਚ ਰਿਸ਼ਤੇਦਾਰੀ ਕਿਤੇ ਨਾ ਕਿਤੇ ਹੋਰ ਨਿਕਲਣੀ ਆਪਸ ਵਿੱਚ। ਸੋ ਔਰ ਜੇ ਜੁਝਾਰ ਸਿੰਘ ਹੋਣੀ ਹਜੂਰੀ ਰਾਗੀ ਨੇ, ਉਹਨਾਂ ਦਾ ਭਰਾ ਜਿਹੜਾ ਉਹ ਮਲਕੀਤ ਸਿੰਘ ਹੈ, ਜਿਹੜਾ ਦੱਸਣ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਉਹ ਰੀਅਲ ਬ੍ਰਦਰ ਨੇ। ਜੇ ਸੁਣਦੇ ਨੇ ਸਕੱਤਰ ਸਿੰਘ ਹੋਣੀ, ਮਲਕੀਤ ਸਿੰਘ ਹੋਣੀ, ਪਲੀਜ਼ ਕਾਲ ਕਰੋ 1844 247 1550। ਇਹ ਸੇਵਾ ਸੁਸਾਇਟੀਆਂ ਕੀ ਕੰਮ ਕਰਦੀਆਂ, ਕਿਹੜੇ ਕਿਹੜੇ ਕੰਮ ਕਰਦੀਆਂ, ਲੋਕਾਂ ਨੂੰ ਦੱਸੋ। ਐਟਲੀਸਟ ਸੰਗਤ ਤੁਹਾਡੇ ਤੋਂ ਉਸ ਦਾ ਫਾਇਦਾ ਲੈ ਸਕੇ। ਕਿਤੇ ਨਾਮ ਰਸ ਕਰਦੇ ਆ, ਕਿਤੇ ਬੱਚਿਆਂ ਦੀ ਪੜ੍ਹਾਈ ਕਰਾਉਂਦੇ ਹੋ, ਤੁਸੀਂ ਦੱਸੋ ਤਾਂ ਸਹੀ, ਲੋਕਾਂ ਨੂੰ ਪਤਾ ਤਾਂ ਲੱਗੇ ਸਾਨੂੰ, ਅਸੀਂ ਤੁਹਾਡੀ ਫ੍ਰੀ ਦੱਸ ਸਕੀਏ ਵੀ ਭਾਈ ਬੱਚੇ ਭੇਜੋ, ਪੰਜਾਬੀ ਸਿਖਾਓ। ਸਰ ਗੁਰਮੀਤ ਸਿੰਘ, ਲਾਈਨ ਨੰਬਰ 1। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇਹ ਜਿਹੜੀ ਗੁਰੂ ਘਰ ਵਿਖੇ ਜਿਹੜੀ ਇਹ ਆਣ ਕੇ ਜ਼ਿੰਮੇਵਾਰ ਬੰਦੇ ਜਿੱਦਾਂ ਭਾਈ ਜਤਿੰਦਰ ਸਿੰਘ ਹੈਪੀ ਆ ਗੈਲਿਆ, ਇਹ ਉੱਥੇ ਆਪਣੇ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਐਬਸਪੋਰਟ ਦੀ ਆ ਉਹਦੇ ਵਿੱਚ ਜਨਰਲ ਸੈਕਟਰੀ ਆ, ਤੇ ਇਹ ਨਾ ਏਦਾਂ ਦੇ ਜ਼ਿੰਮੇਵਾਰ ਬੰਦਿਆਂ ਵੱਲੋਂ ਆਣ ਕੇ ਕਿਸੇ ਦੂਸਰੇ ਗੁਰੂ ਘਰ ਦੇ ਵਿੱਚ ਏਦਾਂ ਬੁਰਸ਼ਾਗਰਦੀ ਕਰਨੀ, ਮੈਂ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਆ। ਔਰ ਇਹ ਬੰਦਾ ਜਿਹੜਾ ਹੁਣ ਭਾਈ ਜਤਿੰਦਰ ਸਿੰਘ ਜੀ ਕਹਿ ਰਹੇ ਆ ਨਾ ਵੀ ਮੈਂ ਮਤਲਬ ਉੱਥੋਂ ਤੁਰ ਕੇ ਗਿਆ ਜਾਂ ਉੱਥੇ ਇਹਨਾਂ ਨੇ ਅੰਦਰ ਦੇ ਲੈ ਬੰਦੇ, ਤੁਸੀਂ ਇਹ ਉੱਥੇ ਸਾਡੇ ਕੋਲ ਆ ਕੇ ਵੀਡੀਓ ਦੇਖ ਸਕਦੇ ਆ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਵੀ ਕਿਹੜੇ ਬੰਦੇ ਨੂੰ ਅੰਦਰ ਦਿੱਤਾ ਜਾਂ ਕਿੱਦਾਂ ਹੋਇਆ। ਜੇ ਤੁਸੀਂ ਇੱਥੋਂ ਹੀ ਸੋਚੋ ਵੀ ਜੇ ਅੰਦਰ ਦਿੱਤਾ ਹੋਇਆ ਹੁੰਦਾ ਤੇ ਇਹ ਵੀ ਬੰਦਾ ਉਹਨਾਂ ਦੇ ਵਿੱਚ ਸੀ, ਸਭ ਤੋਂ ਪਹਿਲਾਂ ਤਾਂ ਫੋਨ ਇਹਨੇ ਫੜਿਆ ਸੋਚੋ ਦਾ। ਇਹ ਮਤਲਬ ਜੇ ਅੰਦਰ ਦਿੱਤੇ ਹੁੰਦੇ ਤਾਂ ਇਹ ਕਿੱਦਾਂ ਮਤਲਬ ਭੱਜ ਜਾਂਦਾ। ਇਹ ਆਪਣੀ ਮਰਜ਼ੀ ਨਾਲ ਹੀ ਆਣ ਕੇ ਭੱਜਿਆ ਆ, ਔਰ ਸਾਰਿਆਂ ਇੱਕ ਸੰਗਤ ਨੇ ਨਹੀਂ, ਉੱਥੇ 100 ਤੋਂ ਵੱਧ ਸੰਗਤ ਨੇ ਇਹਨੂੰ ਭੱਜੇ ਜਾਂਦੇ ਨੂੰ ਵੀ ਦੇਖਿਆ ਆ। ਔਰ ਇਹਨਾਂ ਨੇ ਜਿਹੜੇ ਇਲਜ਼ਾਮ ਲਾਏ ਨਾ ਸਾਡੇ ਆਪਣੇ ਮੁੱਖ ਸੇਵਾਦਾਰ ਦੇ ਉੱਤੇ, ਸ਼ਰੇਆਮ ਉੱਥੇ ਮਤਲਬ ਇਹਨਾਂ ਨੇ ਧਮਕੀ ਦਿੱਤੀ ਪੁਲਿਸ ਦੀ, ਅਸੀਂ ਸਾਡੇ SP ਨੂੰ ਅਸੀਂ ਜਾਣਦੇ ਹਾਂ, ਅਸੀਂ ਐਂ ਕਰਾ ਦਾਂਗੇ, ਹੁਣ ਤੁਹਾਨੂੰ ਅਸੀਂ ਉੱਥੇ ਤੁਹਾਡੇ ਤੇ ਅਸੀਂ ਕੇਸ ਪਵਾ ਦੇਣੇ ਆ, ਫਲਾਨਾ ਕਰ ਦੇਣਾ ਜੀ। ਵੱਧ ਤੋਂ ਵੱਧ ਮਤਲਬ ਇਹਨਾਂ ਨੇ ਥ੍ਰੈਟ ਦੇਣ ਦੀ ਉੱਥੇ ਸਾਨੂੰ ਕੋਸ਼ਿਸ਼ ਕੀਤੀ ਆ। ਜਦੋਂ ਇਹਨਾਂ ਨੂੰ ਦੱਸਿਆ ਵੀ ਅਸੀਂ ਇਹ ਗਲਤ ਕਰਿਆ ਆ, ਫਿਰ ਇਹਨਾਂ ਨੇ ਉਹਨੂੰ ਐਡਮਿਟ ਵੀ ਕੀਤਾ ਤੁਹਾਡੇ ਸਾਹਮਣੇ, ਫਿਰ ਇਹਨਾਂ ਗਲਤੀ ਮੰਗੀ ਆ, ਮਾਫੀਆਂ ਮੰਗੀਆਂ ਆ,
ਉਹ ਤੋਂ ਬਾਅਦ ਫਿਰ ਪੁਰਸ਼ਾਗਰਦੀ ਕਰ ਰਿਹਾ। ਹੁਣ ਇਹਨਾਂ ਨੂੰ ਇੱਕ ਵਾਰੀ ਜਤਿੰਦਰ ਸਿੰਘ ਨੂੰ ਪੁੱਛੋ ਤੁਸੀਂ ਵੀ ਖਾਲਸਾ ਦੀਵਾਨ ਸੁਸਾਇਟੀ ਦੇ ਤੁਸੀਂ ਹੈਗੇ ਆ ਸੈਕਟਰੀ ਕਿ ਨਹੀਂ ਹੈਗੇ? ਕੱਲ ਨੂੰ ਇਹ ਕਿਤੇ ਉਹਦੇ ਤੋਂ ਵੀ ਨਾ ਮੁੱਕਰ ਜਾਣ ਵੀ ਮੈਂ ਖਾਲਸਾ ਦੀਵਾਨ ਸੁਸਾਇਟੀ ਦਾ ਵੀ ਨਹੀਂ ਹੈਗਾ, ਮੈਂ ਸੈਕਟਰੀ ਹੈਗਾ। ਇਹ ਸਾਰਾ ਕੁਝ ਇਹ ਆਇਆ ਹੈਗਾ ਉਹਨਾਂ ਦੇ ਨਾਲ, ਬਿਲਕੁਲ ਆਇਆ। ਅਸੀਂ ਇਹ ਠੋਕ ਕੇ ਗੱਲ ਕਵਾਂਗੇ ਜੀ, ਇਹ ਉਹਨਾਂ ਦੇ ਨਾਲ ਆਇਆ ਸਾਰਾ, ਇਹ ਉਹਨਾਂ ਨੂੰ ਜਾਣਦਾ ਆ। ਜੇ ਜਾਣਦਾ ਨਹੀਂ ਹੈਗਾ ਤੇ ਨਾਲ ਕਿੱਦਾਂ ਆਇਆ? ਆਪਸ ਵਿੱਚ ਇਹ ਇਕੱਠੇ ਆਏ ਆ, ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ। ਹੁਣ ਤੁਹਾਡੇ ਸਾਹਮਣੇ ਸਾਰੀਆਂ ਸੁਸਾਇਟੀਆਂ ਦੇ ਵਿੱਚ ਡਾਇਰੈਕਟਰ ਆ, ਕੋਈ ਮੈਨੇਜਰ ਆ, ਕੋਈ ਕੁਛ ਆ। ਤੇ ਇਹ ਸਿਰਫ ਇਹਨਾਂ ਨੂੰ ਇਹੋ ਹੀ ਸੀਗਾ ਵੀ ਹੋਰ ਹੁਣ ਇੱਥੇ ਕਿਸੇ ਨੇ ਸਾਨੂੰ ਡੱਕਣਾ ਨਹੀਂ, ਇਹਨਾਂ ਬੰਦਿਆਂ ਨੇ ਡੱਕਣਾ, ਇਸ ਕਰਕੇ ਇਹਨਾਂ ਨੇ ਸਾਨੂੰ ਲਿਆ ਹੈਗਾ ਆ। ਔਰ ਇਹ ਜੋ ਇਹ ਘਟਨਾ ਚੱਲ ਰਹੀ ਆ, ਮਤਲਬ ਜਿਹੜੇ ਬੰਦੇ ਨੇ ਵੀ ਇਹ ਫੇਸਬੁੱਕ ਦੇ ਉੱਤੇ ਪਾਈ ਆ ਉਹ ਰੀਅਲ ਆਈਡੀ ਆ। ਹੁਣ ਉਹਨੂੰ ਪੁੱਛ ਲੈਣ ਜਾ ਕੇ ਜਾਂ ਇਹ ਕਢਾ ਲੈਣ ਉਸ ਬੰਦੇ ਦਾ, ਉਹ ਦੱਸ। ਅੱਛਾ ਸੁਣੋ ਆਪਣੇ ਤੂਰ ਸਾਹਿਬ, ਇੱਕ ਤਾਂ ਚਲੋ ਉਹਨਾਂ ਦੇ ਦੱਸਣ ਦੀ ਗੱਲ ਜਦੋਂ ਦੱਸ ਰਹੇ ਸੀ ਉਹ ਤਾਂ ਮੈਨੂੰ ਪਤਾ ਸੀ ਵੀ ਇੰਚ ਗੁਰਦੁਆਰਾ ਸਾਹਿਬ ਦਾ ਵੀਡੀਓ ਹੋ ਰਿਹਾ, ਇੰਚ। ਉਹ ਤਾਂ ਮੈਂ ਅੱਜ ਹੱਥ ਨੇ ਦੇਖ ਆਉਣੀ ਆ ਵੀ ਕੌਣ ਭੱਜਿਆ, ਕਿਹਨੇ ਗਲ 'ਚ ਹੱਥ ਪਾਇਆ, ਕੱਲ ਨੂੰ ਮੈਂ ਦੱਸ ਦੇਣੀ ਆ ਕੇ। ਇੱਕ ਮੈਨੂੰ ਐਂ ਦੱਸਿਓ ਵੀ ਜਿਹੜੀ ਇਹ ਪੋਸਟ ਪਾਈ ਆ ਸਭ ਤੋਂ ਪਹਿਲਾਂ ਫੇਸਬੁੱਕ ਤੇ ਕਿੱਥੋਂ ਪਈ ਆ, ਕਿਹਨੇ ਪਾਈ ਆ? ਇਹ ਕੋਈ ਜੋਗਿੰਦਰ ਸਿੰਘ ਸਭਰਾ ਆ ਬੰਦਾ। ਅਸੀਂ ਵੀ ਨਹੀਂ ਉਹਨੂੰ ਜਾਣਦੇ, ਕੋਈ ਵੀ ਨਹੀਂ ਆਪਣੇ ਬੰਦਿਆਂ ਦੇ ਵਿੱਚੋਂ ਕੋਈ ਨਹੀਂ ਉਹਨੂੰ ਜਾਣਦਾ ਹੈਗਾ ਮੋਸਟਲੀ। ਇੱਥੇ ਮੈਂ ਸਾਰੇ ਸਿੰਘਾਂ ਨੂੰ ਪੁੱਛਿਆ ਆ, ਜਾਣਦਾ ਨਹੀਂ। ਉਹ ਇਹਨਾਂ ਦਾ ਮਲਕੀਤ ਸਿੰਘ ਹੋਣਾ ਦਾ ਹੀ ਕੋਈ ਸਾਥੀ ਆ ਲੱਗਦਾ ਪੁਰਾਣਾ, ਕਿਉਂਕਿ ਇਹ ਵੀ ਰਾਗੀ ਜਥਿਆਂ ਨਾਲ ਸੰਬੰਧਿਤ ਆ, ਉਹ ਵੀ ਰਾਗੀ ਆ। ਔਰ ਉਹ ਇਹਨਾਂ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ। ਅਸੀਂ ਤਾਂ ਇਹਨਾਂ ਦੇ ਬਾਰੇ ਕੋਈ ਨਹੀਂ ਜਾਣ ਪਛਾਣ ਰੱਖਦੇ ਹੀ ਨਹੀਂ ਵੀ ਕੀ ਕੀਤਾ, ਕਿੱਥੇ ਰਹੇ ਆ, ਕਿੱਦਾਂ ਇਹ ਆਪਸ ਵਿੱਚ ਹਿਸਾਬ ਕਿਤਾਬ ਕਰਦੇ, ਸਾਨੂੰ ਕੋਈ ਪਤਾ ਨਹੀਂ ਇਹਨਾਂ ਦਾ। ਤੇ ਉਹ ਰੀਅਲ ਆਈਡੀ ਆ, ਉਹਦੀ ਫੋਟੋ ਵੀ ਪਈ ਹੋਈ ਆ, ਹੱਲੇ ਵੀ ਹੈਗੀ ਆ। ਉਹ ਫਿਰ ਕਮੈਂਟ ਵੀ ਕਰ ਰਿਹਾ ਬਾਰ-ਬਾਰ, ਹੱਲੇ ਵੀ ਉਹ ਕਮੈਂਟ ਕਰ ਰਿਹਾ। ਜਦੋਂ ਕੋਈ ਕਮੈਂਟ ਕਰਦਾ ਉਹਦਾ ਉਹ ਲਾਈਕ ਕਰਦਾ, ਥੈਂਕ ਯੂ ਕਰਦਾ। ਬਿਲਕੁਲ ਜੀ, ਮੇਰੇ ਸਾਹਮਣੇ ਜੋਗਿੰਦਰ ਸਿੰਘ ਸਭਰਾ ਦਾ, ਉਹਨਾਂ ਦਾ ਬਿਲਕੁਲ ਰਾਗੀ ਕੀਰਤਨ ਆ, ਦਸਤਾਰ ਸਜਾਈ ਹੋਈ ਆ, ਉੱਪਰ ਪਿੱਛੇ ਭਾਈ ਸਾਹਿਬ ਭਾਈ ਦਿੱਤ ਸਿੰਘ ਦੀ ਫੋਟੋ ਆ। ਉਹ ਬਿਲਕੁਲ ਮੇਰੇ ਸਾਹਮਣੇ ਆ, ਉਹਨਾਂ ਦੀ ਪਾਈ ਹੋਈ ਪੋਸਟ ਨਾਲ ਗੁਰਮੀਤ ਸਿੰਘ ਪੱਤਰ ਨੂੰ ਉਹਨਾਂ ਨੇ ਟੈਗ ਕੀਤਾ ਹੋਇਆ, ਸਭ ਕੁਝ ਉਹਨਾਂ ਦਾ ਲਿਖਿਆ ਮੇਰੇ ਸਾਹਮਣੇ ਪਈ ਆ। ਉਹਨਾਂ ਨੂੰ ਨਾਲ ਇਮੀਗ੍ਰੇਸ਼ਨ ਦਾ ਉਹਨਾਂ ਨੇ ਨੰਬਰ ਦਿੱਤਾ, ਜੁਝਾਰ ਸਿੰਘ, ਮਲਕੀਤ ਸਿੰਘ, ਜਤਿੰਦਰ ਸਿੰਘ ਉਹਨਾਂ ਦਾ ਨਾਮ ਹੈ ਉਹਦੇ ਤੇ ਬਿਲਕੁਲ ਦਿਖਾਇਆ, ਟਹਿਲ ਸਿੰਘ ਉਹਨਾਂ ਦਾ ਵੀ ਨਾਮ ਹੈ। ਥੱਲੇ ਕਮੈਂਟ ਨੇ ਸਭ। ਇਹ ਨਹੀਂ ਸਮਝ ਲੱਗੀ ਕਿ ਸਾਨੂੰ ਉਹਨੇ ਟੈਗ ਕੀਤਾ ਸੀ ਜਿਹਦੇ ਤੋਂ ਇਹਨਾਂ ਨੂੰ ਮਾੜਾ ਮੋਟਾ ਸ਼ੱਕ ਹੋਇਆ। ਉਹਨਾਂ ਨੇ ਟੈਗ ਕੀਤਾ ਚਰਨਜੀਤ ਸਿੰਘ ਸੁੱਜੋ ਨੂੰ, ਸਾਡੇ ਹੋਰ 2-3 ਸੇਵਾਦਾਰਾਂ ਨੂੰ ਵਿੱਚ। ਸਾਨੂੰ ਨਹੀਂ ਪਤਾ, ਹੁਣ ਫੇਸਬੁੱਕ 'ਚ ਤੁਹਾਨੂੰ ਪਤਾ 5-5 4-4 ਫਰੈਂਡ ਹੁੰਦੇ, ਕੌਣ ਉਹਦੇ ਵਿੱਚ ਹੁੰਦਾ ਆਪਾਂ ਸਾਰਿਆਂ ਨੂੰ ਜਾਣਦੇ ਵੀ ਨਹੀਂ ਹੁੰਦੇ ਨਾ, ਕੌਣ ਹੈਗਾ ਕਿੱਦਾਂ ਹੈਗਾ ਆ। ਤੇ ਚਲੋ ਅਸੀਂ ਕਿਹਾ ਵੀ ਜੇ ਤੁਸੀਂ ਆਏ ਆ, ਅਸੀਂ ਉਸ ਤਰੀਕੇ ਦੇ ਨਾਲ ਇਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਫੋਨ ਚੈੱਕ ਕਰੋ ਜ਼ਰੂਰ, ਹੈ ਨਾ। ਕਿਸੇ ਤੇ ਕੋਈ ਜੇ ਬਲੇਮ ਲਾਉਂਦਾ ਉਹਦਾ ਨਿਪਟਾਰਾ ਹੋਣਾ ਚਾਹੀਦਾ। ਜਿਹਨੇ ਕੀਤਾ ਉਹ ਦੱਸ ਸਕਦਾ ਵੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਸਾਨੂੰ ਵੀ ਇਹ ਸਾਰੇ ਇਹਨਾਂ ਦੇ ਘਟਨਾ ਕਰਨ ਤੋਂ ਬਾਅਦ ਵਿੱਚ ਹੀ ਪਤਾ ਲੱਗਾ। ਪਰ ਜੇ ਇਹ ਅੱਛਾ ਭਾਈ ਸਾਹਿਬ, ਤੂਰ ਸਾਹਿਬ, ਇੱਕ ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਬੇਨਤੀ ਕਰਦਾ ਬਈ ਜਦ ਕੌਮ ਦੀ ਚੜ੍ਹਦੀ ਕਲਾ ਵਾਲੀ ਸਿੱਖ ਸੁਸਾਇਟੀ ਹੈ, ਉੱਥੇ ਕੌਮ ਦੇ ਦਰ ਘਰ ਦੀ ਗੱਲ ਹੁੰਦੀ ਹੈ, ਸਿੰਘਾਂ ਯੋਧਿਆਂ ਦੀ ਗੱਲ ਹੁੰਦੀ ਹੈ, ਸਤਿਕਾਰ ਆਪਣੀ ਜਗ੍ਹਾ ਹੈ। ਜਦ ਕੋਈ ਸਤਿਕਾਰ ਨੂੰ ਨਹੀਂ ਆਪਣੀ ਝੋਲੀ 'ਚ ਪਾਉਂਦਾ, ਫਿਰ ਤੁਸੀਂ ਵੀ ਉਸ ਤਰ੍ਹਾਂ ਦੀ ਉਹ ਗੱਲ ਕਰਨੀ ਚਾਹੀਦੀ ਹੈ। ਜਦ ਇਹਨਾਂ ਨੇ ਦੁਆਰਾ ਕੀਤੀ ਸੀ ਤਾਂ ਉਸੇ ਸਮੇਂ ਸੁਸਾਇਟੀ ਇਕੱਠੀ ਹੋ ਕੇ ਪੁਲਿਸ ਛੱਡ ਕੇ ਜਿਹੜੇ ਬੰਦੇ ਵਰਸ਼ਾਗਰਦੀ ਕਰਦੇ ਨੇ, ਪਾਰਕਿੰਗ ਗੱਡੀਆਂ ਭਜਾਉਣ ਦਾ ਕੀ ਮਤਲਬ ਸਾਡੇ ਗੁਰਦੁਆਰਾ ਸਾਹਿਬ ਦੇ? ਇਹ ਗੱਲ ਕੀ ਹੈ? ਕਿਉਂ ਕਰਦੇ ਨੇ ਅਗਲੇ? ਗਲਤ ਕਿਉਂ ਕਰਦੇ ਆ? ਗਾਹ ਨੂੰ ਇਸ ਚੀਜ਼ ਦਾ ਤੁਸੀਂ ਆਪ ਖਾਸ ਖਿਆਲ ਰੱਖਣਾ ਜੀ। ਬਿਲਕੁਲ ਕਿਸੇ ਨੂੰ ਇਸ ਤਰ੍ਹਾਂ ਇਜਾਜ਼ਤ ਨਹੀਂ ਹੋਣੀ ਚਾਹੀਦੀ। ਬਿਲਕੁਲ ਜੀ, ਜਿੱਦਾਂ ਆਪਣੇ ਸਾਹਿਬ ਨੇ ਵੀ ਦੱਸਿਆ ਸੀ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਕਰਵਾ ਰਹੀ ਹੈ। ਮੈਂ ਮਿਲ ਸਟ੍ਰੀਮ ਹੀਰੋ ਆਟੇ ਦੀ ਸਾਹਿਬ ਬਲਵਿੰਦਰ ਸਿੰਘ ਲਾਈਨ ਨੰਬਰ 3 ਸਮਾਪਤ ਕਰਨਾ ਜੀ, 2 ਕਾਲਰਾਂ ਨਾਲ ਗੱਲ ਕਰਕੇ। ਬਲਵਿੰਦਰ ਸਿੰਘ ਜੀ, ਸਾਹਿਬ ਬਲਵਿੰਦਰ ਸਿੰਘ ਲਾਈਨ ਨੰਬਰ 3, ਜਤਿੰਦਰ ਸਿੰਘ ਲਾਈਨ 4। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਹਾਂਜੀ, ਮੈਂ ਦੁਬਾਰਾ ਲਾਈਨ ਤੇ ਆਇਆ ਜੀ। ਮੈਂ ਇਸੇ ਕਰਕੇ ਆਇਆ ਜਿਹੜਾ ਕਿ ਨਾ ਇਹ ਮਲਕੀਤ ਸਿੰਘ ਫੌਜੀ ਦੀ ਗੱਲ ਕਰਦੇ ਆ। ਅੱਜ ਤੋਂ 6 ਸਾਲ ਪਹਿਲਾਂ 에ਅਰਪੋਰਟ ਦੇ ਉੱਪਰ ਇਹ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਜੱਥੇ ਦੇ ਤੌਰ ਤੇ ਆਇਆ ਸੀ। ਜਿਸ ਬੰਦੇ ਨੂੰ ਮਲਕੀਤ ਸਿੰਘ ਫੌਜੀ ਇਸ ਟਾਈਮ ਗੁਰੂ ਘਰ ਗੁਰੂ ਨਾਨਕ 120 ਵਾਲੇ ਗੁਰਦੁਆਰੇ ਹਰਦੀਪ ਸਿੰਘ ਨੇ ਉਹਨੂੰ ਰਿਸ਼ਤਾ ਕਰਾ ਕੇ ਪੱਕਾ ਕਰਾਇਆ। ਅੱਛਾ, ਉਹ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਬਾਬਾ ਸਿੰਘ ਦੇ ਨਾਲ ਮੈਂ ਖੁਦ ਉਹਨੂੰ ਸੱਦਿਆ ਸੀ ਜੱਥੇ ਦੇ ਵਿੱਚ, ਉੱਥੇ ਉਹ ਆਇਆ ਸੀ। ਉਦੋਂ ਉਹ ਸੰਤ ਜਰਨੈਲ ਸਿੰਘ ਦੀਆਂ ਸੌਹਾਂ ਖਾਂਦੇ ਹੁੰਦੇ ਸੀ ਤੇ ਉਹਨੂੰ ਹਰਦੀਪ ਸਿੰਘ ਨੇ ਪੱਕਾ ਕਰਾਇਆ। ਖਾਲਸਾ ਦੀਵਾਨ ਸੁਸਾਇਟੀ ਦੇ ਜੱਥੇ ਨੂੰ ਇਹ 에ਅਰਪੋਰਟ ਤੇ ਸਾਡਾ ਮੀਤ ਪ੍ਰਧਾਨ ਭਜਨ ਸਿੰਘ ਤੂਰ ਛੱਡਣ ਗਿਆ ਤੇ ਉੱਥੇ ਜਦੋਂ ਛੱਡਣ ਗਏ ਇਹ ਉਹਨੂੰ ਚੱਕਮਾ ਦੇ ਕੇ ਭੱਜ ਗਿਆ ਤੇ ਉੱਥੋਂ ਹਰਦੀਪ ਸਿੰਘ ਨੇ ਚੱਕ ਕੇ ਲਿਆ ਕੇ ਗੁਰਦੁਆਰੇ ਰੱਖਿਆ
ਸਾਨੂੰ ਪੁਲਿਸ ਨੇ ਸਾਰੀ ਇਨਫੋਰਮੇਸ਼ਨ ਦਿੱਤੀ। ਬਾਅਦ ਦੇ ਵਿੱਚ ਹਰਦੀਪ ਸਿੰਘ ਨਿੱਜਰ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ, ਇਹਨਾਂ ਨੇ ਉਹਨੂੰ ਪੱਕਾ ਕਰਾਇਆ। ਪੱਕਾ ਕਰਾ ਕੇ ਹੁਣ ਇਹਨਾਂ ਦੇ ਨਾਲ 24 ਘੰਟੇ ਉਹ ਰਹਿੰਦਾ, ਉਹ ਗੁਰਦੁਆਰੇ ਦੇ ਵਿੱਚ। ਦੇਖੋ ਇਹਨਾਂ ਨੇ ਨਾਲ ਰਹਿੰਦਾ ਇਹਨਾਂ ਦੇ। ਅੱਛਾ ਸੁਣੋ ਹੁਣ ਮੇਰੀ ਸੁਣੋ, ਜਵਾਬ ਦਿਓ। ਉਹ ਤੁਸੀਂ ਅੱਜ ਤੱਕ ਜਨਤਕ ਕੀਤੀ ਗੱਲ ਇਹ ਵੀ ਉਹ ਭੱਜ ਗਿਆ? ਬਿਲਕੁਲ, ਰੇਡੀਓ ਤੇ ਟਾਕ ਸ਼ੋ ਲੱਗੇ ਜੀ, ਅਖਬਾਰਾਂ 'ਚ ਅਸੀਂ ਖਬਰਾਂ ਲਵਾਈਆਂ, ਪੁਲਿਸ ਨੂੰ ਰਿਪੋਰਟ ਕਰੀ। ਇਹ ਸਾਡੇ ਕੋਲੇ ਰਿਪੋਰਟ ਪੁਲਿਸ ਨੂੰ ਕੀਤੀ ਹੋਈ ਆ, ਇਮੀਗ੍ਰੇਸ਼ਨ ਨੂੰ ਰਿਪੋਰਟ ਕੀਤੀ, ਪਲੱਸ ਅਸੀਂ ਅਖਬਾਰਾਂ 'ਚ ਖਬਰਾਂ ਲਵਾਈਆਂ। ਤੇ ਇਹਨਾਂ ਦਾ ਜਿਹੜਾ ਰੌਲਾ ਗੁਰਕਮਲ ਦੇ ਨਾਲ ਆ, ਇਹਨਾਂ ਨੇ ਕੋਈ ਮੁੰਡੇ ਮਾਂਡੇ ਮਰਵਾਏ ਨੇ ਇੰਡੀਆ ਦੇ ਵਿੱਚ ਪੈਸੇ ਲੈ ਕੇ। SSP ਨੂੰ ਫੋਨ ਕਰਕੇ ਕਹੋ ਤਾਂ ਮੈਂ ਸਵੇਰੇ ਤੁਹਾਨੂੰ ਗੁਰਕਮਲ, ਮੈਂ ਉਹਨੂੰ ਜਾਣਦਾ ਨਹੀਂ, ਪਰ ਮੈਨੂੰ ਉਹ ਪਰਸੋਂ ਚੌਥੇ ਦਾ ਮਿਲਿਆ ਹੈ ਕਰਕੇ ਮੈਨੂੰ ਨੰਬਰ ਦੇ ਕੇ ਗਿਆ। ਮੈਂ ਲੈ ਕੇ ਇਹਨਾਂ ਦੇ ਗੱਲ ਤੇ ਆਪਾਂ ਜਤਿੰਦਰ ਸਿੰਘ ਆਪਾਂ ਸੁਣੋ ਮੇਰੀ, ਉਹ ਤੁਸੀਂ ਮੇਰੀ ਸੁਣ ਲਓ ਯਾਰ, ਉਹ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ। ਉਹ ਅਸੀਂ ਕਿਹਨੇ ਮਰਵਾਏ, ਕਿਹਨੇ ਛੱਡੇ, ਕਿਹੜੇ ਮਰਵਾ ਕੇ ਉਰੇ ਆ ਗਏ, ਨਹੀਂ ਹੋ ਸਕਦੀ ਇਹ ਪੋਸਟੀ ਨਹੀਂ ਹੋ ਸਕਦੀ। ਇਹ ਗੱਲ ਕੱਚੀ ਹੁੰਦੀ ਹੈ। ਤੁਸੀਂ ਗੱਲ ਸੁਣੋ, ਕੱਚੀ ਅਸੀਂ ਪ੍ਰੂਫ ਦੇਵਾਂਗੇ ਇਹਦੇ। ਓਕੇ, ਤੁਸੀਂ ਇੱਕ ਮੈਨੂੰ ਪੁਸ਼ਟੀ ਕਰਿਓ ਵੀ ਤੁਸੀਂ ਡਾਇਰੈਕਟਰ ਹੈਗੇ ਹੋ ਇਸ ਦੇ ਨਾਮਰਾਜ ਸਿੱਖ ਸੇਵਾ ਸੁਸਾਇਟੀ ਦੇ? ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਗਿਆ ਵੀ ਮੈਂ ਚੈੱਕ ਕਰਾ ਕੇ ਤੁਹਾਨੂੰ ਦੱਸੂਗਾ, ਤੁਹਾਡੇ ਰੇਡੀਓ ਤੇ ਆ ਕੇ ਦੱਸੂ। ਓਕੇ ਬਾਬਾ ਦੀਪ ਸਿੰਘ ਸਿੱਖ ਸੁਸਾਇਟੀ ਦੇ ਵਿੱਚ ਬਾਬਾ ਦੀਪ ਸਿੰਘ ਸੁਣੋ ਮੇਰੀ ਇੱਕ ਹੋਰ ਸੁਣੋ। 20 ਸੈਟੀਆਂ ਦੇ ਮੈਂਬਰ ਹੋਊਗਾ, ਮੈਂ ਤੁਹਾਡੀ ਵੀ ਸੁਣਦਾ, ਇੰਨੇ ਮੇਲੇ ਕਰਾਉਣੇ, ਇੰਨੇ ਪ੍ਰੋਗਰਾਮ ਕਰਾਉਣੇ ਆ। ਨਹੀਂ, ਜਿਹੜੇ ਮੇਲਿਆਂ ਤੋਂ ਤੁਸੀਂ ਆ ਕੇ ਰੀਬਨ ਕੱਟਦੇ ਹੋ ਉਹ ਅਸੀਂ ਕਰਾਉਣੇ ਆ, ਅਸੀਂ ਸਾਡੀਆਂ ਸੈਟੀਆਂ ਕਰਾਉਂਦੀਆਂ ਨੇ। ਉਹ ਸੁਣੋ ਮੇਰੀ ਗੱਲ, ਮੈਂ ਨਹੀਂ, ਮੇਰੇ ਨਿੱਜੀ ਤੌਰ ਤੇ ਮੈਂ ਹੁਣੇ ਵਕੀਲ ਨਾਲ ਇੱਕ ਗੱਲ ਕਰ, ਅਸੀਂ ਨਹੀਂ ਜਿਹੜੀ ਸੋਸਾਇਟੀਆਂ ਤੇ ਆਉਣੇ ਹੋ ਅਸੀਂ ਉਹ ਸੋਸਾਇਟੀਆਂ ਰਜਿਸਟਰਡ ਕਰਾਉਣੇ ਆ ਤੇ ਉਹਨਾਂ ਦੇ ਰੀਵਨ ਥੋਤੋਂ ਕਟਵਾਉਣੇ ਆ। ਜੇ ਨਹੀਂ ਕਟਵਾਉਂਦੇ ਦੱਸੋ। ਅੱਛਾ ਸੁਣੋ ਮੇਰੀ ਗੱਲ ਸੁਣੋ, ਬਾਬਾ ਦੀਪ ਸਿੰਘ ਸਿੱਖ ਸੁਸਾਇਟੀ 'ਚ ਕੁਲਵਿੰਦਰ ਸਿੰਘ ਗਿੱਲ ਦਾ ਤੁਹਾਡੇ ਘਰ ਦਾ ਐਡਰੈਸ ਆ, ਉਹ ਕੌਣ ਆ? ਮੇਰੇ ਘਰ ਦੇ ਐਡਰੈਸ ਤੇ ਦੇਖੋ, ਹੋਰ ਸੋਸਾਇਟੀਆਂ ਮੈਦਾਨ ਸੈਂਟਰ ਵੈਲੀ ਮੇਰੀ ਸੋਸਾਇਟੀ ਆ, ਤੇ ਬਾਕੀ ਜਿਹੜੀ ਅਸੀਂ ਮੇਲੇ ਲਈ 3 ਸੋਸਾਇਟੀਆਂ ਸਾਡੀਆਂ ਮੇਲੇ ਲਈ ਨੇ। ਅੱਛਾ ਸੁਣੋ, ਇੱਕ ਸੁਣੋ ਮੇਰੀ ਗੱਲ, ਬੇਨਤੀ ਤੁਹਾਨੂੰ ਇੱਕ ਹੀ ਆ ਜਿਹੜੀ ਹਾਲ ਵਾਲੇ ਜਦੀ ਕਹਿੰਦੇ ਸੋਸਾਇਟੀ ਰਜਿਸਟਰਡ ਕਰਾ ਕੇ ਦਿਓ ਤਾਂ ਅਸੀਂ ਤੁਹਾਨੂੰ ਪੁੱਛ ਕਰਦੇ ਹਾਂ। ਸੁਣੋ ਇੱਕ ਸੁਣੋ ਮੇਰੀ ਗੱਲ, ਤੁਸੀਂ ਸਤਿਕਾਰ ਤੋਂ ਤੁਸੀਂ ਖਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਹੋ, ਇੱਕ ਬੇਨਤੀ ਸੁਣ ਲਓ ਮੇਰੀ। ਮੈਂ ਹੁਣੇ ਵਕੀਲ ਨਾਲ ਗੱਲ ਕਰਕੇ ਹਟਿਆ, ID ਚੋਰੀ ਹੋ ਜਾਂਦੀ ਹੈ, ਇਹਨੂੰ ਚੈੱਕ ਕਰਾ ਕੇ, ਕਿਉਂਕਿ 2 ਰਜਿਸਟਰਡ ਨੇ ਸੁਸਾਇਟੀਆਂ ਤੁਹਾਡੇ ਘਰ ਦੇ ਐਡਰੈਸ ਤੇ, ਇਹਨੂੰ ਜਿਹੜਾ ਤੁਸੀਂ ਇੱਕ ਤਰਫਾ ਨਾ ਕਰੋ। ਇਹਨਾਂ ਦਾ ਜਿਹੜਾ 2020 ਦੇ ਨਾਂ ਤੇ ਇਹਨਾਂ ਨੇ ਲੋਕਾਂ ਤੋਂ ਪੈਸੇ ਠੱਗੇ ਆ, ਜਾਂ ਇਹ ਧਰਮ ਦਾ ਤੁਸੀਂ ਮੈਨੂੰ ਦੱਸੋ, ਮੈਂ ਗੱਲ ਕਰਾਂ। ਦੇਖੋ ਗੁਰਕਮਲ ਆਪ ਜਾ ਕੇ ਇਹਨਾਂ ਨੂੰ ਰੌਲਾ ਪਾ ਗਿਆ, ਉਹਨੂੰ ਇਹ ਦੱਸਦਿਆ ਨਹੀਂ, ਉੱਥੇ ਜਾ ਕੇ ਉਹਨੇ ਰੌਲਾ ਪਾਇਆ ਵੀ ਤੁਸੀਂ ਮੁੰਡੇ ਮਰਵਾਏ ਨੇ। ਓਕੇ ਮੈਨੂੰ ਦੱਸਿਓ ਤੇ ਸਾਡੇ ਗੁਰਦੁਆਰੇ ਦਾ ਜੱਥਾ ਮਲਕੀਤ ਸਿੰਘ ਇਹਨੇ ਇੱਥੇ ਪੱਕਾ ਕਰਾਇਆ ਗੁਰਦੁਆਰੇ, ਦੱਸੋ ਇਹ ਧਰਮ ਦੀ ਗੱਲ ਆ? ਸਾਡੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਦਾ, ਹਰਦੀਪ ਸਿੰਘ ਨੱਜਰ ਨੇ ਪੱਕਾ ਕਰਾਇਆ। ਓਕੇ ਸੁਣੋ ਮੇਰੀ, ਸੁਣ ਲਓ ਹੁਣ ਤੁਹਾਡੀ ਗੱਲ ਹੋ ਗਈ। ਜਿਹੜੀ ਹੁਣ ਦੀ ਗੱਲ ਚੱਲਦੀ ਆ, ਹੁਣ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ, 6 ਸਾਲ ਪਹਿਲਾਂ ਪ੍ਰਧਾਨ ਨਹੀਂ ਸੀ ਉਹ। ਗੱਲ ਅੱਜ ਤੁਸੀਂ ਮੈਨੂੰ ਦੱਸ ਰਹੇ ਹੋ, ਮੈਂ ਤੁਹਾਡੀ ਸੁਣ ਲਈ। ਉਹ ਸੁਣੋ ਮੇਰੀ ਗੱਲ, ਮੇਰੇ ਨਾਲ ਜਿਹੜਾ ਨਾ ਕਰੋ, ਮੈਂ ਸੁਣ ਲਓ ਮੇਰੀ ਗੱਲ ਪੂਰੀ, ਮੇਰੀ ਗੱਲ ਸੁਣ ਲਓ। ਜਿਹੜੀ ਤੁਸੀਂ ਗੱਲ ਆ ਦੱਸਤੀ, ਮੈਂ ਤੁਹਾਨੂੰ ਕਨਫਰਮ ਕਰਤੀ ਵੀ ਫੌਜੀ ਜਿਹੜਾ ਮੁੰਡਾ ਨਾਲ ਰਹਿੰਦਾ ਹਰਦੀਪ ਦੇ, ਤੁਹਾਨੂੰ ਮੈਂ ਜਦੇ ਹੀ ਕਨਫਰਮ ਕਰਤੀ। ਇਹਨੇ ਰਿਸ਼ਤਾ ਕਰਾ ਕੇ ਪੱਕਾ ਕਰਾਇਆ, ਫੌਜੀ ਨੇ ਮੈਨੂੰ ਦੱਸਿਆ। ਠੀਕ ਹੈ, ਉਹ ਵੀ ਗੱਲ ਮੰਨ ਲਈ, ਮੈਂ। ਜਿਹੜੀ ਦੂਜੀ ਕਹਿੰਦੇ ਹੋ ਤੁਸੀਂ ਬਈ ਉੱਥੇ ਇਸ ਤਰ੍ਹਾਂ ਹੋਇਆ, SSP ਦੇ ਬੰਦੇ ਮਾਰੇ ਨੇ, ਉਹਦਾ ਮੈਨੂੰ ਪ੍ਰੂਫ ਦਿਓ, ਮੈਂ ਉਹ ਵੀ ਕਰੂੰਗਾ। ਮੈਂ ਨਹੀਂ ਕਹਿੰਦਾ ਮੈਂ ਨਹੀਂ ਕਰੂੰਗਾ। ਗੁਰਕਮਲ ਨੂੰ ਮੂੰਹ ਤੇ ਲਿਆ, ਉਹਨੇ ਇਹਨੂੰ ਕਿਹਾ, ਕਹਿੰਦਾ ਤੈਂ ਮੇਰੇ ਸਾਹਮਣੇ, ਉਹ ਕਹਿੰਦਾ ਸਾਰੀਆਂ ਗੱਲਾਂ ਇਹਨਾਂ ਨੂੰ ਉਦੋਂ ਦਫ਼ਤਰ ਦੀ ਰਿਕਾਰਡਿੰਗ 'ਚ ਦੇਖੋ। ਗੁਰਕਮਲ ਨੇ ਇਹਨੂੰ ਹਰਦੀਪ ਨਿੱਜਰ ਨੂੰ ਕਿਹਾ ਨਾ, ਸਾਨੂੰ ਤਾਂ ਇਹ ਗੱਲਾਂ ਦਾ ਪਤਾ ਵੀ ਨਹੀਂ ਸੀ ਵੀ ਇਹਨੇ ਕੀ ਕਰਿਆ ਕੀ ਨਹੀਂ ਕਰਿਆ। ਮੈਂ ਦੇਖੂੰਗਾ ਬਿਲਕੁਲ ਤਰਫਾ ਨਾ ਰੱਖੋ। ਇਹਨਾਂ ਨੇ ਹੁਣ 3 ਬੰਦੇ ਰਾਈਟ ਨੋ ਗੁਰਦੁਆਰੇ 'ਚ ਕੰਮ ਨਹੀਂ ਕਰਦੇ, ਪੱਕੇ ਕਰਾਉਣ ਲੱਗੇ ਹੋਇਆ ਇਹ। ਉਹਨਾਂ ਦਾ ਰੈਕੋਰਡ ਮੰਗਾਓ ਹੁਣੇ, ਨਹੀਂ ਹੁਣ ਮੈਂ ਕੱਲ ਨੂੰ ਤੁਹਾਨੂੰ ਦੇ ਗੁਰਦੁਆਰੇ ਨਾਂ ਤੇ ਪੱਕਾ ਕਰਾਉਣ ਲੱਗਿਆ ਹੋਇਆ। ਉਹ ਗੁਰਦੁਆਰੇ ਹੈੱਡ ਗ੍ਰੰਥੀ ਨਹੀਂ ਹੈਗਾ। ਦੇਖੋ ਇਹਨਾਂ ਦੀ ਲੜਾਈ ਪਰਸਨਲ ਸੀਗੀ ਗੁਰਕਮਲ ਨਾਲ। ਇਹਨਾਂ ਨੇ ਸਾਡਾ ਵਿੱਚ, ਤੁਸੀਂ ਕਹਿੰਦੇ ਮੈਂ ਮਿਲਿਆ, ਮੈਂ ਸਹੁੰ ਖਾਨਾ ਜਾ ਕੇ ਗੁਰਦੁਆਰੇ ਟਹਿਲ ਸਿੰਘ ਗੁਰੂ ਘਰ ਵੱਲ ਹੱਥ ਕਰਕੇ ਕਹਿ ਦੇਵੇ ਮੈਂ ਜਤਿੰਦਰ ਸਿੰਘ ਨੂੰ ਕਦੇ ਮਿਲਿਆ। ਮੈਂ ਟਹਿਲ ਸਿੰਘ ਦੀ ਨਹੀਂ ਗੱਲ ਕਰ ਰਿਹਾ, ਮੈਂ ਜਤਿੰਦਰ ਸਿੰਘ ਨਾ ਟਹਿਲ ਸਿੰਘ ਦੀ ਨਹੀਂ, ਮਲਕੀਤ ਸਿੰਘ, ਸਕੱਤਰ ਸਿੰਘ, ਸਰਦਾਰ ਸਿੰਘ ਤੁਹਾਡੇ ਨਾਲ ਡਾਇਰੈਕਟਰ ਮੈਂ ਉਹਨਾਂ ਦੀ ਗੱਲ ਕਰ ਰਿਹਾ। ਐਂ ਕਰੋ, ਸਕੱਤਰ ਸਿੰਘ ਨੂੰ ਵੀ ਪੁੱਛ ਲਓ ਜਾ ਕੇ ਵੀ ਤੂੰ ਜਤਿੰਦਰ ਸਿੰਘ ਨੂੰ ਮੈਂ ਜਾਣਦਾ। ਤੇ ਜਦੋਂ ਮੈਂ ਤੁਹਾਡੇ ਨਾਲ ਡਾਇਰੈਕਟਰ ਨੇ, ਤੁਸੀਂ ਤੁਹਾਡੇ ਨਾਲ ਡਾਇਰੈਕਟਰ ਨੇ। ਦੇਖੋ ਡਾਇਰੈਕਟਰ ਮੈਨੂੰ ਨਹੀਂ ਪਤਾ ਕਿਸੇ ਚੀਜ਼ ਦਾ।
ਜਿਹੜੀ ਚੀਜ਼ ਮੈਂ ਮੈਨੂੰ ਕਨਫਰਮ ਕਰਿਓ ਇਹ ਕੱਲ ਨੂੰ ਪੁੱਛੋ ਜਤਿੰਦਰ ਸਿੰਘ ਨੂੰ ਤੁਸੀਂ ਜਾਣਦੇ ਹੋ ਅੱਗੇ ਚੱਲਾਂਗੇ ਆਪਾਂ ਤੁਸੀਂ ਕੱਲ ਨੂੰ ਕਨਫਰਮ ਕਰਿਓ ਵੀ ਤੁਹਾਡਾ ਨਾਂ ਉਹਦੇ ਤੇ ਗਲਤ ਬੋਲਿਆ ਰੇਡੀਓ ਦੀ ਦੱਸ ਕੇ ਜਾਓ ਪਲੱਸ ਤੁਸੀਂ ਵੀ ਕਨਫਰਮ ਕਰਿਓ ਵੀ ਫੌਜੀ ਕਿਹਨੇ ਪੱਕਾ ਕਰਾਇਆ ਤੇ ਕਿਹੜਾ ਮੁੰਡਾ ਮੈਂ ਸਵੇਰ ਨੂੰ ਤੁਹਾਡੀ ਡਿਟੇਲ ਤੁਹਾਨੂੰ ਦੱਸੂ ਲਾਇਓ ਖਬਰ ਵੀ ਇਹਨੇ ਕਿਹੜਾ ਮਰਵਾਇਆ ਬਿਲਕੁਲ ਮੇਰੇ ਨਾਲ ਗਰਕਮਲ ਦੀ ਗੱਲ ਕਰਾਇਆ ਹੁਣੀ ਉਹਨੂੰ ਫੋਨ ਕਰਦਾ ਵੀ ਆ ਰੇਡੀਓ ਤੇ ਆ ਕੇ ਦੱਸ ਮੇਰੇ ਨਾਲ ਗੱਲ ਕਰਾਇਓ ਓਕੇ ਠੀਕ ਆ ਧੰਨਵਾਦ ਤੁਹਾਡੇ ਨਾਲ ਵੀ ਤੁਹਾਡੇ ਵੀ 20 ਸਾਲਾਂ ਦੇ ਯਾਰ ਬੇਲੀ ਜਿਨ੍ਹਾਂ ਨਾਲ ਤੁਹਾਡੇ ਕੇਸ ਚੱਲਦੇ ਆ ਜਦ ਵਿਗੜ ਜਾਂਦੀ ਆ ਤਾਂ ਵਿਗੜ ਜਾਂਦੀ ਆ ਇਹ ਨਹੀਂ ਅਸੀਂ ਤਾਂ ਦੇਖੋ ਕੇਸ ਚੱਲਦੇ ਆ ਸ਼ਰੇਆਮ ਚੱਲਦੇ ਆ ਉਹਨਾਂ ਦਾ ਕੋਈ ਲੁਕੋ ਨਹੀਂ ਤੇ ਉਹੀ ਕਹਿੰਦਾ ਮੈਂ ਇਹ ਫਰਕ ਪੈ ਜਾਂਦੇ ਨੇ ਦੋਸਤਾਂ ਦੇ ਫਰਕ ਪੈ ਜਾਂਦੇ ਆ ਗਿੱਲ ਸਾਹਿਬ ਕਦੇ ਪੋਸਟਾਂ ਨਹੀਂ ਪਾਈਆਂ ਨਾ ਕਦੇ ਕਿਸੇ ਨੂੰ ਮਾੜਾ ਦੋਸਤਾਂ ਦੇ ਫਰਕ ਪੈ ਜਾਂਦੇ ਨੇ ਦੋਸਤਾਂ ਦੇ ਫਰਕ ਪੈ ਜਾਂਦੇ ਨੇ ਆਪਾਂ ਸੱਚ ਤੇ ਰਹਿਣਾ ਜਿਹੜੀ ਚੀਜ਼ ਮੇਰੇ ਕੋਲ ਆਈ ਆ ਮੈਂ ਤੁਹਾਨੂੰ ਦੱਸਤੀ ਤੁਸੀਂ ਪਲੀਜ਼ ਇਹਦੇ ਚੈੱਕ ਕਰੋ ਤੁਸੀਂ ਜਨਰਲ ਸੈਕਟਰੀ ਹੋ ਇੱਕ ਸਾਨੂੰ ਮੇਰੀ ਗੱਲ ਸੁਣਿਓ ਸਾਨੂੰ ਮੇਲੇ ਕਰਾਉਂਦਿਆਂ ਨੂੰ ਅੱਜ ਤੱਕ ਨਾ ਮੇਰਾ ਖਿਆਲ ਆ ਵੀ 2004 ਦੇ ਕਰਾਉਣੇ ਕਿੰਨੀਆਂ ਸੋਸਾਇਟੀਆਂ ਬਣੀਆਂ ਸਾਡੀ 3 ਯੂਨਾਈਟਿਡ ਵੈਲੀ ਸਾਡੀ ਸੋਸਾਇਟੀ ਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਇੱਕ ਹੋਰ ਖੋਲੀ ਉਹ ਬੰਦ ਗਈ ਦੇਖੋ ਜਦੋਂ ਸਿਟੀ 'ਚ ਜਾਂਦੇ ਹੋ ਜਾਂ ਤੁਸੀਂ ਪੁਲਿਸ ਕੋਲ ਜਾਂਦੇ ਹੋ ਕਹਿੰਦੇ ਸੋਸਾਇਟੀ ਖੋਲ ਕੇ ਆਓ ਤੇ ਸਾਡਾ ਚ ਕੀ ਕਸੂਰ ਆ ਜੇ ਗਵਰਨਮੈਂਟ ਸਭ ਤੋਂ ਖਿਲਾਉਂਦੀ ਹੈ ਕੰਮ ਕਰਨ ਲਈ ਅਸੀਂ ਮੇਲਿਆਂ ਲਈ ਕਬੱਡੀ ਦੀ ਸੁਸਾਇਟੀ ਦੀ ਨਹੀਂ ਗੱਲ ਲੋਕਾਂ ਨੂੰ ਕਬੱਡੀ ਦੀ ਸੁਸਾਇਟੀ ਧਰਮ ਦੀ ਸੁਸਾਇਟੀ ਨਹੀਂ ਧਰਮ ਦੀ ਸੁਸਾਇਟੀ ਆ ਜਿਹੜੀ ਉੱਥੇ ਜਾ ਕੇ ਖੋਲੀਆਂ ਸਾਨੂੰ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਆ ਜਾ ਕੇ ਜਿੱਥੇ ਲੋੜ ਇਹਦਾ ਮਤਲਬ ਤੁਹਾਨੂੰ ਪਤਾ ਹੈ ਨਾ ਨਾਮਰਾਜ ਸਿੱਖ ਸੇਵਾ ਸੁਸਾਇਟੀ ਦਾ ਵੀਰ ਜੀ ਮੈਂ ਤੁਹਾਨੂੰ ਹੁਣ ਵੀ ਕਲੀਅਰ ਕਰਦਾ ਮੈਨੂੰ ਨਹੀਂ ਪਤਾ ਪਲੀਜ਼ ਮੈਨੂੰ ਨਹੀਂ ਪਤਾ ਜਦੋਂ ਪਤਾ ਲੱਗ ਗਿਆ ਤੁਹਾਡੇ ਰੇਡੀਓ ਸਟੇਸ਼ਨ ਤੇ ਆ ਕੇ ਮੈਂ ਦੱਸੂਗਾ ਵੀ ਇਹ ਕਿਹਨੇ ਕਰਸਤਾਨੀ ਕਰੀ ਆ ਓਕੇ ਥੈਂਕ ਯੂ ਤੁਸੀਂ ਮੇਰੇ ਨਾਲ ਜਤਿੰਦਰ ਸਿੰਘ ਗਿੱਲ ਜੀ ਮੇਰੇ ਨਾਲ ਨਾ ਜਦੋਂ ਮੈਂ ਜਦ ਤੁਹਾਡੀ ਸੱਚ ਦੀ ਗੱਲ ਹੁੰਦੀ ਸੀ ਤੁਹਾਡੀ ਮੈਂ ਗੱਲ ਕਰਦਾ ਰਿਹਾ ਇਸੇ ਰੇਡੀਓ ਤੁਹਾਡੇ ਕੇਸ ਦੀ ਤੁਹਾਡੇ ਕੇਸ ਜਿੱਤਣ ਦੀ ਤੁਹਾਡੇ ਹੱਕ ਦੀ ਜੇ ਹੁਣ ਕੋਈ ਗੱਲ ਇਹੋ ਜਿਹੀ ਆ ਗਈ ਜਿਹੜੀ ਤੁਹਾਡੇ ਫਿੱਟ ਨਹੀਂ ਬਹਿੰਦੀ ਆਪਣਾ ਜਾਬਤਾ ਨਾ ਛੱਡੋ ਮੈਂ ਉਹੀ ਹਰਜੀਤ ਸਿੰਘ ਗਿੱਲ ਨਾ ਤੁਹਾਡੇ ਹੱਕ ਦੀ ਗੱਲ ਕਰਦਾ ਰਿਹਾ ਇੱਥੇ ਜਿਹੜੇ ਤੁਹਾਡੇ ਕੇਸ ਚੱਲਦੇ ਸੀ ਆਪਣੇ ਗੁਰਦੁਆਰੇ ਦੇ ਖਰਚੇ ਦੇ ਦੋਨੇ ਧਿਰਾਂ ਨੂੰ ਲਿਆ ਕੇ ਮੈਂ ਗੱਲ ਕਰਦਾ ਰਿਹਾ ਮੈਂ ਗੱਲ ਕਰ ਰਿਹਾ ਬਈ ਇਹ ਤੁਹਾਡਾ ਨਾਂ ਹੈ ਤੁਸੀਂ ਆਰਡੀਨਰੀ ਬੰਦੇ ਨਹੀਂ ਤੁਸੀਂ ਜਨਰਲ ਸੈਕਟਰੀ ਹੋ ਖਾਲਸਾ ਦੀਵਾਨ ਸੁਸਾਇਟੀ ਦੇ ਜਿਹੜੀ ਤੁਸੀਂ ਯੂਨਾਈਟਿਡ ਵੈਲੀ ਦੀ ਗੱਲ ਕਰਦੇ ਹੋ ਯੂਨਾਈਟਿਡ ਵੈਲੀ ਦਾ ਨਾਲ ਕੁਝ ਨਹੀਂ ਮਤਲਬ ਹੈ ਬਾਬਾ ਦੀਪ ਸਿੰਘ ਸਿੱਖ ਸੁਸਾਇਟੀ 'ਚ ਇੱਕ ਕੁਲਵਿੰਦਰ ਸਿੰਘ ਗਿੱਲ ਦਾ ਨਾਂ ਹੈ ਨਾਮਰਾਜ ਸਿੱਖ ਸੁਸਾਇਟੀ ਤੁਹਾਡਾ ਨਾਂ ਹੈ ਹੋ ਸਕਦਾ ਤੁਹਾਡੀਆਂ ਆਈਡੀਆਂ ਚੋਰੀ ਹੋ ਗਈਆਂ ਹੋਣ ਇਹਨੂੰ ਚੈੱਕ ਕਰੋ ਮਲਕੀਤ ਸਿੰਘ ਸਰਤਾਜ ਸਿੰਘ ਤੁਸੀਂ ਕਹਿੰਦੇ ਜਾਣਦੇ ਨਹੀਂ ਉਹ ਵੀ ਇਸ ਕੰਪਨੀ ਇਹਦੇ 'ਚ ਸੁਸਾਇਟੀ ਤੁਹਾਡੇ ਡਾਇਰੈਕਟਰ ਨੇ ਦੋਨੇ ਫਿਰ ਉਹ ਅੱਗੇ ਡਾਇਰੈਕਟਰ ਨੇ ਸਿੱਖ ਚਾਈਲਡ ਕਲਚਰਲ ਐਂਟਰਟੇਨਮੈਂਟ ਸੁਸਾਇਟੀ 'ਚ ਫਿਰ ਉਹ ਅੱਗੇ ਡਾਇਰੈਕਟਰ ਨੇ ਦਸਮ ਗ੍ਰੰਥ ਸਿੱਖ ਸੇਵਾ ਸੁਸਾਇਟੀ ਸਾਡੇ ਵੱਲੋਂ ਕਬੱਡੀ ਦੀਆਂ ਤੁਸੀਂ 100 ਕਰਾ ਲਓ ਨੱਚਣ ਖੇਡਣ ਵਾਲੀਆਂ ਕਰਾ ਲਓ ਇੱਥੇ ਲੋਕਾਂ ਨੇ ਬਥੇਰੀਆਂ ਕਬੱਡੀ ਵਾਲੀਆਂ ਬਣਾਈਆਂ ਆਉਂਦੇ ਨੇ ਲੋਕ ਸਾਨੂੰ ਕੋਈ ਮਤਲਬ ਨਹੀਂ ਅਸੀਂ ਕਿਸੇ ਦਾ ਬਾਂਹ ਨਹੀਂ ਕਿਸੇ ਦੀ ਫੜਨੇ ਪਰ ਧਰਮ ਦੇ ਨਾਂ ਤੇ ਜਦ ਕਰਾਓਗੇ ਤਾਂ ਧਰਮ ਦੇ ਨਾਂ ਤੇ ਅਸੀਂ ਸਾਰੇ ਉਸ ਤੇ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਧਰਮ ਦੇ ਨਾਂ ਤੇ ਕੁਝ ਗਲਤ ਹੋਵੇ ਰਹੀ ਗੱਲ ਫੌਜੀ ਦੇ ਭੱਜਣ ਦੀ ਫੌਜੀ ਭੱਜਿਆ ਤੁਸੀਂ ਸੱਦਿਆ ਉਹਨੂੰ ਹਰਦੀਪ ਸਿੰਘ ਗਿੱਲ ਨੇ ਪੱਕਾ ਕਰਾਇਆ ਇਹਦੇ ਵਿੱਚ ਇਸ ਸਿਸਟਮ 'ਚ ਉਹਦਾ ਲੈਣਾ ਦੇਣਾ ਕੁਛ ਨਹੀਂ ਜੇ ਤੁਸੀਂ ਕਹੋ ਵੀ ਹਰਦੀਪ ਸਿੰਘ ਨਿੱਜਰ ਦਾ ਇਹ 'ਚ ਕੋਈ ਰੌਲਾ ਨਹੀਂ ਤੁਸੀਂ ਗਏ ਹੋ ਫੋਨ ਚੈੱਕ ਕਰਨ ਫੋਨ ਤੋਂ ਇਹ ਤੁਹਾਡੀ ਗੱਲ ਵੱਧ ਗਈ ਫਿਰ ਤੁਸੀਂ ਗਲਤੀ ਮੰਨ ਲਈ ਗਲਤੀ ਤੇ ਦਸਤਖਤ ਕਰਤੇ ਉਸ ਤੋਂ ਬਾਅਦ ਫਿਰ ਇਹ ਈਵਨਿੰਗ 'ਚ ਗੱਲ ਹੋਈ ਮੈਂ ਕੋਈ ਗੱਲ ਕਰਨੀ ਆ ਮੈਂ ਉਹਦੇ ਲਈ ਪੇਪਰ ਵਰਕ ਮੈਨੂੰ ਚਾਹੀਦਾ ਮੈਂ ਲੱਭ ਲਿਆ ਉਹ ਵੀ ਇਹ ਸੁਸਾਇਟੀਆਂ ਕਿਉਂਕਿ ਇਹ ਗੱਲ ਅੱਜ ਦੀ ਨਹੀਂ ਚੱਲ ਰਹੀ ਇਹ ਗੱਲ ਚੱਲ ਰਹੀ ਆ ਬਹੁਤ ਦਿਨਾਂ ਦੀ ਸਭਰਾ ਦੀ ਜਿਹਦੇ ਤੁਹਾਡਾ ਨਾਂ ਲਿਖਿਆ ਹੋਇਆ ਉਹਨੇ ਪੋਸਟ ਹਲੇ ਤੱਕ ਲਾਹੀ ਨਹੀਂ ਜੋਗਿੰਦਰ ਸਿੰਘ ਸਭਰਾ ਨੇ ਜਾ ਕੇ ਦੇਖ ਲਓ ਔਰ ਉਹਨੂੰ ਵੀ ਮੈਂ ਬੰਦੇ ਨੂੰ ਲੱਭ ਲੈਣਾ ਉਹਨੇ ਵੀ ਰੇਡੀਓ ਤੇ ਆ ਕੇ ਦੱਸ ਦੇਣਾ ਵੀ ਉਹਨੇ ਇਸ ਚੱਕਰ ਦੇ ਵਿੱਚ ਉਹਨੇ ਕਿਉਂ ਪਾਈ ਹੈ 20 ਮਈ ਦੀ 11:36 ਦੀ ਰਾਤ ਦੀ ਇਹ ਪਾਈ ਹੋਈ ਹੈ ਕੋਈ ਰੌਲਾ ਹੋ ਗਿਆ ਕੋਈ ਕੁਛ ਹੋ ਗਿਆ ਉਸ ਨੂੰ ਸੁਲਝਾਇਆ ਜਾ ਸਕਦਾ ਤੁਸੀਂ ਇੱਕ ਦਿਨ ਮੈਨੂੰ ਜ਼ਰੂਰ ਆ ਕੇ ਉਹ ਪੇਪਰ ਭੇਜਿਓ ਜਿਹਦੇ 'ਚ ਤੁਹਾਡੀ ਪਛਾਣ ਕਿਸੇ ਨੇ ਗਲਤ ਦੱਸ ਕੇ ਰਜਿਸਟਰਡ ਕਰਾਈ ਆ ਮੈਂ ਉਹਨੂੰ ਕਲੀਅਰ ਕਰਨਾ ਚਾਹੁੰਦਾ ਇਸੇ ਰੇਡੀਓ ਤੇ ਜਿੱਥੇ ਤੁਹਾਡਾ ਨਾਮ ਲਿਆ ਕਿਉਂਕਿ ਜਿਸ ਕਿਸੇ ਬੰਦੇ ਤੇ ਦਾਗ ਨਾ ਹੋਵੇ ਉਹਦੇ ਤੇ ਦਾਗ ਨਹੀਂ ਲੱਗਣਾ ਚਾਹੀਦਾ ਮੈਂ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਗਲਤ ਹੋ ਸਕਦਾ ਕਈ ਵਾਰ ਆਈਡੀ ਚੋਰੀ ਹੋ ਗਿਆ ਮੈਂ ਮੁੜ ਕੇ ਤੁਹਾਨੂੰ ਇਹ ਗੱਲ ਕਹਿ ਰਿਹਾ ਮੁੜ ਕੇ ਇਹ ਕਹਿ ਰਿਹਾ ਸਰਦਾਰ ਸਰਾਭੇ ਦਾ ਜਨਮ ਦਿਨ ਸੀ ਕਰਤਾਰ ਸਿੰਘ ਸਰਾਭੇ ਦਾ ਜਿਨ੍ਹਾਂ ਦੀ ਜੀਵਨੀ ਬਾਰੇ ਜ਼ਿੰਦਗੀ ਬਾਰੇ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ ਜਿਹਦਾ ਕਿਤਾਬ ਦਾ
ਬਾਹਰਲਾ ਚਿੱਤਰ ਹੈ ਸਰਦਾਰ ਜਰਨੈਲ ਸਿੰਘ ਆਰਟਿਸਟ ਉਹਨਾਂ ਨੇ ਬਣਾਇਆ, ਧੰਨਵਾਦ ਹੈ, ਜਿਹਦੇ ਵਿੱਚ ਵਿਦਵਤਾ ਦਿਖਦੀ ਹੈ। ਸਰਦਾਰ ਸਰਾਭਾ ਦਾ ਜਨਮ ਪਿੰਡ ਸਰਾਭੇ 'ਚ 1905 ਜਾਂ 6 ਦੇ ਵਿੱਚ ਖਾਲਸਾ ਸਕੂਲ ਲੁਧਿਆਣੇ ਉਹ ਪੜ੍ਹੇ 5ਵੀਂ ਜਾਂ 6ਵੀਂ ਦੇ ਵਿੱਚ। ਉਹ ਕੁਛ ਡੇਟਾਂ ਸੈੱਟ ਨਹੀਂ ਆ ਰਹੀਆਂ ਉਹਨਾਂ ਦੀਆਂ, ਕਟਕ ਦੇ ਵਿੱਚ ਜਿਹੜੀ ਉਹਨਾਂ ਦੀ ਪੜ੍ਹਾਈ 10ਵੀਂ ਹੋਈ ਆ। ਉਹਦੇ ਬਾਅਦ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ। ਵੱਡੀ ਭੈਣ ਹੈ ਜਿਹੜੀ ਰਾਜੋਆਣੇ ਵਿਆਹੀ ਸੀ, ਦਾਦਾ ਬਚਨ ਸਿੰਘ। ਇਹ ਦੋਨੇ ਜਾਂਦੇ ਰਹੇ ਨੇ ਜਦ ਕੇਸ ਚੱਲਿਆ ਲਾਹੌਰ। ਦਾਦਾ, ਭੈਣ ਤੇ ਭਣੋਈਆ, ਚਾਚੇ ਤਿੰਨੇ ਹੀ ਇੱਕ ਜੰਗਲਾਤ ਦੇ ਵਿੱਚ ਉਹ ਸਰਕਾਰੀ ਨੌਕਰ ਸੀ। ਇੱਕ ਚਾਚੇ ਨਾਲ ਤਾਂ ਖੜਕੀ ਬਹੁਤ ਜ਼ਿਆਦਾ, ਅਫਰੀਕਾ ਦੇ ਵਿੱਚ ਉਹ ਅਸਿਸਟੈਂਟ ਸਿਵਲ ਸਰਜਨ ਸੀ। ਉਹਨੇ ਕਿਹਾ ਵੀ ਮੈਨੂੰ ਗਦਰ ਪੇਪਰ ਦੀਆਂ ਆਪਣੀਆਂ ਕਾਪੀਆਂ ਨਾ ਭੇਜਿਆ ਕਰ, ਤੂੰ ਗਦਰ ਪੇਪਰ, ਤੂੰ ਗਦਾਰ ਹੈ। ਆਪਣੇ ਭਤੀਜੇ ਨੂੰ ਉਹਨੂੰ ਦੱਸਿਆ ਫਿਰ ਗਦਾਰ ਕੌਣ ਹੈ ਤੇ ਲੂਣ ਕੌਣ ਖਾਂਦਾ ਤੇ ਲੂਣ ਹਰਾਮੀ ਕੌਣ ਹੈ। ਬਹੁਤ ਵਿਦਵਤਾ ਨਾਲ ਉਹਦਾ ਜਵਾਬ ਦਿੱਤਾ। ਸਰਦਾਰ ਅਜਮੇਰ ਸਿੰਘ ਦੀਆਂ ਤਕਰੀਰਾਂ 'ਚ ਜੇ ਮੈਨੂੰ ਸਮਾਂ ਮਿਲ ਗਿਆ ਚਲਾਊਂਗਾ। 1912 ਦੇ ਵਿੱਚ ਸਰਦਾਰ ਸਰਾਭਾ ਬਚਪਨ 'ਚ ਸਕੂਲ 'ਚ ਵੀ ਖਾਲਸਾ ਸਕੂਲ ਖਾਲਸਾ ਹੀ ਰਹੁ ਰੀਤਾਂ ਨਾਲ ਸੀ। ਹੋਸਟਲ 'ਚ ਰਹਿੰਦੇ, ਅੰਮ੍ਰਿਤ ਛਕਿਆ ਹੋਇਆ ਸੀ ਬੱਚਿਆਂ ਦਾ। ਅੱਜ ਵਾਂਗੂ ਖਾਲਸਾ ਸਕੂਲ ਨਹੀਂ ਸੀ। ਸਿਰ ਤੇ ਦਸਤਾਰਾਂ ਸੌਂਦੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਜਿਹੜੇ ਮੁਖੀ ਹੋਇਆ, ਸਰਬਲੋਕੀ ਰਕਸ਼ਾ ਵਾਲੇ, ਉਹ ਉਸ ਗੁਰਦੁਆਰਾ ਸਾਹਿਬ 'ਚ ਪ੍ਰਵਚਨ ਕਰਦੇ ਹੁੰਦੇ ਸੀ। ਉਹ ਯੋਧੇ ਜਿਨ੍ਹਾਂ ਦੇ ਵਿੱਚੋਂ ਅਖੰਡ ਕੀਰਤਨੀ ਜਥਾ ਆਇਆ, ਉਹਨਾਂ ਯੋਧਿਆਂ 'ਚੋਂ 13 ਨੇ ਸ਼ਹੀਦੀ ਦਿੱਤੀ। 1978 'ਚ ਦਿਨ ਆਉਣ ਵਾਲੇ ਨੇ। ਉਸ ਯੋਧੇ 'ਚੋਂ ਬਬਰ ਖਾਲਸਾ ਜਥੇਬੰਦੀ ਹੋਈ, ਜਿਨ੍ਹਾਂ ਨੇ ਦੁਸ਼ਮਣ ਨੂੰ ਦੱਸਿਆ ਕਿ ਪਾਪੀ ਕੋ ਦੰਡ ਦਈਓ ਕੀ ਹੁੰਦੀ ਹੈ। ਇਹ ਅਸਲ ਅਖੰਡ ਕੀਰਤਨ ਦੇ ਬਬਰਾਂ ਦੀ ਗੱਲ ਹੈ, ਜਿਹੜੇ ਉਸ ਜਥੇਬੰਦੀ 'ਚ ਕਹਿੰਦੇ ਫਿਰਦੇ ਆ ਤੇ ਬਹਿੰਦੇ ਆ ਜਾ ਕੇ ਆਪਣੇ ਵੱਡੇ ਆਕਿਆਂ ਦੇ ਪੈਰਾਂ 'ਚ। ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਉਸ ਕੌਮ ਦੇ ਉਹਨਾਂ ਮਹਾਨ ਯੋਧਿਆਂ ਦੀ, ਜਿਹ 'ਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਏ ਨੇ, ਨਾਰੰਗਵਾਲ ਵਾਲੇ। ਉਹ ਆ ਕੇ ਪ੍ਰਵਚਨ ਕਰਦੇ। ਪਿਆਰ ਸਰਾਭੇ ਦਾ ਬਹੁਤ ਜ਼ਿਆਦਾ ਸੀ ਉਹਨਾਂ ਦੇ ਨਾਲ। ਬਚਪਨ ਦੇ ਵਿੱਚ ਹੋਇਆ, ਜਦੋਂ ਵੱਡੇ ਸੀ ਉਹ ਤਾਂ ਬਹੁਤ ਉਹਨਾਂ ਦੇ ਪੁੱਤਾਂ ਵਰਗਾ ਸੀ ਉਹ, ਪਰ ਉਹਨਾਂ ਤੋਂ ਪ੍ਰੇਰਿਤ ਬਹੁਤ ਹੋਇਆ ਬਚਪਨ 'ਚ। ਤੁਸੀਂ ਸੋਚ ਲਓ ਵੀ ਅਖੰਡ ਕੀਰਤਨੀ ਜਥੇ ਦਾ ਮੁਖੀ ਜਿਨ੍ਹਾਂ ਦੇ ਨਾਲ ਨਿਭਾਈ ਹੋਵੇ ਪ੍ਰੀਤ ਪੂਰੀ, ਤੇ ਪੂਰੇ ਵਿਵੇਕੀ ਸਿੰਘ ਕਹਿਣੀ ਤੇ ਕਰਨੀ ਦੇ ਜਿਹੜੇ ਪੂਰੇ, ਉਹਨਾਂ ਦੇ ਨਾਲ ਬਚਪਨ ਦੇ ਵਿੱਚ ਜਦ ਕਦੇ ਉਹਨਾਂ ਦੇ ਚਰਨਾਂ 'ਚ ਬੈਠ ਕੇ ਗੱਲਬਾਤ ਕੀਤੀ, ਉਹ ਕਿਹੋ ਜਿਹਾ ਸਮਾਂ ਹੋ। ਤੇ ਇਹ ਉਸ ਤੋਂ ਬਾਅਦ ਕਟਕ ਦੇ ਵਿੱਚੋਂ 10ਵੀਂ ਕਰਕੇ 1912 ਨੂੰ ਸਰਾਭਾ ਜਹਾਜ਼ ਚੜ੍ਹਦਾ ਵੀ ਮੈਂ ਅਮਰੀਕਾ ਪੜ੍ਹਨਾ ਜਾ ਕੇ। ਉਮਰ 15 ਸਾਲ ਸੀ ਜਦ, ਜਾਂ ਕੋਈ 17 ਵੀ ਕਹਿੰਦਾ, 15 ਵੀ ਕਹਿ ਲਾ, 17 ਲਾ ਲਓ, 15 ਤੋਂ 17 ਦੇ ਵਿੱਚ ਸੀ। ਤੇ ਰਾਹ ਦੇ ਵਿੱਚ 3 ਹਫ਼ਤੇ ਜਹਾਜ਼ ਹਾਂਗਕਾਂਗ ਰੁਕਦਾ। ਹਾਂਗਕਾਂਗ ਤੋਂ ਵਿੱਚੋਂ ਸਾਰੇ ਆ ਕੇ ਲੁਕਦੇ ਸੀ। ਹਾਂਗਕਾਂਗ ਸਿੱਖਾਂ ਨੇ ਪਹਿਲਾ ਗੁਰਦੁਆਰਾ ਬਣਾਇਆ 1908 'ਚ, ਕਿਉਂਕਿ ਸਭ ਆ ਕੇ ਉਸ ਜਗ੍ਹਾ ਤੇ ਰੁਕਦੇ ਜਿੰਨੇ ਗਦਰੀ ਹੁੰਦੇ। ਗਦਰੀ ਤਾਂ ਜਦ ਨਹੀਂ ਸੀ, ਉਹ ਤਾਂ ਦੇਸ਼ ਕਮਾਉਣ ਆਏ ਸੀ, ਪਰਦੇਸੀ ਹੋਏ ਸੀ ਵਕਤ ਦੇ ਮਾਰੇ। ਪਰ ਸਰਾਭਾ ਪੈਸੇ ਦੇ ਮਾਰੇ ਨਹੀਂ ਸੀ ਆਇਆ। ਬਹੁਤ ਵਧੀਆ ਘਰ ਦਾ 4 ਮੰਜ਼ਿਲਾ ਇਮਾਰਤ, ਛੋਟੀ ਇੱਟ ਦਾ ਉੱਥੇ ਸੀ। ਤੇ ਸਰਦਾਰ ਅਜਮੇਰ ਸਿੰਘ ਕਹਿੰਦੇ ਨੇ ਜਦ ਮੈਂ ਬੁੱਕ 2017 'ਚ ਲਾਂਚ ਕਰਨ ਪਿੰਡ ਸਰਾਭੇ ਗਿਆ, ਸਰਾਭੇ ਦੇ ਉਸ ਟਰਸਟ ਦਾ ਜਿਹੜਾ ਪ੍ਰਧਾਨ ਸਰਦਾਰ, ਮੈਂ ਨਾਮ ਭੁੱਲ ਗਿਆ, ਉਹ ਕਹਿੰਦੇ ਵੀ ਛੋਟਾ ਹੁੰਦਾ ਸਰਾਭਾ 4ਥੀ ਮੰਜ਼ਿਲ ਤੱਕ ਬਿਨਾਂ ਪੌੜੀਆਂ ਤੋਂ ਚੜ੍ਹਦਾ, ਪੌੜਿਆਂ 'ਚ ਪੈਰ ਪਾ ਕੇ। ਸਕੂਲ 'ਚ ਉੱਡਣਾ ਸੱਪ ਸਰਾਭੇ ਨੂੰ ਕਹਿੰਦੇ। ਇੰਨਾ ਤਿੱਖਾ ਸੀ ਬਚਪਨ ਦੇ ਵਿੱਚ, ਤਿੱਖੇ ਸਨ ਬਚਪਨ 'ਚ। ਸੌਰੀ 1912 'ਚ ਜਦ ਜਾਂਦੇ ਆ, ਰਾਹ 'ਚ ਰੁਕਦੇ ਤੇ ਭਗਵਾਨ ਸਿੰਘ ਪ੍ਰੀਤਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਮੁੱਖ ਸੇਵਾਦਾਰ ਨੇ ਹਾਂਗਕਾਂਗ ਵਾਲੇ ਗੁਰਦੁਆਰੇ। 3 ਹਫ਼ਤੇ ਰਹੇ। ਕੈਲੀਫੋਰਨੀਆ ਉਤਰਦੇ ਆ, ਪਹਿਲਾ ਨਸਲਵਾਦ ਉਤਰਦੇ ਆ ਜਾਂ ਜਹਾਜ਼ 'ਚੋਂ ਪੁੱਛਦਾ ਜਿਹੜਾ ਇਮੀਗ੍ਰੇਸ਼ਨ ਅਫੀਸਰ ਹੈ, ਸਿਆਹ ਰੰਗ ਦਾ ਬੰਦਾ, ਚੜ੍ਹਦੀ ਉਮਰ ਦਾ, ਕਿਉਂ ਆ ਗਿਆ। ਬਰਕਲੇ ਨਹੀਂ ਜਾਂਦੇ, ਫਾਰਮਾ ਜਾਂਦੇ ਆ। ਫਾਰਮਾ ਤੋਂ ਐਸਟੋਰੀਆ ਫਿਰ ਮਿੱਲ 'ਚ ਆਉਂਦੇ ਆ, ਲੱਕੜ ਦੀ ਐਸਟੋਰੀਆ ਜਿਹੜੀ ਪੋਰਟਲੈਂਡ ਤੋਂ ਪਿੱਛੇ ਆ, ਪੋਰਟਲੈਂਡ ਤੋਂ 60 ਕਿਲੋਮੀਟਰ ਐਸਟੋਰੀਆ। ਉਸ ਮਿੱਲ ਦੇ ਵਿੱਚ ਆ ਕੇ ਕੰਮ ਕਰਦੇ ਆ, ਜਿੱਥੇ ਫਿਰ ਨਾਲ ਦੇ ਮਿੱਤਰ ਪਿਆਰੇ ਨੇ। ਉਹਨਾਂ ਦਿਨਾਂ 'ਚ ਨਸਲਵਾਦ ਬਹੁਤ ਜ਼ੋਰ ਤੇ ਸੀ, ਨਸਲਵਾਦ ਜ਼ੋਰਾਂ ਤੇ ਸੀ। ਟ੍ਰੇਨਾਂ ਦੇ ਵਿੱਚ ਸਿਆਹ ਰੰਗ ਦੇ ਬੰਦਿਆਂ ਨੂੰ ਨਾ ਬੈਠਣ ਦਿੰਦੇ, ਤੇ
ਸੱਟ ਲੱਗਦੀ ਆ, ਸੱਟ ਦੀ ਦਵਾਈ ਲੈਣ ਜਦ ਜਾਂਦੇ ਨੇ, ਪਰਮਾਨੰਦ ਲਾਹੌਰ ਕੇਸ 'ਚ ਜਿਹੜਾ ਹੋਇਆ ਉਹਨਾਂ ਕੋਲ ਜਾਂਦੇ ਨੇ, ਉੱਥੋਂ ਗੱਲ ਕਹਿੰਦੇ ਚੱਲਦੀ ਆ ਵੀ ਤੁਸੀਂ ਕੀ ਕਰਦੇ ਫਿਰਦੇ ਹੋ, ਦੇਖ ਤੇਰੇ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ। ਬਸ ਫਿਰ ਸਰਾਭਾ 2 ਸਾਲ, ਇੱਕ ਲੱਤ ਅਸਟੋਰੀਆ, ਇੱਕ ਲੱਤ ਸਟਾਕਟਨ ਆ, ਵਿੱਚੇ ਹੀ ਈਸਟ ਕੋਸਟ ਤੇ ਜਾ ਕੇ ਜਹਾਜ਼ ਸਿੱਖਦਾ। 5 ਗ੍ਰੰਥੀ ਸਿੰਘਾਂ ਦੇ ਕੋਲ ਬਾਬਾ ਸੋਹਣ ਸਿੰਘ ਭਕਨਾ ਮਿਲਦੇ ਨੇ ਤੇ ਹੋਰ ਬਾਬੇ ਇਕੱਠੇ ਹੁੰਦੇ ਆ। ਸਟਾਕਟਨ ਪ੍ਰੈਸ ਲੱਗਦੀ ਹੈ, ਪ੍ਰੈਸ ਹਲੇ ਵੀ ਪਈ ਹੈ ਸਟਾਕਟਨ ਗੁਰਦੁਆਰਾ ਸਾਹਿਬ, ਟੋਕਰੀ 'ਚ 5 ਗ੍ਰੰਥੀ ਰੱਖ ਕੇ ਦਰ ਪਹਿਲਾਂ ਧਰਮ ਦੀ ਗੱਲ ਹੁੰਦੀ ਹੈ, ਧਰਮ ਦੇ ਗੱਲ ਦੇ ਵਿੱਚੋਂ ਇਕੱਠੇ ਹੁੰਦੇ ਨੇ। ਇੱਕ ਘਟਨਾ ਕਹਿੰਦੇ ਪਟੜੀ ਵਿਛਾ ਰਹੇ ਸੀ ਤਾਂ ਰੇਲ ਦੇ ਡੱਬਿਆਂ 'ਚ ਸੌਂਦੇ, ਉੱਥੇ 5 ਗ੍ਰੰਥੀ ਰੱਖੀ ਸੀ। ਗੋਰਾ ਕਹਿੰਦਾ ਵੀ ਲੈ ਜਾਓ ਚੱਕ ਕੇ ਆਪਣੀ ਗ੍ਰੰਥੀ, ਨਹੀਂ ਕੱਲ ਨੂੰ ਰਫਲਾਂ ਵਾਲੇ ਆਉਣਗੇ। ਇਹਦੇ ਨਾਲ ਦਰਖਤ ਵੱਢ ਕੇ ਜਾਤੂ ਬਣਾ ਲਏ, ਜਾਤੂ, ਕਿਉਂਕਿ ਫਿਰ ਝੱਲਦੇ ਤਾਂ ਹੈ ਨਹੀਂ, ਕੂ ਕਲੈਕਸ ਕਲੈਨ ਦੇ ਖਿਲਾਫ ਵੀ ਬਹਿੰਦੇ ਰਹੇ ਆ ਇੱਥੇ, ਤੇ ਜਾਤੂ ਨਾਲ ਕੁੱਟਦੇ ਲੈ ਕੇ ਗਏ ਬਸ ਮਤਲਬ ਮੇਨ ਬਾਜ਼ਾਰ ਤੱਕ ਗੋਰਿਆਂ ਨੂੰ। ਮਤਲਬ ਉਸ ਨਸਲਵਾਦ ਦੇ ਵਿੱਚੋਂ ਇਕੱਠ ਹੋ ਗਿਆ। ਇਕੱਠ ਦੇ ਵਿੱਚੋਂ ਗਦਰ ਪਾਰਟੀ ਸ਼ੁਰੂ ਹੁੰਦੀ ਹੈ। ਗਦਰ ਪਾਰਟੀ ਦੇ ਪਰਚੇ ਦੀ ਗੱਲ ਹੁੰਦੀ ਹੈ। ਪਰਚੇ ਲਈ ਲਾਲਾ ਹਰਦਿਆਲ ਆਉਂਦਾ ਜਿਹੜਾ ਬਰਕਲੇ ਦੇ ਵਿੱਚ ਪੜ੍ਹਾ ਰਿਹਾ ਉਸ ਸਮੇਂ। ਪਰਚਾ ਨਿਕਲਦਾ ਹੈ। ਪਰਚਾ ਨਿਕਲਣ ਤੋਂ ਬਾਅਦ ਜੰਗ ਦਾ ਸਮਾਂ ਆਉਣ ਲੱਗ ਜਾਂਦਾ। ਕੰਮ ਇਹ ਸੀ ਵੀ ਜੰਗ ਲੱਗੂ, ਜੰਗ ਦੇ ਵਿੱਚੋਂ ਸਾਰੀ ਜਿਹੜੀ ਫੌਜ ਹੈ ਗੋਰਿਆਂ ਨੇ ਚੱਕ ਕੇ ਇੰਡੀਆ ਤੋਂ ਇੱਧਰ ਲੈ ਆਉਣੀ ਹੈ। ਉਸ ਸਮੇਂ ਸਾਨੂੰ ਗਦਰ ਦਾ ਸਮਾਂ ਹੋਊ। ਇੱਥੋਂ ਅੱਗੇ ਚੱਲਦੇ ਹਾਂ ਵਪਾਰਕ ਸੰਦੇਸ਼ ਲੈ ਲਈ। ਜਦ ਫਿਰ ਸਮਾਂ ਇਉਂ ਲੱਗਦਾ ਹੈ ਕਿ ਯੂਰਪ ਦੇ ਵਿੱਚ ਜੰਗ ਲੱਗ ਸਕਦੀ ਹੈ ਤਾਂ ਬਾਬਾ ਭਕਨਾ ਨੂੰ ਉਹ ਭੇਜਦੇ ਆ, ਕਰਤਾਰ ਸਿੰਘ ਸਰਾਭੇ ਹੋਣੀ, ਸਾਰਾ ਕੁਛ ਔਰਗੇਨਾਈਜ਼। ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ, ਕੋਈ ਵੀ ਇਹੋ ਜਿਹਾ ਐਕਸ਼ਨ ਨਹੀਂ। ਗੋਰੇ ਨੇ ਜਦ ਸਜ਼ਾ ਫਾਂਸੀ ਦੀ ਸੁਣਾਈ ਹੈ ਜੱਜ ਨੇ, ਉਹ ਕਹਿੰਦਾ ਇਹੋ ਜਿਹਾ ਕੁਝ ਵੀ ਗਦਰ ਦਾ ਇੱਕ ਵੀ ਐਕਸ਼ਨ ਨਹੀਂ ਜਿੱਥੇ ਸਰਾਭਾ ਹੈ। ਪਤਾ ਨਹੀਂ ਕੀ ਉਸ ਉਮਰ ਦੇ ਵਿੱਚ 20 ਸਾਲਾਂ ਦੀ ਉਮਰ 'ਚ ਕੀ ਮਾਲਕ ਨੇ ਉਹ ਦੇ ਕੇ ਭੇਜਿਆ ਉਹਨਾਂ ਨੂੰ, ਕਿਹੜੀ ਚੀਜ਼ ਸੀ, ਕਿਹੜੀ ਸ਼ਕਤੀ ਸੀ। ਕਿਤੇ ਉਡਣਾ ਸੱਪ, ਕਿਤੇ ਤੂਫਾਨਾਂ ਦਾ ਸ਼ਾਹ ਸਵਾਰ, ਪਰ ਉਹ ਸਾਰੇ ਗਦਰ ਇਤਿਹਾਸ ਤੋਂ ਮਨਫੀ ਕਰ ਦਿੱਤਾ। ਕਿਤੇ ਇਸ ਵਾਰ ਕਰਤਾਰ ਸਿੰਘ ਸਰਾਭਾ ਦਾ ਨਾਮ ਨਹੀਂ। ਪੂਰੀ ਇੱਕ ਜਿਹੜਾ ਉਹਨੂੰ ਰੋਲ ਮਾਡਲ ਮੰਨਦਾ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਹਦਾ ਮੇਲੇ 23 ਮਾਰਚ ਦੀ ਲੈ ਕੇ ਮਿੱਟੀ ਖੜਕੜ ਕਲਾਂ ਚਾਲਾ ਸੈਣੀ ਵਾਲਾ। ਮੈਂ ਨਹੀਂ ਕਹਿੰਦਾ ਵੀ ਉਹ ਸ਼ਹੀਦ ਨਹੀਂ, ਉਹ ਵੀ ਸ਼ਹੀਦ ਨੇ। ਉਹੀ ਤਾਂ ਮੇਲਾ ਸ਼ੁਰੂ ਕੀਤਾ ਅਰਜਨ ਸਿੰਘ ਨੇ ਆ ਕੇ 85 'ਚ ਜਦ ਸਾਡੇ ਬਲੂ ਸਟਾਰ ਤੋਂ ਬਾਅਦ, ਸਾਕੇ ਤੋਂ ਬਾਅਦ ਜਦ ਦੁਬਾਰਾ ਗੱਲ ਤੋਰੀ, ਸਭ ਤੋਂ ਪਹਿਲਾਂ ਅਰਜਨ ਸਿੰਘ ਨੇ ਉਹ ਸ਼ੁਰੂ ਕੀਤਾ। ਫਿਰ ਉਹ ਮੇਲੇ ਸ਼ੁਰੂ ਹੋਏ, ਮੇਲੇ ਗਦਰੀ ਬਾਬਿਆਂ ਦੇ, ਜਿਨ੍ਹਾਂ 'ਚ ਨਚਾਉਂਦੇ ਆ, ਨੱਚਦੇ ਆ। ਕਰਤਾਰ ਸਿੰਘ ਸਰਾਭਾ ਤੇ ਬਜ਼ੁਰਗ ਇਹ ਉਹਦੇ 'ਚ ਮਨਫੀ ਨੇ। ਤੇ ਕਹਿੰਦੇ ਤੁਰੇ ਜਾਂਦੇ ਨੇ, ਬਾਬੇ ਨੂੰ ਕਹਿੰਦਾ ਵੀ ਲੈ 200 ਪਿਸਤੌਲ ਕਹਿੰਦਾ ਮੈਨੂੰ ਦੇ ਦੇ, ਵਿੱਚ ਰੱਖਤਾ। ਤੇ ਜਦ ਜਾਪਾਨ ਕੋਬੀ ਬੰਦਰਗਾਹ ਤੇ ਜਹਾਜ਼ ਲੱਗਿਆ ਤਾਂ ਬਾਬਾ ਸੋਹਣ ਸਿੰਘ ਭਕਨਾ ਕਹਿੰਦੇ ਮੈਂ ਜਹਾਜ਼ 'ਚ ਉਤਰਿਆ ਕੁਛ ਖਾਣ ਨੂੰ ਲੈਣ ਲਈ। ਕਹਿੰਦਾ ਮੈਂ ਸੋਚਦਾ ਸੀ ਵੀ ਸਰਾਭਾ ਹਲੇ ਉੱਥੇ, ਉਹ ਕਹਿੰਦੇ ਮੂਹਰੇ ਸਰਾਭਾ ਤੁਰਿਆ। ਉਹ ਕਹਿੰਦਾ ਮੈਂ ਤਾਂ ਜਦੇ ਹੀ ਤੁਰ ਪਿਆ ਉੱਥੋਂ। ਕੋਲੰਬੋ ਉਤਰਦੇ ਆ, ਕੋਲੰਬੋ ਤੋਂ ਵਾਲੇ ਪਾਸਿਓਂ ਮਦਰਾਸ ਦੇ ਵਿੱਚ ਵੜਦੇ ਆ ਤੇ ਗਦਰੀ ਬਾਬੇ ਜਿਹੜੇ ਉਹ ਕੁਛ ਫੜੇ ਜਾਂਦੇ। 4000 ਦੀ ਗਿਣਤੀ 'ਚ ਗਏ ਨੇ। ਬਾਬਾ ਸੋਹਣ ਸਿੰਘ ਭਕਨਾ ਟਾਪੂ ਤੋਂ ਹੁੰਦਾ ਪੰਜਾਬ ਪਹੁੰਚਦਾ। ਗਦਰ ਦਾ ਪਤਾ ਲੱਗ ਜਾਂਦਾ ਕਿਰਪਾਲ ਸਿੰਘ ਨੂੰ। ਪਰ ਜਿਹੜਾ ਕੁਝ ਕੰਮ ਕੀਤਾ, ਲਾਹੌਰੋਂ ਤੁਰੇ ਨੇ, 6 ਦਿਨ ਨੇ ਗਦਰ ਦਾ ਦਿਨ। ਇੱਕ ਲੱਤ ਬਨਾਰਸ ਹੈ, ਇੱਕ ਲੱਤ ਲੁਧਿਆਣਾ। ਕਿਸ ਤਰ੍ਹਾਂ ਸਰਦਾਰ ਸਰਾਭਾ ਫਿਰਦੇ ਹੋਣਗੇ ਲੁਧਿਆਣਿਓਂ, ਅੰਬਾਲਿਓਂ, ਮੇਰਠ ਤੋਂ ਉਸੇ ਸਮੇਂ ਆਗਰਾ, ਆਗਰੇ ਤੋਂ ਇਲਾਹਾਬਾਦ, ਇਲਾਹਾਬਾਦ ਤੋਂ ਬਨਾਰਸ ਤੋਂ ਫੇਰ ਵਾਪਸ। ਇੱਕ ਬਹੁਤ ਵੱਡੀ ਘਟਨਾ ਕਹਿੰਦੇ ਲੁਧਿਆਣਿਓਂ ਜਲੰਧਰ ਨੂੰ ਬਹਿੰਦੇ ਆ ਗੱਡੀ ਦੇ ਵਿੱਚ, ਇੱਕ ਫੌਜੀ ਬੈਠਾ, ਹੱਥ ਮਿਲਾਉਂਦੇ ਆ। ਫੌਜੀ ਨੇ ਮਿਲਦੇ ਜਲੰਧਰ ਤੱਕ ਜਾਂਦੇ, ਫੌਜੀ ਨੂੰ ਕੀਲ ਲੈਂਦੇ ਨੇ। ਕਹਿੰਦਾ ਜਦ ਮਰਜੀ ਆ ਜੀ, ਫਿਰੋਜ਼ਪੁਰ ਛਾਉਣੀ ਦਾ ਮੈਗਜ਼ੀਨ ਦਾ ਮੈਂ ਇੰਚਾਰਜ ਹਾਂ, ਚਾਬੀਆਂ ਫੜਾ ਦੂੰ ਤੈਨੂੰ। ਤੇ ਕਿਤੇ ਢੰਡਾਰੀ ਅਖੰਡ ਪਾਠ ਸਾਹਿਬ ਤੇ ਜਾ ਰਹੇ ਜਥੇ ਨੂੰ ਜਾ ਕੇ ਰਾਹ ਦੇ ਵਿੱਚ ਮਿਲਦੇ ਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਕਹਿੰਦੇ ਤੁਸੀਂ ਫਿਰੋਜ਼ਪੁਰ ਛਾਉਣੀ ਆਉਣਾ, ਕਾਲੀਆਂ ਦਸਤਾਰਾਂ ਨਾਲ ਸਜਾਇਓ, ਚੰਨ ਲਈ ਰਾਤ ਚਮਕਣੀਆਂ। ਉਹ ਕਹਿੰਦੇ ਦਸਤਾਰ ਤਾਂ ਕਾਲੀ ਨਾਲ ਹੀ ਨਿਭਣੀ ਹੈ। ਉਹ ਕਹਿੰਦੇ ਚੱਲ ਉੱਪਰ ਖਾਕੀ ਫਿਰ ਰੁਮਾਲ ਬੰਨ੍ਹ ਲਿਓ। ਹਰਭਜਨ ਸਿੰਘ ਚਮਿੰਡਾ ਤੋਂ ਸਭ ਕੁਛ ਦੁੱਖ ਦੀ ਕਹਾਣੀ ਹੈ। ਬਾਬੇ ਤਾਂ 1978 80 ਤੱਕ ਮਰੇ, ਪੂਰੇ ਹੋਏ ਨੇ। ਉਹਨਾਂ ਦੀ ਜਾਣਕਾਰੀ ਨੇ ਛਾਪੀ ਗਈ। ਬਾਬਾ ਸੋਹਣ ਸਿੰਘ ਭਕਨਾ ਕਹਿੰਦੇ ਬਿਲਕੁਲ ਇਹ ਕੁੱਬਾ ਹੋ ਗਿਆ ਸੀ। ਕਹਿੰਦਾ ਮੈਨੂੰ ਪਹਿਲੀ ਆਜ਼ਾਦੀ ਨੇ ਕੁੱਬਾ ਨਹੀਂ ਕੀਤਾ, 47 ਤੋਂ ਬਾਅਦ ਦੀ ਆਜ਼ਾਦੀ ਨੇ ਮੈਨੂੰ ਕੁੱਬਾ ਕੀਤਾ।
ਇਹ ਜਨਤਕ ਤੌਰ ਤੇ ਕਹਿੰਦੇ ਸੀ। ਇੱਕ ਉਹ ਕਹਿੰਦੇ ਮੈਨੂੰ 6 ਮਹੀਨੇ ਅਸੀਂ ਲੇਟ ਹੋਏ ਕਿਉਂਕਿ ਪਹਿਲਾਂ ਸੋਚਦੇ ਸੀ ਵੀ 4 ਸਾਲ 5 ਸਾਲਾਂ ਨੂੰ ਹਲੇ ਜੰਗ ਲੱਗਣੀ ਹੈ, ਜੰਗ ਛੇਤੀ ਲੱਗ ਗਈ। ਉਹ ਕਹਿੰਦੇ ਜਦ ਅਸੀਂ ਪਰਚਾ ਕੱਢਣਾ ਸੀ ਕਿਉਂਕਿ ਪਰਚੇ ਨਾਲ ਗੱਲਾਂ ਬਾਤਾਂ ਕਰਨੀਆਂ ਸੀ, ਕਹਿੰਦੇ 5 ਮਹੀਨੇ ਹਰਦਿਆਲ ਨਹੀਂ ਲਾਲਾ ਸਾਨੂੰ ਲੱਭਿਆ। 5 ਮਹੀਨੇ ਸਾਨੂੰ ਇੰਨੀ ਪਛੇਤ ਪਾਤੀ ਜਿਹੜੀ ਸਾਡੀ ਗਦਰ ਫੇਲ ਕਰਨ ਦੇ ਵਿੱਚ ਵੱਡੀ ਗੱਲ ਹੋਈ। ਤੇ ਉੱਥੇ ਛਾਪਣਾ, ਅਖਬਾਰ ਭੇਜਣਾ, ਉਰਦੂ 'ਚ ਆਪ ਲਿਖਣਾ, ਇੱਥੇ ਪੰਜਾਬ 'ਚ ਆ ਕੇ ਡਾਕਿਆਂ ਦੀ ਗੱਲ ਬੜੀ ਚੱਲੀ ਆ ਵੀ ਡਾਕੇ ਮਾਰੇ, ਪਰ ਡਾਕੇ ਜਦ ਮਾਰੇ ਦੱਸਦੇ ਰਹੇ ਵੀ ਇਹ ਸਾਨੂੰ ਪੈਸਾ ਚਾਹੀਦਾ, ਸਾਨੂੰ ਗਦਰ ਲਈ ਚਾਹੀਦਾ, ਤਿਆਰ ਕਰਦਾ ਰਿਹਾ। ਕਹਿੰਦੇ ਜਿੱਥੇ ਵੀ ਜਾ ਕੇ ਸਰਦਾਰ ਸਰਾਭਾ ਗੱਲ ਕਰਦਾ ਕੋਈ ਵੀ ਉਹਨੂੰ ਨਾ ਨਹੀਂ ਸੀ ਕਰਦਾ, ਇਹੋ ਜਿਹੀ ਉਹ 'ਚ ਸ਼ਕਤੀ ਸੀ। ਜਦ ਗਦਰ ਫੇਲ ਹੋ ਗਿਆ, ਅਫਗਾਨਿਸਤਾਨ ਦਾ ਬਾਰਡਰ ਟੱਪਣ ਲੱਗੇ, ਦਰਿਆ ਦੇ ਕੰਢੇ ਬੈਠੇ ਆ ਤੇ ਹਰ ਵਕਤ ਕੁਛ ਨਾ ਕੁਛ ਕਹਿੰਦੇ ਗੁਣਗੁਣਾਉਂਦਾ ਰਹਿੰਦੇ ਤੇ ਗੁਣਗੁਣਾਉਂਦੇ ਕੋਈ ਗੀਤ ਅਜਿਹਾ ਗਾਇਆ ਵੀ ਕਿੱਥੋਂ ਭੱਜ ਕੇ ਕਿੱਥੇ ਜਾਵਾਂਗੇ। ਕਹਿੰਦੇ ਦੁਬਾਰਾ ਫੇਰ ਮੁੜਿਆ, ਦੁਬਾਰਾ ਫੇਰ ਛਾਉਣੀ 'ਚ ਵੜ ਗਏ। ਜਿੱਥੇ ਦਾ ਕੋਈ ਜਾਣਦਾ ਹੁੰਦਾ ਲੱਭ ਲੈਂਦੇ, ਜਿੱਥੇ ਕੋਈ ਨਾ ਜਾਣਦਾ ਧੁੱਸ ਦੇ ਕੇ ਛਾਉਣੀ 'ਚ ਸਰਦਾਰ ਸਰਾਭਾ ਜਾ ਵੜਦਾ ਤੇ 1 ਮਿੰਟ ਦੇ ਵਿੱਚ ਬੰਦਿਆਂ ਨੂੰ ਕੀਲ ਕੇ ਸਿੱਧਾ ਕਰ ਲੈਂਦਾ। ਕਿਤੇ ਉੱਡਣਾ ਸੱਪ ਤੇ ਕਿਹਾ ਜਿਹੜਾ ਅਸਲ ਕਹਾਣੀ ਜਿਹੜੀ ਵੱਡੀ ਗੱਲ ਜਿਹੜੀ ਸਭ ਤੋਂ ਜਿਹੜੀ ਕਹੀ ਉਹ ਇਹ ਕਹੀ ਕਿ ਜੱਜ ਛੱਡਦਾ ਵੀ ਤੂੰ ਮੈਂ ਤੇਰੀ ਛੋਟੀ ਉਮਰ ਦਾ ਛੱਡ ਦੇਣਾ। ਨਾ, ਅਸਲ ਜਿਹੜੀ ਕਵਿਤਾ ਅੰਦਰੋਂ ਲਿਖ ਕੇ ਗਏ ਜਿਹਦੇ ਵਿੱਚੋਂ ਅਸਲ ਕਵਿਤਾ ਦੇ ਉਹਨਾਂ ਦੇ ਬੰਦ ਕੱਢ ਦਿੱਤੇ ਜਿਹਦੇ 'ਚ ਧਰਮ ਦੀ ਗੱਲ ਸੀ ਉਹਨਾਂ ਨੂੰ, ਕਿਉਂਕਿ ਦੇਸ਼ ਭਗਤ ਦਰਸਾਉਣਾ ਸੀ। ਤਾਂ ਹੀ ਸਰਦਾਰ ਸਰਾਭਾ ਫਿੱਟ ਨਹੀਂ ਆਉਂਦਾ ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਬਾਬੇ ਜਿਹੜੇ ਕਿਰਤੀ ਪੇਪਰ ਕੱਢਣ ਵਾਲੇ ਜਿਨ੍ਹਾਂ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਨਾਲ ਸ਼ੁਰੂ ਕੀਤਾ। ਇੱਕ ਓਂਕਾਰ ਲਿਖਦੇ, ਸ਼੍ਰੀ ਅੰਮ੍ਰਿਤਸਰ ਸਾਹਿਬ ਲਿਖਦੇ, ਜੋਸ਼ ਸਰਗਿਆ ਨੇ ਅੰਮ੍ਰਿਤਸਰ ਲਿਖਤਾ, ਦੁਨੀਆ ਭਰ ਦੇ ਮਿਹਨਤ ਕਸ਼ ਲੋਕੋ ਇਕੱਠੇ ਹੋ ਜਾਓ, ਇਹ ਲਿਖਣ ਲੱਗ ਗਿਆ। ਜਾਣੀ ਉਹ ਸੱਤਿਆਨਾਸ਼ ਕੀਤਾ ਇਹਨਾਂ ਨੇ ਰਲ ਕੇ। ਹਰੀਸ਼ਪੁਰੀ ਨੇ ਜਿਹੜਾ ਕੁਝ ਲਿਖਿਆ ਬਾਬਾ ਹਰਭਜਨ ਸਿੰਘ ਚਮਿੰਡੇ ਤੋਂ ਲੈ ਕੇ ਗਿਆ, ਸਾਰਾ ਇਤਿਹਾਸ ਗਦਰ ਪਾਰਟੀ ਦਾ, ਇੱਕ ਵੀ ਜਗ੍ਹਾ ਕਿਤੇ ਬਾਬੇ ਚਮਿੰਡੇ ਦਾ ਨਾਂ ਨਹੀਂ। ਇਹਨਾਂ ਨੇ ਜ਼ੁਲਮ ਕੀਤਾ। ਜਿੰਨੇ ਇਹ ਬੁੱਧੀਜੀਵੀ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਇਹਨਾਂ ਨੇ ਜ਼ੁਲਮ ਕੀਤਾ ਬਾਬਿਆਂ ਨਾਲ। ਉਹਨਾਂ ਦੀ ਸ਼ਹੀਦੀ ਜਿਹੜੀ ਹੋਈ ਉਹਨਾਂ ਨੂੰ ਇਹਨਾਂ ਨੇ ਮਿੱਟੀ ਘੱਟੇ 'ਚ ਰੋੜਿਆ, ਜਾਣ ਕੇ ਰੋੜਿਆ, ਕਿਉਂਕਿ ਉਹ 'ਚ ਸਿੱਖੀ ਸਪਿਰਿਟ ਸੀ ਜਿਹਦੇ ਵਿੱਚ ਗੱਲ ਸਰਾਭੇ ਦੀ ਸਦਾ ਧਰਮ ਨਾਲ ਚੱਲਦੀ ਹੈ। ਉਹ ਇਹ ਉਹਨਾਂ ਦਾ ਜਨਮ ਦਿਨ ਮਨਾਇਆ ਸਾਨੂੰ ਇੱਕੋ ਹੀ ਤਰੀਕੇ ਨਾਲ ਵਧੀਆ। ਮੈਂ ਉਹਨਾਂ ਦੀ ਉਹ ਕਵਿਤਾ ਤੁਹਾਨੂੰ ਸੁਣਾਵਾਂਗਾ ਜਿਸ ਦਿਨ ਸਮਾਂ ਮਿਲ ਗਿਆ। ਕੱਲ੍ਹ ਨੂੰ ਅੱਜ ਸਮਾਂ ਘੱਟ ਗਿਆ ਤਾਂ ਇੱਕੋ ਹੀ ਕੰਮ ਕਰਨਾ ਕਿ ਇੱਕ ਕਿਤਾਬ ਜਿਹੜੀ ਉਹਨਾਂ ਦੀ, ਇੱਕ ਤਾਂ ਗਦਰੀ ਬਾਬੇ ਕੌਣ ਸੀ ਸਰਦਾਰ ਅਜਮੇਰ ਸਿੰਘ ਦੀ, ਇੱਕ ਸਰਦਾਰ ਕਰਤਾਰ ਸਿੰਘ ਸਰਾਭਾ ਤੂਫਾਨਾਂ ਦਾ ਸ਼ਾਹ ਸਵਾਰ ਸਰਦਾਰ ਅਜਮੇਰ ਸਿੰਘ, 2 ਕਿਤਾਬਾਂ ਜ਼ਰੂਰ ਪੜ੍ਹਨੀਆਂ ਨੇ। ਉਹਦੇ 'ਚ ਫਿਰ ਉਹਨਾਂ ਨੇ 300 ਕਿਤਾਬਾਂ ਦੇ ਰੈਫਰੈਂਸ ਦੇ ਕੇ ਇਹਨਾਂ ਦੀ ਕਾਟ ਕੀਤੀ ਹੋਈ ਆ ਵੀ ਕਿਹਨੇ ਕੀ ਕੀਤਾ, ਕਿਹਨੇ ਕੀ ਕੀਤਾ। ਅੱਜ ਤੱਕ 3 ਸਾਲ ਹੋ ਗਏ, ਇੱਕ ਵੀ ਉਹ ਲੇਖਕ ਚੈਲੰਜ ਨਹੀਂ ਕਰ ਸਕਿਆ ਸਰਦਾਰ ਅਜਮੇਰ ਸਿੰਘ ਨੂੰ। ਅੱਜ ਵੀ ਕਰੇ, ਮੈਂ ਜਨਤਕ ਤੌਰ ਤੇ ਕਹਿਣਾ, ਹਰੀਸ਼ਪੁਰੀ ਕਰੇ ਜਾਂ ਹੋਰ ਕੋਈ ਕਰੇ ਖੱਬੇ ਪੱਖੀਆਂ ਲਿਖਣ ਵਾਲਾ, ਕਦੇ ਸਹੀ ਵੀ ਮੈਂ ਅਜਮੇਰ ਸਿੰਘ ਉਹਨਾਂ ਨੇ ਗਲਤ ਲਿਖਿਆ, ਉਹਨਾਂ ਨੂੰ ਬੇਨਤੀ ਕਰਾਂਗੇ ਰੇਡੀਓ ਤੇ ਆ ਕੇ ਦੱਸਣਗੇ। ਤੋ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਲਿਖੋ, ਤੁਸੀਂ ਜਿਹੜਾ ਕੁਛ ਤੁਸੀਂ ਕੀਤਾ ਤੁਸੀਂ ਲਿਖੋ। ਜਿਹੜਾ ਕੁਛ ਇੱਕ ਸਿੱਖ ਸੋਚ ਵਾਲੇ ਬੰਦੇ ਨੇ ਕੀਤਾ ਉਹਦਾ ਤੁਸੀਂ ਉਹਦੀਆਂ ਧੱਜੀਆਂ ਉਡਾਉਂਦੇ ਹੋ। ਬਦਕਿਸਮਤੀ ਇਹ ਕਿ ਸਿੱਖੀ ਸੋਚ ਵਾਲੇ ਬੰਦੇ ਲਿਖਣੋਂ ਹਟ ਗਏ, ਦਿੱਲੀ ਜਾ ਵੜੇ, ਕੋਈ ਕਿਤੇ ਜਾ ਵੜਿਆ, ਕੋਈ ਕਿਤੇ ਖੁਸ਼ਵੰਤ ਸਿੰਘ ਲਿਖਦਾ ਉਹ ਵੀ ਚੁੱਪ ਕਰ ਗਿਆ। ਹੁਣ ਜੂਨ ਦੇ ਮਹੀਨੇ ਗੱਲਬਾਤ ਕਰਾਂਗੇ, ਪਹਿਲੇ ਹਫ਼ਤੇ ਹੋਰ ਇਹ ਚੀਜ਼ਾਂ ਸਾਹਮਣੇ ਆਉਣਗੀਆਂ। ਇਹ ਸਰਦਾਰ ਸਰਾਭੇ ਦੀ ਗੱਲ ਹੈ ਤੇ ਇਹਨਾਂ ਬਾਰੇ ਆਪਾਂ ਹੋਰ ਗੱਲਬਾਤ ਕਰਨੀ ਹੈ। ਮੈਂ ਤੁਹਾਨੂੰ ਉਹਨਾਂ ਦੀ ਉਹ ਕਵਿਤਾ ਜਿਹੜੀ ਉਹਨਾਂ ਨੇ ਅੰਦਰ ਲਿਖੀ, ਦੇਖੋ ਇੱਕ ਬੰਨੇ ਫਾਂਸੀ ਤੇ ਲਟਕ ਰਹੇ ਨੇ ਦੇਸ਼ ਖਾਤਰ, ਤੇ ਇੱਕ ਬੰਨੇ ਜਿੱਥੇ 11-12 ਪਹਿਰਿਆਂ ਦੀ ਉਹ ਕਵਿਤਾ ਜਿਸ 'ਚ 6 ਪਹਿਰੇ ਸਿੱਖੀ ਨੂੰ ਸਮਰਪਿਤ ਨੇ, ਉਹ 6 ਪਹਿਰੇ ਜਿਨ੍ਹਾਂ ਨੇ ਲਿਖੀ ਵਿੱਚੋਂ ਖਾ ਗਏ। ਕੋਈ ਉਹਦਾ ਦੇਣਦਾਰ ਹੈ? ਇਹ ਤਾਂ ਸਰਦਾਰ ਰਾਹੀ ਨੇ, ਸਰਦਾਰ ਅਜਮੇਰ ਸਿੰਘ ਉਹਨਾਂ ਨੇ ਮਿਹਨਤਾਂ ਕਰ ਕਰਕੇ, ਸਰਦਾਰ ਬਲਵਿੰਦਰ ਸਿੰਘ ਬੜੈਚ ਜਿਹੜੇ ਪ੍ਰੋਫੈਸਰ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਜਿੱਥੇ 1967 ਦੇ ਵਿੱਚ ਦਾਖਲਾ ਅਜਮੇਰ ਸਿੰਘ ਨੇ ਲਿਆ, ਜਿੱਥੋਂ ਇੰਜੀਨੀਅਰਿੰਗ ਕੀਤੀ। ਕਿਸੇ ਯੋਧੇ ਨੂੰ ਕੋਈ ਯੋਧਾ ਹੀ ਲਿਖ ਸਕਦਾ ਹੈ, ਕਿਸੇ ਇਨਕਲਾਬੀ ਨੂੰ ਕੋਈ ਇਨਕਲਾਬੀ ਉਹ ਲਿਖ ਸਕਦਾ, ਦੂਜਿਆਂ ਦੇ ਵੱਸ ਦੀ ਗੱਲ ਨਹੀਂ। ਅਖੀਰ 'ਚ ਕਰਤਾਰ ਸਿੰਘ ਸਰਾਭੇ ਦਾ ਇੱਕ ਗੀਤ ਅਮਰਜੀਤ ਸਿੰਘ ਰਾਏ ਉਹਨਾਂ ਨੇ ਗਾਇਆ, ਜਿਹੜੇ ਏਕਮ ਵਾਲੇ ਨੇ ਟੋਰਾਂਟੋ ਵਾਲੇ, ਉਹ ਸੁਣਾਉਂਦੇ ਆ ਤੁਹਾਨੂੰ। ਕੱਲ੍ਹ ਨੂੰ 11 ਵਜੇ ਮੁੜਦਾ। ਧੰਨਵਾਦ।
ਚੜ੍ਹਦੀ ਕਲਾ।